ਵਾਈ ਗੁੱਡ ਮੈਨ ਆਰ ਸਾਇਲੈਂਟ ਦੀ ਕੰਪੇਨ ਦੇ ਵਿੱਚ ਇਹ ਚੌਥਾ ਸੈਮੀਨਾਰ ਆ ਜਿਹਦੇ ਵਿੱਚ ਅੱਜ ਦਾ ਜਿਹੜਾ ਵਿਸ਼ਾ ਆ ਉਹ ਹੈ ਕਿ ਜਿਹੜੇ ਬॉयਜ਼ ਆ ਮੁੰਡੇ ਆ ਉਹਨਾਂ ਦੀ ਪਰਵਰਿਸ਼ ਕਿਸ ਤਰ੍ਹਾਂ ਕਰੀਏ। ਵਾਈ ਗੁੱਡ ਮੈਨ ਆਰ ਸਾਇਲੈਂਟ ਦੀ ਕੰਪੇਨ ਦੇ ਵਿੱਚ ਇਹ ਚੌਥਾ ਸੈਮੀਨਾਰ ਆ ਜਿਹਦੇ ਵਿੱਚ ਅੱਜ ਦਾ ਜਿਹੜਾ ਵਿਸ਼ਾ ਆ ਉਹ ਹੈ ਕਿ ਜਿਹੜੇ ਬॉयਜ਼ ਆ ਮੁੰਡੇ ਆ ਉਹਨਾਂ ਦੀ ਪਰਵਰਿਸ਼ ਕਿਸ ਤਰ੍ਹਾਂ ਕਰੀਏ ਔਰ ਉਹਨਾਂ ਨੂੰ ਰਿਸਪੌਂਸਿਬਲ ਕਿੱਦਾਂ ਬਣਾਈਏ। ਖਾਸ ਕਰਕੇ ਜਦੋਂ ਅਸੀਂ ਰਿਲੇਸ਼ਨਸ਼ਿਪ ਦੇ ਇਸ਼ੂ ਦੇਖਦੇ ਹਾਂ, ਪਰਿਵਾਰਕ ਰਿਲੇਸ਼ਨਸ਼ਿਪ ਦੇ ਵਿੱਚ ਜ਼ਿੰਮੇਵਾਰੀਆਂ ਦੀਆਂ ਗੱਲਾਂ ਕਰਦੇ ਹਾਂ ਤਾਂ ਉਹ ਕਈ ਵਾਰੀ ਸਾਡੀਆਂ ਜਿਹੜੀਆਂ ਰਿਸਪੌਂਸਿਬਿਲਟੀਜ਼ ਨੇ ਜਾਂ ਜਿਹੜੇ ਕੰਮ ਨੇ ਜਾਂ ਜਿਹੜੀਆਂ ਕਿਸੇ ਕਿਸਮ ਦੀ ਡਿਸੀਜਨ ਮੇਕਿੰਗ ਆ ਉਹਦੇ 'ਚ ਕਿਤੇ ਨਾ ਕਿਤੇ ਡਿਫਰੈਂਸ ਰਹਿੰਦਾ ਹੈਗਾ। ਸੋ ਪਿੱਛੇ ਜਿਹੜੇ ਅਸੀਂ ਤਿੰਨ ਸੈਮੀਨਾਰ ਕੀਤੇ ਹੈਗੇ ਆ ਉਹਨਾਂ ਦੇ ਵਿੱਚ ਤਕਰੀਬਨ ਡਿਫਰੈਂਟ ਟੌਪਿਕ ਦੇ ਉੱਤੇ ਬਹੁਤ ਵਧੀਆ ਫੀਡਬੈਕ ਮਿਲੀ ਆ ਤੇ ਇਹ ਵੀ ਇੱਕ ਫੀਡਬੈਕ ਜਿਹੜੀ ਸੀ ਕਿ ਉਹ ਪਾਰਟਿਸਪੈਂਟ ਵੱਲੋਂ ਸੀ ਕਿ ਇਹਦੇ ਉੱਤੇ ਇਸ ਮੁੱਦੇ ਦੇ ਉੱਤੇ ਗੱਲ ਕੀਤੀ ਜਾਵੇ। ਸੋ ਅੱਜ ਦੀ ਜਿਹੜੀ ਆਪਣੀ ਡਿਸਕਸ਼ਨ ਆ ਇਹ ਓਪਨ ਹੋਏਗੀ। ਬਿਫੋਰ ਦੈਟ ਮੈਂ ਇੱਕ ਵਾਰੀ ਸਾਰਿਆਂ ਨੂੰ ਰਿਕੁਐਸਟ ਕਰ ਦੇਵਾਂ ਕਿ ਇਹ ਜਿਹੜਾ ਸੈਸ਼ਨ ਆ ਇਹ ਰਿਕਾਰਡਡ ਸੈਸ਼ਨ ਹੋਏਗਾ। ਜੇ ਵੀ ਕੋਈ ਵੀ ਕੰਫਰਟੇਬਲ ਨਹੀਂ ਆ ਉਹ ਆਪਣਾ ਕੈਮਰਾ ਆਫ ਕਰ ਸਕਦੇ ਆ ਤੇ ਜਦੋਂ ਵੀ ਤੁਸੀਂ ਕੋਈ ਗੱਲ ਕਰਨੀ ਆ ਉਦੋਂ ਤੁਸੀਂ ਆਪਣਾ ਹੱਥ ਜਾਂ ਇਸ਼ਾਰਾ ਦੇ ਸਕਦੇ ਆ। ਇੱਕ ਬੰਦੇ ਨੂੰ ਆਪਣੀ ਗੱਲ ਕੰਪਲੀਟ ਕਰ ਲੈਣ ਦਿਓ ਐਂਡ ਉਸ ਤੋਂ ਬਾਅਦ ਤੁਸੀਂ ਆਪਣਾ ਮਿਊਟ ਕਰ ਸਕਦੇ ਆ ਤਾਂ ਕਿ ਦੂਸਰੇ ਬੰਦੇ ਆਪਣੀ ਗੱਲ ਕੰਪਲੀਟ ਕਰ ਸਕਣ। ਤੋ ਅੱਜ ਦੀ ਜਿਹੜੀ ਡਿਸਕਸ਼ਨ ਆ ਖਾਸ ਕਰਕੇ ਮੈਂ ਅੱਜ ਇਹ ਕੋਈ ਆਪਾਂ ਫਾਰਮਲ ਲੈਕਚਰ ਨਹੀਂ ਆਪਸ ਦੇ ਵਿੱਚ ਡਿਸਕਸ਼ਨ ਕਰਾਂਗੇ। ਸੋ ਮੈਂ ਅੱਜ ਸਾਰਿਆਂ ਤੋਂ ਪਹਿਲਾਂ ਮੈਂ ਸਤਪਾਲ ਜੌਲ ਸਾਡੇ ਜਿਹੜੇ ਕਾਫੀ ਦੇਰ ਤੋਂ ਇਹਨਾਂ ਮੁੱਦਿਆਂ ਦੇ ਉੱਤੇ ਕੰਮ ਕਰਦੇ ਹੈਗੇ ਆ, ਜਰਨਲਿਸਟ ਨੇ, ਸੋਸ਼ਲ ਵਰਕਰ ਵੀ ਨੇ, ਉਹਨਾਂ ਨੂੰ ਚਾਹੂੰਗਾ ਕਿ ਉਹ ਆਪਣੇ ਥੋੜੇ ਜਿਹੇ ਇਹਦੇ ਉੱਤੇ ਸਾਨੂੰ ਆਪਣੇ ਵਿਚਾਰ ਦੱਸਣ ਜਾਂ ਕੁਝ ਜਿਹੜੀਆਂ ਉਹਨਾਂ ਦੀਆਂ ਕੁਝ ਸੁਜੈਸ਼ਨਸ ਨੇ ਉਹ ਸਾਂਝੀਆਂ ਕਰਨ ਤੇ ਫਿਰ ਉਹਦੇ ਉੱਤੇ ਜੇ ਕੋਈ ਕੁਐਸਚਨ ਹੋਏਗਾ ਜਾਂ ਕਿਸੇ ਕਿਸਮ ਦੀ ਗੱਲਬਾਤ ਹੋਏਗੀ ਉਹ ਆਪਾਂ ਅੱਗੇ ਕਰਦੇ ਜਾਵਾਂਗੇ। ਜੌਲ ਸਾਹਿਬ। ਜਸਟ ਅ ਮੋਮੈਂਟ ਸੋ ਥੈਂਕ ਯੂ ਸੋ ਮਚ ਸੋਹਤਾ ਸਾਹਿਬ ਜੀ। ਬਾਕੀ ਦੇ ਸਾਰੇ ਪਾਰਟਿਸਪੈਂਟਸ ਨੂੰ ਵੀ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਵੀ ਕਰਦਾ ਕਿ ਸਾਰਿਆਂ ਨੇ ਜਿੰਨਾ ਵੀ ਸਮਾਂ ਕੱਢਿਆ ਕਿਉਂਕਿ ਕਾਫੀ ਇੰਪੋਰਟੈਂਟ ਇਹ ਇਸ਼ੂ ਵੀ ਹੈ, ਮੈਟਰ ਵੀ ਹੈ। ਕਾਫੀ ਲੰਬੇ ਸਮੇਂ ਤੋਂ ਸਪੈਸ਼ਲੀ ਸਾਡੀ ਕਮਿਊਨਿਟੀ ਦੇ ਵਿੱਚ ਇਹ ਗੱਲ ਚੱਲਦੀ ਵੀ ਹੈ। ਯੂਜ਼ਲੀ ਤਾਂ ਵੈਸੇ ਗੱਲ ਕਨੇਡੀਅਨ ਵੈਲਿਊ ਵਿੱਚ ਕਰਨੀ ਹੋਵੇ ਤਾਂ ਮੈਂ ਸਮਝਾਂਗਾ ਵੀ ਇਹ ਹੋਣੀ ਚਾਹੀਦੀ ਆ ਵੀ ਆਪਾਂ ਆਪਣੇ ਬੱਚੇ ਨੂੰ, ਔਲਾਦ ਨੂੰ, ਚਾਈਲਡ ਨੂੰ ਰਿਸਪੋਂਸੀਬਲ ਕਿੱਦਾਂ ਬਣਾਉਣਾ। ਪਰ ਕਿਉਂਕਿ ਆਪਣਾ ਇਹ ਪਾਰਟ ਆਫ ਕਲਚਰ ਆ ਵੀ ਅਸੀਂ ਗਰਲਜ਼ ਨੂੰ ਡਿਫਰੈਂਟਲੀ ਅਤੇ ਬॉयਜ਼ ਨੂੰ ਡਿਫਰੈਂਟਲੀ ਜਾਣੀ ਕਿ ਰਿਸਪੋਂਸੀਬਲ ਬਣਾਉਂਦੇ ਹਾਂ ਜਾਂ ਰੇਜ਼ ਕਰਦੇ ਹਾਂ ਜਾਂ ਫਿਰ ਉਹ ਰੇਜ਼ ਕਰਦਿਆਂ ਕਰਾਉਂਦਿਆਂ ਜਾਣੀ ਕਿ ਕਈ ਵਾਰੀ ਅਸੀਂ ਲੜਕੀ ਨੂੰ ਰਿਸਪੋਂਸੀਬਿਲਿਟੀਜ਼ ਜ਼ਿਆਦਾ ਸਮਝਾਉਂਦੇ ਹਾਂ ਅਤੇ ਲੜਕੇ ਨੂੰ ਜਾਣੀ ਕਿ ਜਮਾ ਹੀ ਨਹੀਂ ਕਈ ਵਾਰੀ ਸਮਝਾਉਂਦੇ ਹਾਂ। ਐਸਾ ਦੇਖਣ ਨੂੰ ਮਿਲਦਾ ਬਹੁਤ ਵਾਰ। ਜਾਣੀ ਇੱਥੇ ਜਿਹੜੀਆਂ ਸਾਡੇ ਬਰੈਂਪਟਨ ਜਾਂ GTA ਦੇ ਵਿੱਚ ਟੀਨਏਜਰਸ ਸਾਡੇ ਕਮਿਊਨਿਟੀ ਦੇ ਵਿੱਚੋਂ ਗਰਲਜ਼ ਵੀ ਹੈਗੀਆਂ, ਉਹ ਗੱਲ ਵੀ ਕਰਦੀਆਂ ਆ ਵੱਡੀਆਂ ਹੋ ਕੇ ਜਦੋਂ ਉਹਨਾਂ ਨੂੰ ਪਤਾ ਲੱਗਦਾ ਵੀ ਸਾਡੀ ਫੈਮਿਲੀ ਦੇ ਵਿੱਚ ਹੀ ਸਾਨੂੰ ਸਾਡੀ ਫੈਮਿਲੀ ਨੇ, ਪੇਰੈਂਟਸ ਨੇ ਟਰੀਟ ਹੋਰ ਤਰ੍ਹਾਂ ਕੀਤਾ, ਸਾਡੇ ਭਰਾਵਾਂ ਨੂੰ ਹੋਰ ਤਰ੍ਹਾਂ ਕੀਤਾ। ਅਤੇ ਉਹ ਜਿਹੜੇ ਲੜਕੇ ਵੀ ਆ ਜਾਣੀ ਕਿ ਵੱਡੇ ਹੋ ਕੇ ਯੂਜ਼ਲੀ ਇਸ ਚੀਜ਼ ਨੂੰ ਰੇਜ਼ ਕਰਦੇ ਆ ਵੀ ਇਹ ਮੈਨੂੰ ਮਹਿਸੂਸ ਹੁੰਦਾ ਰਿਹਾ ਵੀ ਮੇਰੇ ਮੁਕਾਬਲੇ ਮੇਰੀ ਭੈਣ ਆ ਜਿਹੜੀ ਉਹਨੂੰ ਬਰਾਬਰ ਦਾ ਜਿਹੜਾ ਟਰੀਟਮੈਂਟ ਆ ਉਹ ਫੈਮਿਲੀ ਦੇ ਵਿੱਚ ਨਹੀਂ ਮਿਲਦਾ ਰਿਹਾ। ਸੋ ਕਈ ਵਾਰੀ ਲੱਗਦਾ ਇਹ ਹੁੰਦਾ ਵੀ ਲੜਕੀਜ਼ ਨੂੰ ਜ਼ਿਆਦਾ ਲੜਕੀਆਂ ਨੂੰ ਜਿਹੜਾ ਰਿਸਪੋਂਸੀਬਿਲਿਟੀਜ਼ ਜ਼ਿਆਦਾ ਸਮਝਾਉਂਦਿਆਂ ਅਸੀਂ ਲੜਕਿਆਂ ਨੂੰ, ਬॉयਜ਼ ਨੂੰ, ਮੇਲਜ਼ ਨੂੰ ਜਿਹੜਾ ਫੈਮਿਲੀ ਦੇ ਵਿੱਚ ਰਿਸਪੋਂਸੀਬਲ ਬਣਾਉਣਾ ਭੁੱਲ ਜਾਂਦੇ ਹਾਂ। ਜਿਸ ਕਰਕੇ ਲੱਗਦਾ ਵੀ ਇਹ ਇਸ਼ੂ ਕਮਿਊਨਿਟੀ ਸਪੈਸੀਫਿਕ ਜਾਣੀ ਕਾਫੀ ਇੰਪੋਰਟੈਂਟ ਹੈ ਅਤੇ ਇਹ ਹਾਈਲਾਈਟ ਹੋਣਾ ਬਹੁਤ ਜ਼ਰੂਰੀ ਆ। ਇਹ ਅਜੀ ਪੀ ਜਿੱਦਾਂ ਯੂਜ਼ਲੀ ਜਾਣੀ ਮੈਂ ਇੱਕ ਸਿੱਟਾ ਕਾਫੀ ਲੰਬੇ ਸਮੇਂ ਤੋਂ ਇਹ ਵੀ ਕੱਢਿਆ ਸੀਗਾ ਕਿਉਂਕਿ ਜੋ ਸਿਚੁਏਸ਼ਨ ਆਪਣੀ ਪੰਜਾਬੀ ਕਮਿਊਨਿਟੀ ਦੀ ਮੈਂ ਵਰਲਡ ਵਾਈਡ ਦੇਖਦਾ ਹੈ
ਸਾਰੇ ਦੇਸ਼ਾਂ 'ਚ ਜਾ ਕੇ ਜਾਂ ਫਿਰ ਪੰਜਾਬ ਦੇ ਵਿੱਚ ਵੀ ਜਿਹੜਾ ਲੜਕੀਆਂ ਜਿਸ ਤਰੀਕੇ ਦੇ ਨਾਲ ਆਪਣਾ ਜੀਵਨ ਸ਼ੈਲੀ ਜਾਂ ਜੋ ਉਹਨਾਂ ਦਾ ਕਿਰਦਾਰ ਹੁੰਦਾ ਉਹਦੇ ਮੁਕਾਬਲੇ ਲੜਕੇ ਆ ਜਿਹੜੇ ਜਾਣੀ ਕਿ ਵੀ ਉਹਨਾਂ ਨੂੰ ਖੁੱਲ੍ਹੇ ਛੱਡਿਆ ਹੋਇਆ ਹੋਣ ਕਰਕੇ ਸਮਾਜ ਦੇ ਵਿੱਚ ਜੋ ਇਹ ਆਪਾਂ ਦੇਖਦੇ ਹਾਂ ਮਾਹੌਲ, ਉਹਦੇ ਤੋਂ ਮੇਰੀ ਸਮਝ ਕਈ ਵਾਰੀ ਇਹ ਕਹਿੰਦੀ ਹੁੰਦੀ ਆ ਵੀ ਪੇਰੈਂਟਸ ਆ ਜਿਹੜੇ ਜੇ ਉਹ ਆਪਣੇ ਲੜਕਿਆਂ ਨੂੰ ਵੀ ਉੱਦਾਂ ਹੀ ਪਾਲਣ ਪੋਸ਼ਣ ਜਿੱਦਾਂ ਉਹ ਆਪਣੀਆਂ ਲੜਕੀਆਂ ਨੂੰ ਪਾਲਦੇ ਪੋਸਦੇ ਆ, ਤੇ ਫਿਰ ਸ਼ਾਇਦ ਸਮਾਜ ਦੇ ਵਿੱਚ ਅਫਰਾ ਤਫਰੀ ਘੱਟ ਫੈਲੇ। ਕਿਉਂਕਿ ਅਸੀਂ ਲੜਕੀਆਂ 'ਤੇ ਕਾਫੀ ਸਾਰੀਆਂ ਜਿਹੜੀਆਂ ਲਿਮਿਟੇਸ਼ਨਸ ਲਗਾਉਂਦੇ ਹਾਂ ਜਾਂ ਉਹਨਾਂ ਨੂੰ ਸਮਝਾਉਂਦੇ ਹਾਂ ਜਾਂ ਫਿਰ ਅਸੀਂ ਉਹਨਾਂ ਨੂੰ ਇਹ ਇੰਨਾ ਕੀ ਸਮਝਦੇ ਉਹਨਾਂ ਦੇ ਪ੍ਰਤੀ ਆਪਣੀ ਰਿਸਪੋਂਸੀਬਿਲਿਟੀ ਸਾਰਿਆਂ 'ਤੇ ਨਹੀਂ, ਪਰ ਇਹ ਇੱਕ ਫੈਕਟ ਆ ਆਪਣੇ ਕਲਚਰ ਦਾ ਕਿ ਵੀ ਲੜਕੀ ਨੂੰ ਤਾਂ ਪੜ੍ਹਾਉਣਾ ਅਤੇ ਵਿਆਹੁਣਾ ਹੀ ਆ, ਫਿਰ ਕੰਮ ਮੁੱਕ ਗਿਆ। ਅਤੇ ਪੜ੍ਹਾਉਣਾ ਅਤੇ ਵਿਆਹੁਣਾ ਤਾਂ ਭਾਵੇਂ ਮੁੰਡੇ ਨੂੰ ਵੀ ਹੁੰਦਾ, ਪਰ ਮੁੰਡੇ ਨੂੰ ਜਾਣੀ ਕਿ ਅਸੀਂ ਜ਼ਿਆਦਾ ਪ੍ਰਾਇਓਰਟੀ ਦਿੰਦੇ ਹਾਂ, ਅਹਿਮੀਅਤ ਦਿੰਦੇ ਹਾਂ, ਇੰਪੋਰਟੈਂਸ ਦਿੰਦੇ ਹਾਂ ਫੈਮਿਲੀ ਦੇ ਵਿੱਚ, ਅਤੇ ਉਹਨੂੰ ਜਾਣੀ ਕਿ ਉਹ ਵੈਲਿਊਜ਼ ਦੇਣਾ ਭੁੱਲ ਜਾਂਦੇ ਹਾਂ ਜਿਹੜਾ ਕਿ ਅਸੀਂ ਲੜਕੀ ਦੇ ਪ੍ਰਤੀ ਧਿਆਨ ਦਿੰਦੇ ਹਾਂ। ਮੈਨੂੰ ਲੱਗਦਾ ਹੁੰਦਾ ਵੀ ਕਿਤੇ ਨਾ ਕਿਤੇ ਜਿਹੜਾ ਜ਼ਿਆਦਾ ਲੜਕੇ ਜਾਣੀ ਆਊਟ ਆਫ ਟਰੈਕ ਜਾ ਰਹੇ ਸਾਡੇ ਕਲਚਰ ਦੇ ਵਿੱਚ, ਇਹ ਉਸ ਦਾ ਇੱਕ ਵੱਡਾ ਰੀਜ਼ਨ ਆ ਕਿ ਅਸੀਂ ਜਿਹੜੀ ਤਵੱਜੋ ਆ ਜਿਹੜੀ ਧਿਆਨ ਆ ਉਹ ਲੜਕੀਆਂ ਵੱਲ ਜ਼ਿਆਦਾ ਦਿੰਦੇ ਹਾਂ, ਵਿਚ ਇਜ਼ ਗੁੱਡ, ਪਰ ਉਹੀ ਤਵੱਜੋ ਜਿਹੜੀ ਲੜਕਿਆਂ ਵੱਲ ਨਾ ਦਿੱਤੀ ਜਾ ਰਹੀ ਹੋਣ ਕਰਕੇ ਉਹਦੇ ਕਰਕੇ ਜਾਣੀ ਜਿਹੜਾ ਕਾਫੀ ਮਾਹੌਲ ਲੜਕਿਆਂ ਦਾ ਜਿਹੜਾ ਜੀਵਨ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਕਾਫੀ ਉਹਨਾਂ ਨੂੰ ਮੁਸ਼ਕਿਲਾਂ ਆਉਂਦੀਆਂ। ਇਨ ਜਨਰਲ ਜਾਣੀ ਕਿ ਮੈਨੂੰ ਇਹ ਲੱਗਦਾ ਹੁੰਦਾ ਵੀ ਜਿਹੜੇ ਪੇਰੈਂਟਸ ਆ ਕਿ ਜੇ ਉਹਨਾਂ ਨੇ ਆਪਣੇ ਚਾਈਲਡ ਨੂੰ ਜਾਂ ਬੋਏ ਨੂੰ ਜਾਂ ਵੈਸੇ ਕਿਸੇ ਵੀ ਕਹਿ ਲਓ ਵੀ ਔਲਾਦ ਨੂੰ ਰਿਸਪੋਂਸੀਬਲ ਬਣਾਉਣਾ, ਅਤੇ ਜਾਣੀ ਇਹ ਸਭ ਤੋਂ ਪਹਿਲਾਂ ਇੱਦਾਂ ਹੁੰਦਾ ਵੀ ਜਾਣੀ ਜਿਹੜੇ ਪੇਰੈਂਟਸ ਆ ਉਹਨਾਂ ਨੂੰ ਖੁਦ ਰਿਸਪੋਂਸੀਬਲ ਹੋਣਾ ਪੈਣਾ, ਉਹਨਾਂ ਨੂੰ ਖੁਦ ਰੋਲ ਮਾਡਲ ਬਣਨਾ ਪੈਣਾ, ਉਹਨਾਂ ਨੂੰ ਖੁਦ ਉਹ ਕਰਕੇ ਦਿਖਾਉਣਾ ਪੈਣਾ ਜੋ ਉਹ ਐਕਸਪੈਕਟ ਕਰਦੇ ਆ ਵੀ ਸਾਡੇ ਜਿਹੜੇ ਫੈਮਿਲੀ ਦੇ ਵਿੱਚ ਲੜਕੇ ਆ ਉਹ ਜਾਂ ਲੜਕੀਆਂ ਆ ਵੀ ਉਹ ਆਹ ਕਰਨ, ਇੱਦਾਂ ਦਾ ਉਹਨਾਂ ਦਾ ਜੀਵਨ ਹੋਵੇ। ਸੋ ਰੋਲ ਮਾਡਲ ਪੇਰੈਂਟਸ ਦਾ ਬਣਨਾ ਜ਼ਰੂਰੀ ਹੈ। ਜਿੱਦਾਂ ਕਿ ਫੋਰ ਐਗਜ਼ਾਮਪਲ ਵੀ ਜਾਣੀ ਸਾਰੇ ਪੇਰੈਂਟਸ ਦੀ ਇਹ ਐਕਸਪੈਕਟੇਸ਼ਨ ਤਾਂ ਹੁੰਦੀ ਆ ਵੀ ਸਾਡੇ ਜਿਹੜੇ ਬੱਚੇ ਆ ਵੀ ਉਹ ਅਮਲੀ ਨਾ ਹੋਣ, ਉਹਨਾਂ ਦਾ ਜੀਵਨ ਖਰਾਬ ਨਾ ਹੋ ਜਾਏ, ਗਲਤ ਆਦਤਾਂ ਨਾ ਸਿੱਖ ਜਾਣ, ਪਰ ਉਹਦੇ ਪ੍ਰਤੀ ਕਈ ਵਾਰੀ ਜਾਣੀ ਕਿ ਜਦੋਂ ਪੇਰੈਂਟਸ ਆਪ ਹੀ ਘਰ ਦੇ ਵਿੱਚ ਜਾਣੀ ਕਿ ਸ਼ਰਾਬਾਂ ਸਜਾ ਕੇ ਅਤੇ ਉਹਨੂੰ ਗਲੋਰੀਫਾਈ ਵੀ ਕਰਦੇ ਆ, ਅਤੇ ਫਿਰ ਜਾਣੀ ਬੱਚੇ ਜਾਣੀ ਕਿ ਵੱਡੇ ਹੋ ਕੇ ਮਹਿਸੂਸ ਕਰਦੇ ਆ ਵੀ ਕਈ ਵਾਰੀ ਸਾਡੇ ਪੇਰੈਂਟਸ ਚਾਹੁੰਦੇ ਆ ਵੀ ਅਸੀਂ ਸ਼ਰਾਬ ਨਾ ਪੀਏ, ਪਰ ਆਪ ਜਾਣੀ ਉਹ ਮਹਿਮਾਨ ਨਵਾਜੀ ਵੀ ਸ਼ਰਾਬ ਦੇ ਨਾਲ ਲੋਕਾਂ ਦੀ ਕਰਦੇ ਆ ਅਤੇ ਆਪ ਵੀ ਜਾਣੀ ਉਹ ਪੀਂਦੇ ਆ, ਅਤੇ ਕਈ ਪੇਰੈਂਟਸ ਦਾ ਤਾਂ ਇਹ ਵੀ ਹੁੰਦਾ ਵੀ ਉਹ ਆਪ ਹੀ ਜਾਣੀ ਮੁੰਡਿਆਂ ਨੂੰ ਪੀਣੀ ਸਿਖਾਲਣਗੇ ਅਤੇ ਕੁੜੀਆਂ ਨੂੰ ਜਾਣੀ ਕਿ ਉਹ ਤੋਂ ਦੂਰ ਰੱਖਣਗੇ। ਸੋ ਇਸ ਤਰ੍ਹਾਂ ਜਿਹੜਾ ਜਾਣੀ ਕਿ ਇਹ ਲੜਕਿਆਂ ਨੂੰ ਜਾਂ ਖਾਸ ਤੌਰ 'ਤੇ ਘਰ ਦੇ ਵਿੱਚ ਜਾਣੀ ਖੁਦ ਹੀ ਕਈ ਵਾਰੀ ਗਲਤ ਆਦਤਾਂ ਵੱਲ ਨੂੰ ਮੋਟੀਵੇਟ ਕਰਨਾ, ਸ਼ਰਾਬ ਪੀਣ ਦੀ ਆਦਤ ਪਾ ਕੇ ਜਾਂ ਇਸ ਪਾਸੇ ਨੂੰ ਤੋੜਨਾ, ਇਹ ਵੀ ਇੱਕ ਰੀਜ਼ਨ ਆ ਵੀ ਕਿਤੇ ਨਾ ਕਿਤੇ ਜਾ ਕੇ ਫਿਰ ਬੱਚਾ ਇਹ ਮਹਿਸੂਸ ਕਰਦਾ ਵੀ ਇਹ ਜਿਹੜੀਆਂ ਚੀਜ਼ਾਂ ਦਾ ਇਸਤੇਮਾਲ ਆ ਇਹ ਇੱਕ ਆਮ ਗੱਲ ਆ ਵੀ ਇਹਦੇ ਵਿੱਚ ਕੋਈ ਗਲਤ ਚੀਜ਼ ਨਹੀਂ ਹੈਗੀ, ਵੀ ਜੇ ਮੈਂ ਇਹਨੂੰ ਇਨ ਫਿਊਚਰ ਕਿਤੇ ਜਾ ਕੇ ਮਿਸਯੂਜ਼ ਵੀ ਕਰਦਾ, ਜਿਹੜਾ ਕਿਤੇ ਨਾ ਕਿਤੇ ਜਾ ਕੇ ਅੱਗੇ ਚੱਲ ਕੇ ਓਵਰਡੋਜ਼ ਦੇ ਵਿੱਚ ਵੀ ਰਿਜ਼ਲਟ ਉਹਦਾ ਨਿਕਲਦਾ। ਅਤੇ ਆਪਾਂ ਕਈ ਵਾਰ ਦੇਖਦੇ ਹਾਂ ਵੀ ਹੋਰ ਕਈ ਬਿਮਾਰੀਆਂ ਦੇ ਮੁਕਾਬਲੇ ਓਵਰਡੋਜ਼ ਦੇ ਨਾਲ ਤਰ੍ਹਾਂ ਦੀਆਂ ਮਤਲਬ ਗੱਲ ਇਕੱਲੀ ਸ਼ਰਾਬ ਦੀ ਨਹੀਂ, ਡੈਥ ਆ ਜਿਹੜੀਆਂ ਕਿਤੇ ਸਾਡੇ ਮੁਲਕ ਦੇ ਵਿੱਚ ਇੱਥੇ ਕੈਨੇਡਾ 'ਚ ਵੀ ਜ਼ਿਆਦਾ ਹੋ ਰਹੀਆਂ ਜੀ। ਸੋ ਇਸ ਕਰਕੇ ਇਹ ਹੈ ਜੀ ਵੀ ਪੇਰੈਂਟਸ ਨੂੰ ਆਪਣੇ ਵੱਲੋਂ ਜਾਣੀ ਮੈਂ ਮਹਿਸੂਸ ਕਰਦਾ ਹੁੰਦਾ ਵੀ ਉਹ ਕਰਨਾ ਚਾਹੀਦਾ ਜੋ ਉਹ ਐਕਸਪੈਕਟ ਕਰਦੇ ਆ ਵੀ ਸਾਡੀ ਔਲਾਦ ਆਹ ਕਰੇ, ਉਹ ਇੱਦਾਂ ਦੀ ਹੋਵੇ, ਅਤੇ ਖੁਦ ਜਾਣ ਕੇ ਉਹਨਾਂ ਨੂੰ ਪਹਿਲਾਂ ਉਹ ਰੋਲ ਮਾਡਲ ਬਣ ਕੇ ਦਿਖਾਉਣਾ ਪੈਣਾ, ਭਾਵੇਂ ਉਹ ਲੜਕਾ ਹੋਵੇ ਜਾਂ ਲੜਕੀ। ਅਤੇ ਲੜਕੇ ਵਾਸਤੇ ਖਾਸ ਤੌਰ 'ਤੇ ਕਿਉਂਕਿ ਅਸੀਂ ਲੜਕੇ ਨੂੰ ਫਿਰ ਪ੍ਰਾਇਓਰਟੀ ਦਿੰਦੇ ਹਾਂ, ਉਹਨੂੰ ਸਮਝਦੇ ਹਾਂ ਵੀ ਇਹ ਜਾਣੀ ਕਿ ਸਾਡੀ ਨੈਕਸਟ ਜਨਰੇਸ਼ਨ ਜਾਂ ਪੀੜ੍ਹੀ ਨੂੰ ਜਿਹੜੀ ਚੱਲਦੀ ਰੱਖਣ ਲਈ ਬਹੁਤ ਜ਼ਰੂਰੀ ਆ, ਉਸ ਪਾਸੇ ਨੂੰ ਚਲੋ ਆਪਾਂ ਨਾ ਜਾਈਏ, ਪਰ ਲੇਕਿਨ ਕਿ ਜਿਹੜਾ ਇਹ ਮਹਿਸੂਸ ਕੀਤਾ ਜਾਂਦਾ ਵੀ ਲੜਕੇ ਨੂੰ ਰਿਸਪੋਂਸੀਬਲ ਬਣਾਉਣਾ ਕਿਉਂ ਅੱਜ ਇਹ ਗੱਲੇ ਹੀ ਕਰਨੀ ਪੈ ਗਈ, ਇਹਦੇ ਕੁਝ ਇੰਪੋਰਟੈਂਟ ਜਾਂ ਜਾਣੀ ਕਿ ਜ਼ਰੂਰੀ ਰੀਜ਼ਨਸ ਜ਼ਰੂਰ ਹੈਗੇ ਆ। ਅਤੇ ਖਾਸ ਤੌਰ 'ਤੇ ਫੈਮਿਲੀ ਦੇ ਵਿੱਚ ਜਾਣੀ ਜਿਸ ਤਰ੍ਹਾਂ ਆਪਾਂ ਗੱਲ ਕੀਤੀ ਵੀ ਇਹ ਲੜਕਾ ਅਤੇ ਲੜਕੀ ਦਾ ਡਿਸਕ੍ਰਿਮੀਨੇਸ਼ਨ ਬੰਦ ਕਰਨਾ ਬਹੁਤ ਜ਼ਰੂਰੀ ਆ। ਜ਼ਰੂਰੀ ਨਹੀਂ ਕਿ ਉਹਦੇ ਨਾਲ ਲੜਕੀ ਗੁੱਡ ਫੀਲ ਕਰੇ, ਉਹਦੇ ਨਾਲ ਲੜਕਾ ਜਾਣੀ ਕਿ ਸਨਜ਼ ਵੀ ਗੁੱਡ ਫੀਲ ਕਰਨ ਫੈਮਿਲੀ ਦੇ ਵਿੱਚ, ਕਿਉਂਕਿ ਜਦੋਂ ਸਕੂਲ ਦੇ ਵਿੱਚ ਉਹ ਜਾਂਦੇ ਆ ਜਾਂ ਸੁਸਾਇਟੀ ਦੇ ਵਿੱਚ ਜਾਂਦੇ ਆ ਅਤੇ ਉਹ ਜਾਣੀ ਉੱਥੇ ਬਿਲਕੁਲ ਟੋਟਲੀ ਡਿਫਰੈਂਟ ਲਾਈਫ ਹੁੰਦੀ ਆ, ਅਤੇ ਘਰ ਦੇ ਵਿੱਚ ਜਦੋਂ ਉਹ ਆ ਜਾਂਦੇ ਆ ਅਤੇ ਉਹਨਾਂ ਦੀ ਜਿਹੜੀ ਲਾਈਫ ਆ ਉਹ ਟੋਟਲੀ ਡਿਫਰੈਂਟ ਹੋ ਜਾਂਦੀ ਆ, ਜਿਹਦੇ ਕਰਕੇ ਵੀ ਉਹ ਥੋੜ੍ਹਾ ਸਮੇਂ ਦੇ ਚੱਲਦਿਆਂ ਕਈ ਵਾਰੀ ਕਨਫਿਊਜ਼ ਵੀ ਰਹਿਣਾ ਸ਼ੁਰੂ ਕਰ ਦਿੰਦੇ ਆ। ਅਤੇ ਮੈਂ ਸਮਝਦਾ ਜੀ ਵੀ ਇਹ
ਜਾਣੀ ਕਿ ਇਹ ਜਿਹੜਾ ਪੁੱਤਰਾਂ ਤੇ ਧੀਆਂ ਦੇ ਵਿੱਚ ਫਰਕ ਆ ਪੇਰੈਂਟਸ ਵੱਲੋਂ, ਇਹਦੇ ਤੇ ਵੀ ਕੰਮ ਹੋਣਾ ਚਾਹੀਦਾ ਐਟਲੀਸਟ ਇੱਥੇ ਸਾਡੇ ਕੈਨੇਡਾ ਦੇ ਸਮਾਜ ਦੇ ਵਿੱਚ ਵੀ ਇਹ ਨਹੀਂ ਹੋਣਾ ਚਾਹੀਦਾ। ਹੌਲੀ ਹੌਲੀ ਚਲੋ ਇਹ ਅਬੋਲਿਸ਼ ਹੋ ਰਿਹਾ, ਪਰ ਅਜੇ ਇਸ ਤੇ ਹੋਰ ਕਾਫੀ ਕਰਨ ਦੀ ਲੋੜ ਆ ਕੰਮ, ਕਿਉਂਕਿ ਫਿਊਚਰ ਦੇ ਵਿੱਚ ਜਦੋਂ ਇੱਦਾਂ ਹੁੰਦਾ ਆ, ਲੜਕੀਆਂ ਤਾਂ ਚਲੋ ਜੋ ਮਹਿਸੂਸ ਕਰਦੀਆਂ, ਆਪਾਂ ਦੇਖਿਆ ਵੀ ਇੱਥੇ ਪਿੰਕ ਲੱਡੂ ਨਾਂ ਦੀ ਉਹਨਾਂ ਦੀ ਆਰਗੇਨਾਈਜੇਸ਼ਨ ਵੀ ਆ ਜਿਹੜੀ ਇਸੇ ਗੱਲ ਕਰਤੇ, ਉਹਦੇ ਵਿੱਚ ਉਹੀ ਜਾਣੀ ਕਿ ਲੜਕੀਆਂ ਮੈਂਬਰ ਆ ਜਿਹੜੀਆਂ ਡਿਸਅਪੁਆਇੰਟ ਹੋਈਆਂ ਕਿ ਫੈਮਲੀਜ਼ ਨੇ ਸਾਨੂੰ ਜਿਹੜਾ ਜੀ ਵੀ ਟਰੀਟਮੈਂਟ ਨਹੀਂ ਠੀਕ ਦਿੱਤਾ। ਅਤੇ ਉਹੀ ਜਾਣੀ ਕਿ ਵੀ ਲੜਕੇ ਵੀ ਆ ਜਿਹੜੇ ਉਹ ਪੇਰੈਂਟਸ ਦੀ ਰਿਸਪੈਕਟ ਕਰ ਸਕਣ। ਜਿਹੜੇ ਲੜਕਿਆਂ ਦੇ ਮਨ ਦੇ ਵਿੱਚ ਇਹ ਗੱਲ ਬਹਿ ਜਾਂਦੀ ਆ ਵੀ ਇਹਨਾਂ ਨੇ ਤਾਂ ਆਪਣੇ ਲੜਕੀਆਂ ਅਤੇ ਲੜਕਿਆਂ ਨੂੰ ਜਾਣੀ ਕਿ ਆਪਣੀ ਔਲਾਦ ਨੂੰ ਬਰਾਬਰ ਦਾ ਟਰੀਟਮੈਂਟ ਹੀ ਨਹੀਂ ਦੇ ਸਕੇ, ਹੈ ਨਾ। ਸੋ ਇਹੋ ਜਿਹੀਆਂ ਗੱਲਾਂ ਕਰਕੇ ਜਾਣੀ ਜਦੋਂ ਉਹਨਾਂ ਨੂੰ ਮਹਿਸੂਸ ਲੱਗਦਾ ਹੁੰਦਾ ਵੀ ਪੇਰੈਂਟਸ ਜਿਹੜੇ ਆ ਵੀ ਇੱਥੇ ਸਮਾਜ ਦੇ ਵਿੱਚ ਆਪਣੇ ਲਈ ਇਕੁਐਲਿਟੀ ਚਾਹੁੰਦੇ ਆ, ਪਰ ਆਪਣੀ ਫੈਮਿਲੀ ਦੇ ਵਿੱਚ ਖੁਦ ਲੜਕੀਆਂ ਅਤੇ ਲੜਕਿਆਂ ਨੂੰ ਇਕੁਐਲਿਟੀ ਜਿਹੜੀ ਆ ਉਹ ਦੇਣ ਤੋਂ ਇਨਕਾਰੀ ਹੈਗੇ ਆ ਜੀ। ਸੋ ਇਸ ਚੀਜ਼ ਨੂੰ ਜਿਹੜਾ ਜੀ ਵੀ ਲੜਕੇ ਵੀ ਮੈਂ ਦੇਖਿਆ ਵੀ ਉਹ ਪਸੰਦ ਨਹੀਂ ਕਰਦੇ, ਪਰ ਉਹ ਬੱਚੇ ਹੋਣ ਕਰਕੇ ਜਾਣੀ ਬਹੁਤੀ ਵਾਰੀ ਕਈ ਵਾਰ ਬੋਲ ਵੀ ਨਹੀਂ ਸਕਦੇ ਹੁੰਦੇ, ਕਿਉਂਕਿ ਸਾਡਾ ਜਨਰੇਸ਼ਨ ਟੂ ਜਨਰੇਸ਼ਨ ਜਿਹੜਾ ਇਹ ਕਲਚਰ ਆ ਇਸੇ ਤਰੀਕੇ ਦੇ ਨਾਲ ਪਾਸ ਆਊਟ ਹੁੰਦਾ ਇੱਕ ਤੋਂ ਅੱਗੇ ਪੀੜ੍ਹੀ ਤੱਕ ਜੀ। ਸੋ ਇਸ ਕਰਕੇ ਜਿਹੜਾ ਇਹ ਪ੍ਰੈਫਰੈਂਸ਼ੀਅਲ ਟਰੀਟਮੈਂਟ ਆ ਲੜਕਿਆਂ ਨੂੰ ਦੇਣਾ, ਇਹ ਕਿਤੇ ਨਾ ਕਿਤੇ ਜਾਣੀ ਕਿ ਬੱਚਿਆਂ ਦੀ ਜਿਹੜੀ ਦਿਮਾਗੀ ਤੌਰ 'ਤੇ ਕਹਿ ਲਓ ਕਿ ਉਹਨਾਂ ਦੀ ਡਿਵੈਲਪਮੈਂਟ ਆ, ਉਹਦੇ ਵਿੱਚ ਕਿਤੇ ਨਾ ਕਿਤੇ ਇਹਦਾ ਨੈਗੇਟਿਵ ਇੰਪੈਕਟ ਫੈਮਲੀਜ਼ ਦੇ ਵਿੱਚ ਜ਼ਰੂਰ ਪੈਂਦਾ, ਇੱਦਾਂ ਮੈਨੂੰ ਲੱਗਦਾ ਜੀ। ਬਾਕੀ ਇਹ ਜ਼ਰੂਰ ਲੱਗਦਾ ਵੀ ਪੇਰੈਂਟਸ ਜੋ ਐਕਟੀਵਿਟੀਜ਼ ਆ ਵੀ ਕਿਤੇ ਨਾ ਕਿਤੇ ਵੀ ਜੇ ਉਹ ਰੀਕ੍ਰੀਏਸ਼ਨਲ ਐਕਟੀਵਿਟੀਜ਼ ਵੀ ਕਰਦੇ ਆ, ਉਹਦੇ ਵਿੱਚ ਨੈਚੁਰਲੀ ਆ ਜੀ ਵੀ ਇਹ ਸ਼ਾਮਲ ਕੀਤਾ ਜਾਣਾ ਚਾਹੀਦਾ, ਨਾਲ ਲੜਕਿਆਂ ਨੂੰ ਵੀ ਨੈਚੁਰਲੀ ਆ ਵੀ ਲੜਕੀਆਂ ਨੂੰ ਵੀ, ਪਰ ਕਿਉਂਕਿ ਆਪਾਂ ਗੱਲ ਲੜਕਿਆਂ ਦੀ ਕਰ ਰਹੇ ਹਾਂ। ਅਤੇ ਕਈ ਵਾਰੀ ਜਾਣੀ ਕਿ ਪੇਰੈਂਟਸ ਜਿਹੜੇ ਆਪਣੇ ਕੰਮਾਂ ਦੇ ਵਿੱਚ ਇੰਨੇ ਬਿਜ਼ੀ ਆ ਕਿਉਂਕਿ ਕਿਸੇ ਵੀ ਤਰ੍ਹਾਂ ਦੀ ਜਿਹੜੀ ਐਕਟੀਵਿਟੀ ਆ ਉਹ ਨਹੀਂ ਬੱਚਿਆਂ ਦੇ ਨਾਲ ਕਰ ਪਾਉਂਦੇ, ਆਪ ਇਨਵੋਲਵ ਨਹੀਂ ਹੋ ਪਾਉਂਦੇ। ਜਦੋਂ ਜਿਹੜੇ ਫਿਰ ਲੜਕੇ ਜੀ ਵੀ ਔਨ ਦੇਅਰ ਓਨ ਹੀ ਹੁੰਦੇ ਆ, ਅਤੇ ਫਿਰ ਕਈ ਵਾਰੀ ਸੁਸਾਇਟੀ ਦੇ ਵਿੱਚ ਜਾਂ ਆਪਣੇ ਜਿਹੜਾ ਉਹਨਾਂ ਦਾ ਫਰੈਂਡ ਸਰਕਲਸ ਆ ਉਹਦੇ ਵਿੱਚ ਜਿਸ ਤਰ੍ਹਾਂ ਦੀਆਂ ਵੀ ਜਾਣੀ ਕਿ ਉਹਨਾਂ ਨੂੰ ਫਿਰ ਹੈਬਿਟਸ ਅੱਗੋਂ ਮਿਲਦੀਆਂ ਜਾਂਦੀਆਂ, ਜਿਸ ਤਰ੍ਹਾਂ ਦੀਆਂ ਉਹਦੇ ਵਿੱਚੋਂ ਉਹ ਕਹਿ ਲਓ ਕਿ ਆਪਣੇ ਲਈ ਐਜੂਕੇਸ਼ਨ ਉਹ ਲੈਂਦੇ ਜਾਂਦੇ ਆ, ਅਤੇ ਉਹਦੇ ਨਾਲ ਹੀ ਕਈ ਵਾਰੀ ਉਹ ਜੇ ਨਾ ਉਹਨਾਂ ਦੀ ਸੁਸਾਇਟੀ ਠੀਕ ਹੋਵੇ ਤਾਂ ਰਾਹ ਤੋਂ ਵੀ ਨਿਕਲ ਜਾਂਦੇ ਨੇ ਉਹ ਬੱਚੇ ਜਿਹੜੇ ਭਟਕ ਜਾਂਦੇ, ਜਿਸ ਤਰ੍ਹਾਂ ਆਪਾਂ ਗੈਂਗਸਟਰ ਜਾਂ ਹੋਰ ਸਭ ਕੁਛ ਸੁਣਦੇ ਹੁੰਦੇ ਹਾਂ ਬਾਅਦ ਦੇ ਵਿੱਚ। ਸੋ ਇਸ ਤਰ੍ਹਾਂ ਹੈ ਜੀ ਵੀ ਥੋੜ੍ਹਾ ਜਿਹਾ ਪੇਰੈਂਟਸ ਨੂੰ ਜਾਣੀ ਕਿ ਜ਼ਿਆਦਾ ਇਨਵੋਲਵ ਹੋਣਾ ਬਹੁਤ ਜ਼ਰੂਰੀ ਆ। ਬਾਕੀ ਸਭ ਕੁਝ ਆਪਣੀ ਡੇਲੀ ਲਾਈਫ, ਪ੍ਰੋਫੈਸ਼ਨਲ ਲਾਈਫ ਉਹਦੇ ਨਾਲ ਨਾਲ ਜਾਣੀ ਕਿ ਜੇ ਬੱਚੇ ਹੈ ਤਾਂ ਫਿਰ ਬੱਚਿਆਂ ਦੇ ਨਾਲ ਇਨਵੋਲਵ ਹੋਣਾ ਬਹੁਤ ਜ਼ਰੂਰੀ ਆ, ਸਪੈਸ਼ਲੀ ਸੰਤ ਦੇ ਨਾਲ ਫਾਦਰਸ ਦਾ। ਸੋ ਇਹ ਲੱਗਦਾ ਹੁੰਦਾ ਵੀ ਬਹੁਤ ਸਾਰੇ ਘਰਾਂ ਦੇ ਵਿੱਚ ਵੀ ਜਦੋਂ ਜਾ ਕੇ ਦੇਖੀਦਾ ਕਿ ਭਈ ਪੇਰੈਂਟਸ ਨੂੰ ਇਹ ਹੁੰਦਾ ਵੀ ਸਾਨੂੰ ਜ਼ਿਆਦਾ ਪਤਾ ਆ, ਵੀ ਜਾਂ ਤਾਂ ਕੋਈ ਜਾਣੀ ਬੱਚਾ ਉਹਨਾਂ ਦੇ ਸਾਹਮਣੇ ਬੋਲ ਜਾਵੇ, ਹੈ ਨਾ, ਉਹਨੂੰ ਚੁੱਪ ਕਰਾਉਣਗੇ, ਉਹਨੂੰ ਬੋਲਣ ਨਹੀਂ ਦੇਣਗੇ, ਉਹਦੀ ਅੱਧੀ ਕੀਤੀ ਗੱਲ ਨੂੰ ਜਾਣੀ ਪੂਰੀ ਸਮਝ ਕੇ ਫਿਰ ਅੱਗੋਂ ਰਿਸਪੌਂਡ ਕਰ ਦੇਣਗੇ। ਉਹਦੇ ਨਾਲ ਜਦੋਂ ਜਾਣੀ ਬੱਚਾ ਸਨੱਬ ਹੁੰਦਾ ਬਾਰ-ਬਾਰ, ਤਾਂ ਉਹਨੂੰ ਇਹ ਲੱਗਦਾ ਵੀ ਮੈਨੂੰ ਜਾਣੀ ਘਰ ਦੇ ਵਿੱਚ ਗੱਲ ਕਰਨ ਦੀ ਲੋੜ ਨਹੀਂ, ਕਿਉਂਕਿ ਵੀ ਜਾਣੀ ਆਲਰੇਡੀ ਜਾਂ ਤਾਂ ਪੇਰੈਂਟਸ ਨੂੰ ਪਤਾ ਹੀ ਆ ਵੀ ਮੈਂ ਕੀ ਚਾਹੁੰਦਾ ਆ, ਅਤੇ ਜਾਂ ਫਿਰ ਜਾਣੀ ਜੇ ਮੈਂ ਗੱਲ ਕਰੂੰਗਾ ਵੀ ਤਾਂ ਇਹਨਾਂ ਨੇ ਕਿਹੜਾ ਮੇਰੀ ਸੁਣਨੀ ਆ। ਸੋ ਇਸ ਕਰਕੇ ਫਿਰ ਜਦੋਂ ਉਹ ਜਾਣੀ ਇੱਦਾਂ ਆਪਣੇ ਆਪ ਹੀ ਜਾਣੀ ਹੀਨ ਭਾਵਨਾ ਦਾ ਸ਼ਿਕਾਰ ਹੁੰਦਾ, ਇਨਫੀਰੀਅਰਟੀ ਕੰਪਲੈਕਸ ਉਹਦੇ ਵਿੱਚ ਜਾਣੀ ਡਿਵੈਲਪ ਹੁੰਦਾ, ਉਹਦੇ ਨਾਲ ਫਿਰ ਜਾਣੀ ਕਿ ਉਹਦੇ ਜਿਹੜਾ ਇਹ ਆਲ ਅਰਾਊਂਡ ਉਹਦੀ ਪਰਸਨੈਲਿਟੀ ਆ ਫਿਊਚਰ ਦੇ ਵਿੱਚ ਉਹਦੇ 'ਤੇ ਅਸਰ ਪੈਣਾ ਸ਼ੁਰੂ ਹੋ ਜਾਂਦਾ, ਵੀ ਬੱਚਾ ਬਾਹਰ ਵੀ ਚੁੱਪ ਰਹਿਣਾ ਹੀ ਸ਼ੁਰੂ ਕਰ ਦਿੰਦਾ, ਵੀ ਜਾਣੀ ਵੀ ਜੇ ਮੈਂ ਬੋਲੂੰਗਾ ਅਤੇ ਪਤਾ ਨਹੀਂ ਮੇਰੇ ਮੂੰਹ 'ਚੋਂ ਕੀ ਨਿਕਲ ਜਾਣਾ, ਵੀ ਜਿੱਦਾਂ ਮੈਨੂੰ ਘਰੇ ਉਹ ਪੇਰੈਂਟਸ ਸਮਝਦੇ ਆ ਵੀ ਮੈਂ ਬੋਲੂੰਗਾ ਅਤੇ ਸ਼ਾਇਦ ਮੈਂ ਕੁਛ ਗਲਤ ਹੀ ਬੋਲਦਾ ਹੋਵਾਂ ਤਾਂ ਮੈਨੂੰ ਚੁੱਪ ਕਰਾਉਂਦੇ ਆ। ਜਾਣੀ ਇਸ ਤਰ੍ਹਾਂ ਦੀ ਇੱਕ ਸਟਰਗਲ ਦੇ ਵਿੱਚ ਜਿਹੜਾ ਉਹਦਾ ਮਾਇੰਡ ਲੰਘਣਾ ਸ਼ੁਰੂ ਹੋ ਜਾਂਦਾ, ਆਪਣੇ ਆਪ ਦੇ ਨਾਲ ਹੀ ਉਹ ਬਿਜ਼ੀ ਹੋ ਜਾਂਦਾ, ਅਤੇ ਫਿਰ ਜਿਹੜਾ ਡਿਸਕਨੈਕਟ ਆ ਜਾਣੀ ਫੈਮਿਲੀ ਦੇ ਨਾਲ ਅਤੇ ਜਿਹੜਾ ਸੁਸਾਇਟੀ ਦੇ ਨਾਲ ਉਸ ਦਾ ਸ਼ੁਰੂ ਹੋ ਜਾਂਦਾ। ਲੱਗਦਾ ਕਿ ਵੀ ਆਪਾਂ ਨੂੰ ਇਹਦੇ 'ਤੇ ਵੀ ਜ਼ਰੂਰ ਕੰਮ ਕਰਨਾ ਚਾਹੀਦਾ ਵੀ ਜਿਹੜੇ ਪੇਰੈਂਟਸ ਆ ਉਹ ਜੇ ਖੁਦ ਬੋਲਦੇ ਆ, ਖੁਦ ਆਪਣੇ ਆਪ ਨੂੰ ਐਕਸਪ੍ਰੈਸ ਕਰਦੇ ਆ, ਅਤੇ ਉਹ ਉੱਦਾਂ ਹੀ ਜਾਣੀ ਕਿ ਔਲਾਦ ਨੂੰ ਵੀ, ਲੜਕਿਆਂ ਨੂੰ ਵੀ, ਲੜਕੀਆਂ ਨੂੰ ਵੀ ਐਕਸਪ੍ਰੈਸ ਕਈ ਵਾਰ ਨਹੀਂ ਕਰਨ ਦਿੱਤਾ ਜਾਂਦਾ। ਸੋ ਉੱਦਾਂ ਹੀ ਜਾਣੀ ਕਿ ਵੀ ਜਿਹੜੀ ਉਹਨਾਂ ਦੀ ਫਰੀਡਮ ਆਫ ਐਕਸਪ੍ਰੈਸ਼ਨ ਆ ਘਰ ਦੇ ਵਿੱਚ ਫੈਮਿਲੀ 'ਚ ਇਹ ਇੰਪਲੀਮੈਂਟ ਕੀਤੀ ਜਾਣੀ ਚਾਹੀਦੀ ਹੈ। ਇਹ ਬਹੁਤ ਜ਼ਰੂਰੀ ਇੱਕ ਫੈਕਟਰ ਲੱਗਦਾ। ਅਤੇ ਬਾਕੀ ਇਹ ਹੈ ਜੀ ਵੀ ਇਹ ਬਹੁਤ ਸਾਰੇ ਜਾਣੀ ਪੇਰੈਂਟਸ ਇਹ ਸੋਚਦੇ ਹੁੰਦੇ ਵੀ ਅਸੀਂ ਮੁੰਡਿਆਂ ਨੂੰ ਡਾਕਟਰ ਹੀ ਬਣਾਉਣਾ, ਇੰਜੀਨੀਅਰ ਹੀ ਬਣਾਉਣਾ, ਅਤੇ ਉਹਨਾਂ 'ਤੇ ਬਹੁਤ ਪ੍ਰੈਸ਼ਰ ਜਾਣੀ ਪਾਇਆ ਜਾਂਦਾ ਵੀ ਤੂੰ ਆਹੀ ਬਣਨਾ ਆ, ਵੀ ਤੂੰ ਬਹੁਤ ਤਕੜੇ ਮੁਕਾਮ 'ਤੇ ਪਹੁੰਚਣਾ ਆ। ਭਾਵੇਂ ਜੇ ਵੀ ਉਹ ਨਹੀਂ ਵੀ ਬਣਨਾ ਚਾਹੁੰਦਾ ਕੁਛ, ਹੈ ਨਾ, ਉਹ ਕੁਛ ਹੋਰ ਬਣਨਾ ਚਾਹੁੰਦਾ ਆਪਣੀ ਚੁਆਇਸ ਦੇ ਮੁਤਾਬਕ, ਵੀ ਉਹ ਨਹੀਂ ਆਪਾਂ ਸੁਣਨਾ। ਉਹਦੇ 'ਤੇ ਪ੍ਰੈਸ਼ਰ ਜਾਣੀ ਕਿ ਇਹੀ ਰੱਖਣਾ ਵੀ ਤੂੰ ਤਾਂ ਡਾਕਟਰ ਹੀ ਬਣਨਾ, ਤੂੰ ਤਾਂ ਇੰਜੀਨੀਅਰ ਹੀ ਬਣਨਾ, ਤੂੰ ਤਾਂ ਵਕੀਲ ਹੀ ਬਣਨਾ, ਤੂੰ ਤਾਂ ਕੋਈ ਜਾਣੀ
ਟਾਈ ਕੋਟ ਵਾਲੇ ਵੱਡਾ ਕੰਮ ਹੀ ਕਰਨਾ ਆ। ਸੋ ਉਸ ਤਰੀਕੇ ਦੇ ਨਾਲ ਲੱਗਦਾ ਇਹ ਆ ਵੀ ਥੋੜ੍ਹਾ ਜਿਹਾ ਉਹਨਾਂ ਨੂੰ ਆਪ ਵੀ ਲੜਕਿਆਂ ਨੂੰ ਮੌਕਾ ਦੇਣਾ ਚਾਹੀਦਾ, ਵੀ ਉਹਨਾਂ ਦੀ ਗੱਲ ਸੁਣਨੀ ਚਾਹੀਦੀ ਵੀ ਉਹਦਾ ਇੰਟਰਸਟ ਕਾਹਦੇ ਵਿੱਚ ਆ, ਵੀ ਉਹ ਕੀ ਬਣਨਾ ਚਾਹੁੰਦਾ ਹੈ ਨਾ। ਹੁਣ ਇੱਕ ਦੇਸ਼ ਦੇ ਵਿੱਚ ਸਾਰੇ ਮੁੰਡੇ ਕੁੜੀਆਂ ਜਿਹੜੇ ਜੰਮਦੇ ਆ ਕਿਸੇ ਫੈਮਿਲੀ ਦੇ ਵਿੱਚ ਸਾਰੇ ਡਾਕਟਰ ਬਣ ਜਾਣ, ਸਾਰੇ ਇੰਜੀਨੀਅਰ ਬਣ ਜਾਣ, ਵਕੀਲ ਬਣ ਜਾਣ, ਤੇ ਬਾਕੀ ਦੇ ਕੰਮ ਕਿਹਨੇ ਕਰਨੇ ਆ। ਸੋ ਇਸ ਕਰਕੇ ਇਹ ਹੈ ਜੀ ਵੀ ਇਹ ਜਿਹੜਾ ਇੰਟਰਸਟ ਆ ਇਸੇ ਕਰਕੇ ਕੁਦਰਤ ਵੱਲੋਂ ਜਿਹੜਾ ਹਰ ਇੱਕ ਬੱਚੇ ਦੇ ਵਿੱਚ ਥੋੜ੍ਹਾ ਡਿਫਰੈਂਟ ਹੁੰਦਾ ਵੀ ਉਹ ਕੀ ਕਰਨਾ ਆ, ਤੇ ਸੁਣਿਆ ਜਾਣਾ ਬਹੁਤ ਜ਼ਰੂਰੀ ਆ ਵੀ ਉਹਦੀ ਪ੍ਰੋਫੈਸ਼ਨਲ ਪਲੈਨਿੰਗ ਤੋਂ ਪਹਿਲਾਂ ਐਟਲੀਸਟ ਵੀ ਇਹ ਤੋਂ ਪਹਿਲਾਂ ਪੇਰੈਂਟਸ ਆਪੇ ਹੀ ਕਨਕਲੂਡ ਕਰ ਲੈਣ ਵੀ ਇਹਨੇ ਡਾਕਟਰ ਬਣਨਾ, ਇਹਨੇ ਇੰਜੀਨੀਅਰ ਬਣਨਾ। ਉਹ ਤੋਂ ਪਹਿਲਾਂ ਜਾਣੀ ਸੁਣਿਆ ਜਾਣਾ ਬਹੁਤ ਜ਼ਰੂਰੀ ਜੀ ਹੈ ਵੀ ਉਹ ਅਸਲ ਦੇ ਵਿੱਚ ਬੱਚੇ ਦਾ ਇੰਟਰਸਟ ਜਿਹੜਾ ਉਹ ਕਾਹਦੇ ਵਿੱਚ ਆ, ਤਾਂ ਕਿ ਵੀ ਉਹ ਆਪਣੇ ਆਪ ਤੇ ਬੋਝ ਨਾ ਸਮਝੇ ਵੀ ਮੈਨੂੰ ਡਾਕਟਰੀ ਤਾਂ ਸਮਝ ਨਹੀਂ ਆਉਂਦੀ, ਪਰ ਕਿਉਂਕਿ ਮੇਰੇ ਤੇ ਪੇਰੈਂਟਸ ਦਾ, ਮੇਰੇ ਪਿਤਾ ਦਾ ਬਹੁਤ ਪ੍ਰੈਸ਼ਰ ਆ ਤੇ ਮੈਨੂੰ ਡਾਕਟਰ ਬਣਨਾ ਪੈਣਾ, ਤੇ ਐਟ ਦਾ ਐਂਡ ਉਹ ਜਾਣੀ ਕੁਛ ਵੀ ਨਾ ਬਣ ਪਾਵੇ ਫਿਰ, ਹੈ ਨਾ, ਐਸਾ ਟਰੈਕ ਤੋਂ ਜਾਣੀ ਲੈ ਜਾਵੇ। ਸੋ ਦੂਸਰਾ ਇਹ ਹੈ ਜੀ ਵੀ ਜਿੱਦਾਂ ਬੱਚੇ ਨੂੰ ਜੇ ਘਰ ਵਿੱਚ ਬੋਲਣ ਨਹੀਂ ਦੇਣਾ, ਉਹਦੀ ਅੱਧੀ ਗੱਲ ਟੋਕਣੀ ਆ, ਤੇ ਇਹ ਜਾਣੀ ਫਿਰ ਡਿਸਰਿਸਪੈਕਟਫੁਲ ਹੋਣ ਵੱਲ ਨੂੰ ਵੀ ਗੱਲ ਚੱਲ ਜਾਂਦੀ ਆ ਵੀ ਜਿਹੜੇ ਬੱਚੇ ਸਮਝਦੇ ਆ ਵੀ ਮੇਰੀ ਤਾਂ ਕੋਈ ਰਿਸਪੈਕਟ ਹੀ ਹੈ ਨਹੀਂ ਘਰ ਦੇ ਵਿੱਚ, ਜੇ ਮੈਂ ਬੋਲੂੰਗਾ ਤਾਂ ਮੇਰੀ ਕਿਹੜਾ ਕਿਸੇ ਨੇ ਸੁਣਨੀ ਆ, ਜਾਣੀ ਉਹ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰਨ ਲੱਗ ਜਾਂਦਾ, ਜਿਹਦੇ ਨਾਲ ਕਿ ਜਾਣੀ ਉਹਦੀ ਡਿਵੈਲਪਮੈਂਟ 'ਤੇ ਬਹੁਤ ਡਾਇਰੈਕਟ ਜਿਹੜਾ ਇੰਪੈਕਟ ਆ ਇਸ ਚੀਜ਼ ਦਾ ਪੈਂਦਾ ਆ ਵੀ ਜੇ ਉਹ ਘਰ ਦੇ ਵਿੱਚ ਆਪਣੇ ਆਪ ਨੂੰ ਰਿਸਪੈਕਟਡ ਫੀਲ ਨਾ ਕਰੇ। ਸੋ ਇਸ ਕਰਕੇ ਫੈਮਿਲੀ ਦੇ ਵਿੱਚ ਇਹ ਬਹੁਤ ਜ਼ਰੂਰੀ ਆ ਵੀ ਜਾਣੀ ਜਦੋਂ ਜਾਣੀ ਕਿ ਲੜਕੇ ਤੇ ਲੜਕੀ ਦਾ ਫਰਕ ਕੀਤਾ ਜਾਂਦਾ, ਉਦੋਂ ਲੜਕੀ ਤਾਂ ਮਹਿਸੂਸ ਕਰਦੀ ਆ ਵੀ ਮੈਨੂੰ ਮੇਰੀ ਰਿਸਪੈਕਟ ਹੈ ਨਹੀਂ ਗੀ, ਵੀ ਮੈਂ ਵਾਧੂ ਜੀ ਹਾਂ, ਇਹਨਾਂ ਨੇ ਸੋਚਿਆ ਵੀ ਇਹਨੇ ਪੜ੍ਹਾਉਣਾ ਆ ਤੇ ਇਹਨੂੰ ਘਰੋਂ ਮਤਲਬ ਵਿਆਹੁਣਾ ਹੈ ਤੇ ਫਿਰ ਕੰਮ ਖਤਮ ਆ। ਪਰ ਲੜਕੇ ਵੀ ਜਾਣੀ ਇਸ ਗੱਲ 'ਚ ਮਹਿਸੂਸ ਕਰਦੇ ਆ ਜਦੋਂ ਪੇਰੈਂਟਸ ਉਹਨਾਂ ਦੀ ਗੱਲੇ ਹੀ ਨਹੀਂ ਸੁਣਦੇ, ਹੈ ਨਾ। ਪੇਰੈਂਟਸ ਨੂੰ ਇਹ ਲੱਗਦਾ ਵੀ ਸਾਨੂੰ ਜ਼ਿਆਦਾ ਪਤਾ, ਨੋ ਡਾਊਟ ਵੀ ਪੇਰੈਂਟਸ ਨੂੰ ਜ਼ਿਆਦਾ ਪਤਾ, ਪਰ ਇਹਦੇ ਨਾਲ ਨਾਲ ਜਾਣੀ ਕਿ ਬੱਚੇ ਨੂੰ ਸੁਣਨਾ ਤੇ ਉਹਨੂੰ ਰਿਸਪੈਕਟ ਦੇਣਾ ਬਹੁਤ ਜ਼ਰੂਰੀ ਆ, ਤਾਂ ਕਿ ਬੱਚੇ ਨੂੰ ਲੱਗੇ ਵੀ ਜਦੋਂ ਮੈਂ ਇੱਥੇ ਘਰ ਦੇ ਵਿੱਚ ਆਪਣੇ ਪੇਰੈਂਟਸ ਦੇ ਨਾਲ ਗੱਲ ਕਰੂੰਗਾ ਤੇ ਮੇਰੀ ਸੁਣੀ ਜਾਣੀ ਆ, ਮੇਰੀ ਗੱਲ ਨੂੰ ਕੋਈ ਮਹੱਤਵ ਮਿਲਣਾ, ਇੰਪੋਰਟੈਂਸ ਮਿਲਣੀ ਆ। ਸੋ ਇਸ ਕਰਕੇ ਬੱਚਾ ਇਸ ਗੱਲੋਂ ਨਾ ਚੁੱਪ ਰਹੇ ਵੀ ਜੇ ਮੈਂ ਬੋਲਿਆ ਤੇ ਮੇਰੀ ਬੇਇੱਜ਼ਤੀ ਕਰ ਦੇਣੀ ਇਹਨਾਂ ਨੇ, ਤਾਂ ਮੈਨੂੰ ਚੁੱਪ ਹੀ ਕਰਾ ਦੇਣਾ, ਹੈ ਨਾ। ਸੋ ਇਸ ਕਰਕੇ ਇਹ ਥੋੜ੍ਹਾ ਜਿਹਾ ਜਾਣੀ ਕਿ ਪੇਰੈਂਟਸ ਦਾ ਰਿਸਪੋਂਸੀਬਲ ਹੋਣਾ ਬਹੁਤ ਜ਼ਰੂਰੀ ਆ। ਇਸ ਤਰੀਕੇ ਦੇ ਨਾਲ ਥੋੜ੍ਹਾ ਜਿਹਾ ਘਰ ਦੇ ਵਿੱਚ ਇਕੁਐਲਿਟੀ ਦੇ ਨਾਲ ਡਿਸਿਪਲਿਨ ਆ ਜਿਹੜਾ ਉਹ ਲਿਆ ਕੇ, ਅਤੇ ਬੱਚਿਆਂ ਦੇ ਲਈ ਜਿਹੜਾ ਫਿਊਚਰ ਦਾ ਕੋਈ ਨਾ ਕੋਈ ਜਿਹੜਾ ਇਹ ਪਲੈਨ ਬਣਾ ਕੇ, ਅਤੇ ਖਾਸ ਤੌਰ 'ਤੇ ਆਮ ਤੌਰ 'ਤੇ ਆਪਾਂ ਦੇਖਦੇ ਹਾਂ ਵੀ ਬਹੁਤ ਸਾਰੇ ਬੱਚਿਆਂ ਨੂੰ ਫਿਰ ਨਾ ਖਾਸ ਤੌਰ 'ਤੇ ਲੜਕਿਆਂ ਨੂੰ ਪਿਆਰ ਦੇ ਨਾਲ, ਪੁਚਕਾਰ ਦੇ ਨਾਲ ਬਹੁਤ ਵਿਗਾੜਿਆ ਜਾਂਦਾ, ਉਹਨਾਂ ਨੂੰ ਜਿਹੜੇ ਸਿਰੇ ਚੜ੍ਹਾਇਆ ਜਾਂਦਾ, ਉਹਨਾਂ ਨੂੰ ਚਾਹਾਂ ਵੀ ਬੈਡਰੂਮਾਂ ਦੇ ਵਿੱਚ, ਉਹਨਾਂ ਨੂੰ ਪਰੌਂਠੇ ਵੀ ਬੈਡਰੂਮਾਂ ਦੇ ਵਿੱਚ, ਭਾਵੇਂ ਉਹ ਜਾਣੀ ਕਿ ਲੜਕੇ ਬੈਠੇ ਹੋਣ ਉੱਥੇ, ਹੈ ਨਾ, ਉਹਨਾਂ ਨੂੰ ਮਨਾਉਣ ਜਾਣਾ। ਇਸ ਤਰੀਕੇ ਦੇ ਨਾਲ ਮੈਂ ਘਰਾਂ ਦੇ ਵਿੱਚ ਬਹੁਤ ਦੇਖਦਾ ਵੀ ਬੱਚਿਆਂ ਨੂੰ ਜਦੋਂ ਇੱਦਾਂ ਜਾਣੀ ਪੇਰੈਂਟਸ, ਦਾਦੇ ਦਾਦੀਆਂ ਜਾਂ ਗ੍ਰੈਂਡ ਪੇਰੈਂਟਸ ਜਾਣੀ ਕਿ ਉਹ ਭੂਏ ਜਾਂ ਸਿਰੇ ਵੀ ਚੜ੍ਹਾਉਂਦੇ ਆ ਪਿਆਰ ਦੇ ਨਾਲ ਹੀ, ਉਹਨਾਂ ਦੀਆਂ ਸਿਫਤਾਂ ਹੀ ਕਰੀ ਜਾਂਦੇ, ਭਾਵੇਂ ਕਿ ਸਿਫਤਾਂ ਕਰਨ ਵਾਲੀ ਗੱਲ ਨਾ ਹੋਵੇ, ਸਿਫਤਾਂ ਕਰਨ ਵਾਲੀ ਗੱਲ ਹੋਵੇ ਫਿਰ ਤਾਂ ਚਲੋ ਕਰੋ, ਅਤੇ ਜਾਣੀ ਕਿ ਉਹਦੇ ਜਿਹੜੇ ਔਗਣ ਆ ਉਹਨਾਂ ਨੂੰ ਢੱਕਣਾ। ਜਦੋਂ ਔਗਣ ਢੱਕਣਾ ਅਤੇ ਬੱਚੇ ਨੂੰ ਲੱਗਦਾ ਵੀ ਮੇਰੇ ਪੇਰੈਂਟਸ ਮੇਰੇ ਨਾਲ ਹੀ ਆ, ਕੋਈ ਗੱਲ ਨਹੀਂ, ਜੇ ਮੈਂ ਕੁਛ ਗਲਤ ਵੀ ਕੀਤਾ ਜਾਣੀ ਉਹਨੂੰ ਗਲਤ ਤਾਂ ਲੱਗੂ ਜੇ ਉਹਨੂੰ ਕੋਈ ਗਲਤ ਕਹੂ, ਉਹਨੂੰ ਲੱਗਦਾ ਵੀ ਮੇਰੇ ਪੇਰੈਂਟਸ ਮੇਰੇ ਜਿਹੜੇ ਔਗਣ ਢੱਕ ਕੇ ਮੇਰੀਆਂ ਸਿਫਤਾਂ ਕਰ ਰਹੇ, ਮਤਲਬ ਕਿ ਜੋ ਕੁਝ ਮੈਂ ਕਰ ਰਿਹਾ ਉਹ ਠੀਕ ਹੀ ਕਰ ਰਿਹਾ। ਸੋ ਇਸ ਕਰਕੇ ਪੇਰੈਂਟਸ ਨੂੰ ਥੋੜ੍ਹਾ ਜਿਹਾ ਫਰਕ ਕਰਨਾ ਪੈਣਾ ਵੀ ਬੱਚਾ ਜੇ ਗਲਤੀ ਕਰਦਾ ਤੇ ਬਜਾਏ ਇਹਦੇ ਵੀ ਉਹਨੂੰ ਕਵਰ ਅਪ ਕੀਤਾ ਜਾਏ, ਉਹਨੂੰ ਥੋੜ੍ਹਾ ਜਿਹਾ ਓਪਨਲੀ ਡਿਸਕਸ ਕੀਤਾ ਜਾਏ, ਅਤੇ ਕਮਰਿਆਂ ਦੇ ਵਿੱਚ ਚਾਹਾਂ ਅਤੇ ਪਰੌਂਠੇ ਪਹੁੰਚਾਉਣ ਦੀ ਬਜਾਏ ਇੱਕ ਡਿਸਿਪਲਿਨ ਘਰ ਦੇ ਵਿੱਚ ਬਣਾਇਆ ਜਾਵੇ। ਵੀ ਇੰਨਾ ਆਹ ਜਿਹੜਾ ਟਾਈਮ ਹੈ ਇਹ ਖਾਣ ਪੀਣ ਦਾ ਆ, ਆਹ ਟਾਈਮ ਜਿਹੜਾ ਬ੍ਰੇਕਫਾਸਟ ਦਾ ਆ, ਆਹ ਟਾਈਮ ਲੰਚ ਦਾ ਆ, ਆਹ ਡਿਨਰ ਦਾ ਆ, ਆਹ ਚਾਹ ਦਾ ਆ, ਅਤੇ ਜਿਹੜਾ ਕੋਈ ਆ ਗਿਆ, ਨਹੀਂ ਆ ਗਿਆ ਦੈਟਸ ਇਟ, ਹੈ ਨਾ। ਸੋ ਇਸ ਲਿਹਾਜ਼ ਨਾਲ ਥੋੜ੍ਹਾ ਜਿਹਾ ਜਾਣੀ ਕਿ ਘਰ ਦੇ ਵਿੱਚ ਕੋਈ ਪਲੈਨਿੰਗ ਬਣਾ ਕੇ ਅਤੇ ਉਹਦੇ ਨਾਲ ਫਿਰ ਸਟਿੱਕ ਕਰਨਾ ਬਹੁਤ ਜ਼ਰੂਰੀ ਆ, ਤਾਂ ਕਿ ਬੱਚੇ ਨੂੰ ਲੱਗੇ ਵੀ ਸਾਡੇ ਘਰ ਦੇ ਵਿੱਚ ਜਿਹੜੀ ਲਾਈਫ ਆ ਇਹ ਡਿਸਿਪਲਿਨਡ ਆ, ਅਤੇ ਸਾਨੂੰ ਉਹਦਾ ਪਾਲਣ ਕਰਨਾ ਪੈਣਾ ਵੀ ਜੇ ਇਸ ਤਰੀਕੇ ਦੇ ਨਾਲ ਨਾ ਅਸੀਂ ਫੋਲੋ ਕੀਤਾ ਅਤੇ ਉਹਦੇ ਕੰਸੀਕੁਐਂਸਿਸ ਜਿਹੜੇ ਆ ਉਹ ਹੋ ਸਕਦੇ ਆ। ਸੋ ਜਿਹੜੇ ਵੀ ਘਰ ਦੇ ਵਿੱਚ ਕੋਈ ਰੂਲਸ ਵਗੈਰਾ ਬਣਾਏ ਜਾਣੀ ਉਹਨਾਂ ਨੂੰ ਇਨਫੋਰਸ ਕਰਨਾ ਵੀ ਪੇਰੈਂਟਸ ਬਹੁਤ ਜ਼ਰੂਰੀ ਆ। ਸੋ ਇਹ ਮੇਰੀਆਂ ਕੁਝ ਥੋਟਸ ਸੀਗੀਆਂ ਅੱਜ। ਮੈਂ ਸਮਝਦਾ ਵੀ ਇਸ ਇੰਪੋਰਟੈਂਟ ਇਸ਼ੂ 'ਤੇ ਗੱਲਾਂ ਤਾਂ ਹੋਰ ਵੀ ਬਹੁਤ ਹੋ ਸਕਦੀਆਂ, ਪਰ ਲੱਗਦਾ ਕਿ ਟਾਈਮ ਵੀ ਕਾਫੀ ਹੋ ਰਿਹਾ। ਸੋਤਾ ਸਾਹਿਬ, ਥੈਂਕ ਯੂ ਵੈਰੀ ਮਚ। ਤੁਸੀਂ ਆਪਣੇ ਤਜਰਬੇ ਮੁਤਾਬਕ ਜਿੰਨਾ ਇਲੈਬੋਰੇਟ ਕੀਤਾ, ਕਾਫੀ ਵੈਲਿਊਬਲ ਪੁਆਇੰਟ ਹੈਗੇ ਆ ਜੀ। ਐਕਚੁਅਲ ਇਹ ਜਦੋਂ ਆਪਾਂ ਗੱਲਾਂ ਕਰਦੇ ਹਾਂ, ਸੁਣਦੇ ਹਾਂ, ਇਹ ਦੇਖਣ ਨੂੰ ਕਾਮਨ ਲੱਗਦੀਆਂ ਨੇ, ਪਰ ਜਦੋਂ ਅਸੀਂ ਇਹਨਾਂ ਨੂੰ ਅਪਲਾਈ ਕਰਨਾ ਹੈਗਾ ਉੱਥੇ ਥੋੜ੍ਹਾ ਜਿਹਾ ਜੇ ਅਸੀਂ ਥੋੜ੍ਹਾ ਜਿਹਾ ਪੌਜ਼ ਲੈ ਕੇ ਸੋਚ ਕਰਕੇ ਕਿ ਜਿੱਥੇ ਤਾਂ ਅਸੀਂ ਗਲਤ ਕਰਦੇ ਹਾਂ ਜੇ ਉਹਨੂੰ ਕਰੈਕਟ ਕਰ ਲਈਏ, ਤਾਂ ਜਿਹੜਾ ਡਿਸਪਲਿਨ ਆ, ਜਿਹੜਾ ਤੁਸੀਂ ਪੇਰੈਂਟਿੰਗ ਦੇ ਸਟਾਈਲ ਦੀ ਗੱਲ ਕੀਤੀ ਆ, ਜਾਂ
ਮੁੰਡਿਆਂ ਤੇ ਕੁੜੀਆਂ ਦੀ ਪਰਵਰਿਸ਼ ਦੇ ਵਿੱਚ ਫਰਕ ਦੀ ਗੱਲ ਕੀਤੀ ਹੈਗੀ ਆ, ਤੇ ਜੇ ਅਸੀਂ ਆਪਣੇ ਤੋਂ ਸਟਾਰਟ ਕਰੀਏ ਤੇ ਹੌਲੀ ਹੌਲੀ ਚੇਂਜ ਵੱਲ ਅਸੀਂ ਜ਼ਰੂਰ ਵਧਾਂਗੇ। ਕਿਸੇ ਵੀ ਪਾਰਟਿਸਪੈਂਟ ਦਾ ਜੌਹਲ ਸਾਹਿਬ ਵਾਸਤੇ ਕੋਈ ਕੁਐਸਚਨ ਹੈਗਾ ਜੀ, ਤੇ ਆਪਾਂ ਕੁਐਸਚਨ ਲੈ ਲੈਂਦੇ ਆ। ਫਿਰ ਮੈਂ ਅੱਗੇ ਸਾਡੇ ਬੁਲਾਰੇ ਨੇ ਹਰਜੀਤ ਸਿੰਘ, ਫਿਰ ਮੈਂ ਉਹਨਾਂ ਨੂੰ ਕੋਈ ਕੁਐਸਚਨ, ਕੋਈ ਸਵਾਲ। जी सीमा। अरिंदर जी, मेरा सवाल तो नहीं है बट कमेंट है कि उन्होंने बहुत अच्छी गल की है कि इस चीज़ की अवेयरनेस कितनी जरूरी है आना, क्योंकि ਅਸੀਂ ਸਾਰੇ ਇੱਕ ਸਰਟਨ ਵੇ ਨਾਲ ਸਾਡੀ ਅਪਬ੍ਰਿੰਗਿੰਗ ਹੋਈ ਹੈ ਤੇ ਉਹਦੇ ਚ ਸਾਨੂੰ ਪਾਲਣ ਪੋਸ਼ਣ ਬੱਚਿਆਂ ਦਾ ਵੈਸੇ ਹੀ ਨਹੀਂ ਉਹਨੂੰ ਇੰਨੀ ਮਹੱਤਵਤਾ ਦਿੱਤੀ ਗਈ ਤੇ ਫੋਰਗੇਟ ਅਬਾਊਟ ਕਿ ਕੁੜੀਆਂ ਔਰ ਮੁੰਡਿਆਂ ਦਾ ਤੇ ਕੀ ਹੈ, ਕਿਉਂਕਿ ਉਹ ਇੱਕ ਜਿਹੜਾ ਸੈਟ ਮਾਈਂਡ ਸੈਟ ਹੈ ਉਹ ਇੱਕਦਮ ਚੱਲੀ ਜਾ ਰਿਹਾ ਹੈ। ਤੇ ਇਸ ਜਿਵੇਂ ਕਹਿੰਦੇ ਨਾ ਕਿ ਨਦੀ ਨੂੰ ਦੂਸਰੇ ਪਾਸੇ ਬਹਾਉਣ ਦੀ ਗੱਲ ਹੈ, ਔਰ ਇਹਨਾਂ ਚੀਜ਼ਾਂ ਤੇ ਬਹੁਤ ਜ਼ਿਆਦਾ ਹਰ ਸਟੇਜ ਤੇ ਗੱਲ ਹੋਣ ਦੀ ਬਹੁਤ ਲੋੜ ਆ, ਕਿਉਂਕਿ ਜਿਹੜੇ ਸਾਡੇ ਬੱਚੇ ਅੱਜ ਦੇ ਬੱਚੇ ਜਿੰਨੀ ਅਸੀਂ ਗੱਲ ਕਰਾਂਗੇ, ਜਿੰਨਾ ਅਸੀਂ ਉਹਨੂੰ ਆਪਣੇ ਚ ਉਸ ਆਦਤ ਨੂੰ ਅਪਣਾਵਾਂਗੇ, ਉਹ ਕਿਤੇ ਸਦੀਆਂ ਲੱਗਣਗੀਆਂ, ਕਿਉਂਕਿ ਬਹੁਤ ਸਦੀਆਂ ਲੱਗੀਆਂ ਆ ਚੀਜ਼ ਬਿਲਡ ਹੋਣ ਨੂੰ, ਤੇ ਇੱਕ ਸਦੀਆਂ ਲੱਗਣਗੀਆਂ ਕਿ ਨਦੀ ਨੂੰ ਦੂਸਰੇ ਪਾਸੇ ਬਹਾਉਣ ਵਾਲੀ ਜਿਹੜੀ ਗੱਲ ਕਰ ਰਹੇ ਆ। ਪਰ ਉਹਨਾਂ ਨੇ ਬਹੁਤ ਹੀ ਅੱਛੀ ਗੱਲ ਕਹੀ ਕਿ ਅਸੀਂ ਕੁੜੀਆਂ ਨੂੰ ਕਿੱਦਾਂ ਰੇਸ ਕਰਨਾ, ਮੁੰਡਿਆਂ ਨੂੰ ਕਿੱਦਾਂ ਰੇਸ ਕਰਨਾ, ਜਾਂ ਇੱਕ ਜਨਰੇਸ਼ਨ ਨੂੰ ਕਿੱਦਾਂ ਰੇਸ ਕਰਨਾ, ਕਿ ਅਸੀਂ ਕਹਿੰਦੇ ਆ ਕਿ ਕੁੜੀਆਂ ਸੋਸਾਇਟੀ ਚ ਕੀ ਦੇ ਰਹੀਆਂ ਨੇ, ਇੱਕ ਕਮਿਊਨਿਟੀ ਜਦੋਂ ਡਿਵੈਲਪ ਹੁੰਦੀ ਹੈ, ਪਰ ਮੁੰਡੇ ਵੀ ਕੀ ਦੇ ਰਹੇ ਨੇ। ਤੇ ਜੇ ਅਸੀਂ ਉਹਨਾਂ ਨੂੰ ਕੁੜੀਆਂ ਨੂੰ ਸਿਖਾਉਂਦੇ ਆ ਕਿ ਤੁਹਾਨੂੰ ਚੁੱਲ੍ਹਾ ਚੌਕਾ ਆਉਣਾ ਚਾਹੀਦਾ, ਸਿਲਾਈ ਕਢਾਈ ਆਉਣੀ ਚਾਹੀਦੀ ਹੈ, ਪਰ ਕੀ ਅਸੀਂ ਮੁੰਡਿਆਂ ਨੂੰ ਉਸ ਪੱਧਰ ਦੀ, ਉਸ ਸਤਰ ਦੀ ਸਿੱਖਿਆ ਦੇ ਪਾ ਰਹੇ ਹਾਂ ਕਿ ਨਹੀਂ, ਕਿ ਤੁਹਾਨੂੰ ਗੱਲ ਵੀ ਕਰਨੀ ਆਉਣੀ ਚਾਹੀਦੀ ਹੈ। ਕਿਉਂਕਿ ਮੁੰਡਿਆਂ ਨੂੰ ਆਪਾਂ ਬੜੀ ਈਜ਼ੀਲੀ ਰੇਸ ਕਰਦੇ ਹਾਂ ਕਿ ਗਾਲ ਕੱਢ ਕੇ ਗੱਲ ਕਰਨਾ ਇਜ਼ ਅ ਵੈਰੀ ਨਾਰਮਲ ਥਿੰਗ, ਕਿਉਂ ਮੁੰਡਾ ਆ ਤਾਂ ਕੁੜੀ ਕਿਉਂ ਨਹੀਂ ਕਰ ਸਕਦੀ। ਤੇ ਬਹੁਤ ਹੀ ਅੱਛਾ ਇਹਨਾਂ ਨੇ ਇੱਕ ਸਟੈਪ ਚੁੱਕਿਆ ਤੇ ਬਹੁਤ ਹੀ ਅੱਛਾ ਇੱਕ ਵਿਸ਼ਾ ਹੈ। ਥੈਂਕ ਯੂ ਸੋ ਮਚ। ਥੈਂਕ ਯੂ ਸੀਮਾ। ਮੈਂ ਸਮਝਦਾ ਜਦੋਂ ਆਪਾਂ ਇਸ ਤਰ੍ਹਾਂ ਦੀ ਗੱਲਬਾਤ ਡਾਇਲੌਗ ਸਟਾਰਟ ਕਰ ਲਿਆ ਤੇ ਡੈਫੀਨੇਟਲੀ ਚੇਂਜ ਹੋਣੀ ਸਟਾਰਟ ਹੋ ਜਾਏਗੀ, ਕਿਉਂਕਿ ਜਦੋਂ ਵੀ ਤੁਸੀਂ ਉਸ ਗੱਲ ਨੂੰ ਆਪਣੇ ਜ਼ਿਹਨ ਦੇ ਵਿੱਚ, ਆਪਣੇ ਦਿਮਾਗ ਦੇ ਵਿੱਚ ਰਿਪੀਟ ਕਰਦੇ ਆ ਤਾਂ ਡੈਫੀਨੇਟਲੀ ਜਦੋਂ ਵੀ ਉਹ ਕਿਸੇ ਵੀ ਬੱਚੇ ਦੇ ਵਿੱਚ ਜਾਂ ਆਲੇ ਦੁਆਲੇ ਜਦੋਂ ਕੰਨ 'ਚ ਪੈਂਦੀ ਆ ਤੇ ਕੋਈ ਨਾ ਕੋਈ ਇਹੀ ਚੇਂਜ ਦਾ ਇੱਕ ਪ੍ਰੋਸੈਸ ਆ, ਇਹੀ ਇੱਕ ਪਹਿਲ ਆ। ਸੋ ਮੈਂ ਅਗਲੇ ਜਿਹੜੇ ਕੁਐਸਚਨ ਹੈ ਗਾਰਥ। ਮੇਰਾ ਜਿਹੜਾ ਓਪੀਨੀਅਨ ਹੈ ਥੋੜਾ ਜਿਹਾ, ਆਈ ਮੀਨ ਇਟਸ ਵੈਰੀ ਨਾਈਸ, ਸਤਪਾਲ ਜੀ ਨੇ ਬਹੁਤ ਡਿਟੇਲ ਚ ਬਹੁਤ ਚੰਗੀ ਤਰ੍ਹਾਂ ਸੇ ਐਕਸਪਲੇਨ ਕੀਤਾ। ਉਹਨਾਂ ਦੇ ਇੱਕ ਪੁਆਇੰਟ ਜਿਹੜਾ ਮੈਂ ਉਹਦੇ ਚ ਥੋੜਾ ਜਿਹਾ ਉਹਨਾਂ ਨਾਲ ਕੁਐਸਚਨ ਵੀ ਕਰਨਾ ਚਾਹੂੰਗਾ, ਡਿਸਕਸ ਵੀ ਕਰਨਾ ਚਾਹੂੰਗਾ ਜੀ। ਮੈਂ ਇਦਾਂ ਦੀ ਸੋਸਾਇਟੀ ਚ ਡਿਵੈਲਪ ਹੋਈ ਮੇਰੀ ਅਪਬ੍ਰਿੰਗਿੰਗ, ਔਰ ਫਿਰ ਮੈਂ ਰਿਹਾ ਵੀ ਆਪਣੀ ਉਦਾਂ ਦੀ ਸੋਸਾਇਟੀ ਚ ਜਿੱਥੇ ਬॉय ਔਰ ਗਰਲ ਚ ਕੋਈ ਡਿਫਰੈਂਸ ਨਹੀਂ ਸੀਗਾ। ਮਤਲਬ about 99% of the society was of the opinion, maybe 0.1 वो भी घरां दे अंदर होगा, but outside there was no difference between boy and girl। ਜਿੱਦਾਂ ਦਾ boy ਕਰਦਾ ਸੀਗਾ ਉਦਾਂ ਦੀ girl ਵੀ ਕਰਦੀ ਸੀਗੀ, ਜਿੱਦਾਂ ਦਾ girl ਕਰਦਾ ਸੀਗਾ ਉਦਾਂ ਦਾ boy ਵੀ ਕਰਦਾ ਸੀਗਾ। equal participation, equal giving of the importance, and boys ਨੂੰ ਵੀ ਉਦਾਂ ਦਾ ਹੀ ਕੰਮ ਕਰਾਇਆ ਜਾਂਦਾ ਸੀਗਾ ਜਿੱਦਾਂ ਦਾ girls ਨੂੰ ਕਰਾਇਆ ਜਾਂਦਾ। So and my upbringing has been mostly in India, ਤਾਂ ਉੱਥੇ ਹੀ ਮੈਂ ਰਿਹਾ ਹਾਂ। ਤਾਂ that means ਇੱਦਾਂ ਦਾ ਜਦੋਂ opinion ਆ ਰਿਹਾ ਆ, that means ਕਾਫੀ ਹੱਦ ਤਾਈਂ ਇੰਡੀਆ 'ਚ ਕਿਤੇ ਇਹ ਸੋਸਾਇਟੀ 'ਚ ਇੱਦਾਂ ਦਾ ਇਫੈਕਟ ਹੈਗਾ ਆ। ਡਿਫਰੈਂਸ ਆਫ ਓਪੀਨੀਅਨ ਮੈਂ ਨਹੀਂ ਕਹਿੰਦਾ ਕਿ ਨਹੀਂ ਆ, ਹੈਗਾ ਆ, ਬਟ ਅਸੀਂ ਉਹਦੇ 'ਚ ਕੀ ਕਰ ਸਕਦੇ ਹਾਂ, ਕਿਉਂਕਿ ਜਦੋਂ ਉਸ ਸੋਸਾਇਟੀ ਦੇ ਬੱਚੇ ਸਪੈਸ਼ਲੀ ਬॉयਜ਼ ਉੱਥੋਂ ਨਿਕਲ ਕੇ ਦੇ ਕਮ ਟੂ ਅ ਸਰਟਨ ਸੋਸਾਇਟੀ, ਫॉर एग्जांपल ਸਮਾਲ ਸਿਟੀਜ਼ ਤੋਂ ਮੈਟਰੋਪੋਲੀਟਨ ਸਿਟੀਜ਼ ਚ ਆਉਂਦੇ ਆ। ਆਈ ਕੈਨ ਟੇਕ ਐਗਜ਼ਾਮਪਲ ਕੈਨੇਡਾ ਦੇ ਵੀ, ਕਿ ਜੇ ਫॉर एग्जांपल ਹੁਣ ਜੇ ਕੋਈ ਸਮਾਲਰ ਸਿਟੀ ਚ ਜਿੱਦਾਂ ਇਦਾਂ ਦੀ ਸੋਸਾਇਟੀ ਮਾਈਂਡਸੈਟ ਆ, ਉਹ ਕੈਨੇਡਾ ਚ ਆਉਂਦਾ ਆ, ਤਾਂ ਉਹਦਾ ਜਿਹੜਾ ਬ੍ਰਿਜਿੰਗ ਦੈਟ ਗੈਪ, ਕਿ ਉਹ ਸੋਸਾਇਟੀ ਤੋਂ ਇਹ ਸੋਸਾਇਟੀ ਚ ਉਹਦੀ ਬ੍ਰਿਜਿੰਗ ਆਫ ਦੈਟ ਗੈਪ, ਉਹਦੇ ਤੇ ਵਰਕ ਕਰਨਾ ਇਜ਼ ਵੈਰੀ ਇੰਪੋਰਟੈਂਟ, ਜੋ ਅਫਕੋਰਸ ਪੰਜਾਬੀ ਕਮਿਊਨਿਟੀ ਸਰਵਿਸਿਜ਼ ਇਜ਼ ਡੈਫੀਨੇਟਲੀ ਡੂਇੰਗ ਇਟ, ਬਟ ਲੇਕਿਨ ਹੋਰ ਪਾਰਟਿਸਿਪੇਸ਼ਨ ਫਰੋਮ ਦ ਸੋਸਾਇਟੀ, ਫਰੋਮ ਗਵਰਨਮੈਂਟ, ਫਰੋਮ ਅਦਰ ਇੰਸਟੀਟਿਊਸ਼ਨਸ, ਉਹ ਹੋਣਾ ਵੀ ਜ਼ਰੂਰੀ ਹੈ। ਐਂਡ ਜਿੱਦਾਂ ਸਤਪਾਲ ਜੀ ਤੁਸੀਂ ਦੱਸਿਆ ਕਿ ਇਜ਼ ਅ ਵੈਰੀ ਰਿਨੋਨਡ ਜਰਨਲਿਸਟ, ਇਹਨਾਂ ਦਾ ਤਾਂ ਬਹੁਤ ਹੀ ਜ਼ਿਆਦਾ ਇਫੈਕਟਿਵ ਹੋ ਜਾਂਦਾ ਹੈ ਵਿਦ देयर ਆਰਟੀਕਲਸ, ਜਾਂ ਉਹਨਾਂ ਨੂੰ ਸਪਰੈਡ ਕਰਨਾ ਅਵੇਅਰਨੈਸ, ਉਹ ਬਹੁਤ ਜ਼ਿਆਦਾ ਹੋ ਜਾਂਦਾ। ਇਹਦੇ ਮਤਲਬ ਚ ਸਤਪਾਲ ਜੀ ਤੁਸੀਂ ਕਹਿ ਸਕਦੇ ਜੇ ਹੋਰ ਵਰਕ ਹੋ ਰਿਹਾ ਹੈ ਫॉर ਬ੍ਰਿਜਿੰਗ ਦਿਸ ਗੈਪ?
ਜੋਰਜ Yes. ਸਾਹਿਬ ਤੁਸੀਂ ਵੈਰੀ ਇੰਪੋਰਟੈਂਟ, ਥੈਂਕ ਯੂ ਸੋ ਮਚ। ਦੇਖੋ ਜੀ ਵੀ ਇਹ ਜਿਹੜੇ ਇਸ਼ੂਜ਼ ਆ ਇਹਨਾਂ ਤੇ ਔਨ ਗੋਇੰਗ ਜਾਣੀ ਕਿ ਕੰਮ ਚੱਲਦਾ ਰਹਿੰਦਾ ਸਾਡੇ ਵੱਲੋਂ, ਔਨ ਗੋਇੰਗ ਹੈ ਨਾ, ਵਰਲਡ ਵਾਈਡ। ਉਹ ਵੀ ਇਹ ਵੀ ਨਹੀਂ ਗਾ ਵੀ ਇੱਕ ਕੰਟਰੀ 'ਚ ਜਾਂ, ਕਿਉਂਕਿ ਹੁਣ ਤਾਂ ਆਪਾਂ ਕਮਿਊਨਿਟੀ ਇੰਟਰਨੈਸ਼ਨਲ ਆ, ਸਾਰੀ ਦੁਨੀਆ 'ਚ ਆਪਾਂ ਖਿਲਰੇ ਹੋਏ ਹਾਂ, ਅਤੇ ਜਿੱਥੇ ਕਿਤੇ ਵੀ ਮੌਕਾ ਮਿਲਦਾ ਜਾਣੀ ਅਸੀਂ ਆਪਣੇ ਵੱਲੋਂ ਮੌਕਾ ਹੱਥੋਂ ਜਾਣ ਨਹੀਂ ਦਿੰਦੇ। ਜਾਂ ਜਿਸ ਤਰ੍ਹਾਂ ਵੀ ਕਈ ਵਾਰੀ ਸਾਨੂੰ ਜਿਹੜੇ ਯੂਥ ਹੈ ਉਹ ਵੀ ਕਾਂਟੈਕਟ ਕਰਦੇ ਆ ਵੀ ਆਹ ਕੁਛ ਇੱਕ ਇਸ਼ੂਜ਼ ਆ ਅਸੀਂ ਡਿਸਕਸ ਕਰਨਾ ਚਾਹੁੰਦੇ ਹਾਂ, ਅਤੇ ਉਹਨਾਂ ਨੂੰ ਜਾਣੀ ਕਿ ਅਸੀਂ ਦਿਲ ਖੋਲ੍ਹ ਕੇ ਆਪਰਚੁਨਿਟੀ ਜਿਹੜੀ ਆ ਉਹ ਦੇਣ ਦੀ ਕੋਸ਼ਿਸ਼ ਕਰਦੇ ਹਾਂ। ਦੂਸਰਾ ਇਹਨਾਂ ਨੇ ਇੱਕ ਬਹੁਤ ਇੰਪੋਰਟੈਂਟ ਗੱਲ ਕੀਤੀ ਆ, ਆਪਾਂ ਜਿਹੜੀ ਸਾਰੀ ਮੇਰੀ ਤਕਰੀਬਨ ਗੱਲਬਾਤ ਸੀ ਨਾ ਉਹ ਹੈ ਵੀ ਇਸ ਗੱਲ 'ਤੇ ਹੀ ਬੇਸਡ ਸੀਗੀ ਵੀ ਇੱਥੇ ਕੈਨੇਡੀਅਨ ਸੁਸਾਇਟੀ ਦੇ ਵਿੱਚ ਸਪੈਸ਼ਲੀ ਬਾਹਰ ਤਾਂ ਜਿਹੜਾ ਕੋਈ ਡਿਫਰੈਂਸ ਨਹੀਂ ਹੈਗਾ, ਲੜਕੇ ਲੜਕੀ ਦਾ ਕਿਸੇ ਦਾ ਕੋਈ ਡਿਫਰੈਂਸ ਨਹੀਂ ਗਾ, ਕਿਸੇ ਵੀ ਜੈਂਡਰ ਦਾ ਕੋਈ ਡਿਫਰੈਂਸ ਨਹੀਂ ਗਾ। ਗੱਲ ਤਾਂ ਘਰ ਦੇ ਅੰਦਰ ਦੇ ਡਿਸਕ੍ਰਿਮੀਨੇਸ਼ਨ ਦੀ ਆ ਜਾਂ ਡਿਫਰੈਂਸ ਦੀ ਆ ਵੀ ਉੱਥੇ ਅਸੀਂ ਲੜਕਾ ਤੇ ਲੜਕੀ ਦਾ ਫਰਕ ਕਰਨ ਦਾ ਕਲਚਰ ਜਿਹੜਾ ਇੰਪੋਰਟ ਕਰਦੇ ਆ ਆਪਣੀ ਉੱਥੇ ਛੱਡੀ ਹੋਈ ਧਰਤੀ ਤੋਂ, ਛੱਡੇ ਹੋਏ ਦੇਸ਼ ਤੋਂ, ਉਹਦੇ ਨਾਲ ਜਾਣੀ ਕਿ ਜਿਹੜਾ ਅਸੀਂ ਇੱਕ ਕਲੈਸ਼ ਬੱਚੇ ਦੇ ਮਨ ਦੇ ਵਿੱਚ ਕ੍ਰੀਏਟ ਕਰ ਲੈਂਦੇ ਆ ਵੀ ਬਾਹਰ ਉਹੀ ਲੜਕਾ ਤੇ ਲੜਕੀ ਘਰੋਂ ਜਦੋਂ ਜਾਂਦੇ ਆ ਵੀ ਉਹਨਾਂ ਨੂੰ ਇਕੁਐਲਿਟੀ ਮਿਲਦੀ ਆ, ਇਕੁਅਲ ਟਰੀਟਮੈਂਟ ਮਿਲਦਾ, ਇਕੁਅਲ ਪਾਰਟੀਸਪੇਸ਼ਨ ਮਿਲਦੀ ਆ ਹਰ ਪਾਸੇ। ਪਰ ਉਹ ਜਾਣੀ ਘਰੇ ਆ ਕੇ ਸੋਚਦੇ ਬੱਚੇ ਵੀ ਸਾਡਾ ਘਰ ਦੇ ਵਿੱਚ ਸੰਸਾਰ ਹੋ ਰਿਹਾ ਤੇ ਬਾਹਰ ਹੋ ਰਿਹਾ। ਸੋ ਮੈਨੂੰ ਲੱਗਦਾ ਵੀ ਇੰਪੋਰਟੈਂਸ ਵੀ ਅੱਜ ਦੇ ਇਸ ਇਸ਼ੂ ਦੀ ਇਹੀ ਆ ਵੀ ਅਸੀਂ ਇੱਥੋਂ ਦੇ ਬਾਹਰਲੇ ਮਾਹੌਲ ਦੇ ਮੁਤਾਬਕ ਘਰ ਦੇ ਅੰਦਰ ਵੀ ਐਨਵਾਇਰਨਮੈਂਟ ਉੱਦਾਂ ਦਾ ਸਿਰਜ ਲਈਏ ਤਾਂ ਕਿ ਬੱਚੇ ਜਿਹੜੇ ਗਰੋ ਹੋ ਰਹੇ ਆ ਉਹਨਾਂ ਦੇ ਦਿਮਾਗਾਂ 'ਚ ਕੋਈ ਕਲੈਸ਼ ਨਾ ਹੋਵੇ ਵੀ ਘਰ ਦਾ ਜਿਹੜਾ ਜੀਵਨ ਆ ਵੀ ਸਾਡੇ ਵਿੱਚ ਫਰਕ ਕੀਤਾ ਜਾਣਾ ਲੜਕਾ ਲੜਕੀ ਹੋਣ ਕਰਕੇ ਹੀ ਸਿਰਫ, ਤੇ ਬਾਹਰ ਮਤਲਬ ਜਿਹੜਾ ਉਹ ਲਾਈਫ ਆ ਟੋਟਲੀ ਡਿਫਰੈਂਟ ਆ। ਸੋ ਇਸ ਤਰੀਕੇ ਦੇ ਨਾਲ ਇਹ ਹੈ ਜੀ ਕਿ ਜਿਹੜੀ ਮੇਰੀ ਮਤਲਬ ਪੂਰੀ ਜਿਹੜੀ ਗੱਲਬਾਤ ਆ ਉਹ ਘਰ ਦੇ ਅੰਦਰ ਦੇ ਮਾਹੌਲ ਤੇ ਕੇਂਦਰਿਤ ਸੀ। ਥੈਂਕ ਯੂ ਫॉर ਕਲੈਰੀਫਾਈਂਗ ਜੋਰਜ ਸਾਹਿਬ। ਐਂਡ ਇਹ ਇੰਪੋਰਟੈਂਟ ਵੀ ਹੈਗਾ, ਔਰ ਇਹਦੇ ਵਿੱਚ ਜਿਹੜੀ ਗੱਲ ਮੇਨ ਸਾਈਕੀ ਦੀ ਹੈ, ਜਿਹੜਾ ਮਾਈਂਡ ਸੈਟ ਹੈ ਜਾਂ ਸਾਡੀ ਜਿਹੜੀ ਦਿਮਾਗ ਦੀ ਵਾਇਰਿੰਗ ਆ ਉਹ ਕਿਹੋ ਜਿਹੀ ਹੋਈ ਹੋਈ ਆ, ਜਿਹੜੇ ਸਾਡੇ ਡਿਸੀਜਨ ਔਰ ਲਾਈਫ ਦੀਆਂ ਚੋਇਸਸ ਇੰਪੈਕਟ ਕਰਦੇ ਹੈਗੇ ਰਾਈਟ। ਸੋ ਇਹ ਇੰਪੋਰਟੈਂਟ ਹੈ, ਇਹਦੇ ਤੇ ਗੱਲ ਆਪਾਂ ਜਾਰੀ ਰੱਖਾਂਗੇ। ਮਨਜਿੰਦਰ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ? Yes, sir. I also just want to make a small comment that certain times ਅਸੀਂ ਬਹੁਤ ਜ਼ਿਆਦਾ important issue ਹੈ ਆਪਣੀ ਪੰਜਾਬੀ community especially because ਕੁਛ ਜਿਵੇਂ ਆਪਾਂ ਕਹਿੰਦੇ ਆ ਕਿ ਦੋ ਤਰ੍ਹਾਂ ਦੇ ਸਟੇਟਸ ਹੁੰਦੇ ਆ ਆਪਣੇ ਜੋ ਸਾਨੂੰ ਮਿਲਦੇ ਆ। ਇੱਕ ਹੈ ascribed status ਜੋ by birth, ਜੋ ਜੈਂਡਰ ਤੁਹਾਨੂੰ ਦਿੰਦਾ ਹੈ like being ਜਾਂ ਤੁਸੀਂ ਮੇਲ ਹੋ ਜਾਂ ਤੁਸੀਂ ਫੀਮੇਲ ਹੋ, but there are some statuses which are social status ਜੋ ਤੁਹਾਨੂੰ ਸੁਸਾਇਟੀ ਤੋਂ ਮਿਲਦੇ ਆ। ਤਾਂ ਉਸ ਸਟੇਟਸ ਦੇ ਨਾਲ ਨਾਲ ਆਪਣੀ ਕਮਿਊਨਿਟੀ ਉਹਦੇ ਨਾਲ ਰੋਲਸ ਵੀ ਅਸਾਈਨ ਕਰਦੀ ਹੈ। ਲਾਈਕ ਬੀਇੰਗ ਅ ਗਰਲ ਇਹ ਤੁਹਾਡੇ ਰੋਲਸ ਹੈ, ਜਾਂ ਬੀਇੰਗ ਅ ਫੀਮੇਲ ਇਹ ਤੁਹਾਡੇ ਰੋਲਸ ਹੈ, ਔਰ ਬੀਇੰਗ ਅ ਮੇਲ ਇਹ ਤੁਹਾਡੇ ਰੋਲਸ ਹੈ। ਲਾਈਕ ਫॉर ਐਗਜ਼ਾਮਪਲ ਜਨਰੇਸ਼ਨਸ ਟੂ ਜਨਰੇਸ਼ਨਸ ਪਾਸ ਔਨ ਕੀਤਾ ਜਾਂਦਾ ਹੈ ਕਿ ਬ੍ਰੈਡ ਅਰਨਰ ਜਿਹੜਾ ਹੈ ਉਹ ਮੇਲ ਨੂੰ ਹੀ ਕੰਸਿਡਰ ਕੀਤਾ ਜਾਂਦਾ ਹੈ ਰਾਈਟ, ਜਾਂ ਹਾਊਸ ਕੀਪਿੰਗ ਸਿਰਫ ਫੀਮੇਲ ਦੇ ਹਿੱਸੇ 'ਚ ਆਉਂਦੀ ਹੈ। ਸੋ ਇਸ ਜਿਹੜਾ ਪ੍ਰੋਟੋਕੋਲ ਜਿਹੜੇ ਇੰਨੇ ਜਨਰੇਸ਼ਨਸ ਤੋਂ ਚੱਲਦਾ ਆ ਰਿਹਾ ਹੈ, ਯੈਸ ਦੇਰ ਇਜ਼ ਅ ਟ੍ਰਾਂਜੀਸ਼ਨ, ਜਿਵੇਂ ਗਰਟ ਜੀ ਕਹਿ ਰਹੇ ਸੀ that coming from a metropolitan city myself, I am also raised in city ਚੰਡੀਗੜ੍ਹ, ਤਾਂ ਜਿੱਥੇ ਇਹ ਡਿਫਰੈਂਸ ਫੈਮਲੀਜ਼ ਵਿੱਚ ਬਹੁਤ ਘੱਟ ਹੈ। ਬਟ ਯੈਸ ਆਈ ਡੂ ਐਗਰੀ ਕਿ ਹਾਲੇ ਵੀ ਆਪਣੀ ਕਮਿਊਨਿਟੀ ਨੂੰ ਇਸ ਤੇ ਬਹੁਤ ਜ਼ਿਆਦਾ ਵਰਕ ਕਰਨ ਦੀ ਲੋੜ ਹੈ। ਔਰ ਸਤਪਾਲ ਜੀ ਦਾ ਪੁਆਇੰਟ ਮੈਨੂੰ ਬਹੁਤ ਜ਼ਿਆਦਾ ਅੱਛਾ ਲੱਗਿਆ ਕਿ ਜਦੋਂ ਬੱਚਾ ਬਾਹਰ ਨਿਕਲਦਾ ਹੈ ਤਾਂ ਉਹਨੂੰ ਕੋਈ ਡਿਫਰੈਂਸ ਨਹੀਂ ਲੱਗਦਾ। ਸਾਈਕੋਲੋਜੀਕਲ ਪੁਆਇੰਟ ਆਫ ਵਿਊ ਨਾਲ ਜੇ ਦੇਖਿਆ ਜਾਏ ਬੱਚੇ ਦੀ ਇੰਨੀ ਜ਼ਿਆਦਾ ਹੈਂਪਰ ਹੁੰਦੀ ਹੈ ਸਾਈਕੋਲੋਜੀਕਲ ਡਿਵੈਲਪਮੈਂਟ ਕਿ ਉਹ ਇੱਕ ਕੌਨਫਲਿਕਟ ਵਿੱਚ ਔਰ ਫਸ ਕੇ ਰਹਿ ਜਾਂਦਾ ਹੈ। ਉਹਨੂੰ ਇਹ ਨਹੀਂ ਸਮਝ ਆਉਂਦਾ ਕਿ ਬਾਹਰ ਦੀ ਦੁਨੀਆ ਮੈਨੂੰ ਇਹ ਦੇਖਦੀ ਹੈ ਪਰ ਘਰ ਮੈਨੂੰ ਇਹ ਕਿਉਂ ਡਿਸਕ੍ਰਿਮੀਨੇਸ਼ਨ ਜਾਂ ਡਿਸਪੈਰਿਟੀ ਜਾਂ ਇਨਇਕੁਐਲਿਟੀ ਬੇਅਰ ਕਰਨੀ ਪੈਂਦੀ ਹੈ। ਸੋ ਇਟ ਐਕਚੁਅਲੀ ਇਫੈਕਟ ਸਾਈਕੋਲੋਜੀਕਲ ਡਿਵੈਲਪਮੈਂਟ ਆਫ ਅ ਚਾਈਲਡ, ਕਿਉਂਕਿ ਉੱਥੇ ਉਹ ਇੱਕ ਕਲੈਸ਼ ਹਮੇਸ਼ਾ ਥਰੂ ਆਊਟ ਆਪਣੀ ਲਾਈਫ ਰਹਿੰਦਾ ਹੈ ਔਰ ਉਹ ਆਪਣੀ ਆਈਡੈਂਟੀਟੀ ਕ੍ਰਾਈਸਿਸ ਵਿੱਚ ਸਟਕ ਇਨ ਹੋ ਜਾਂਦਾ ਹੈ। ਉਹ ਆਪਣੀ ਆਈਡੈਂਟੀਟੀ ਨਹੀਂ ਐਸਟੈਬਲਿਸ਼ ਕਰ ਪਾਉਂਦਾ ਕਿ ਐਕਚੁਅਲ ਵਿੱਚ ਰਿਐਲਿਟੀ ਹੈ ਕੀ ਹੈ, ਜੋ ਮੈਂ ਬਾਹਰ ਦੇਖਦਾ ਜਾਂ ਜੋ ਮੈਂ ਆਪਣੇ ਘਰ ਦੇ ਅੰਦਰ ਫੀਲ ਕਰਦਾ।
ਸੋ ਇਹ ਚੀਜ਼ ਆਪਾਂ ਨੂੰ ਬੜੀ ਇੰਪੋਰਟੈਂਟ ਹੈਗੀ ਆ ਜਦ ਅਸੀਂ ਆਪਣੇ ਕਿਡਸ ਨੂੰ ਰੇਜ਼ ਕਰ ਰਹੇ ਹਾਂ, ਚਾਹੇ ਉਹ ਬॉय ਹੈ ਜਾਂ ਗਰਲ ਹੈ। ਦੈਟਸ ਵਾਟ ਆਈ ਵਾਂਟਡ ਟੂ ਸੇ। ਥੈਂਕ ਯੂ ਮਨਜਿੰਦਰ। ਨਾਰ ਜੀ। ਜੀ ਕਾਫੀ ਵਧੀਆ ਉਹਨਾਂ ਨੇ ਬਿਆਨ ਕਰਿਆ ਸਤਪਾਲ ਜੀ ਨੇ, ਪਰ ਮੇਰੇ ਇੱਕ ਦੋ ਸਵਾਲ ਹੈ ਜੀ। ਇੱਕ ਤਾਂ ਅਸੀਂ ਗੱਲ ਕਰਦੇ ਹਾਂ ਵੀ ਸਾਡੀ ਬੇਟੀ ਨੂੰ ਅਸੀਂ ਮੁੰਡਿਆਂ ਵਾਂਗੂ ਪਾਲੀਏ, ਇਹ ਅਸਲ 'ਚ ਗੱਲ ਟੁੱਟਣੀ ਚਾਹੀਦੀ ਹੈ। ਕਈ ਵਾਰੀ ਤਾਂ ਅਸੀਂ ਕਹਿੰਦੇ ਵੀ ਮੁੰਡੇ ਵੱਲ ਧਿਆਨ ਨਹੀਂ ਦਿੰਦੇ, ਮੁੰਡੇ ਨੂੰ ਰਿਸਪੌਂਸਿਬਿਲਿਟੀ ਨਹੀਂ ਸਿਖਾਉਂਦੇ, ਫਿਰ ਅਸੀਂ ਕਹਿੰਦੇ ਵੀ ਉਹਨੂੰ ਮੁੰਡਿਆਂ ਵਾਂਗੂ ਪਾਲਿਆ ਜਾਵੇ। ਮੇਰਾ ਕਹਿੰਦਾ ਇਹ ਗੱਲ ਇੱਕ ਟੁੱਟਣੀ ਚਾਹੀਦੀ ਹੈ। ਕਈ ਵਾਰੀ ਅਸੀਂ ਮੀਡੀਆ ਜਾ ਕੇ ਵੀ ਕਹਿ ਦਿੰਦੇ ਹਾਂ ਕਿਉਂ ਮੁੰਡਿਆਂ ਵਾਂਗੂ ਪਾਲਿਆ ਜਾਵੇ, ਇਹਦਾ ਮਤਲਬ ਮੁੰਡੇ ਜ਼ਿਆਦਾ ਬੈਟਰ ਹੁੰਦੇ ਨੇ ਜੀ। ਅਸੀਂ ਉਹਦੇ ਦਿਮਾਗ 'ਚ ਪਹਿਲਾਂ ਵੀ ਇਹ ਗੱਲ ਬਿਠਾਉਂਦੇ ਹਾਂ। ਇੱਕ ਤਾਂ ਇਹ ਪੁਆਇੰਟ ਬਿਲਕੁਲ ਹਟਣਾ ਚਾਹੀਦਾ, ਬੱਚਿਆਂ ਨੂੰ ਵਧੀਆ ਢੰਗ ਨਾਲ ਪਾਲਿਆ ਜਾਵੇ, ਨਾ ਕਿ ਕੁੜੀ ਨੂੰ ਮੁੰਡਿਆਂ ਵਾਂਗ ਪਾਲਿਆ ਜਾਵੇ ਜਾਂ ਕੋਈ ਸਾਡਾ ਮੁੰਡਾ ਤਾਂ ਕੁੜੀਆਂ ਵਰਗਾ ਹੈ। ਜੇ ਕੁੜੀ ਥੋੜਾ ਜਿਹਾ ਆਪਣੇ ਹੱਕਾਂ ਲਈ ਲੜਦੀ ਹੈ ਫਿਰ ਅਸੀਂ ਕਹਿੰਦੇ ਜੀ ਹਾਂ ਇਹ ਮੁੰਡਿਆਂ ਵਰਗੀ ਆ। ਮੇਰਾ ਮਤਲਬ ਇਹ ਗੱਲ ਥੋੜੀ ਜਿਹੀ ਟੁੱਟਣੀ ਚਾਹੀਦੀ ਹੈ। ਦੂਸਰਾ ਜਿਹੜਾ ਪੁਆਇੰਟ ਬਾਰ-ਬਾਰ ਇਹ ਆ ਰਿਹਾ ਵੀ ਜਿਹੜੇ ਘਰ 'ਚ ਕੁੜੀ ਨੂੰ ਤੁਸੀਂ ਬਰਾਬਰ ਵੀ ਪਾਲੋ, ਪਰ ਤਾਂ ਵੀ ਬਾਹਰ ਦੀ ਸੁਸਾਇਟੀ 'ਚ ਜਾ ਕੇ ਸਾਡੇ ਸਿਸਟਮ 'ਚ ਹਜੇ ਕਿਤੇ ਵੀ ਕੁੜੀਆਂ ਬਰਾਬਰ ਨਹੀਂ। ਵੱਡੀਆਂ ਜੋਬਾਂ 'ਚ ਦੇਖ ਲਓ ਤਾਂ ਵੀ ਹੈ ਨਹੀਂ, ਤੁਸੀਂ ਪੋਲੀਟੀਕਲ ਤੌਰ ਤੇ ਦੇਖ ਲਓ ਤਾਂ ਵੀ ਕੁੜੀਆਂ ਨੂੰ ਨਹੀਂ। ਕਿੱਥੇ ਉਹ ਨੋਮੀਨੇਸ਼ਨ ਲੜਨਗੀਆਂ, ਕਿਹਨਾਂ ਨੂੰ ਸ਼ਰਾਬਾਂ ਪਾਉਣਗੇ, ਜਿਹੜਾ ਸਿਸਟਮ ਅੱਜ ਬਣਿਆ ਹੋਇਆ। ਮੇਰਾ ਖਿਆਲ ਇਹ ਵੀ ਗੱਲ ਸਾਡੇ ਜਦੋਂ ਤੱਕ ਦਿਮਾਗ 'ਚੋਂ ਨਹੀਂ ਨਿਕਲਦੀ ਵੀ ਕੁੜੀਆਂ ਨੂੰ ਸਿਸਟਮ 'ਚ ਵੀ ਬਰਾਬਰਤਾ ਹੈ ਨਹੀਂ, ਬਿਲਕੁਲ ਨਹੀਂ। ਜਦੋਂ ਤੱਕ ਉੱਪਰੋਂ ਸਿਸਟਮ ਨਹੀਂ ਬਦਲਦਾ, ਜੇ ਕੋਈ ਪੇਰੈਂਟਸ ਕਰਦਾ ਵੀ ਹੈ ਉਹ ਗੱਲ ਨਹੀਂ ਹਟ ਸਕਦੀ। ਕਿੰਨੀਆਂ ਕੁੜੀਆਂ ਨੇ ਜਿਹੜੀਆਂ ਅੱਜ ਅੱਗੇ ਆ ਕੇ ਆਰਗੇਨਾਈਜੇਸ਼ਨਾਂ ਚਲਾ ਰਹੀਆਂ ਨੇ, ਫਾਈਟ ਕਰ ਰਹੀਆਂ ਨੇ। ਮੇਰਾ ਖਿਆਲ ਹੋ ਰਿਹਾ ਹੈ ਇਹ ਅੱਗੇ ਆ ਰਹੀਆਂ ਨੇ। ਕੁੜੀਆਂ ਸਮਝਦੀਆਂ ਨੇ ਕਿ ਅਸੀਂ ਕਿੱਥੇ ਪਿੱਛੇ ਹਾਂ, ਸਾਨੂੰ ਕਿਵੇਂ ਲੜਨ ਦੀ ਲੋੜ ਹੈ। ਜੇ ਵੀ ਬਹੁਤ ਬੰਦੇ ਆ ਕੇ ਹੱਕਾਂ ਦੀ ਉਸ ਕਿਸਮ ਦੀ ਗੱਲ ਕਰਦੇ ਆ ਜਿੱਥੇ ਕੁੜੀਆਂ ਨੇ ਆਪਣੇ ਆਪ ਆ ਕੇ ਕਰਨੀਆਂ ਨੇ। ਇੱਕ ਤਾਂ ਮੇਰਾ ਇਹ ਪੁਆਇੰਟ ਹੈ, ਦੋ ਤਿੰਨ ਸੁਝਾਅ ਜਿਹੜੇ ਮੈਂ ਬਾਅਦ 'ਚ ਦਊਂਗਾ, ਪਹਿਲਾਂ ਇਹ ਮੈਂ ਸਤਪਾਲ ਜੀ ਦੇ ਨਾਲ ਇਹ ਵੀ। ਇੱਕ ਤਾਂ ਆਹ ਦੋ ਗੱਲ, ਕਿ ਮੈਨੂੰ ਡਿਸਿਪਲਿਨ ਵਾਲੀ ਵੀ ਗੱਲ ਹੈ ਜਿਹੜਾ ਪੁਆਇੰਟ ਮੈਂ ਕਲੀਅਰ ਕਰਨਾ ਚਾਹੁੰਦਾ। ਸਤਪਾਲ ਜੀ ਤਾਂ ਡਿਪੈਂਡ ਕਰਦਾ ਹਰ ਘਰ ਦੀ ਸਿਚੁਏਸ਼ਨ। ਇੱਕ ਬੱਚਾ ਮੈਡੀਕਲ ਕਰਦਾ, ਉਹ ਇੰਨਾ ਜ਼ਿਆਦਾ ਬਿਜੀ ਹੈ, ਜੇ ਅਸੀਂ ਉਹਨੂੰ ਚਾਹ ਦੇ ਵੀ ਦਿਆਂਗੇ ਜਾਂ ਉਹਨੂੰ ਰੋਟੀ ਬੈਠੇ ਨੂੰ ਥੋੜਾ ਜਿਹਾ ਟਾਈਮ ਵੀ ਦੇ ਵੀ ਦਿੱਤੀ, ਉਹਦੀ ਸਿਚੁਏਸ਼ਨ ਤੇ ਡਿਪੈਂਡ ਕਰਦਾ। ਜੇ ਬੱਚਾ ਫ੍ਰੀ ਹੈ ਤਾਂ ਹੋਰ ਗੱਲ ਆ। ਡਿਸਿਪਲਿਨ ਤੇ ਮੈਂ ਬਿਲਕੁਲ ਹੱਥ 'ਚ ਨਹੀਂ ਕਿ ਛੋਟੇ ਛੋਟੇ ਬੱਚਿਆਂ ਨੂੰ ਤੁਸੀਂ ਇੰਨੇ ਟਾਈਮ ਤੇ ਟੇਬਲ ਤੇ ਬੈਠ ਕੇ ਰੋਟੀ ਖਾਣੀ ਹੈ, ਇੱਥੇ ਖਾਣੀ ਹੈ, ਕਿਉਂਕਿ ਅਸੀਂ ਨਹੀਂ ਕੀਤਾ। ਮੈਂ ਨਹੀਂ ਇਸ ਗੱਲ ਦੇ ਹੱਕ 'ਚ ਵੀ ਜੇ ਬੱਚਾ ਥੋੜੇ ਜਿਹੇ ਸੋਫੇ ਤੇ ਫੈਮਿਲੀ ਰੂਮ 'ਚ ਵੀ ਬੈਠ ਕੇ ਖਾ ਗਿਆ ਤਾਂ ਕਈ ਵਾਰੀ ਡਿਸਿਪਲਿਨ 'ਚ ਵੀ ਅਸੀਂ ਬੱਚਿਆਂ ਨੂੰ ਬਹੁਤ ਜ਼ਿਆਦਾ ਬੰਨ੍ਹ ਦਿੰਦੇ ਹਾਂ। ਮੈਨੂੰ ਲੱਗਦਾ ਥੋੜੀ ਜਿਹੀ ਖੁਦ ਦੇ ਲਈ ਇਹ ਮੇਰੇ ਜਸਟ ਪੁਆਇੰਟ ਨੇ। ਮੇਰਾ ਕੋਈ ਸਵਾਲ ਜੀ ਤਾਂ ਵੀ ਮੇਰੀ ਥੋੜਾ ਜਿਹਾ ਇਹਦੇ ਤੇ ਵੱਖਰੀ ਰਾਏ ਹੈ। Thank you, Ajla sahab. Jol sahab, you want to comment on this? Yes, of course. ਕਿਉਂਕਿ ਜਿਹੜਾ ਮੈਂ ਲਫ਼ਜ਼ ਆ ਨਾ ਵੀ ਇਹ ਮੁੰਡਿਆਂ ਨੂੰ ਕੁੜੀਆਂ ਵਾਂਗੂ ਪਾਲਿਆ ਜਾਵੇ ਜਾਂ ਕੁੜੀਆਂ ਨੂੰ ਮੁੰਡਿਆਂ ਵਾਂਗੂ ਪਾਲਿਆ ਜਾਵੇ, ਜਾਣੀ ਮੈਂ ਇਹ ਬਹੁਤ ਕੇਅਰਫੁਲੀ ਯੂਜ਼ ਕਰਦਾ ਹੁੰਦਾ। ਇਹ ਮੈਂ ਅੱਜ ਪਹਿਲੀ ਵਾਰੀ ਨਹੀਂ ਕਿਹਾ ਵੀ ਮੈਂ ਕਿਉਂ ਇੱਦਾਂ ਯੂਜ਼ ਕਰਦਾ। ਆਈ ਕੈਨ ਐਲੈਬੋਰੇਟ ਔਨ ਦੈਟ। ਸਭ ਤੋਂ ਪਹਿਲਾਂ ਤਾਂ ਇਹ ਹੈ ਵੀ ਜਾਣੀ ਥੋੜ੍ਹਾ ਜਿਹਾ ਮੈਨੂੰ ਉੱਥੇ ਪ੍ਰੋਬਲਮ ਹੁੰਦੀ ਉਹਨਾਂ ਪੇਰੈਂਟਸ ਦੇ ਨਾਲ ਵੀ ਜਾਣੀ ਕਿ ਸਾਡੇ ਘਰੇ ਮੁੰਡਾ ਤਾਂ ਕੋਈ ਹੈ ਨਹੀਂ, ਪਰ ਅਸੀਂ ਕੁੜੀਆਂ ਨੂੰ ਮੁੰਡਿਆਂ ਵਾਂਗੂ ਰੱਖਦੇ ਹਾਂ। ਮੈਂ ਕਈ ਵਾਰੀ ਉਹਨੂੰ ਪੁੱਛਦਾ ਹੁੰਦਾ ਵੀ ਤੁਸੀਂ ਜਾਣੀ ਮੁੰਡਿਆਂ ਨੂੰ ਕੁੜੀਆਂ ਵਾਂਗੂ ਕਿਉਂ ਨਹੀਂ ਰੱਖਦੇ, ਹੈ ਨਾ। ਫੇਰ ਨਹੀਂ ਜਾਣੀ ਵੀ ਅਸੀਂ ਇਹ ਸਾਡੀ ਇਨਬਿਲਟ ਕਿਤੇ ਬਲੱਡ ਦੇ ਵਿੱਚ ਹੀ ਆ ਵੀ ਮੁੰਡਾ ਹੀ ਆ ਸਭ ਕੁਛ, ਮੁੰਡਾ ਹੀ ਆ ਸਭ ਕੁਛ। ਕੁੜੀਆਂ ਜਾਣੀ ਕਿ ਭਾਵੇਂ 8 ਹੋ ਜਾਣ ਘਰ ਦੇ ਵਿੱਚ, ਨਹੀਂ ਤਸੱਲੀ ਉਹਨਾਂ ਚਿਰ ਮੁੰਡਾ ਹੈ ਨਹੀਂ, ਭਰਾ ਹੈ ਨਹੀਂ। ਜਾਣੀ ਉਹਨਾਂ ਚਿਰ ਉਹ ਪਰਿਵਾਰ ਨੇ, ਪੂਰੀ ਫੈਮਿਲੀ ਨੇ ਵਿਚਾਰਾ ਹੀ ਬਣਿਆ ਰਹਿਣਾ ਜਿੰਨਾ ਚਿਰ ਘਰ ਦੇ ਵਿੱਚ ਮੁੰਡਾ ਨਹੀਂ ਆਊਗਾ। ਉਸ ਪੱਖ ਤੋਂ ਮੇਰੇ ਕਹਿਣ ਦਾ ਮਤਲਬ ਇਹ ਆ ਵੀ ਜੋ ਕੁਛ ਹੁਣ ਅਸੀਂ ਸਮਾਜ ਦੇ ਵਿੱਚ ਪਿਛਲੇ 30 ਕੁ ਸਾਲਾਂ ਦੇ ਵਿੱਚ ਡਿਵੈਲਪਮੈਂਟ ਮੈਂ ਦੇਖੀ ਆ ਵੀ ਕੁੜੀਆਂ ਮਾਰ ਕੇ ਲੋਕਾਂ ਨੇ ਮੁੰਡੇ ਜੰਮੇ, ਤੇ ਜੋ ਇਸ ਵੇਲੇ ਰਿਜ਼ਲਟ ਪ੍ਰਾਪਤ ਹੋ ਰਹੇ ਵੀ ਉਹ ਮੁੰਡੇ ਵੱਡੇ ਹੋ ਕੇ, ਮੈਨੂੰ ਇਹ ਲੱਗਦਾ ਹੁੰਦਾ ਦੇਖ ਕੇ ਵੀ ਜੇ ਕੁੜੀਆਂ ਦੀ ਲਾਈਫ ਪੀਸਫੁਲ ਬਾਅਦ ਦੇ ਵਿੱਚ ਰਹਿੰਦੀ ਆ, ਆਪਾਂ ਜਨਰਲਾਈਜ਼ ਕਿਸੇ ਚੀਜ਼ ਨੂੰ ਨਹੀਂ ਕਰ ਸਕਦੇ, ਪਰ ਮੈਜੋਰਟੀ ਗਰਲਜ਼ ਦੀ ਜਿਹੜੀ ਲਾਈਫ ਆ ਉਹ ਮੱਚ ਡਿਸਿਪਲਿਨਡ, ਮੱਚ ਕ੍ਰਾਈਮ ਫਰੀ, ਤੇ ਬਹੁਤ ਵਧੀਆ ਤਰੀਕੇ ਦੇ ਨਾਲ ਜਾਣੀ ਕਿ ਉਹ ਆਪਣੇ ਆਪ ਨੂੰ, ਆਪਣੀ ਲਾਈਫ ਨੂੰ ਮੇਨਟੇਨ ਕਰਦੀਆਂ। ਆਪਣੇ ਸਮਾਜ ਦੇ ਵਿੱਚ ਆਪਾਂ ਦੇਖਦੇ ਹਾਂ, ਪੰਜਾਬ ਦੇ ਵਿੱਚ ਦੇਖ ਲਓ ਜਾਂ ਇੱਥੇ ਵੀ ਦੇਖ ਲਓ। ਦੂਸਰਾ ਇਹ ਹੈ ਜੀ ਵੀ ਮੈਂ ਤਦੇ ਕਰਕੇ ਕਹਿੰਦਾ ਵੀ ਉਹੀ ਡਿਸਿਪਲਿਨ ਜਿਹੜਾ ਅਸੀਂ ਲੜਕੀਆਂ 'ਚ ਲਿਆ ਸਕਦੇ ਹਾਂ, ਸਾਡੇ ਫੈਮਿਲੀ ਮੈਂਬਰ ਲੜਕਿਆਂ 'ਚ ਕਿਉਂ ਨਹੀਂ ਲਿਆ ਸਕਦੇ? ਕਿਉਂਕਿ ਅਸੀਂ ਲੜਕਿਆਂ ਨੂੰ ਲੂਜ਼ ਛੱਡਿਆ ਹੋਇਆ, ਜਿੱਦਾਂ ਪਹਿਲਾਂ ਵੀ ਭੈਣ ਜੀ ਨੇ ਡਿਸਕਸ ਕੀਤਾ। ਸੋ ਮੈਂ ਉਸ ਲੂਜ਼ ਛੱਡਣ ਦੀ ਸਟਰੀਮ ਦੀ ਗੱਲ ਕੀਤੀ ਆ
ਵੀ ਲੜਕੀਆਂ ਵਾਂਗੂ ਲੜਕਿਆਂ ਨੂੰ ਪਾਲਿਆ ਜਾਣਾ ਚਾਹੀਦਾ। ਮੇਰੇ ਕਹਿਣ ਦਾ ਮਤਲਬ ਇਹ ਨਹੀਂਗਾ ਵੀ ਅਸੀਂ ਇੱਕ ਜੈਂਡਰ ਨੂੰ ਦੂਸਰੇ ਜੈਂਡਰ ਦੇ ਵਾਂਗੂ ਦੀ ਗੱਲ ਨਹੀਂ ਹੈ ਇੱਥੇ, ਵੀ ਜਿਹੜਾ ਡਿਸਿਪਲਿਨ ਅਸੀਂ ਲੜਕੀਆਂ 'ਚ ਲਿਆਉਂਦੇ ਆਪਣੀ ਵਿਜ਼ਡਮ ਦੇ ਨਾਲ ਤੇ ਖਿਆਲ ਰੱਖ ਕੇ, ਉਸੇ ਤਰੀਕੇ ਨਾਲ ਜੇ ਅਸੀਂ ਚੱਲੀਏ ਤੇ ਫਿਰ ਜਿਹੜਾ ਅਸੀਂ ਬੁਆਇਜ਼ ਤੇ ਵੀ ਵਧੀਆ ਤਰੀਕੇ ਦੇ ਨਾਲ ਸਮਾਜ ਦੇ ਵਿੱਚ ਕੰਮ ਕਰ ਸਕਦੇ ਹਾਂ, ਸਮਾਜ ਨੂੰ ਅੱਛੇ ਸਿਟੀਜ਼ਨ ਬੁਆਇਜ਼ ਦੇ ਰੂਪ ਦੇ ਵਿੱਚ ਵੀ ਦੇ ਸਕਦੇ ਜਿੱਦਾਂ ਕਿ ਅਸੀਂ ਲੜਕੀਆਂ ਦੇ ਰਹੇ। ਮੇਰੇ ਕਹਿਣ ਦਾ ਮਤਲਬ ਇਹ ਹੈ। ਦੂਸਰਾ ਇਹ ਹੈ ਜੀ ਵੀ ਜਿਹੜਾ ਇਹ ਇਨ ਇਕੁਐਲਿਟੀ ਜਿਹੜੀ ਆ ਗੱਲ ਹੈ, ਤਾਂ ਮੈਂ ਸਮਝਦਾ ਵੀ ਕੈਨੇਡਾ ਵਰਗੇ ਸਮਾਜ ਦੇ ਵਿੱਚ ਆ ਕੇ ਜੇ ਸਾਨੂੰ ਲੱਗੇ ਵੀ ਇੱਥੇ ਇਨ ਇਕੁਐਲਿਟੀ ਜਿਹੜੀ ਆ ਸਿਸਟਮ 'ਚ ਐਗਜ਼ਿਸਟ ਕਰਦੀ ਆ, ਤੇ ਮੈਂ ਸਮਝਾਂਗਾ ਵੀ ਸਿਸਟਮ ਨੂੰ ਥੋੜ੍ਹਾ ਜਿਹਾ ਹੋਰ ਰਿਵਿਊ ਸਾਨੂੰ ਥੋਰੋਲੀ ਕਰ ਲੈਣਾ ਚਾਹੀਦਾ। ਇਹ ਬੜੀ ਸਪਸ਼ਟ ਗੱਲ ਆ ਅੱਜ ਦੇ ਸਮੇਂ ਦੀ ਕੈਨੇਡਾ ਦੀ ਇਹ ਰਿਐਲਿਟੀ ਆ ਵੀ ਇੱਥੋਂ ਦੇ ਸਿਸਟਮ ਦੇ ਵਿੱਚ ਜੈਂਡਰ ਬੇਸਡ ਜਿਹੜਾ ਆ ਆਪਾਂ ਡਿਸਕ੍ਰਿਮੀਨੇਸ਼ਨ ਆਪਾਂ ਦੇਖਦੇ ਹਾਂ ਵੀ ਉਸ 'ਤੇ ਕਾਫੀ ਕੰਮ ਵੀ ਹੋਇਆ, ਤੇ ਪ੍ਰੈਕਟੀਕਲੀ ਆਪਾਂ ਨੂੰ ਦੇਖਣ ਨੂੰ ਵੀ ਮਿਲਦਾ ਵੀ ਕੋਈ ਐਸਾ ਫੀਲਡ ਨਹੀਂ ਆ ਜਿੱਥੇ ਫੀਮੇਲਜ਼ ਦੀ ਲੜਕੀਆਂ ਦੀ ਚੜ੍ਹਤ ਨਾ ਹੋਵੇ। ਸੋ ਮੈਂ ਇਸ ਗੱਲ ਨਾਲ ਸਹਿਮਤ ਨਹੀਂ ਵੀ ਕੈਨੇਡਾ ਦੇ ਸਿਸਟਮ ਦੇ ਵਿੱਚ ਇਨ ਇਕੁਐਲਿਟੀ ਆ। ਜਿਹੜੀ ਆਪਾਂ ਗੱਲ ਕਰ ਰਹੇ ਹਾਂ ਵੀ ਇਹ ਜਿਹੜੀ ਆਪਾਂ ਇੰਪੋਰਟ ਕੀਤੀ ਆ ਆਪਣੀ ਸੋਸਾਈਟਲ ਇਨ ਇਕੁਐਲਿਟੀ ਦਿਮਾਗਾਂ ਦੇ ਵਿੱਚ, ਇੱਥੇ ਵੱਖ-ਵੱਖ ਭਾਈਚਾਰਿਆਂ ਨੇ, ਇਕੱਲਾ ਜ਼ਰੂਰੀ ਨਹੀਂ ਵੀ ਆਪਾਂ ਜਿਹੜੇ ਵੀ ਜਾਣੀ ਆਪਾਂ ਕਲਚਰ ਨਾਲ ਲੈ ਕੇ ਆਏ ਹਾਂ, ਉਹਦੇ ਵਿੱਚ ਜਿਹੜੀ ਇਹ ਇਨ ਇਕੁਐਲਿਟੀ ਦੀ ਸਟਰੀਮ ਆ ਉਹ ਅਸੀਂ ਇੰਪੋਰਟ ਕੀਤੀ ਆ, ਜਿਸ ਕਰਕੇ ਆਪੋ ਆਪਣੇ ਕਮਿਊਨਿਟੀ ਦੇ ਸਰਕਲ ਦੇ ਵਿੱਚ ਵਿਚਰਦਿਆਂ ਸਾਨੂੰ ਲੱਗਦਾ ਵੀ ਕੈਨੇਡਾ ਦੇ ਵਿੱਚ ਇਨ ਇਕੁਐਲਿਟੀ ਆ, ਪਰ ਇਹ ਸੱਚਾਈ ਨਹੀਂ। ਕੈਨੇਡਾ ਦੇ ਸਿਸਟਮ ਵਿੱਚ ਕਿਤੇ ਇਨ ਇਕੁਐਲਿਟੀ ਨਹੀਂ ਹੈਗੀ। ਚਲੋ ਅਸੀਂ ਐਕਸੈਪਸ਼ਨਸ ਤਾਂ ਹਰ ਜਗ੍ਹਾ ਹੁੰਦੀਆਂ ਹੀ ਆ, ਪਰ ਇਨ ਜਨਰਲ ਨਹੀਂ। ਪਰ ਸੋਸਾਈਟਲ ਇਨ ਇਕੁਐਲਿਟੀ ਦੀ ਤਾਂ ਆਪਾਂ ਗੱਲ ਕਰ ਹੀ ਰਹੇ ਹਾਂ। ਕੋਈ ਕਿਤੇ ਨਹੀਂ, ਪਰ ਮੈਂ ਜਸਟ ਇੰਨਾ ਕਿ ਕਹਿਣਾ ਚਾਹੁੰਦਾ ਵੀ ਇਸ ਗੱਲ ਤੇ ਤਾਂ ਬਹੁਤ ਵੱਡੀ ਫਾਈਟ ਹੋ ਰਹੀ ਹੈ ਜੀ। ਚਾਹੇ ਤੁਸੀਂ ontario ਦੇ ਲੇਬਰ ਬੋਰਡ ਦੀ ਗੱਲ ਕਰ ਲਓ, ਇਹ ਤਾਂ ਸਰਵੇ ਨੇ ਜੀ ਵੀ ਅਜੇ ਵੀ ਔਰਤਾਂ ਨੂੰ ਬਰਾਬਰ ਕੰਮ ਦੀ ਬਰਾਬਰ ਤਨਖਾਹ ਨਹੀਂ ਮਿਲਦੀ, ਉਹਦੇ ਲਈ ਫਾਈਟ ਕੀਤਾ ਜਾ ਰਿਹਾ ਜੀ। ਇਹਨੂੰ ਤੁਸੀਂ ਜਦ ਮਰਜੀ ਸਰਵੇ ਕੱਢੋ, ਜਿਹੜੀਆਂ ਬਰਾਬਰ ਦੀਆਂ ਔਰਤਾਂ ਨੇ, ਜਿਵੇਂ ਹੁਣ ਤੁਸੀਂ ਇੱਥੇ ਹੀ ਲੈ ਲਓ, ਹਾਕੀ ਔਰਤਾਂ ਵੀ ਖੇਡਦੀਆਂ ਨੇ, ਹਾਕੀ ਮੁੰਡੇ ਵੀ ਖੇਡਦੇ ਆ, ਸੌਕਰ ਖੇਡਦੇ ਆ ਮੁੰਡੇ, ਸੌਕਰ ਕੁੜੀਆਂ ਖੇਡਦੀਆਂ ਨੇ। ਉੱਥੇ ਮਿਲੀਅਨਸ ਆਫ ਡਾਲਰ ਦਾ ਫਰਕ ਹੈ। ਜੇ ਇੱਕ ਔਰਤ ਨੂੰ ਤੁਸੀਂ ਟੀਮ ਨੂੰ ਇਹ 50,000 ਦਿੰਦੇ ਆ ਤਾਂ ਫਿਰ ਮੁੰਡੇ ਦੀ ਟੀਮ ਨੂੰ $1 ਮਿਲੀਅਨ ਹੈ, ਤੇ ਕੇਸ ਵੀ ਕੀਤਾ ਗਿਆ ਕੋਰਟ ਦੇ ਵਿੱਚ। ਸੋ ਇਸ ਕਿਸਮ ਦੇ ਵੱਡੇ ਫਰਕ ਨੇ ਜਿਹੜੇ ਪ੍ਰੈਕਟੀਕਲੀ ਇੱਥੇ ਦਾ ਮੀਡੀਆ ਵੀ, ਇੱਥੇ ਦੇ ਲੋਕ ਵੀ, ਇੱਥੇ ਦੀਆਂ ਯੂਨੀਅਨ ਇਸ ਗੱਲ ਤੇ ਫਾਈਟ ਕਰਦੇ ਨੇ। ਕੋਈ ਮੇਰੀ ਪਰਸੈਪਸ਼ਨ ਨਹੀਂ ਹੈਗੀ, ਮੈਂ ਫੈਕਟ ਬੇਸ ਤੇ ਜਿਹੜੀ ਗੱਲ ਕਰ ਰਿਹਾ, ਇਹਦੇ ਤੇ ਅਸੀਂ ਬਹੁਤ ਜ਼ਿਆਦਾ ਵਾਰੀ ਫਾਈਟ ਹੋ ਰਹੀ ਹੈ। ਜੇ ਲੇਬਰ ਕੋਰਟ 'ਚ ਵੀ ਹੋ ਰਹੀ ਹੈ, ਔਰਤਾਂ ਨੂੰ ਤਾਂ ਬਰਾਬਰ ਦਾ ਕੰਮ ਕਰਨ ਤੇ ਸੇਮ ਇਹ ਬੰਦਾ ਕਰ ਰਿਹਾ, ਉਹਨਾਂ ਨੂੰ ਬਰਾਬਰ ਦੀ ਤਨਖਾਹ ਨਹੀਂ ਆਉਂਦੀ ਕੈਨੇਡਾ ਦੇ ਵਿੱਚ। ਇਹ ਪ੍ਰੂਵਨ ਹੈ ਜੀ। ਥੈਂਕ ਯੂ ਨਾਰ ਜੀ। ਹੁਣ ਆਪਾਂ ਅੱਜ ਦਾ ਜਿਹੜਾ ਆਪਣਾ ਬੇਸਿਕ ਟੌਪਿਕ ਆ, ਮੈਂ ਉਹਦੇ ਤੇ ਆਉਣਾ ਕਿ ਜਿਹੜੀਆਂ ਖਾਸ ਕਰਕੇ ਅਸੀਂ ਇੱਥੇ ਜਿਹੜਾ ਰਿਲੇਸ਼ਨਸ਼ਿਪ ਇਸ਼ੂ ਦੇ, ਖਾਸ ਕਰਕੇ ਡੋਮੈਸਟਿਕ ਵਾਇਲੈਂਸ ਜਿਨ੍ਹਾਂ ਗੱਲਾਂ ਕਰਕੇ ਹੁੰਦਾ ਜਾਂ ਰਿਲੇਸ਼ਨਸ਼ਿਪ ਖਰਾਬ ਹੁੰਦੀ ਆ, ਉਹਦੇ ਵਿੱਚ ਜਿਹੜੀਆਂ ਖਾਸ ਕਰਕੇ ਰਿਸਪੌਂਸਿਬਿਲਿਟੀ ਦੀਆਂ ਗੱਲਾਂ ਹੁੰਦੀਆਂ ਨੇ ਹੈਲਥੀ ਰਿਲੇਸ਼ਨਸ਼ਿਪ ਦੀਆਂ, ਉਹਦੇ ਵਿੱਚ ਇਹ ਦੇਖਣ 'ਚ ਇਹ ਪਾਇਆ ਗਿਆ, ਬਲਦੇਵ ਜੀ ਇਹਦੇ ਉੱਤੇ ਜ਼ਿਆਦਾ ਡਿਟੇਲ ਦੇ ਵਿੱਚ ਐਕਸਪਲੇਨ ਕਰਨਗੇ। ਦੇਖਣ ਦੇ ਵਿੱਚ ਇਹ ਪਾਇਆ ਗਿਆ ਹੈਗਾ ਕਿ ਔਰਤਾਂ ਜ਼ਿਆਦਾ ਕੰਪਰੋਮਾਈਜ਼ ਵਾਲੀ ਸਥਿਤੀ ਦੇ ਵਿੱਚ ਰਹਿੰਦੀਆਂ ਨੇ, ਜਾਂ ਐਡਜਸਟਮੈਂਟ ਵਾਲੀ ਪੁਆਇੰਟ ਜਿਹੜਾ ਉਹਨਾਂ ਨੂੰ ਸਿਖਾਇਆ ਜਾਂਦਾ ਹੈ। ਸਰਟਨ ਰਿਸਪੌਂਸਿਬਿਲਿਟੀ ਜਿਹੜੀਆਂ ਹੁੰਦੀਆਂ ਨੇ ਉਹ ਉਹਨਾਂ ਦੇ ਵਿੱਚ ਗੈਪ ਹੈ। ਬੇਸ਼ੱਕ ਜਿਸ ਤਰ੍ਹਾਂ ਗੱਲ ਕੀਤੀ ਹੈਗੀ ਆ ਮਨਜਿੰਦਰ ਨੇ ਕਿ ਮੁੰਡੇ ਨੂੰ ਜਾਂ ਬੰਦੇ ਨੂੰ ਹੀ ਕਿਉਂ ਕਿਹਾ ਜਾਂਦਾ ਹੈਗਾ ਕਿ ਘਰ ਦਾ ਬ੍ਰੈਡ ਅਰਨਰ ਆ, ਔਰ ਇਹਦੀ ਰਿਸਪੌਂਸਿਬਿਲਿਟੀ ਆ, ਜਦ ਕਿ ਕੰਮ ਦੋਨੋਂ ਬਰਾਬਰ ਦੇ ਕਰਦੇ ਆ। ਸੋ ਇਦਾਂ ਦੇ ਕੁਝ ਜਿਹੜੇ ਇਸ਼ੂ ਹੈਗੇ ਆ, ਉਹਨਾਂ ਦੇ ਉੱਤੇ ਆਪਾਂ ਡਿਟੇਲ 'ਚ ਗੱਲ ਕਰਾਂਗੇ। ਆਈ ਵਾਂਟ ਵਨ ਕਮੈਂਟ ਬਲਦੇਵ ਜੀ ਤੁਹਾਡੇ ਤੋਂ, ਫਿਰ ਮੈਂ ਉਹਨਾਂ ਨੂੰ ਆਪਣੇ ਹਰਜੀਤ ਜੀ, ਉਹਨਾਂ ਦੇ ਕੁਝ 2-3 ਪੁਆਇੰਟ ਹੈਗੇ ਆ, ਫਿਰ ਉਸ ਤੋਂ ਬਾਅਦ ਤੁਸੀਂ ਸਾਨੂੰ ਅੱਜ ਦੇ ਟੌਪਿਕ ਦੇ ਉੱਤੇ ਡਿਟੇਲ ਦੇ ਵਿੱਚ ਦੱਸਿਓ। ਪਰ ਇਸ ਚੀਜ਼ ਦੇ ਉੱਤੇ ਮੈਂ ਤੁਹਾਡੇ ਤੋਂ ਇੱਕ ਕਮੈਂਟ ਚਾਹੁੰਦਾ ਬਲਦੇਵ ਜੀ, ਪਲੀਜ਼। ਸੋ ਮੈਂ ਮਤਲਬ ਕਿ ਕੁਝ ਇਸ ਤਰ੍ਹਾਂ ਸੋਚਦਾ ਕਿ ਆਈ ਥਿੰਕ ਜਿਹੜੀਆਂ ਸਰਟਨ ਆਪਣੇ, ਅਗਰ ਆਪਾਂ ਸਿਰਫ ਪਿਓਰਲੀ ਆਪਣੇ ਕਲਚਰ ਨੂੰ ਮੁੱਖ ਰੱਖ ਕੇ ਗੱਲ ਕਰੀਏ, ਆਪਣੇ ਨਾ ਸਰਟਨ ਇਨਹਰੈਂਟ, ਮੈਨੂੰ ਲੱਗਦਾ ਆਪਣੇ ਇਨਹਰੈਂਟ ਵੀਕਨੈਸਿਸ ਆ। ਇੱਕ ਤਾਂ ਜਿਹੜੀ ਮੈਨੂੰ ਲੱਗਦਾ ਇਨਹਰੈਂਟ ਵੀਕਨੈਸ ਆ ਉਹ ਹੈਗੀ ਕਿ ਜਿਹੜੀ ਬ੍ਰਿਟਿਸ਼ ਕਲੋਨੀਅਲਿਸਟ ਦੀ ਲੈਗੇਸੀ ਆ, ਕਿ ਉਹਨਾਂ ਨੇ ਸਰਟਨ ਕਮਿਊਨਿਟੀਜ਼ ਨੂੰ
ਇਹ ਕਰਾਰ ਦਿੱਤਾ ਕਿ ਤੁਸੀਂ ਬਹੁਤ ਜ਼ਿਆਦਾ ਬਰੇਵ ਹੋ, ਬਹੁਤ ਜ਼ਿਆਦਾ ਤੁਸੀਂ ਮਤਲਬ ਕਿ ਤਾਕਤਵਰ ਹੋ, ਬਹੁਤ ਜ਼ਿਆਦਾ ਤੁਸੀਂ ਹਿੰਮਤ ਵਾਲੇ ਹੋ। ਉਹ ਜਿਹੜੀਆਂ ਉਹਨਾਂ ਨੇ ਮਾਰਸ਼ਲ ਰੇਸ ਦਾ ਕਨਸੈਪਟ ਦੇਤਾ ਵੀ ਤੁਸੀਂ ਬਹੁਤ ਵਧੀਆ ਲੜਾਕੇ ਹੋ, ਤੁਸੀਂ ਫੌਜ 'ਚ ਭਰਤੀ ਹੋਵੋ, ਤੇ ਅਸੀਂ ਉਸ ਚੀਜ਼ ਨੂੰ ਐਕਸੈਪਟ ਕਰ ਲਿਆ। ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਸਾਡੀ ਹਾਈਪਰ ਮੈਸਕੁਲਿਨਿਟੀ ਜਿਹੜੀ ਆ ਸਾਈਕੀ 'ਚ ਇਹ ਘਰ ਘਰ ਗਈ ਕਿ ਸਾਡੇ ਨਾਲ ਦਾ ਹੋਰ ਕੋਈ ਤਾਕਤਵਰ ਇਨਸਾਨ ਨਹੀਂ, ਤੇ ਅਸੀਂ ਬਹੁਤ ਵਧੀਆ ਲੜਾਕੂ ਹਾਂ ਤੇ ਅਸੀਂ ਲੜ ਪੈਣਾ। ਮੈਨੂੰ ਲੱਗਦਾ ਉਹ ਕਿਤੇ ਨਾ ਕਿਤੇ ਉਹ ਜਿਹੜੀ ਲੈਗੇਸੀ ਆ ਉਹ ਬ੍ਰਿਟਿਸ਼ ਕਲੋਨੀਅਲਿਸਟ ਦੀ, ਉਹ ਆਪਾਂ ਨੇ ਬਾਈ ਇਨ ਕਰ ਲਿਆ। ਵਰਨਾ ਇਹ ਕਿਵੇਂ ਹੋ ਸਕਦਾ ਸੀਗਾ ਕਿ ਸਿੱਖ ਕਮਿਊਨਿਟੀ 90,000 ਸਿੱਖ ਫਸਟ ਵਰਲਡ ਵਾਰ 'ਚ ਮਰੇ ਤੇ ਇੰਨੇ ਕੁ ਹੀ 90,000 ਦੇ ਕਰੀਬ ਸਿੱਖ ਸੈਕੰਡ ਵਰਲਡ ਵਾਰ 'ਚ ਮਰੇ, ਤੇ ਅਸੀਂ ਹਜੇ ਵੀ ਉਹਨਾਂ ਦੀਆਂ ਬਹਾਦਰੀ ਦੇ ਜਾਨੀ ਕਿੱਸੇ ਸੁਣਦੇ ਹਾਂ ਕਿ ਸਾਡੇ ਸਿੱਖ ਬੜੀ ਬਹਾਦਰੀ ਨਾਲ ਲੜੇ। ਕਿਹਦੇ ਵਾਸਤੇ ਲੜੇ ਹਜੇ ਆਪਾਂ ਨੇ ਇਸ ਚੀਜ਼ ਦਾ ਡਿਸਕਸ਼ਨ ਨਹੀਂ ਕੀਤੀ। ਸੋ ਮੈਂ ਕਹਿੰਦਾ ਵੀ ਕਿਤੇ ਨਾ ਕਿਤੇ ਸਾਨੂੰ ਇਹ ਇੱਕ ਕਿਸਮ ਦੀ ਉਹਨਾਂ ਨੇ ਇਸ ਚੀਜ਼ 'ਚ ਸਾਨੂੰ ਕਰਤਾ ਕਿ ਤੁਹਾਨੂੰ ਡਰਨ ਦੀ ਲੋੜ ਨਹੀਂ ਗੀ, ਤੁਸੀਂ ਬਹਾਦਰ ਕੌਮ ਹੋ, ਤੁਸੀਂ ਇਹਦੇ ਉੱਤੇ ਤੁਸੀਂ ਆਪਾਂ ਮਤਲਬ ਕਿ ਕੋਈ ਵੀ ਗੱਲ ਹੋਵੇ ਤੁਸੀਂ ਲੜ ਕੇ ਜਾਂ ਕਿਸੇ ਤਰੀਕੇ ਨਾਲ ਤੁਸੀਂ ਉਹਨੂੰ ਕਰ ਲਓ। ਮੈਨੂੰ ਲੱਗਦਾ ਕੁਝ ਹੱਦ ਤੱਕ ਸਾਡੀ ਜਿਹੜੀ ਪੰਜਾਬ ਦੀ ਜਿਹੜੀ ਇਹ ਹੈਗੀ ਆ, ਇਹ ਬ੍ਰਿਟਿਸ਼ ਕਲੋਨੀਅਲਿਸਟ ਨੇ ਮਹਾਰਾਜਾ ਰਣਜੀਤ ਸਿੰਘ ਦੀ ਡੈਥ ਤੋਂ ਬਾਅਦ ਇਹ ਪ੍ਰਚਲਿਤ ਕੀਤਾ, ਤੇ ਉਹਨਾਂ ਨੇ ਇਹ ਸਲਟਨ ਜਿਹੜੀਆਂ ਮੇਰਾ ਖਿਆਲ 'ਚ ਇਹ ਫਲਾਈਆਂ ਆਪਣੇ ਰਾਜ ਨੂੰ ਕਾਇਮ ਰੱਖਣ ਲਈ, ਉਹਦੇ ਚੋਂ ਇੱਕ ਜਿਹੜੀ ਨੈਗੇਟਿਵ ਇਫੈਕਟ ਆਪਣੀ ਸਾਈਕੀ ਤੇ ਹੋਇਆ, ਨਾਰਥ ਇੰਡੀਅਨ ਸਾਈਕੀ ਤੇ ਹੋਇਆ, ਔਰ ਖਾਸ ਕਰਕੇ ਪੰਜਾਬ ਦੀ ਕਲੈਕਟਿਵ ਸਾਈਕੀ ਤੇ ਹੋਇਆ ਕਿ ਅਸੀਂ ਬਹੁਤ ਬਹਾਦਰ ਹਾਂ। ਉਹ ਮੈਨੂੰ ਲੱਗਦਾ ਉਹ ਕਿਤੇ ਨਾ ਕਿਤੇ ਸਾਨੂੰ ਉਹ ਸਾਡੇ ਰਿਲੇਸ਼ਨਸ਼ਿਪ ਦੇ ਵਿੱਚ ਰੋੜਾ ਅਟਕਾਉਂਦੀ ਆ ਵੀ ਉਸ ਵੈਸੇ ਹੀ ਦੁਨੀਆ ਦੇ ਵਿੱਚ ਜਿਵੇਂ ਨਾਰ ਜੀ ਕਹਿੰਦੇ ਆ ਵੀ ਪੇਟਰੀਆਰਕੀ ਆ, ਕੈਨੇਡਾ ਦੇ ਵਿੱਚ ਵੀ ਔਰਤਾਂ ਨੂੰ ਉਨੇ ਹੱਕ ਨਹੀਂ ਮਿਲੇ ਸਲਟਨ ਚੀਜ਼ਾਂ 'ਚ ਜਿੰਨੇ ਹਜੇ ਮਿਲਣੇ ਚਾਹੀਦੇ ਆ, ਹਜੇ ਵੀ ਔਰਤਾਂ ਸੰਘਰਸ਼ ਕਰ ਰਹੀਆਂ। ਸੋ ਪਰ ਇੰਡੀਆ ਅਗਰ ਆਪਾਂ ਪੰਜਾਬ ਦੇ ਕੰਟੈਕਸਟ ਦੇ ਵਿੱਚ ਦੇਖੀਏ, ਮੈਨੂੰ ਲੱਗਦਾ ਕਿ ਸਾਨੂੰ ਜ਼ਰੂਰਤ ਨਾਲੋਂ ਜ਼ਿਆਦਾ ਹੀ ਜਾਣੀ ਇਸ ਚੀਜ਼ ਦਾ ਮਾਣ ਹੁੰਦਾ, ਔਰ ਮੈਨੂੰ ਲੱਗਦਾ ਕਿਤੇ ਨਾ ਕਿਤੇ ਇਹ ਚੀਜ਼ ਨੂੰ ਡੀਕਨਸਟਰਕਟ ਕਰਨਾ ਚਾਹੀਦਾ ਕਿ ਕੀ ਦੁਨੀਆ 'ਚ ਹੋਰ ਕੋਈ ਕੌਮ ਬਲਵਾਨ ਹੀ ਨਹੀਂ ਗੀ, ਹੋਰ ਕੋਈ ਕੌਮ ਬਰੇਵ ਹੀ ਹੈ ਨਹੀਂ ਗੀ, ਅਸੀਂ ਉਹੀ ਇੱਕ ਬਸ ਲੜਾਕੇ ਆ ਪੂਰੀ ਦੁਨੀਆ 'ਚ। ਇੱਕ ਮੈਨੂੰ ਲੱਗਦਾ ਇਹਦੇ ਤੇ ਵੀ ਥੋੜਾ ਜਿਹਾ ਆਪਾਂ ਨੂੰ ਸੋਚਣਾ ਪੈਣਾ ਇਸ ਦੇ ਤੇ ਕਿਵੇਂ ਆ, ਕਿਉਂਕਿ ਇਹਦੇ ਨਾਲ ਮੈਨੂੰ ਲੱਗਦਾ ਬਹੁਤ ਸਾਰੀਆਂ ਚੀਜ਼ਾਂ, ਕਿਉਂਕਿ ਇਹਦੇ ਨਾਲ ਜਿਹੜੀ ਇੱਕ ਸੋਸ਼ਲ ਜਿਹੜੀ ਪਰਵਰਿਸ਼ ਦੀ ਜਿਹੜੀ ਗੱਲ ਆ, ਉਹਦੇ 'ਚ ਅਸੀਂ ਇਹ ਟੋਲਰੇਟ ਹੀ ਨਹੀਂ ਕਰਦੇ ਕਿ ਸਾਡਾ ਜਿਹੜਾ ਬੱਚਾ ਮੁੰਡਾ ਖਾਸ ਕਰਕੇ ਉਹ ਸੈਂਸਿਟਿਵ ਹੋਵੇ, ਤੇ ਜਦੋਂ ਹੀ ਮੁੰਡਾ ਡਿੱਗਦਾ ਤੇ ਉਹ ਰੋਂਦਾ, ਜਦੋਂ ਹੀ ਘਰ 'ਚ ਸ਼ੋਰ ਪੈ ਜਾਂਦਾ, ਓਏ ਕਿਉਂ ਕੁੜੀਆਂ ਵਾਂਗੂ ਰੋਈ ਜਾਣਾ। ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਅਸੀਂ ਪਰਵਰਿਸ਼ ਦੀ ਜਿਹੜੀ ਸਾਡੀ ਕ੍ਰਿਟੀਕਲ ਜਿਹੜੀ ਪਰਵਰਿਸ਼ ਦੇ ਢੰਗ ਆ ਵੀ ਆਦਮੀ ਨੂੰ ਮਜ਼ਬੂਤ ਹੋਣਾ ਚਾਹੀਦਾ, ਤਾਕਤਵਰ ਹੋਣਾ ਚਾਹੀਦਾ, ਉਹ ਕੰਮ ਕਰਨਾ ਚਾਹੀਦਾ, ਉਹਦੀ ਜਿਹੜੀ ਪਹਿਚਾਨ ਹੀ ਕੰਮ ਨਾਲ ਜੁੜੀ ਹੋਈ ਆ, ਬੀਇੰਗ ਏ ਪ੍ਰੋਵਾਈਡਰ ਨਾਲ ਜੁੜੀ ਹੋਈ ਆ, ਉਹਦੇ ਕੋਲੇ ਫੈਮਿਲੀ ਦਾ ਕੰਟਰੋਲ ਹੋਣਾ ਚਾਹੀਦਾ, ਉਹਦੇ ਕੋਲੇ ਕਿਸੇ ਨਾ ਕਿਸੇ ਕਿਸਮ ਦੀ ਡਿਸੀਜਨ ਮੇਕਿੰਗ ਹੋਣੀ ਚਾਹੀਦੀ ਆ। ਉਹ ਮੇਰੇ ਖਿਆਲ 'ਚ ਬਹੁਤ ਹੱਦ ਤੱਕ ਪ੍ਰੈਸ਼ਰਾਈਜ਼ ਕਰਦੀ ਆ ਆਦਮੀਆਂ ਨੂੰ, ਮੁੰਡਿਆਂ ਨੂੰ, ਫਿਰ ਉਹ ਆਦਮੀ ਬਣਦੇ ਆ ਉਹਨਾਂ ਨੂੰ, ਔਰ ਮੈਨੂੰ ਲੱਗਦਾ ਕਿਤੇ ਨਾ ਕਿਤੇ ਉਹ ਪ੍ਰੈਸ਼ਰ ਥੱਲੇ ਕਨਫਰਮ ਹੁੰਦੇ ਆ, ਹਾਲਾਂਕਿ ਉਹ ਹੋ ਸਕਦਾ ਨਾ ਵੀ ਚਾਹੁੰਦੇ ਹੋਣ। ਇੱਕ ਮੈਨੂੰ ਲੱਗਦਾ ਕਿ ਇਹਦੇ ਉੱਤੇ ਥੋੜਾ ਜਿਹਾ ਆਉਣ ਵਾਲੇ ਟਾਈਮ ਦੇ ਉੱਤੇ ਹੋਰ ਥੋੜੀ ਜਿਹੀ ਰਿਸਰਚ ਹੋਣੀ ਚਾਹੀਦੀ ਆ ਕਿ ਇਹ ਜਿਹੜੀਆਂ ਲੈਗੇਸੀਜ਼ ਆ ਤੁਰੀਆਂ ਆਉਂਦੀਆਂ ਪੀੜ੍ਹੀ ਦਰ ਪੀੜ੍ਹੀ, ਔਰ ਅਸੀਂ ਉਹਨੂੰ ਗਲੋਰੀਫਾਈ ਕਰਦੇ ਹਾਂ ਵੀ ਅਸੀਂ ਬਹੁਤ ਵਧੀਆ ਤਰੀਕੇ ਨਾਲ ਲੜਦੇ ਹਾਂ, ਸਾਡੇ ਮਤਲਬ ਕਿ ਪੂਰਵ 'ਚ ਐਂ ਕੀਤਾ, ਅਸੀਂ ਸੈਰਾਗੜੀ ਦੀ ਲੜਾਈ ਲੜੀ, ਅਸੀਂ ਪਿੱਛੇ ਨਹੀਂ ਹਟੇ, ਉਹ ਜਿਹੜਾ ਸਾਰਾ ਕਨਸੈਪਟ ਆ ਉਹ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਸਾਡੀ ਹਾਈਪਰ ਮੈਸਕੁਲਿਨਿਟੀ ਨੂੰ ਜਨਮ ਦਿੰਦਾ। ਇੱਕ ਤਾਂ ਮੈਨੂੰ ਇਹ ਲੱਗਦੀ ਆ ਕਿ ਇਹਨੂੰ ਆਪਾਂ ਨੂੰ ਡੀਕਨਸਟਰਕਟ ਕਰਨਾ ਪੈਣਾ ਬਈ ਇਹ ਹਾਈਪਰ ਮੈਸਕੁਲਿਨਿਟੀ ਔਰ ਮੈਸਕੁਲਿਨਿਟੀ 'ਚ ਫਰਕ ਕੀ ਆ, ਔਰ ਇਹ ਆਪਣੀ ਕੌਮ ਦੇ ਵਿੱਚ ਖਾਸ ਕਰਕੇ ਸਿੱਖ ਕੌਮ ਦੇ ਵਿੱਚ ਕਿਉਂ ਆਇਆ।
ਔਰ ਜੇ ਆਪਾਂ ਵੈਂਕੂਵਰ ਦੀ ਜਰਾ ਬੱਚਿਆਂ ਦੀ ਪਰਵਰਿਸ਼ ਦੇਖੀਏ, ਉੱਥੇ ਗੁਜਰਾਤੀ ਮੁੰਡੇ ਕਿਉਂ ਨਹੀਂ ਮਰਦੇ ਗੈਂਗ 'ਚ? ਹੋਰ ਵੀ ਤਾਂ ਇੰਡੀਅਨ ਕਮਿਊਨਿਟੀਜ਼ ਹੈਗੀਆਂ, ਉਹ ਕਿਉਂ ਨਹੀਂ ਮਰਦੇ? ਪਰ ਪੰਜਾਬੀ ਮੁੰਡੇ ਕਿਉਂ ਗੈਂਗ 'ਚ ਸ਼ਾਮਲ ਹੁੰਦੇ ਆ ਤੇ ਮਰਦੇ ਆ? ਤੇ ਜੇ ਆਪਾਂ ਯੂਨੀਵਰਸਿਟੀ ਦੀਆਂ ਕੁੜੀਆਂ ਨੂੰ, ਆਪਣੀਆਂ ਇੱਥੇ ਯੂਨੀਵਰਸਿਟੀਆਂ ਰਾਇਰਸਨ, ਯਾਰਕ ਤੇ ਟੋਰਾਂਟੋ ਤੇ ਗਲਫ, ਇਹਨਾਂ 3-4 ਯੂਨੀਵਰਸਿਟੀਆਂ 'ਚ ਪੁੱਛ ਕੇ ਦੇਖ ਲਓ ਕੁੜੀਆਂ ਨੂੰ, ਵੀ ਜਦੋਂ ਤੁਹਾਨੂੰ ਪ੍ਰੋਬਲਮ ਆਉਂਦੀ ਆ, ਜਦੋਂ ਉਹਨਾਂ ਦੀ ਪਬ ਨਾਈਟ ਹੁੰਦੀ ਆ ਜਾਂ ਫਰਾਈਡੇ 'ਚ ਬੈਠਦੀਆਂ ਕੁੜੀਆਂ ਮੁੰਡੇ, ਜ਼ਰੂਰੀ ਨਹੀਂ ਵੀ ਉਹਨਾਂ ਨੇ ਸ਼ਰਾਬ ਹੀ ਪੀਣੀ ਆ, ਵੈਸੇ ਵੀ ਬਹਿ ਸਕਦੇ ਆ, ਤੇ ਉਹ ਕਹਿੰਦੇ ਆ ਵੀ ਸਾਰਿਆਂ ਨਾਲੋਂ ਜ਼ਿਆਦਾ ਹੰਗਾਮਾ ਪੰਜਾਬੀ ਮੁੰਡੇ ਪਾਉਂਦੇ ਆ। ਤੇ ਮੈਂ ਕਹਿੰਦਾ ਵੀ ਬਾਕੀ ਦੀਆਂ ਹੋਰਾਂ ਕਮਿਊਨਿਟੀਆਂ ਦੇ ਵੀ ਤਾਂ ਮੁੰਡੇ ਹੈਗੇ, ਉਹ ਕਿਉਂ ਨਹੀਂ ਇੰਨਾ ਖੌਰੂ ਪਾਉਂਦੇ? ਇਹਦਾ ਮਤਲਬ ਕਿਤੇ ਨਾ ਕਿਤੇ ਸਾਡੀ ਇਹ ਐਕਸੈਪਟੈਂਸ ਹੋਈ ਆ ਸਾਡੇ ਸਮਾਜ 'ਚ। somehow there is an ਵੀ ਜਿੰਨੀ ਹਾਈਪਰ ਤੁਸੀਂ ਮੈਸਕੁਲਿਨਿਟੀ ਸ਼ੋ ਕਰੋਗੇ, ਓਨੇ ਤੁਸੀਂ ਬਲਵਾਨ ਹੋ, ਉਨੀ ਤੁਹਾਡੀ ਐਕਸੈਪਟੈਂਸ ਆ। ਤੇ somehow ਜਿਹੜੀ ਮਰਦਾਨਗੀ ਆ, ਉਹ ਇਹਨਾਂ ਚੀਜ਼ਾਂ ਦੇ ਨਾਲ ਲਿੰਕ ਕਰਤੀ ਅਸੀਂ ਜਿਹੜੇ ਆਪਣੇ ਜਿਹੜਾ ਕਲਚਰਲ ਗਾਣੇ ਆ ਆਪਣੇ, ਅਗਰ ਤੁਸੀਂ ਉਹਨੂੰ ਦੇਖੋ, ਉਹਦੇ 'ਚ ਅੱਜ ਕੱਲ੍ਹ ਦੇ ਗਾਣਿਆਂ 'ਚ ਕੀ ਸ਼ੋ ਹੁੰਦਾ ਕਿ ਮੁੰਡੇ ਦੇ ਮਸਲ ਬਣੇ ਹੋਏ ਆ, ਮੁੰਡੇ ਦੇ ਕੋਲੇ ਅਸਲਾ, ਮੁੰਡੇ ਦੇ ਕੋਲੇ ਵਾਈਟ ਰੰਗ ਦੀ ਜੀਪ ਆ ਜਾਂ ਕਾਲੇ ਰੰਗ ਦੀ ਜੀਪ ਆ, ਤੇ ਉਹ 5-7 ਚਪੇੜਾ ਮਾਰ ਦਿੰਦਾ ਦੂਜੇ ਦੇ। ਇਹ ਕਿੱਥੋਂ ਦੀ ਮਤਲਬ ਕਿ ਚੀਜ਼ ਆ? ਇਸ ਚੀਜ਼ ਨੂੰ ਮੇਰਾ ਖਿਆਲ 'ਚ ਇਹ ਜਿਹੜੇ ਕੰਸਟਰਕਟ ਆ ਆਪਣੇ, ਉਸ ਕੰਸਟਰਕਟ ਨੂੰ ਮੇਰਾ ਖਿਆਲ 'ਚ ਆਪਾਂ ਨੂੰ ਥੋੜਾ ਜਿਹਾ ਹੋਰ ਇਨ ਡੈਪਥ 'ਚ ਐਨਾਲਾਈਜ਼ ਕਰਨਾ ਚਾਹੀਦਾ, ਤਾਂ ਕਿ ਆਪਾਂ ਸੈਂਸਿਟਿਵ ਐਂਡ ਕੇਅਰਿੰਗ ਜਿਹੜੇ ਮੁੰਡਿਆਂ ਦੀ ਪਰਵਰਿਸ਼ ਕਰਨ 'ਚ ਕਾਮਯਾਬ ਹੋਈਏ। ਮੈਨੂੰ ਲੱਗਦਾ ਕਿ ਇਹਦੇ ਤੇ ਆਉਣ ਵਾਲੇ ਟਾਈਮ ਤੇ ਥੋੜੀ ਜਿਹੀ ਹੋਰ ਡੀਟੇਲ ਦੇ ਵਿੱਚ ਡਿਸਕਸ਼ਨ ਹੋਣੀ ਚਾਹੀਦੀ ਹੈ ਕਿ ਮੈਸਕੁਲਿਨਿਟੀ ਔਰ ਹਾਈਪਰ ਮੈਸਕੁਲਿਨਿਟੀ ਦੇ ਵਿੱਚ ਕੀ ਫਰਕ ਆ, ਔਰ ਇਹ ਕਿਸ ਤਰੀਕੇ ਨਾਲ ਆਪਾਂ ਉਧਰਲੇ ਪਾਸੇ ਨੂੰ ਹਾਈਪਰ ਮੈਸਕੁਲਿਨਿਟੀ ਕੰਨੀ ਨੂੰ ਕਿਉਂ ਦੌੜੇ ਜਾ ਰਹੇ ਆ, ਔਰ ਉਹਦੇ ਕੌਨਸੀਕੁਐਂਸਿਸ ਕੀ ਹੋ ਰਹੇ ਆ ਆਪਣੀ ਖਾਸ ਕਰਕੇ ਪੰਜਾਬੀ ਸਿੱਖ ਕਮਿਊਨਿਟੀ ਦੇ ਵਿੱਚ। ਦੈਟਸ ਆਲ। ਥੈਂਕ ਯੂ ਬਲਦੇਵ ਜੀ। ਤੁਸੀਂ ਬਹੁਤ 4-5 ਪੁਆਇੰਟ ਬਹੁਤ ਇੰਪੋਰਟੈਂਟ ਕਹੇ ਹੈਗੇ, ਆਪਾਂ ਫਰਦਰ ਡਿਸਕਸ਼ਨ ਦੇ ਵਿੱਚ ਇਹ ਸਾਰੀਆਂ ਗੱਲਾਂ ਐਡ ਕਰਾਂਗੇ। ਐਂਡ ਆਈ ਥਿੰਕ ਇਸ ਸਾਈਕੀ ਦਾ ਰੂਟ ਕਾਜ਼ ਹੀ ਇਹੀ ਹੈਗਾ, ਜਿੱਥੋਂ ਸੈਂਸ ਆਫ ਐਂਟਾਈਟਲਮੈਂਟ ਨਿਕਲਦੀ ਆ, ਜਿੱਥੋਂ ਖਾਸ ਕਰਕੇ ਪੈਟਰੀਆਰਕੀ ਦੇ ਜਿਹੜੇ ਇਸ਼ੂ ਹੈਗੇ ਆ ਉਹਨਾਂ ਨੂੰ ਹੋਰ ਬਲ ਮਿਲਦਾ ਆ। ਤੇ ਕਈ ਵਾਰੀ ਅਸੀਂ ਜਦੋਂ ਕੰਪੈਰੀਜ਼ਨ ਦੇ ਵਿੱਚ ਜਾਂਦੇ ਹੈਗੇ ਆ, ਪੇਰੈਂਟਸ ਵੀ ਕਨਫਿਊਜ਼ ਹੁੰਦੇ ਹੈਗੇ ਆ ਕਿ ਜਿਹੜੇ ਸੋਸ਼ਲ ਜਾਂ ਸੁਸਾਇਟੀ ਦੇ ਨੋਰਮਸ ਡਿਫਰੈਂਟ ਨੇ, ਪਰ ਜੇ ਮੈਂ ਬੱਚਿਆਂ ਨੂੰ ਆਪ ਪਰਵਰਿਸ਼ ਕਰ ਰਿਹਾ ਹੈਗਾ ਤੇ ਉਹ ਕਿੱਥੇ ਜਾ ਕੇ ਮੈਚ ਕਰਨਗੇ। ਇਹਦੀਆਂ ਬਹੁਤ ਸਾਰੀਆਂ ਐਗਜ਼ਾਮਪਲਸ ਨੇ, ਆਪਾਂ ਅਗਲੇ ਡਿਸਕਸ਼ਨ ਦੇ ਵਿੱਚ ਇਹਨਾਂ ਨੂੰ ਸ਼ਾਮਲ ਕਰਾਂਗੇ। ਥੈਂਕ ਯੂ ਵੈਰੀ ਮਚ। ਹੁਣ ਮੈਂ ਦੇਖ ਰਿਹਾ ਹਰਜੀਤ ਜੀ। ਯੈਸ ਹਰਜੀਤ, ਤੁਹਾਡੇ ਕੁਝ ਪੁਆਇੰਟ ਨੇ ਕਾਫੀ, ਸੋ ਤੁਸੀਂ ਜਿਹੜੇ ਤੁਹਾਡੇ ਸੁਜੈਸ਼ਨ ਨੇ ਉਹਨਾਂ ਤੇ ਆਪਾਂ ਡਿਸਕਸ ਕਰਦੇ ਹਾਂ, ਫਿਰ ਜੇ ਕੋਈ ਕੁਐਸਚਨ ਹੋਇਆ ਤੇ ਨਾਓ ਯੂ ਕੈਰੀ ਔਨ। ਹਰਜੀਤ ਜੀ ਸਾਡੇ ਨਾਲ ਐਡਮਿੰਟਨ ਤੋਂ ਜੁੜਦੇ ਨੇ ਹਰ ਵਾਰ, ਔਰ ਇਹਨਾਂ ਦੀਆਂ ਕਾਫੀ ਤਕਰੀਬਨ ਵੀਕ ਦੇ ਵਿੱਚ 1-2 ਡਿਸਕਸ਼ਨ ਹੁੰਦੀਆਂ ਰਹਿੰਦੀਆਂ ਨੇ, ਤੇ ਕਾਫੀ ਇਹਨਾਂ ਦੇ ਪੁਆਇੰਟ ਜਿਹੜੇ ਹੈਗੇ ਆ, ਸੁਜੈਸ਼ਨ ਜਿਹੜੀਆਂ ਨੇ ਉਹ ਚੰਗੀਆਂ ਨੇ। ਜੀ ਹਰਜੀਤ ਜੀ। ਥੈਂਕ ਯੂ ਹਰਿੰਦਰ ਭਾਜੀ। ਉਦਾਂ ਤੇ ਜਿਹੜੀਆਂ ਸਾਰੀਆਂ ਗੱਲਾਂ ਇਸ ਵਾਰ ਟੌਪਿਕ ਪਹਿਲਾਂ ਦੇ ਦਿੱਤਾ ਸੀਗਾ ਤੇ ਮੈਂ ਇਹਦੇ ਤੇ ਕੁਝ ਨੋਟਸ ਤਿਆਰ ਕੀਤੇ ਸੀ, ਪਰ ਜਿਹੜੀਆਂ ਗੱਲਾਂ ਮੈਂ ਕਰਨੀਆਂ ਉਹ ਗੱਲਾਂ ਪਹਿਲਾਂ ਸਤਪਾਲ ਭਾਜੀ ਨੇ, ਮਨਿੰਦਰ ਭੈਣ ਜੀ ਨੇ ਕੁਝ ਪੁਆਇੰਟ, ਬਲਦੇਵ ਭਾਜੀ ਨੇ ਕਰ ਲਏ ਨੇ, ਪਰ ਫਿਰ ਵੀ ਮੈਂ ਕਰਾਂਗਾ ਕਿਉਂਕਿ ਮੈਨੂੰ ਲੱਗਦਾ ਵੀ ਕਾਰਨ ਤੇ ਮੇਜਰ ਉਹੀ ਨੇ, ਪਰ ਆਪਾਂ ਉਹਨੂੰ ਜਿੰਨੀ ਵਾਰ ਵੀ ਡਿਸਕਸ ਕਰਾਂਗੇ ਬੈਟਰ ਆ। ਸੋ ਮੈਂ ਕੋਸ਼ਿਸ਼ ਕਰਾਂਗਾ ਵੀ 5-7 ਮਿੰਟ 'ਚ ਹੀ ਆਪਣੀ ਗੱਲ ਰੱਖਾਂ। ਹਾਂਜੀ ਜੀ। ਪਹਿਲਾਂ ਤਾਂ ਅਸੀਂ ਵੈਬਿਨਾਰ ਕਰ ਰਹੇ ਹਾਂ ਇਸ ਗੱਲ ਦੇ ਉੱਤੇ। ਅੱਜ ਸਾਡਾ ਟੌਪਿਕ ਹੈ ਨੀਡ ਟੂ ਰੇਜ਼ ਬॉयਜ਼ ਡਿਫਰੈਂਟਲੀ ਐਂਡ ਹਾਊ ਟੂ ਰੇਜ਼ ਬॉयਜ਼ ਹੂ ਆਰ ਸੈਂਸਿਟਿਵ, ਕੇਅਰਿੰਗ ਐਂਡ ਮੋਰ ਸੋਸ਼ਲੀ ਰਿਸਪੌਂਸੀਬਲ। ਹਾਂਜੀ, ਸੋ ਜਦੋਂ ਅਸੀਂ ਕਿਸੇ ਚੀਜ਼ ਦਾ ਵੈਬਿਨਾਰ ਕਰਦੇ ਹਾਂ ਤੇ ਆਪਾਂ ਹੀ ਮੰਨ ਕੇ ਚੱਲੀਏ ਵੀ ਕਮਿਊਨਿਟੀ 'ਚ ਪ੍ਰੋਬਲਮ ਤੇ ਹੈਗੀ ਆ। ਇਸ ਵੈਬਿਨਾਰ 'ਚ ਮੈਂ ਟੌਪਿਕ ਪਹਿਲੀ ਵਾਰ ਨਹੀਂ ਸੁਣਿਆ, ਇਹ ਆਮ ਸਫਾਵਾਂ 'ਚ ਵੀ ਜਦੋਂ ਅਸੀਂ ਬੈਠ ਕੇ ਗੱਲ ਕਰਦੇ ਤੇ ਲੋਕ ਇਹ ਗੱਲ ਕਰਦੇ ਆ। ਹਾਂਜੀ, ਮੈਂ
ਹਾਲਾਂਕਿ ਕੁਛ ਬਹੁਤ ਵੱਡਾ ਸਾਡੀ ਕਮਿਊਨਿਟੀ ਦਾ ਇਹ ਹਿੱਸਾ ਆ ਜਿਹਨੂੰ ਲੱਗਦਾ ਨਹੀਂ ਵੀ ਸਾਡੇ ਮੁੰਡਿਆਂ 'ਚ ਕੋਈ ਪ੍ਰੋਬਲਮ ਹੈ। ਉਹਨਾਂ ਨੂੰ ਨਹੀਂ ਲੱਗਦਾ ਵੀ ਸਾਡੇ ਮੁੰਡਿਆਂ 'ਚ ਕੋਈ ਪ੍ਰੋਬਲਮ ਹੈ। ਮੈਂ ਬਹੁਤ ਵਾਰ ਬੰਦਿਆਂ ਨੂੰ ਗੱਲ ਸੁਣਦਾ, ਉਹ ਈਵਨ ਹੱਲੇ ਤਾਈਂ ਵੀ ਇਹੀ ਰਾਗ ਲਾਪੀ ਜਾਂਦੇ ਜੀ ਔਰਤਾਂ ਨੂੰ ਬਹੁਤ ਹੱਕ ਨੇ ਕੈਨੇਡਾ 'ਚ, ਜ਼ਰੂਰਤ ਤੋਂ ਜ਼ਿਆਦਾ ਹੀ ਹੱਕ ਦਿੱਤੇ ਹੋਏ ਨੇ। ਉਹਨਾਂ ਕੋਲੋਂ ਪੁੱਛੋ ਜੀ ਫੈਕਟ ਕੀ ਹੈ ਇਸ ਗੱਲ ਦਾ, ਤੁਹਾਡੀ ਗੱਲ ਦਾ ਬੇਸਿਸ ਕੋਈ ਬੇਸਿਸ ਨਹੀਂ, ਮਨੌਤ ਹੈ ਆਪਣਾ, ਹਨਾ। ਸੋ ਕਦੀ ਨਹੀਂ ਮੈਂ ਸੁਣਿਆ ਵੀ ਆਪਾਂ ਗਰਲਸ ਨੂੰ ਕਿੱਦਾਂ ਡਿਫਰੈਂਟਲੀ ਰੇਜ਼ ਕਰੀਏ, ਕਦੀ ਨਹੀਂ ਮੈਂ ਸੁਣਿਆ ਵੀ ਗਰਲਸ ਨੂੰ ਕਿੱਦਾਂ ਹੋਰ ਸੈਂਸਿਟਿਵ ਬਣਾਈਏ, ਕੇਅਰਿੰਗ ਬਣਾਈਏ, ਸੋਸ਼ਲੀ ਰਿਸਪੌਂਸੀਬਲ ਬਣਾਈਏ। ਇਹ ਗੱਲ ਆਲਵੇਜ਼ ਬॉयਜ਼ ਬਾਰੇ ਹੁੰਦੀ ਹੈ ਤਾਂ ਡੈਫੀਨਿਟਲੀ ਮੰਨ ਕੇ ਚੱਲੀ ਕਿ ਜਿਹੜੇ ਸਾਡੇ ਬੱਚੇ ਨੇ, ਮੁੰਡੇ ਨੇ, ਮੈਂ ਤੇ ਇਸ ਗੱਲ ਤੇ ਨਿੱਠ ਕੇ ਸਟੈਂਡ ਲਾਂਗਾ ਕਿ ਜਿਹੜੇ ਸਾਡੇ ਮੁੰਡੇ ਨੇ ਉਹਨਾਂ ਨੂੰ ਅਸੀਂ ਬਹੁਤ ਅਲੱਗ ਤਰੀਕੇ ਨਾਲ ਪਾਲਦੇ ਹਾਂ ਕੁੜੀਆਂ ਦੇ ਮੁਕਾਬਲੇ। ਇਹਦਾ ਜਿਹੜਾ ਮੈਨੂੰ ਮੂਲ ਕਾਰਨ ਲੱਗਦਾ ਉਹ ਸਭ ਤੋਂ ਵੱਡਾ ਕਾਰਨ ਆ ਜਿਹੜੀ ਇੰਡੀਅਨ ਸੁਸਾਇਟੀ ਦੀ ਪੁਰਾਣੀ ਹਿਸਟਰੀ ਸਾਡੇ ਕੋਲ ਪਈ, ਜਿੱਥੇ ਮੇਲ ਚਾਈਲਡ ਦੀ ਪ੍ਰੈਫਰੈਂਸ ਆ। ਪੁਰਾਣਾ 'ਚ ਵੀ ਇਹਨਾਂ ਦੇ ਹਜ਼ਾਰਾਂ ਸਾਲ ਪੁਰਾਣੇ ਗ੍ਰੰਥਾਂ 'ਚ ਵੀ ਲਿਖਿਆ ਵੀ ਔਰਤਾਂ ਮਾਰ ਦਿੰਦੇ, ਦੱਬ ਦਿੰਦੇ, ਹਾਂਜੀ। ਸੋ ਇਹ ਜਿਹੜੀ ਮੇਲ ਚਾਈਲਡ ਦੀ ਪ੍ਰੈਫਰੈਂਸ ਆ, ਮੈਨੂੰ ਲੱਗਦਾ ਇਹ ਮੂਲ ਆ ਇਸ ਪ੍ਰੋਬਲਮ ਦਾ, ਇਹ ਜੜ ਆ ਜਿੱਥੇ ਅਸੀਂ ਮੁੰਡੇ ਨੂੰ ਸੁਪੀਰੀਅਰ ਸਮਝਦੇ ਹਾਂ ਕੁੜੀ ਨੂੰ। ਤੇ ਇਹ ਸਾਡੇ ਅੰਦਰ ਕਿਤੇ ਸੰਸਕਾਰ ਬਹੁਤ ਡਿਫਰੈਂਟ, ਬਹੁਤ ਡੂੰਘਾ ਪਿਆ ਹੈ। ਇਹ ਸਾਨੂੰ ਕਈ ਵਾਰੀ ਕੌਨਸ਼ੀਅਸਲੀ ਪਤਾ ਵੀ ਨਹੀਂ ਲੱਗਦਾ, ਪਰ ਸਾਡੇ ਅੰਦਰ ਉਹ ਸੰਸਕਾਰ ਪਿਆ ਆ। ਇਹ ਫਿਰ ਇੱਕ ਜਿਹੜੀ ਇਹ ਸਾਡੀ ਸੋਚ ਆ, ਇਹ ਬਹੁਤ ਸਾਰੀਆਂ ਪ੍ਰੋਬਲਮਾਂ ਨੂੰ ਅੱਗੇ ਜਨਮ ਦਿੰਦੀ ਆ। ਪਰ ਇਹਦਾ ਮੂਲ ਬੀਜ ਇਹ ਮੈਨੂੰ ਲੱਗਦਾ ਹੈਗਾ ਡਿਸਕ੍ਰਿਮੀਨੇਟ। ਹਾਂ, ਇਹ ਤੇ ਕੋਈ ਸ਼ੱਕ ਨਹੀਂ, ਅਸੀਂ ਡਿਸਕ੍ਰਿਮੀਨੇਟ ਕਰਦੇ ਹਾਂ। ਮੈਂ ਇੱਥੇ ਜਿਹੜੀਆਂ ਬੱਚੀਆਂ ਉਹਨਾਂ ਨਾਲ ਵੀ ਗੱਲ ਕੀਤੀ ਆ, ਜਿਹੜੀਆਂ ਥੋੜੀਆਂ ਵੱਡੀਆਂ ਆ, ਉਹ ਕਹਿੰਦੀਆਂ ਬਿਲਕੁਲ ਸਾਡੇ ਘਰ ਦੇ ਡਿਸਕ੍ਰਿਮੀਨੇਟ ਬੜੇ ਸਟਲ ਵੇ 'ਚ ਕਰਦੇ ਆ। ਸਰਟਨ ਕੰਮ ਮੈਨੂੰ ਅਸਾਈਨ ਹੁੰਦੇ ਆ, ਕਦੀ ਮੇਰੇ ਭਰਾ ਨੂੰ ਅਸਾਈਨ ਨਹੀਂ ਹੁੰਦੇ। ਸਪੋਰਟਸ, ਮੈਂ ਸਪੋਰਟਸ ਫੋਟੋਗ੍ਰਾਫਰ ਆ, ਐਡਮਿੰਟਨ 'ਚ ਮੈਂ ਸਪੋਰਟਸ ਫੋਟੋਗ੍ਰਾਫੀ ਕਰਦਾ। ਜਿੰਨਾ ਨਿੱਠ ਕੇ ਮੁੰਡਿਆਂ ਤੇ ਧਿਆਨ ਦਿੱਤਾ ਜਾਂਦਾ ਸਪੋਰਟਸ 'ਚ, ਕੁੜੀਆਂ ਨੂੰ ਕਦੀ ਨਹੀਂ ਦਿੱਤਾ ਜਾਂਦਾ। ਮੈਂ ਕਿਸੇ ਬੰਦੇ ਨੂੰ ਨਹੀਂ ਜਾਣਦਾ ਜਿਹਦੀ ਕੁੜੀ ਕੋਲ ਬੈਟਰ ਕਾਰ ਹੋਵੇ ਮੁੰਡੇ ਨਾਲੋਂ। ਬੈਟਰ ਮੁੰਡਿਆਂ ਨੂੰ ਕਾਰਾਂ ਲੈ ਕੇ ਦਿੰਦੇ। ਕੁੜੀਆਂ ਵੱਧ ਪੜ੍ਹਨ 'ਚ ਹੁਸ਼ਿਆਰ, ਹਰ ਗੱਲ 'ਚ ਕੁੜੀਆਂ ਜ਼ਿਆਦਾ ਰਿਸਪੌਂਸੀਬਲ, ਹਰ ਗੱਲ 'ਚ ਬੈਟਰ। ਪਰ ਜਿਹੜੀਆਂ ਪ੍ਰਿਵਿਲੇਜਸ ਆ ਉਹ ਹਮੇਸ਼ਾ ਮੁੰਡੇ ਨੂੰ ਦਿੰਦੇ ਆ, ਹਾਂਜੀ। ਸੋ ਮੈਨੂੰ ਲੱਗਦਾ ਇਹਦੇ ਵਿੱਚ ਜਿਹੜੀ ਮੇਨ ਜ਼ਿੰਮੇਵਾਰੀ ਆ ਉਹ ਤੇ ਅਸੀਂ ਮਰਦ ਜਿਹੜੇ ਸਾਡੀ ਕਮਿਊਨਿਟੀ ਦੇ ਮੇਲਸ ਆ ਉਹਨਾਂ ਨੂੰ ਹੀ ਲੈਣੀ ਪਊਗੀ, ਕਿਉਂਕਿ ਇਹ ਮੈਨੂੰ ਲੱਗਦਾ ਵੀ ਇਹ ਚਿੱਬ ਪਾਇਆ ਵੀ ਜ਼ਿਆਦਾ ਬੰਦਿਆਂ ਨੇ, ਹਾਂਜੀ। ਸੋ ਇਹ ਹੁਣ ਇਹ ਆ ਜਾਂਦਾ ਵੀ ਸਾਡੇ ਜਿਹੜੇ ਮੇਲਸ ਆ ਉਹ ਕਰ ਕੀ ਰਹੇ। ਮੈਂ ਟ੍ਰੇਡ ਦਾ ਕੰਮ ਕਰਦਾ, 12 13 ਘੰਟੇ ਕੰਮ ਸੱਤੋਂ ਦਿਨ। ਉਹ ਜੇ ਬੰਦਾ ਘਰ ਹੋਊਗਾ ਤੇ ਫੇਰ ਹੀ ਉਹ ਬੱਚਿਆਂ ਨੂੰ ਸਮਝਾਊਗਾ ਨਾ ਕਿ ਸੈਂਸਿਬਲ ਕਿੱਦਾਂ ਬਣਨਾ, ਕੇਅਰਿੰਗ ਕਿੱਦਾਂ ਬਣਨਾ, ਸੋਸ਼ਲੀ ਰਿਸਪੌਂਸੀਬਲ ਕਿੱਦਾਂ ਬਣਨਾ, ਹਾਂਜੀ। ਉਹਨੂੰ ਤੇ ਹੋੜ ਲੱਗੀ। ਮੈਨੂੰ ਲੱਗਦਾ ਫਿਰ ਹੋਰ ਇੱਕ ਤੇ ਕੰਮ, ਮੈਨੂੰ ਲੱਗਦਾ ਵੀ ਵੱਡੀ ਪ੍ਰੋਬਲਮ ਹੈ, ਕਿਉਂਕਿ ਜਦੋਂ ਕੰਮ ਅਸੀਂ ਬਹੁਤ ਕਰਦੇ ਹਾਂ ਤੇ ਠੀਕ ਆ, ਮਾਇਕ ਤੌਰ ਤੇ ਫਾਈਨੈਂਸ਼ੀਅਲੀ ਅਸੀਂ ਬੈਟਰ ਹੋਵਾਂਗੇ, ਪਰ ਬਾਕੀ ਚੀਜ਼ਾਂ ਲੈਕ ਕਰੂਗੀਆਂ। ਇੱਕ ਮੈਨੂੰ ਲੱਗਦਾ ਸਾਡੀ ਕਮਿਊਨਿਟੀ ਨਾ ਹੁਣ ਬਹੁਤ ਜ਼ਿਆਦਾ ਮਟੀਰੀਅਲਿਸਟਿਕ ਹੋ ਗਈ, ਬਾਹਰ ਮੁਖੀ ਹੋ ਗਈ ਆ। ਜਿਹੜੀ ਇਹ ਸੈਂਸਿਟਿਵਿਟੀ ਆ, ਕੇਅਰਿੰਗ ਆ, ਸੋਸ਼ਲੀ ਰਿਸਪੌਂਸੀਬਲ ਹੋਣਾ, ਇਹ ਅੰਤਰਮੁਖੀ ਭਾਵਨਾਵਾਂ ਆ ਜਿਨ੍ਹਾਂ ਵੱਲ ਅੱਜ ਕੱਲ੍ਹ ਬਹੁਤ ਘੱਟ ਧਿਆਨ ਦਿੱਤਾ ਜਾਂਦਾ। ਜਦੋਂ ਮੈਂ ਬੰਦਿਆਂ ਕੋਲ ਬੈਠਦਾ, ਉਹਨਾਂ ਨੂੰ ਸੁਣਦਾ, ਉਹ ਸਾਰੇ ਆਪਣੇ ਨਿਆਣਿਆਂ ਨੂੰ ਅਮੀਰ ਬਣਾਉਣਾ ਚਾਹੁੰਦੇ ਆ, ਸਿਆਣੇ ਨਹੀਂ ਬਣਾਉਣਾ ਚਾਹੁੰਦੇ। ਇਹ ਕੁਛ ਕੁ ਮਤਲਬ ਪ੍ਰੋਬਲਮ ਜਿਨ੍ਹਾਂ ਤੋਂ ਮੈਨੂੰ ਲੱਗਦਾ ਕਿ ਇਹ ਰੂਪਮਾਨ ਹੋ ਕੇ ਆਉਂਦੀ ਆ। ਫੈਮਿਲੀ ਵਾਇਲੈਂਸ ਵੀ ਉਹ ਵਿਗੜੇ ਹੋਏ ਮੁੰਡੇ ਹੀ ਕਰਦੇ ਆ, ਹਾਂਜੀ, ਜਿਨ੍ਹਾਂ ਨੂੰ ਅਸੀਂ, ਜਿਨ੍ਹਾਂ ਦਾ ਦਿਮਾਗ ਅਸੀਂ ਛੋਟੇ ਹੁੰਦਿਆਂ ਤੋਂ ਹੀ ਖਰਾਬ ਕਰ ਦਿੱਤਾ, ਹਾਂਜੀ। ਇੱਕ ਬਲਦੇਵ ਭਾਜੀ ਨੂੰ ਗੱਲ ਕਲੀਅਰ ਕਰ ਦਿੱਤੀ ਕਿ ਜਿਹੜੀ ਸੈਂਸਿਟਿਵਿਟੀ ਆ, ਜਦੋਂ ਮੈਂ ਦੇਖਦਾ ਜਿਹੜੇ ਬੱਚੇ, ਜਿਹੜੇ ਮੁੰਡੇ ਜ਼ਿਆਦਾ ਸੈਂਸਿਬਲ ਹੁੰਦੇ ਨਾ, ਇਹ ਸੈਂਸਿਟਿਵਿਟੀ ਨੂੰ ਕਮਜ਼ੋਰੀ ਨਾਲ ਬਹੁਤ ਤਾਲੁਕ ਕਰਦੇ। ਉਹ ਐ ਨਹੀਂ ਕੁੜੀਆਂ ਵਾਂਗੂ ਰੋਈਦਾ ਹੁੰਦਾ, ਇਹ ਤਾਂ ਮੁੰਡਾ ਤੁਹਾਡਾ ਜਮੇ ਕੁੜੀਆਂ ਵਰਗਾ, ਇਹ ਬੜਾ ਦਿਲ ਦਾ ਮਤਲਬ ਬੜਾ ਕਮਜ਼ੋਰ ਆ। ਮਤਲਬ ਹਾਲਾਂਕਿ ਉਹ ਬੱਚਾ ਭਾਵਨਾਵਾਂ ਨੂੰ ਵੱਧ ਫੀਲ ਕਰ ਪਾ ਰਿਹਾ, ਪਰ ਨਹੀਂ, ਸਾਡੇ ਕੋਲ ਉਹਦੇ ਲਈ ਕੋਈ ਬਣਦੀ ਐਪਰੀਸੀਏਸ਼ਨ ਨਹੀਂ। ਮੈਂ ਬਹੁਤ ਬੰਦਿਆਂ ਨੂੰ ਇਹ ਗੱਲ ਦੇਖਿਆ, ਇਹ ਮਤਲਬ ਇਹ ਇੱਕ ਗੱਲ ਹੋ ਸਕਦਾ ਕਿਸੇ ਚੰਗੇ ਬੱਚੇ ਨੂੰ ਲਈ ਲਾ ਦੇ, ਹਾਂਜੀ। ਇੱਕ ਮੈਨੂੰ ਹੋਰ ਗੱਲ ਲੱਗਦੀ ਹੈ ਕਿ ਆਪਣੀ ਕਮਿਊਨਿਟੀ
ਬੱਚਿਆਂ ਲਈ ਹੈਲਦੀ ਸਪੇਸਿਸ ਨਹੀਂ ਕ੍ਰੀਏਟ ਕਰ ਪਾਉਂਦੀ ਜਿੱਥੇ ਮੁੰਡੇ ਕੁੜੀਆਂ ਇੰਟਰੈਕਟ ਕਰ ਸਕਣ, ਇੱਕ ਦੂਜੇ ਦੇ ਇਮੋਸ਼ਨਸ ਨੂੰ ਸਮਝ ਸਕਣ। ਮੇਰਾ ਬੇਟਾ ਟੀਨੇਜਰ ਆ ਤੇ ਉਹ ਮੈਨੂੰ ਦੱਸਦਾ ਕਿ ਜਦੋਂ ਬਰਥਡੇ ਪਾਰਟੀ ਤੇ ਅਸੀਂ ਇਕੱਠੇ ਹੁੰਨੇ ਆ, ਕੁੜੀਆਂ ਘਰੇ ਕਹਿ ਕੇ ਆਉਂਦੀਆਂ ਵੀ ਉੱਥੇ ਮੁੰਡੇ ਨਹੀਂ ਆਉਣੇ, ਮੁੰਡੇ ਕਹਿ ਕੇ ਆਉਂਦੇ ਆ ਉੱਥੇ ਕੁੜੀਆਂ ਨਹੀਂ ਆਉਂਦੀਆਂ। ਇਹ ਜਿਹੜਾ ਸਾਡਾ ਇੱਥੇ ਰਹਿ ਕੇ ਇੱਥੇ ਦੇ ਬੋਰਨ ਆ ਉਹ ਸਾਰੇ ਬੱਚੇ, ਇਹ ਜਿਹੜਾ ਸਾਡਾ ਸਟਿਗਮਾ ਆ ਕਿ ਪਤਾ ਨਹੀਂ ਜੇ ਮੁੰਡੇ ਕੁੜੀਆਂ ਇਕੱਠੇ ਹੋ ਜਾਣਗੇ ਤਾਂ ਕੀ ਹੋ ਜਾਏਗਾ। ਆਪ ਤੇ ਅਸੀਂ ਐਜ਼ ਅ ਕਮਿਊਨਿਟੀ ਕੀ ਹੈਲਦੀ ਸਪੇਸਿਸ ਕ੍ਰੀਏਟ ਕਰਨੀਆਂ ਸੀ ਉਹਨਾਂ ਦੇ ਮਿਲਣ ਲਈ। ਅਸੀਂ ਈਵਨ ਜੇ ਉਹ ਮਿਲਦੇ ਵੀ ਆ ਫਿਰ ਇਹਦੇ, ਮੈਨੂੰ ਬੇਟਿਆਂ ਨੇ ਦੱਸਿਆ, ਇਹਦੇ ਫਿਰ ਹੋਰ ਮਾੜੇ ਰੂਪ ਕੀ ਬਣ ਕੇ ਆਉਂਦੇ ਆ। ਉਹ ਕਹਿੰਦੇ ਫਿਰ ਇਦਾਂ ਕਰੋ $20 ਪਾਓ, 20 ਤੇ ਸਾਰਿਆਂ ਨੂੰ ਮਿਲ ਜਾਂਦੇ ਨੇ, 100 ਦਾ ਹੋਟਲ ਰੈਂਟ ਕਰ ਲੈਂਦੇ ਆ, ਨਾ ਉੱਥੇ ਕਰਦੇ ਹੋਣਗੇ ਨਾ ਕੁੰਡਾ ਹੋਏਗਾ, ਇੱਥੋਂ ਕਹਿ ਕੇ ਕੁਛ ਨਿਕਲ ਜਾਾਂਗੇ, ਫਿਰ ਉੱਥੇ ਇਕੱਠੇ ਹੋਵਾਂਗੇ। ਹਾਂਜੀ, ਸੋ ਇਹ ਜੇ ਇਦਾਂ ਦੀਆਂ ਫਿਰ ਗਾਹਾਂ ਜਾ ਕੇ ਪ੍ਰੋਬਲਮ ਦਿੰਦਾ, ਜਿਹਦੇ ਬਾਰੇ ਮੈਨੂੰ ਲੱਗਦਾ ਲੋੜ ਆ ਸਾਨੂੰ ਸੋਚਣ ਦੀ। ਤੇ ਸਾਨੂੰ ਜਿਹੜਾ ਕੇਅਰਿੰਗ ਦਾ ਵੀ ਮਤਲਬ ਹੈ ਨਾ, ਜਦੋਂ ਮੁੰਡੇ ਖਾਸ ਕਰ ਜ਼ਿਆਦਾ ਕੇਅਰਿੰਗ ਹੁੰਦੇ ਆ, ਮੈਂ ਦੇਖਿਆ ਵੀ ਉਹਨਾਂ ਨੂੰ ਲੱਗਦਾ ਵੀ ਜੇ ਕੋਈ ਕੇਅਰਿੰਗ ਹਸਬੈਂਡ ਆ, ਜੇ ਕੋਈ ਕੇਅਰਿੰਗ ਮੁੰਡਾ, ਉਹ ਉਹਨੂੰ ਦੀ ਵੀਕਨੈਸ ਨਾਲ ਹੀ ਜੋੜਦੇ ਆ। ਇਹ ਜੋਰੂ ਦਾ ਗੁਲਾਮ ਬਣੇਗਾ, ਇਹ ਤੇ ਬਹੁਤ ਇਹਨੂੰ ਲਿਸਨ ਕਰੇਗਾ, ਫਲਾਂ ਤੋਂ ਕਹਿ, ਪਰ ਉਹ ਗੱਲਾਂ ਫਿਰ ਮਤਲਬ ਅਸੀਂ ਉਹਨੂੰ ਇਨਕਰੇਜ ਨਹੀਂ ਕਰਦੇ। ਸੋਸ਼ਲੀ ਰਿਸਪੌਂਸੀਬਲ ਅਸੀਂ ਮੁੰਡਿਆਂ ਨੂੰ ਬਣਾਉਣਾ ਚਾਹੁੰਦੇ ਆ, ਪਰ ਮੈਨੂੰ ਦੱਸੋ ਵੀ ਅਸੀਂ ਐਜ਼ ਅ ਕਮਿਊਨਿਟੀ ਸੋਸ਼ਲੀ ਰਿਸਪੌਂਸੀਬਲ ਹੈਗੇ ਆ? ਸਭ ਤੋਂ ਵੱਧ ਲਿਕਰ ਸਟੋਰ ਸਾਡੇ, ਸਭ ਤੋਂ ਵੱਧ ਕੈਨਵਸ ਸਟੋਰ ਸਾਡੇ, ਸਭ ਤੋਂ ਵੱਧ ਕੁੜੀਆਂ ਅਸੀਂ ਮਾਰਦੇ ਆ। ਇਨਵਾਇਰਮੈਂਟ ਦਾ ਫਿਕਰ ਅਸੀਂ ਨਹੀਂ ਕਰਦੇ। ਹਾਂਜੀ, ਕਿੰਨੇ ਬੰਦੇ ਆ ਜਿਹੜੇ ਨਕਲੀ ਵਿਆਹ ਕਰਾ ਕੇ ਇੰਡੀਆ ਤੋਂ ਆਉਂਦੇ ਆ। ਹਾਂਜੀ, 200 ਬੋਤਲਾਂ ਦੀਆਂ ਸ਼ਰਾਬ ਦੀਆਂ 12 ਸਾਡੇ ਘਰ ਦੇ ਵਿੱਚ। ਕਿੱਥੇ ਅਸੀਂ ਸੋਸ਼ਲੀ ਰਿਸਪੌਂਸੀਬਲ ਆ? ਜੇ ਆਪ ਹੋਵਾਂਗੇ ਤੇ ਬੱਚਿਆਂ ਨੂੰ ਸੋਸ਼ਲੀ ਰਿਸਪੌਂਸੀਬਲ ਬਣਾਵਾਂਗੇ। ਮੈਨੂੰ ਲੱਗਦਾ ਅਸੀਂ ਆਪ ਹੀ ਸੋਸ਼ਲੀ ਰਿਸਪੌਂਸੀਬਲ ਨਹੀਂ ਹੈਗੇ। ਹਾਂਜੀ, ਇਹ ਮੇਰੇ ਕੁਝ ਪਰਸਨਲ ਸਿਚੁਏਸ਼ਨ ਸੀ, ਸੌਰੀ ਮੇਰੇ ਕੁਝ ਪਰਸਨਲ ਸੁਜੈਸ਼ਨ ਸੀਗੇ। ਮੈਂ ਚਾਹੂੰਗਾ ਬਲਦੇਵ ਭਾਜੀ ਬਾਅਦ ਵਿੱਚੋਂ ਮੈਂ ਕੁਝ, ਕਿਉਂਕਿ ਮੇਰੇ ਕੋਲ, ਮੈਂ ਤੇ ਇਹ ਮੇਰੀਆਂ ਪਰਸਨਲੀ ਰਾਏ ਆ, ਪਰ ਮੈਂ ਚਾਹੂੰਗਾ ਬਲਦੇਵ ਭਾਜੀ, ਇਹਦੇ ਤੇ ਮੈਂ ਸੋਚਿਆ ਵੀ ਸਾਨੂੰ ਕਰਨਾ ਕੀ ਚਾਹੀਦਾ, ਉਹ ਮੈਂ ਚਾਹੂੰਗਾ ਬਲਦੇਵ ਭਾਜੀ ਮੇਰੀ ਗੱਲ ਤੋਂ ਬਾਅਦ ਜੇ ਉਹਨਾਂ ਨੂੰ ਕੋਈ ਗੱਲ ਲੱਗੇ ਤਾਂ ਉਹਨਾਂ ਚੋਂ ਜ਼ਰੂਰ ਉਹ ਕਮੈਂਟ ਜ਼ਰੂਰ ਕਰਨ। ਹਾਂਜੀ, ਕਿਉਂਕਿ ਮੈਨੂੰ ਤੇ ਜਿਹੜੇ ਸੋਲੂਸ਼ਨ ਲੱਗਦੇ ਨੇ ਉਹ ਤਾਂ ਮੈਂ ਆਲੇ ਦੁਆਲੇ ਜਿੰਨਾ ਕੁ ਦੇਖਦਾ ਉਹਦੇ ਚੋਂ ਹੀ ਲੱਗਦੇ ਨੇ। ਹਾਂਜੀ, ਸੋ ਇਹ ਮੁਸ਼ਕਿਲ ਇੰਨੀ ਵੱਡੀ ਬਣ ਗਈ ਆ ਵੀ ਸਾਨੂੰ ਹੁਣ ਇਹਦੇ ਤੇ ਵੈਬੀਨਾਰ ਕਰਨੇ ਪੈ ਰਹੇ ਆ। ਵੀ ਮੈਨੂੰ ਲੱਗਦਾ ਇਹਦਾ ਸਭ ਤੋਂ ਪਹਿਲਾ ਸੁਜੈਸ਼ਨ ਆ ਵੀ ਡਿਸਕ੍ਰਿਮੀਨੇਸ਼ਨ ਬੰਦ ਹੋਵੇ ਘਰਾਂ ਦੇ ਵਿੱਚ, ਮੁੰਡੇ ਕੁੜੀਆਂ ਨੂੰ ਬਣਦਾ ਹੱਕ ਬਰੋਬਰ ਦਾ ਮਿਲੇ। ਇਹ ਪਹਿਲਾ ਸੋਲਿਊਸ਼ਨ ਆ। ਇਹਦੀਆਂ ਗੱਲਾਂ ਨਾ ਹੋਣ, ਇਹ ਬਿਹੇਵੀਅਰ ਦੇ ਰੂਪ ਘਰਾਂ ਦੇ ਵਿੱਚ ਅਪਲਾਈ ਹੋਵੇ। ਦੂਜੀ ਗੱਲ ਹੈ ਕਿ ਅਸੀਂ ਉਹ ਹੈਲਦੀ ਸਪੇਸਿਸ ਬੱਚਿਆਂ ਲਈ ਕ੍ਰੀਏਟ ਕਰੀਏ ਜਿੱਥੇ ਮੁੰਡੇ ਕੁੜੀਆਂ ਇੱਕ ਦੂਜੇ ਦੀਆਂ ਭਾਵਨਾਵਾਂ ਨੂੰ ਸਮਝ ਸਕਣ, ਮੁੰਡਿਆਂ ਨੂੰ ਪਤਾ ਲੱਗੇ ਕਿ ਹੈਲਦੀ ਬਾਉਂਡਰੀਜ਼, ਕੁੜੀਆਂ ਦੇ ਇਮੋਸ਼ਨਸ ਨੂੰ, ਕੁੜੀਆਂ ਨਾਲ ਕਿੱਦਾਂ ਗੱਲਬਾਤ ਕਰੀਦੀ ਆ, ਕਿੱਦਾਂ ਇੰਟਰੈਕਟ ਕਰੀਦਾ ਉਹਨਾਂ ਨੂੰ। ਜੇ ਅਸੀਂ ਉਹ ਸਪੇਸਿਸ ਕ੍ਰੀਏਟ ਕਰਕੇ ਦੇਵਾਂਗੇ ਮੈਨੂੰ ਲੱਗਦਾ, ਤੇ ਫਿਰ ਉਹਦੇ ਵਿੱਚ ਬੈਟਰ ਚਾਂਸ ਆ ਵੀ ਉਹ ਠੀਕ ਚੀਜ਼ਾਂ ਲਰਨ ਵੀ ਕਰ ਸਕਣਗੇ। ਹਾਂਜੀ, ਤੇ ਮੈਨੂੰ ਲੱਗਦਾ ਮੇਲਸ ਨੂੰ ਘਰ ਦੇ ਵਿੱਚ ਜ਼ਿਆਦਾ ਸਮਾਂ ਦੇਣ ਦੀ ਲੋੜ ਆ। ਆਪਾਂ ਘਰ ਥੋੜੇ ਛੋਟੇ ਲੈ ਲਈਏ ਪਰ ਆਪਾਂ ਜ਼ਿਆਦਾ ਸਮਾਂ ਦਈਏ ਘਰਾਂ ਦੇ ਵਿੱਚ। ਜੇ ਮੇਲਸ ਦੀ ਪਾਰਟਿਸਿਪੇਸ਼ਨ ਪੈਰੈਂਟਿੰਗ 'ਚ ਜ਼ਿਆਦਾ ਰਹੂਗੀ, ਜੇ ਉਹਨਾਂ ਕੋਲ ਸਮਾਂ ਹੋਊਗਾ, ਉਹ ਇੱਦਾਂ ਦੇ ਵੈਬੀਨਾਰ ਅਟੈਂਡ ਕਰਕੇ, ਲੈਕਚਰਸ ਅਟੈਂਡ ਕਰਕੇ ਇਹਨਾਂ ਗੱਲਾਂ ਬਾਰੇ ਪਹਿਲਾਂ ਆਪ ਗਿਆਨ ਲੈ ਸਕੋਗੇ, ਫਿਰ ਇਹ ਜਿਹੜਾ ਸਟੀਰੀਓਟਾਈਪ ਬਣ ਗਿਆ ਮੁੰਡਿਆਂ ਵਾਲਾ, ਫਿਰ ਉਹਨੂੰ ਤੋੜਨ ਦੇ ਵਿੱਚ ਹੈਲਪ ਵੀ ਕਰ ਸਕੋਗੇ। ਹਾਂਜੀ, ਸੋ ਮੈਨੂੰ ਪਤਾ ਵੀ ਕੁੜੀਆਂ ਦੀ ਇਹਦੇ ਵਿੱਚ, ਔਰਤਾਂ ਦੀ ਸ਼ਿਰਕਤ ਬਹੁਤ, ਸਹਿਯੋਗ ਬਹੁਤ ਜ਼ਰੂਰੀ ਆ, ਪਰ ਮੈਨੂੰ ਲੱਗਦਾ ਲੀਡ ਇੱਥੇ ਮੇਲਸ ਨੂੰ ਲੈਣੀ ਪੈਣੀ ਆ। ਹਾਂਜੀ, ਕਿਉਂਕਿ ਅਸੀਂ ਉਹ ਸਕਿੱਲਸ ਬੱਚਿਆਂ ਨੂੰ ਕਿੱਦਾਂ ਦੇਵਾਂਗੇ, ਐਜ਼ ਅ ਫਾਦਰ ਮੈਂ ਕਿੱਦਾਂ ਦੇ ਸਕਦਾ ਜਿਹੜੀਆਂ ਮੈਨੂੰ ਖੁਦ ਨੂੰ ਨਹੀਂ ਪਤਾ। ਮੈਂ ਉਹ ਕਿੱਦਾਂ ਬੱਚਿਆਂ ਨੂੰ ਉਹ ਸੈਂਸਿਬਲ ਬਣਾ ਸਕਦਾ, ਕੇਅਰਿੰਗ ਬਣਾ ਸਕਦਾ, ਸੋਸ਼ਲੀ ਰਿਸਪੌਂਸੀਬਲ ਬਣਾ ਸਕਦਾ, ਜੇ ਮੈਂ ਆਪ ਹੀ ਐਜ਼ ਅ ਮੇਲ, ਇਹ ਮੇਰੇ 'ਚ ਆਪਣੇ 'ਚ ਕੁਆਲਿਟੀਜ਼ ਨਹੀਂ ਹੈਗੀਆਂ। ਹਾਂਜੀ, ਉਹ ਬਾਕੀ ਮੈਨੂੰ ਲੱਗਦਾ ਆਪਣੀਆਂ ਕੁੜੀਆਂ ਨੂੰ ਵੀ ਸਾਨੂੰ ਐਜੂਕੇਟ ਕਰਨ ਦੀ ਲੋੜ ਆ ਕਿ ਤੁਸੀਂ ਬਰੋਬਰ ਹੋ। ਕਈ ਕੁੜੀਆਂ ਨੇ ਇੰਟਰਲਾਈਜ਼ ਕਰ ਲਈ ਆ ਇਹ ਗੱਲ ਕਿ ਅਸੀਂ ਮੁੰਡਿਆਂ ਦੇ ਬਰੋਬਰ ਨਹੀਂ।
ਮੈਂ ਕਈ ਬੱਚੀਆਂ ਨਾਲ ਗੱਲ ਕੀਤੀ, ਮੈਂ ਕਿਹਾ ਤੁਸੀਂ ਕਿਉਂ ਨਹੀਂ ਕਹਿੰਦੇ ਆਪਣੀ ਮੰਮੀ ਨੂੰ ਕਿ ਇਹ ਵੀ ਬਣਾਏ ਰੋਟੀਆਂ ਜੇ ਮੈਂ ਬਣਾਉਣੀ ਆ। ਪਰ ਉਹਨਾਂ ਨੇ ਵੀ ਇਹ ਹੌਲੀ ਹੌਲੀ, ਕਿਉਂਕਿ ਇਹ ਬਹੁਤ ਛੋਟੇ ਹੁੰਦਿਆਂ ਤੋਂ ਦੇਖਦੇ ਆ, ਤੇ ਉਹ ਜਿੱਦਾਂ ਪਿੰਜਰੇ ਦੇ ਪੰਛੀ ਨੂੰ ਉੜਨਾ ਹੀ ਭੁੱਲ ਜਾਂਦਾ ਹੈ ਜੀ। ਸੋ ਮੈਨੂੰ ਲੱਗਦਾ ਕਿ ਆਪਾਂ ਨੂੰ ਕੁੜੀਆਂ ਨੂੰ ਵੀ ਐਜੂਕੇਟ ਦੀ ਕਰਨ ਦੀ ਲੋੜ ਹੈ ਕਿ ਬੇਟਾ ਦਿਸ ਕਾਈਂਡ ਆਫ ਲੈਂਗੁਏਜ ਵਿਦ ਯੂ, ਇਹ ਚੀਜ਼ਾਂ ਐਕਸੈਪਟੇਬਲ ਨਹੀਂ ਹੈ। ਤੇ ਮੈਨੂੰ ਲੱਗਦਾ ਹੋਰ ਪ੍ਰੋਗਰਾਮ ਹੋਣੇ ਚਾਹੀਦੇ ਆ ਜਿੱਥੇ ਕੁੜੀਆਂ ਆਪਣਾ ਪੱਖ ਰੱਖਣ। ਸਾਡੇ ਇੱਥੇ ਐਲਬਰਟਾ ਯੂਨੀਵਰਸਿਟੀ 'ਚ ਇੱਕ ਵਾਰੀ ਕੌਰਸ ਕਰਕੇ ਇੱਕ ਪ੍ਰੋਗਰਾਮ ਕਰਾਇਆ ਕੁੜੀਆਂ ਦਾ, ਉੱਥੇ ਮੈਂ ਆਪਣੇ ਬੇਟੇ ਨੂੰ ਲੈ ਕੇ ਗਿਆ। ਉਹ ਕਹਿੰਦਾ ਡੈਡ ਅੱਜ ਤੋਂ ਬਾਅਦ ਮੇਰਾ ਜ਼ਿੰਦਗੀ ਭਰ ਲਈ ਖਿਆਲ, ਉੱਥੇ ਸਾਰੀਆਂ ਕੁੜੀਆਂ ਸੀ, ਵਿਮਨ ਸੀ ਸਪੀਕਰ, ਯੰਗ ਕੁੜੀਆਂ, ਉਹ ਬੋਲੀਆਂ ਟੌਪਿਕਸ ਦੇ ਉੱਤੇ। ਉਹ ਕਹਿੰਦਾ ਥੈਂਕ ਯੂ ਤੂੰ ਮੈਨੂੰ ਲੈ ਕੇ ਆਇਆ ਇੱਥੇ, ਜੇ ਤੂੰ ਮੈਨੂੰ ਨਾ ਲੈ ਕੇ ਆਉਂਦਾ ਤਾਂ ਮੈਂ ਕਈ ਸੋਚਾਂ ਤਾਂ ਮੇਰੀਆਂ ਟੁੱਟ ਹੀ ਨਹੀਂ ਸਕਦੀਆਂ ਸੀ। ਸੋ ਇਦਾਂ ਦੇ ਪ੍ਰੋਗਰਾਮ ਕਮਿਊਨਿਟੀ 'ਚ ਆਰਗੇਨਾਈਜ਼ ਕਰਨ ਦੀ ਲੋੜ ਆ ਜਿੱਥੇ ਵਿਮਨਸ ਆਪਣਾ ਪੱਖ ਰੱਖਣ। ਹਾਂਜੀ, ਐਜ਼ ਅ ਮੇਲ ਸਣੇ ਮੇਰੇ ਅਸੀਂ ਨਹੀਂ ਸਮਝ ਪਾਉਂਦੇ ਕੁੜੀਆਂ ਦਾ ਪੱਖ। ਸਾਡੇ ਮਾਸ਼ਰੇ 'ਚ ਨਹੀਂ ਇਹ ਗੱਲਾਂ ਹੁੰਦੀਆਂ ਸੀਗੀਆਂ ਕਿ ਕੁੜੀਆਂ ਕਿੱਦਾਂ, ਉਹਨਾਂ ਦੀਆਂ ਭਾਵਨਾ, ਮੁੰਡੇ ਉਹਨਾਂ ਨਾਲ ਕਿੱਦਾਂ ਮਿਸਬਿਹੇਵ ਕਰਦੇ ਆ, ਉਹਨਾਂ ਦੀਆਂ ਕੀ ਮੁਸ਼ਕਲਾਂ ਆ। ਜੇ ਕੁੜੀਆਂ ਸਾਨੂੰ ਦੱਸੂਗੀਆਂ, ਮੈਨੂੰ ਲੱਗਦਾ ਅਸੀਂ ਦੱਸ ਸਕਾਂਗੇ ਉਹਨਾਂ ਪ੍ਰੋਬਲਮਸ ਨੂੰ। ਹਾਂਜੀ, ਤੇ ਬਾਕੀ ਮੈਨੂੰ ਲੱਗਦਾ ਘਰਾਂ ਦੇ ਵਿੱਚ ਜਿਹੜਾ ਸਲੀਕਾ ਹੈ ਨਾ, ਉਹ ਵੀ ਜ਼ਿੰਮੇਵਾਰੀ ਆ ਸਾਡੀ। ਮੈਂ ਦੇਖਿਆ ਬਹੁਤ ਘਰਾਂ ਦੇ ਵਿੱਚ ਗਾਲਾਂ ਇੱਕ ਆਮ ਢੰਗ ਆ, ਕਿਉਂਕਿ ਵਾਇਲੈਂਸ ਜਿਹੜਾ ਹੈ ਨਾ ਹੌਲੀ ਹੌਲੀ ਉਹ ਆਪਣੇ ਵਰਸਟ ਰੂਪ ਦੇ ਵਿੱਚ ਆਉਂਦਾ। ਕਿਤੇ ਨਾ ਕਿਤੇ ਗੱਲ ਪਹਿਲਾਂ ਸਲੀਕੇ ਤੋਂ ਹੀ ਸ਼ੁਰੂ ਹੁੰਦੀ, ਬੰਦਾ ਸਲੀਕੇ ਤੋਂ ਹੀ ਬਾਹਰ ਹੁੰਦਾ ਹੈ ਜੀ। ਤੇ ਇੱਕ ਗੱਲ ਮੈਨੂੰ ਹੋਰ ਨਹੀਂ ਪਤਾ ਵੀ ਮੈਂ ਕਿੱਦਾਂ ਕਵਾਂ, ਪਰ ਮੈਂ ਚਾਹੁੰਦਾ ਬਲਦੇਵ ਭਾਜੀ ਉੱਤੇ ਜ਼ਰੂਰ ਕਰਨ ਕਿ ਦੇਖੋ ਇਹ ਮੁਸ਼ਕਲ ਬਹੁਤ ਵੱਡੀ ਆ, ਤੇ ਇਹਦੇ ਤੇ ਕੋਈ ਵੀ ਜਿਹੜਾ ਇੰਸਟੀਟਿਊਸ਼ਨ ਆ ਉਹਦੇ ਵਿੱਚ ਕਿਤੇ ਵੀ ਇਹ ਗੱਲ ਨਹੀਂ, ਚਾਹੇ ਕੋਈ ਮੋਡਿਊਲਸ ਹੋਣ, ਚਾਹੇ ਕੋਈ ਪ੍ਰੋਗਰਾਮ ਹੋਵੇ ਜਿੱਥੇ ਯੰਗ ਮੁੰਡੇ ਅਟੈਂਡ ਕਰਕੇ ਸਰਟਨ ਗੱਲਾਂ ਦੇ ਵੱਲ ਐਜੂਕੇਟ ਹੋ ਸਕਣ, ਕੋਈ ਵਰਕਸ਼ਾਪਸ ਹੋਣ ਇੱਦਾਂ ਦੀਆਂ ਜਿੱਥੇ ਅਸੀਂ ਯੰਗ ਮੁੰਡਿਆਂ ਨੂੰ ਇਹ ਸਿਖਾ ਸਕੀਏ ਕਿ ਆਹ ਜਿਹੜਾ ਤੁਹਾਡਾ ਬਿਹੇਵੀਅਰ ਆ ਇਹ ਕਰੈਕਸ਼ਨ ਮੰਗਦਾ ਆ। ਹਾਂਜੀ, ਸੋ ਇੱਕ ਮੇਰੀ ਆਖਰੀ ਬੇਨਤੀ ਆ ਵੀ ਜਿੰਨੀਆਂ ਵੀ ਯੰਗ ਫੀਮੇਲ ਪਾਰਟਿਸਪੈਂਟਸ ਆ ਅੱਜ, ਉਹ ਸਾਨੂੰ ਆਪਣਾ ਵਿਊ ਜ਼ਰੂਰ ਦੱਸਣ, ਸਾਰੇ ਹੀ ਦੱਸਣ, ਤਾਂ ਕਿ ਅਸੀਂ ਉਹਨਾਂ ਦੇ ਪਰਸਪੈਕਟਿਵ ਤੋਂ, ਕਿਉਂਕਿ ਮੇਰੇ ਕੋਲ 2 ਬੇਟੇ ਆ, ਮੈਂ ਉਹਨਾਂ ਦੇ ਪਰਸਪੈਕਟਿਵ ਤੋਂ ਸਮਝ ਸਕਾਂ ਵੀ ਮੈਂ ਕਿੱਦਾਂ ਇਹ ਪ੍ਰੋਬਲਮ, ਮੈਂ ਕਿੱਦਾਂ ਪਾਲਾਂ ਸੈਂਸਿਬਲ ਮੁੰਡੇ, ਮੈਂ ਕਿੱਦਾਂ ਕੇਅਰਿੰਗ, ਉਹ ਕਿੱਦਾਂ ਸੋਚਦੀਆਂ ਕਿ ਮੁੰਡੇ ਸੈਂਸਿਬਲ ਨਹੀਂ ਆ, ਸੋ ਕਿੱਦਾਂ ਉਹ ਸੈਂਸਿਬਲ ਹੋਣ, ਕਿੱਦਾਂ ਸੋਚਦੀਆਂ ਵੀ ਇਹ ਕੇਅਰਿੰਗ ਨਹੀਂ ਆ, ਕਿੱਦਾਂ ਹੋਣ ਸੋਸ਼ਲੀ ਰਿਸਪੌਂਸਿਬਲ। ਉਹਨਾਂ ਦੀਆਂ ਜਿੰਨਾ ਅਸੀਂ, ਮੈਨੂੰ ਲੱਗਦਾ ਉਹਨਾਂ ਤੋਂ ਸੁਣਾਂਗੇ, ਉਹਨਾਂ ਸਾਨੂੰ ਬੈਟਰ ਹੋਮਵਰਕ ਮਿਲੇਗਾ। ਹਾਂਜੀ, ਤੇ ਮੈਂ ਐਂਡ 'ਚ ਇਹ ਚਾਹੂੰਗਾ ਬਲਦੇਵ ਭਾਜੀ ਥੋੜਾ ਇਹਦੇ ਤੇ ਜ਼ਰੂਰ ਕਰਨ, ਜਿਹੜੇ ਕੁਝ ਪ੍ਰੈਕਟੀਕਲ ਰਾਏ ਦੇਣ ਜਿਹੜੀਆਂ ਅਸੀਂ ਘਰਾਂ 'ਚ ਪ੍ਰੈਕਟਿਸ ਕਰੀਏ, ਤਾਂ ਕਿ ਅਸੀਂ ਇਹ ਸਿਰਫ ਇੱਥੇ ਗੱਲਬਾਤ ਨਾ ਕਰੀਏ, ਇਹਨੂੰ ਪ੍ਰੈਕਟੀਕਲ ਰੂਪ ਦੇ ਵਿੱਚ ਅਪਲਾਈ ਵੀ ਕਰ ਸਕੀਏ ਆਪਣੇ ਘਰਾਂ ਦੇ ਵਿੱਚ। ਹਾਂਜੀ, ਥੈਂਕ ਯੂ ਸੋ ਮਚ ਸਮਾਂ ਦੇ ਲਈ, ਧੰਨਵਾਦ। ਥੈਂਕ ਯੂ ਹਰਜੀਤ ਜੀ, ਤੁਸੀਂ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਇੱਕ ਗੱਲ ਨੂੰ ਬੜੀ ਸੰਜੀਦਗੀ ਦੇ ਨਾਲ ਕਿਹਾ। ਸਾਡੇ ਸਾਰੇ ਪੁਆਇੰਟ ਬਹੁਤ ਹੀ ਵੈਲਿਊਏਬਲ ਨੇ, ਅਰੇ ਪ੍ਰੈਕਟੀਕਲ ਗੱਲਾਂ ਨੇ, ਇਹਦੇ 'ਚ ਕੋਈ ਉਹ ਦੋ ਰਾਏ ਨਹੀਂ ਗੀ, ਬਹੁਤ ਪ੍ਰੈਕਟੀਕਲ ਗੱਲਾਂ ਹੈਗੀਆਂ। ਔਰ ਇਹ ਐਗਜ਼ਿਸਟੈਂਸ ਜਿਹੜੀ ਹੈਗੀ ਆ, ਇਹਦੇ ਉੱਤੇ ਸਿਰਫ ਗੱਲ ਕਰਨ ਨਾਲ ਨਹੀਂ, ਇਹਦੇ ਤੇ ਐਕਟ ਕਰਨ ਦੇ ਨਾਲ ਇਹ ਗੱਲ ਅੱਗੇ ਤੁਰੇਗੀ। ਸੋ ਆਪਾਂ ਇੱਕ ਇਹੋ ਜਿਹਾ ਪਲੇਟਫਾਰਮ ਜਿਹੜਾ ਹੈਗਾ ਹੁਣ ਆਪਾਂ, ਜਿਹਦੇ ਤੇ ਆਪਾਂ ਖੁੱਲ੍ਹ ਕੇ ਗੱਲ ਕਰ ਸਕਦੇ ਹੈਗੇ ਆ, ਪਲਾਨ ਕਰ ਸਕਦੇ ਹੈਗੇ ਆ। ਸੋ ਸਾਰੀਆਂ ਗੱਲਾਂ ਮੈਂ ਤੁਹਾਡੀਆਂ ਤਕਰੀਬਨ ਜਿਹੜੀਆਂ ਤੁਸੀਂ ਗੱਲਾਂ ਕਹੀਆਂ ਨੋਟ ਕੀਤੀਆਂ ਨੇ, ਆਪਾਂ ਉਹਨਾਂ ਦੇ ਉੱਤੇ ਇੱਕ ਪੁਆਇੰਟ ਲੈ ਕੇ ਗੱਲ ਕਰਦੇ ਜਾਵਾਂਗੇ ਹੌਲੀ ਹੌਲੀ। ਸੋ ਬਿਫੋਰ ਬਲਦੇਵ ਜੀ ਆਪਣੇ ਇਹਦੇ ਉੱਤੇ ਕਮੈਂਟ ਦੇਣ, ਮੈਂ ਜਿਹੜੇ ਪਾਰਟਿਸਪੈਂਟ ਨੇ ਮਨਜਿੰਦਰ, ਪੁਨੀਤ, ਕਮਲ, ਤੁਸੀਂ ਕੁਝ ਕਹਿਣਾ ਚਾਹੋਗੇ ਜੋ ਹਰਜੀਤ ਜੀ ਨੇ ਗੱਲਬਾਤ ਕੀਤੀ ਹੈ ਉਹਦੇ ਤੇ ਕੁਝ ਕਮੈਂਟ ਹੋਣ ਤੁਹਾਡੇ? Rinder sir, can I say something? ਹਾਂਜੀ ਜੀ। ਹਾਂਜੀ ਰਿੰਦਰ ਸਰ, ਬਿਫੋਰ ਮੈਂ ਇੱਕ ਜੋ ਉन्होंने ਹਰਜੀਤ ਜੀ ਤੁਸੀਂ ਬਹੁਤ ਜ਼ਿਆਦਾ ਬਿਊਟੀਫੁਲ ਪੁਆਇੰਟਸ ਰੇਜ਼ ਕੀਤੇ हैं ਜੋ ਐਕਚੁਅਲੀ ਆਈ ਥਿੰਕ ਹਰ ਫਾਦਰ ਨੂੰ ਜਾਂ ਹਰ ਇੱਕ ਘਰ ਦੇ ਵਿੱਚ ਇੱਕ ਸੈਲਫ ਰਿਫਲੈਕਸ਼ਨ ਮੰਗਦੇ हैं ਕਿ ਅਸੀਂ ਬੈਠ ਕੇ ਇਸ ਤੇ ਵਿਚਾਰ ਕੀਤਾ ਜਾਏ ਐਟਲੀਸਟ।
ਤੇ ਬਿਲਕੁਲ ਮੈਂ ਇੱਕ ਛੋਟਾ ਜਿਹਾ ਪੁਆਇੰਟ ਬਲਦੇਵ ਅੰਕਲ ਦੀ ਗੱਲ ਤੋਂ ਚੁੱਕਾਂਗੀ। ਸਭ ਤੋਂ ਪਹਿਲੇ ਜੋ ਬਹੁਤ ਜ਼ਿਆਦਾ ਇੰਪੈਕਟ ਕੀਤਾ ਮੈਨੂੰ ਕਿ ਸਾਡੀ ਸ਼ਾਇਦ ਹੈਰੀਡਿਟਰੀ ਅਸੀਂ ਐਸੇ ਜੀਨਸ ਲੈ ਚੁੱਕੇ ਹਾਂ ਆਪਣੀਆਂ ਜਨਰੇਸ਼ਨਸ ਤੋਂ। ਇਹਦੇ ਸਾਈਕੋਲੋਜੀਕਲੀ ਅਗਰ ਮੈਂ ਸਾਈਕੋਲੋਜੀਕਲ ਪਰਸਪੈਕਟਿਵ ਤੇ ਗੱਲ ਕਰਾਂ ਤਾਂ ਸਟੱਡੀਜ਼ ਨੇ ਜਿਨ੍ਹਾਂ ਨੇ ਪ੍ਰੂਵ ਕੀਤਾ ਹੈ ਕਿ এনवायरमेंट ਬਹੁਤ ਮੇਜਰ ਰੋਲ ਪਲੇ ਕਰਦਾ ਹੈ ਜਦੋਂ ਅਸੀਂ ਜੀਨਸ ਕੈਰੀ ਫਾਰਵਰਡ ਹੁੰਦੇ ਆ, ਔਰ ਉਹ ਇੱਕ ਜਨਰੇਸ਼ਨ ਨਹੀਂ, ਉਹ ਅਗਲੀਆਂ 1000 ਜਨਰੇਸ਼ਨਸ ਵਿੱਚ ਉਹ ਜੀਨਸ ਦੇ ਕਣ ਮੌਜੂਦ ਰਹਿੰਦੇ ਆ ਤੇ ਉਹ ਸਾਨੂੰ ਨਹੀਂ ਪਤਾ ਹੁੰਦਾ ਕਿ ਉਹ ਕਿਹੜੀ ਜਨਰੇਸ਼ਨ ਤੇ ਆ ਕੇ ਉਹ ਜੀਨਸ ਐਕਟਿਵ ਹੋ ਜਾਂਦੇ ਆ। ਤਾਂ ਉਹ ਚੀਜ਼ ਬਲਦੇਵ ਅੰਕਲ ਦੀ ਬਹੁਤ ਜ਼ਿਆਦਾ ਵੈਲਿਊਏਬਲ ਔਰ ਬਹੁਤ ਜ਼ਿਆਦਾ ਕੰਕਰੀਟ ਔਰ ਰਿਸਰਚ ਬੇਸਡ ਹੈ ਕਿ ਅਸੀਂ ਸ਼ਾਇਦ ਸਾਡੀ ਪੰਜਾਬੀ ਕਮਿਊਨਿਟੀ ਪੈਦਾ ਹੀ ਕੁਝ ਜੀਨਸ ਐਸਿਆਂ ਨਾਲ ਹੁੰਦੀ ਹੈ ਜਿਹਦੇ ਨਾਲ ਅਸੀਂ ਸਾਡਾ ਟੈਂਪਰਾਮੈਂਟ ਐਗਰੈਸਿਵ ਜ਼ਿਆਦਾ ਹੁੰਦਾ ਐਜ਼ ਕੰਪੇਅਰ ਟੂ ਅਦਰਸ। ਤੇ ਜਦੋਂ ਉਹ ਆਲਰੇਡੀ ਪੋਜੈਸ਼ਨ ਹੈ ਜੀਨਸ ਦੀ ਤੇ ਜਦੋਂ ਸਾਨੂੰ এনवायरमेंट ਔਰ ਸੋਸਾਇਟੀ ਐਸੀ ਮਿਲਦੀ ਹੈ ਤਾਂ ਉਹ ਫਿਰ ਉਹ ਇੱਕ ਛੋਟਾ ਜਿਹਾ ਜਿਵੇਂ ਤੁਸੀਂ ਪੌਦਾ ਲਗਾਉਂਦੇ ਹੋ ਤੇ ਉਹਨੂੰ ਜੇ ਪਾਣੀ ਵੀ ਮਿਲੇ ਤੇ ਸਨਲਾਈਟ ਵੀ ਮਿਲੇ ਤਾਂ ਉਹਨੇ ਫੁੱਲਣਾ ਤਾਂ ਹੈ ਹੀ ਹੈ। ਤਾਂ ਉਹ ਸਾਡੇ ਜੀਨਸ ਨੂੰ ਸਾਡੀ ਇੱਕ ਜਿਹੜੀ ਸੋਸਾਇਟੀ ਹੈਗੀ ਹੈ, ਸੋਸਾਇਟੀ ਦੇ ਜਿਹੜੇ ਨੋਰਮਸ ਹੈਗੇ ਆ, ਉਹ ਇੱਕ এনवायरमेंट ਮਿਲਦਾ ਔਰ ਉਹ ਜੀਨ ਸਾਡੇ ਫੁੱਲਦੇ ਜਾ ਰਹੇ ਹੈ ਔਰ ਅਸੀਂ ਜ਼ਿਆਦਾ ਇੱਕ ਐਗਰੈਸਿਵ ਕਮਿਊਨਿਟੀ ਟਰਾਂਸਫਾਰਮ ਹੁੰਦੇ ਜਾ ਰਹੇ ਹਾਂ ਐਜ਼ ਕੰਪੇਅਰ ਟੂ ਅਦਰ ਕਮਿਊਨਿਟੀਜ਼। ਤੇ ਜਿੱਥੇ ਇਨਇਕੁਐਲਿਟੀ ਦੀ ਗੱਲ ਆਉਂਦੀ ਹੈ, ਅਰਜੀਤ ਜੀ ਤੁਸੀਂ ਬਹੁਤ ਬਿਊਟੀਫੁਲ ਪੁਆਇੰਟ ਰੇਜ਼ ਕੀਤਾ ਔਰ ਅਨਫੋਰਚੂਨੇਟਲੀ ਅਸੀਂ ਕੁਛ ਈਵਨ ਬਾਏ ਜਨਰੇਸ਼ਨਸ ਸਾਡੀ ਜਿਹੜੀ ਇਨਇਕੁਐਲਿਟੀ ਐਗਜ਼ਿਸਟ ਕਰ ਰਹੀ ਹੈ। ਈਵਨ ਕਿ ਕੁਛ ਰਿਚੁਅਲਸ ਅਗਰ ਦੇਖਿਆ ਜਾਏ ਅਸੀਂ ਕਿ ਉਹ ਅਸੀਂ ਜਿਵੇਂ ਮੇਲ ਡੋਮੀਨੈਂਸ ਜਾਂ ਮੇਲ ਪ੍ਰੈਫਰੈਂਸ ਦੀ ਜੇ ਗੱਲ ਕਰੀਏ ਤਾਂ ਸੋਸਾਇਟੀ ਈਵਨ ਕੁਛ ਰਿਚੁਅਲਸ ਵੀ ਪਰਫਾਰਮ ਕਰਨੇ ਇੱਕ ਮੇਲ ਨੂੰ ਇੱਕ ਫੀਮੇਲ ਨੂੰ ਅਲਾਉ ਨਹੀਂ ਕਰਦੇ। ਫॉर एग्जाम्पल ਜੇ ਕਿਸੇ ਦੀ ਫੈਮਿਲੀ 'ਚ ਡੈਥ ਹੁੰਦੀ ਹੈ ਤਾਂ ਉਹ ਕਹਿੰਦੇ ਆ ਕਿ ਜੀ ਜਿਹੜੀ ਲਾਸਟ ਅਗਨੀ ਦੇਗਾ ਉਹਦੇ ਲਈ ਵੀ ਤੁਹਾਨੂੰ ਇੱਕ ਮੁੰਡੇ ਦੀ ਲੋੜ ਹੈ। ਉਹ ਵੀ ਇੱਕ ਕੁੜੀ ਨੂੰ ਇੰਨਾ ਵੀ ਹੱਕ ਨਹੀਂ ਹੈ ਕਿ ਉਹ ਮਰਨ ਤੋਂ ਬਾਅਦ ਆਪਣੇ ਪੇਰੈਂਟਸ ਨੂੰ ਅਗਨੀ ਵੀ ਦੇ ਸਕੇ। ਸੋ ਉਹ ਚੀਜ਼ਾਂ ਉਹ ਜਿਹੜਾ ਇੱਕ ਵੈਬ ਇੰਨਾ ਜ਼ਿਆਦਾ ਕ੍ਰੀਏਟ ਹੋਇਆ ਉਹਨੂੰ ਬਹੁਤ ਗੰਦੇ ਤਰੀਕੇ ਨਾਲ ਬ੍ਰੇਕ ਕਰਨ ਦੀ ਡਿਸਮੈਂਟਲ ਕਰਨ ਦੀ ਬਹੁਤ ਜ਼ਿਆਦਾ ਇੱਕ ਸਖਤ ਲੋੜ ਹੈ। ਤੇ ਇੱਕ ਹੋਰ ਚੀਜ਼ ਕਿ ਤੁਸੀਂ ਬਹੁਤ ਵਧੀਆ ਗੱਲ ਜੋ ਕਹੀ ਕਿ ਫੀਮੇਲਸ ਨੂੰ ਮੇਲਸ ਨੂੰ ਜਾਂ ਫਾਦਰਸ ਨੂੰ ਘਰ ਦੇ ਵਿੱਚ ਟਾਈਮ ਦੇਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਮੈਂ ਇੱਕ ਛੋਟੀ ਜਿਹੀ ਐਗਜ਼ਾਮਪਲ ਇੱਥੇ ਲਵਾਂਗੀ। ਬੀਇੰਗ ਅ ਨਿਊ ਕਮਰ ਤੁਹਾਨੂੰ ਪਤਾ ਹੈ ਕਿ ਇੱਥੇ ਜੌਬਸ ਫਾਈਂਡ ਕਰਨਾ ਬਹੁਤ ਹਾਰਡ ਹੁੰਦਾ ਹੈ ਤੇ ਸਟਾਰਟਿੰਗ ਵਿੱਚ ਆ ਕੇ ਸ਼ਾਇਦ ਬੰਦਾ 2-2 ਸ਼ਿਫਟਸ ਵੀ ਲਗਾਉਂਦਾ ਹੈ, 2-2 ਕੰਮ ਵੀ ਕਰਦਾ ਹੈ। ਕਿਉਂਕਿ ਮੈਂ ਵਰਕਿੰਗ ਨਹੀਂ ਸੀ ਕੁਝ ਟਾਈਮ ਪਹਿਲੇ ਤੱਕ, ਬਟ ਮੇਰੀ ਬੇਟੀ ਬਹੁਤ ਛੋਟੀ ਹੈ, ਮੇਰੀ ਬੇਟੀ 3 ਸਾਲ ਦੀ ਹੁਣ ਹੋਈ ਹੈ ਤੇ ਮੇਰੇ ਹਸਬੈਂਡ ਨੇ ਡਿਸਾਈਡ ਕੀਤਾ ਕਿ ਚਲੋ ਠੀਕ ਹੈ ਫੈਮਿਲੀ ਨੂੰ ਰੇਜ਼ ਕਰਨ ਲਈ ਮੈਂ 2 ਜੌਬਸ ਵੀ ਸਟਾਰਟ ਕਰ ਲੈਣਾ ਅਗਰ ਸਾਡਾ ਖਰਚਾ ਨਹੀਂ ਪੂਰਾ ਪੈਂਦਾ ਤਾਂ। ਬਟ ਦੈਨ ਅਸੀਂ ਜਦੋਂ ਬੈਠ ਕੇ ਸੋਚਿਆ ਕਿ ਜੇ ਤੁਸੀਂ ਸਵੇਰੇ 6 ਵਜੇ ਜਾਓ ਔਰ ਰਾਤੀ 10 ਵਜੇ ਘਰ ਆਓ ਤੇ ਬੱਚਾ ਤਾਂ ਸਿਰਫ ਤੁਹਾਨੂੰ ਸੈਟਰਡੇ ਸੰਡੇ ਮਿਲੇਗਾ। ਐਂਡ ਦੈਨ ਹੀ ਹਿਮਸੈਲਫ ਉਹਨੇ ਖੁਦ ਇਹ ਸਟੈਪ ਲਿਆ ਕਿ ਅਸੀਂ ਥੋੜੇ ਚ ਗੁਜ਼ਾਰਾ ਕਰ ਲਾਂਗੇ, ਛੋਟੀ ਬੇਸਮੈਂਟ ਚ ਰਹਿ ਲਾਂਗੇ, ਜ਼ਿਆਦਾ ਦੇਰ ਤੱਕ ਬੇਸਮੈਂਟ 'ਚ ਰਹਿ ਲਾਂਗੇ, ਬਟ ਹਾਂ ਮੇਰਾ ਬੱਚੇ ਨਾਲ ਟਾਈਮ ਸਪੈਂਡ ਕਰਨਾ ਜ਼ਿਆਦਾ ਜ਼ਰੂਰੀ ਹੈ। ਨਹੀਂ ਤਾਂ ਉਹਨੂੰ ਇੱਕ ਫਾਦਰ ਦੀ ਵੈਲਿਊ ਖਤਮ ਹੋ ਜਾਏਗੀ ਉਹਦੀ ਲਾਈਫ 'ਚ, ਉਹਨੂੰ ਪਤਾ ਹੀ ਨਹੀਂ ਰਹੇਗਾ ਕਿ ਫਾਦਰ ਦੇ ਨਾਮ ਦੀ ਫਾਦਰ ਦੀਆਂ ਵੀ ਕੋਈ ਰਿਸਪੌਂਸਿਬਿਲਿਟੀਜ਼ ਹੈ। ਸੋ ਉਹ ਚੀਜ਼ ਆਈ ਥਿੰਕ ਤੁਸੀਂ ਬਹੁਤ ਵੈਲਿਊਏਬਲ ਕਹੀ ਹੈ ਕਿ ਸਾਰਾ ਬੱਚੇ ਦਾ ਦਾਰੋਮਦਾਰ ਮਾਂ ਤੇ ਨਾ ਸੁੱਟ ਕੇ ਫਾਦਰਸ ਨੂੰ ਇਕੁਅਲ ਪਾਰਟਿਸਿਪੇਸ਼ਨ ਬੱਚੇ ਦੀ ਬ੍ਰਿੰਗਿੰਗ ਅਪ ਵਿੱਚ ਲੈਣੀ ਚਾਹੀਦੀ ਹੈ, ਇੱਕ ਅੱਗੇ ਵੱਧ ਕੇ ਹਿੱਸਾ ਲੈਣਾ ਚਾਹੀਦਾ ਹੈ ਤਾਂ ਕਿ ਐਟਲੀਸਟ ਜੋ ਚੀਜ਼ਾਂ ਇੱਕ ਸੇਮ ਜੈਂਡਰ ਤੋਂ ਜੇ ਉਹਨਾਂ ਨੂੰ ਪਾਸ ਔਨ ਹੋਣ ਤਾਂ ਆਈ ਥਿੰਕ ਉਹ ਜ਼ਿਆਦਾ ਵੈਲਿਊਏਬਲ ਹੋਣਗੀਆਂ ਉਹਨਾਂ ਲਈ। Okay, thank you, Harinder. I just have one comment ਕਿ ਜਿੰਨੀ ਗੱਲ ਕਰ ਰਹੇ ਹਾਂ ਸਾਰੀ ਪੈਟਰੀਆਰਕੀ ਦੇ ਅਰਾਊਂਡ ਘੁੰਮ ਰਹੀ ਹੈ। ਪੈਟਰੀਆਰਕੀ ਨੇ ਕੋਡਸ ਬਣਾਏ ਨੇ, ਜੈਂਡਰ ਦੇ ਕੋਡਸ ਬਣਾਤੇ ਨੇ। ਸੋ one is masculine and one is feminist. ਇਹ ਦੋਨੋਂ ਕੋਡਸ ਨੂੰ ਜਦੋਂ ਕੋਈ ਬ੍ਰੇਕ ਕਰਦਾ ਬਿਕੋਜ਼ ਇਹਨਾਂ ਨੂੰ ਸੋਸ਼ਲੀ ਜਿਹੜਾ ਹੈਗਾ ਇਹਨਾਂ ਨੂੰ ਐਨਫੋਰਸ ਕਰਤਾ ਗਿਆ ਸਾਰੀ ਪੂਰੀ ਦੀ ਪੂਰੀ ਕਮਿਊਨਿਟੀ ਦੇ ਉੱਤੇ ਤੇ ਕਲਚਰਲੀ ਇਹ ਸੈਂਕਸ਼ਨਡ ਵੀ ਹੋ ਗਏ ਨੇ। ਇਹ ਇਦਾਂ ਹੀ ਚੱਲੂਗਾ। ਤਾਂ ਇਹ ਐਨਫੋਰਸਮੈਂਟ ਤੇ ਦੀ ਸੈਂਕਸ਼ਨ ਹੋਣ ਕਰਕੇ ਹੁਣ ਜਦੋਂ ਕੋਈ ਕੋਡਸ ਨੂੰ ਬ੍ਰੇਕ ਕਰਦਾ ਤੇ ਉਹ ਅਨਨੈਚੁਰਲ ਲੱਗਦਾ ਬਿਕੋਜ਼ ਜੇ ਕੋਈ ਵੂਮਨ ਹੈ ਉਹ ਆਪਣੀ ਰਾਈਟ ਦੀ ਗੱਲ ਕਰਦੀ ਹੈ, ਇਹ ਵੈਂਪ ਹੈ, ਇਹ ਜ਼ਿਆਦਾ ਬੋਲਦੀ ਹੈ, ਇਹਨੂੰ ਜ਼ਿਆਦਾ ਤਕਲੀਫ ਹੈ, ਉਹ ਨੈਚੁਰਲ ਗੱਲ ਕਰ ਰਹੀ ਹੈ। She is asking for her human rights because women rights are also human rights. So ਉਹ ਜਦੋਂ ਕਿਸੇ women ਦੇ ਹੱਕਾਂ ਦੀ ਗੱਲ ਹੁੰਦੀ ਹੈ ਉਹਨੂੰ ਕਾਊਂਟਰ ਕੀਤਾ ਜਾਂਦਾ she is a male basher.
ਹੀ ਇਜ਼ ਅ ਫੈਮਿਨਾਜ਼ੀ, ਇਦਾਂ ਦੇ ਕਨਸੈਪਟਸ ਲੈ ਕੇ ਆਏ ਜਾਂਦੇ ਨੇ ਉਹਦੇ ਲਈ। ਉਹ ਬਿਲਕੁਲ ਇੱਕ ਨੈਚੁਰਲ ਚੀਜ਼ ਨੂੰ ਇੱਕ ਅਨਨੈਚੁਰਲ ਲੁਕਿੰਗ ਫਿਨੋਮੀਨਾ ਦਾ ਰੂਪ ਦਿੱਤਾ ਜਾਂਦਾ ਹੈ। ਨਾਓ these are the codes which have been created by this patriarchy। ਤੇ patriarchy ਇੰਨੀ ਡੇਂਜਰਸ ਚੀਜ਼ ਹੈ ਨਾ, ਇਹ ਦਿਖਦੀ ਨਹੀਂ ਹੈਗੀ। ਇਹਦੇ ਕਲਚਸ ਨੇ ਤੁਹਾਡੀ ਸਾਈਕੀ ਦੇ ਉੱਤੇ, ਤੁਹਾਡੀ ਮੈਂਟੈਲਿਟੀ ਦੇ ਉੱਤੇ, ਜਿਹਦੀਆਂ ਅੱਗੋਂ ਮੈਨੀਫੈਸਟੇਸ਼ਨ ਹੁੰਦੀਆਂ ਨੇ ਤੁਹਾਡੇ ਐਕਸ਼ਨਸ ਦੇ ਉੱਤੇ। ਇਹ ਦਿਖੂਗੀ ਨਹੀਂ, ਪਰ ਇਹਦੇ ਬਹੁਤ ਜ਼ਿਆਦਾ ਹਾਰਮਫੁਲ ਇੰਪੈਕਟ ਹੋ ਗਏ ਹੋਏ ਨੇ, ਕੋਈ ਵੀ ਜਾਣ ਕੇ ਜੇ ਇਹਨੂੰ ਨਾ ਡੀਲ ਕੀਤਾ। ਸੋ ਬਿਕਾਜ਼ ਇਹਦੇ ਵਿੱਚ ਆਪਾਂ ਕੀ ਕਰ ਰਹੇ ਹਾਂ, ਆਪਣੀ ਜਿਹੜੀ ਅਪਰੋਚ ਹੈਗੀ ਹੈ ਨਾ, ਆਮ ਲਾਈਕ ਵੈਰੀ ਗਲੈਡ ਵੀ ਆ ਵਾਈ ਆਰ ਗੁੱਡਮੈਨ ਸਾਇਲੈਂਟ ਦੇ ਉੱਤੇ ਸਾਰੇ ਇਹ ਗੱਲ ਕਰ ਰਹੇ ਨੇ ਮੈਨ ਨੂੰ ਕੀ ਚੇਂਜ ਕਰਨਾ ਚਾਹੀਦਾ। ਹਾਲਾਂਕਿ ਜਿਹੜੀ ਅਪਰੋਚ ਨਾਰਮਲੀ ਹੁੰਦੀ ਹੈ ਵਿਮਨ ਇਸ਼ੂ, ਜਦੋਂ ਤੁਸੀਂ ਉਹਨੂੰ ਕਹਿ ਹੀ ਵਿਮਨ ਇਸ਼ੂ ਦਿੱਤਾ, ਮੈਨ ਕਿੱਥੇ ਸੁਣਨਗੇ, ਉਹ ਤਾਂ ਨਿਕਲ ਜਾਣਗੇ, ਅਰੇ ਸਾਡੇ ਕੰਮ ਦੀ ਨਹੀਂ ਗੱਲ ਹੈ, ਵਿਮਨ ਐਵੇਂ ਰੌਲਾ ਪਾਈ ਜਾਂਦੀਆਂ, ਚਲੋ ਇੱਥੋਂ। ਜੈਂਡਰ ਇਸ਼ੂ ਬਾਈ ਡਿਫਾਲਟ ਵਿਮਨ ਇਸ਼ੂ ਬਣ ਜਾਂਦਾ ਹੈ, ਕਾਸਟ ਦਾ ਇਸ਼ੂ ਬਾਈ ਡਿਫਾਲਟ ਬਲੈਕਸ ਦਾ ਬਣ ਜਾਂਦਾ ਹੈ, ਰੇਸ ਦਾ ਇਸ਼ੂ ਬਾਈ ਡਿਫਾਲਟ ਬਲੈਕ ਲੋਕਾਂ ਦਾ ਬਣ ਜਾਂਦਾ ਹੈ। ਤੇ ਜੇ ਆਪਾਂ ਕਹੀਏ ਕੋਈ ਸੈਕਸ਼ੂਅਲ ਓਰੀਐਂਟੇਸ਼ਨ ਦੀ ਗੱਲ ਕਰੀਏ, ਇਹ LGBTQ ਵਾਲੇ ਲੋਕਾਂ ਦੀ ਗੱਲ ਹੋਣੀ, ਸਾਡੇ ਨਾਲ ਕੋਈ ਲੈਣਾ ਦੇਣਾ ਨਹੀਂ। ਜਿਹੜੇ ਨਾਰਮਲ ਲੋਕ ਨੇ ਉਹਨਾਂ ਦਾ ਕਿਹੜਾ ਕੋਈ ਜੈਂਡਰ ਨਹੀਂ ਹੈਗਾ, ਮੇਲ ਦਾ ਕਿਹੜਾ ਕੋਈ ਜੈਂਡਰ ਨਹੀਂ ਹੈਗਾ। ਜਦੋਂ ਜੈਂਡਰ ਇਸ਼ੂਜ਼ ਦੀ ਗੱਲ ਹੁੰਦੀ, ਇਕੱਲੇ ਵਿਮਨ ਦੇ ਉੱਤੇ ਹੀ ਕਿਉਂ ਪੈ ਜਾਂਦੀ ਆ ਕੇ। ਸੋ ਇੱਥੋਂ ਆਪਣੀ ਜਿਹੜੀ ਮੈਂਟੈਲਿਟੀ ਹੈ ਨਾ, ਇਹਦਾ ਪਤਾ ਲੱਗਦਾ ਵੀ ਸਾਡਾ ਜਿਹੜਾ ਝੁਕਾਅ ਹੁੰਦਾ ਉਹ ਹਮੇਸ਼ਾ ਜਿਹੜਾ ਵਿਕਟਿਮ ਹੈ ਉਹਨੂੰ ਉਹਦੇ ਬਾਰੇ ਡਿਸਕਸ ਕਰਨ ਦੇ ਆਲੇ ਦੁਆਲੇ ਘੁੰਮਦਾ ਰਹਿੰਦਾ, ਰੈਦਰ ਦੈਨ ਸੋਲੂਸ਼ਨ ਫਾਈਂਡ ਕਰਨਾ। ਸੋਲੂਸ਼ਨ ਕਿੱਥੋਂ ਨਿਕਲਣਾ? ਸੋਲੂਸ਼ਨ ਵਿਮਨ ਇਸ਼ੂਜ਼ ਦਾ ਤਾਂ ਮੇਲ ਚੋਂ ਨਿਕਲਣਾ। ਵਿਮਨ ਨੇ ਤਾਂ ਹੋ ਗਿਆ ਜੋ ਹੋਣਾ ਸੀ, ਵਿਮਨ ਤਾਂ ਸਹਿਰੀ ਹੈ, ਮੇਲ ਦੇ ਉੱਤੇ ਕੰਮ ਕਰਨਾ। ਸੋ ਦ ਜੈਂਡਰ ਇਸ਼ੂਜ਼ ਆਰ ਮੈਨਸ ਇਸ਼ੂ। ਜਿਹੜਾ ਵਿਕਟਿਮ ਹੈਗਾ ਉਹਨੂੰ ਬਾਹਰ ਕੱਢ ਕੇ ਜੇ ਅਸੀਂ ਪਰਪੇਟਰੇਟਰ ਨੂੰ ਵਿੱਚ ਲੈ ਕੇ ਆਈਏ ਤੇ ਫਿਰ ਇਹਦੇ ਉੱਤੇ ਕੰਮ ਹੋ ਸਕਦਾ। ਨਾ ਆਮ ਗਲੈਡ ਦਿਸ ਵੈਬਿਨਾਰ ਇਜ਼ ਟਾਕਿੰਗ ਅਬਾਊਟ ਵਾਈ ਆਰ ਗੁੱਡ ਮੈਨ ਸਾਇਲੈਂਟ, ਦੈਟਸ ਵਾਟ ਦ ਆਬਜੈਕਟਿਵ ਇਜ਼। ਵੀ ਜੇ ਤੁਸੀਂ ਇੱਕ ਐਗਜ਼ਾਮਪਲ ਸੈੱਟ ਕਰਦੇ ਹੋ ਆਪਣੇ ਘਰ 'ਚ, ਆਪਣੀ ਕਮਿਊਨਿਟੀ 'ਚ ਜਾਂ ਆਪਣੇ ਨੇਬਰਹੁੱਡ 'ਚ, ਤੇ ਤੁਹਾਨੂੰ ਚੁੱਪ ਨਹੀਂ ਰਹਿਣਾ ਚਾਹੀਦਾ, ਬਿਕਾਜ਼ ਦਿਸ ਇਜ਼ ਅ ਬਾਈਸਟੈਂਡਰ ਅਪਰੋਚ। ਇਹ ਕਿਹਾ ਗਿਆ ਸੀ, ਕਿੰਗ ਮਾਰਟਿਨ ਲੂਥਰ ਨੇ ਕਿਹਾ ਸੀਗਾ, what kills me more is not my enemy's words but my friend's silence। ਜੇ ਤੁਸੀਂ ਗੁੱਡਮੈਨ ਹੋ ਤੇ ਤੁਹਾਨੂੰ ਚੁੱਪ ਨਹੀਂ ਰਹਿਣਾ ਚਾਹੀਦਾ, ਤੁਸੀਂ ਇਹਨੂੰ ਬ੍ਰੇਕ ਕਰੋ। ਇਹ ਜੈਂਡਰ ਕੋਡਸ ਜਿਹੜੇ ਪੈਟਰੀਆਰਕੀ ਨੇ ਬਿਲਡ ਕੀਤੇ ਹੋਏ ਨੇ, ਔਰ ਇਹਨਾਂ ਨੂੰ ਟਾਈਮ ਨੇ ਕੰਡੀਸ਼ਨ ਕਰ ਕਰਕੇ ਇੰਨਾ ਜ਼ਿਆਦਾ ਪੱਕੇ ਕਰਤਾ, ਇਹਨਾਂ ਨੂੰ ਬ੍ਰੇਕ ਕਰਨ ਦੇ ਵਿੱਚ ਹੈਲਪ ਪਾਓ ਕਿਤੇ ਨਾ ਕਿਤੇ। ਅਵੇਅਰਨੈਸ, ਐਜੂਕੇਸ਼ਨ, ਬੋਲ ਕੇ ਆਓ। ਕਿੰਨੇ ਮੈਨ ਕਿੰਨੇ ਨੇ? 1 2 3 4 5 6 7 8 9 10 11 ਮੈਨ ਇਸ ਟਾਈਮ ਮੈਂ ਆਪਣੀ ਸਕਰੀਨ ਤੇ ਦੇਖ ਰਹੀ ਹਾਂ। 11 ਦੇ 11 ਬੋਲੋ ਇਹਦੇ ਉੱਤੇ, ਫਿਰ ਬੋਲਣ ਤੋਂ ਬਾਅਦ ਉਹਨਾਂ ਚੀਜ਼ਾਂ ਨੂੰ ਇੰਪਲੀਮੈਂਟ ਕਰੋ ਆਪਣੇ ਘਰ ਜਾ ਕੇ। ਦੈਟਸ ਹਾਊ ਯੂ ਬ੍ਰੇਕ ਦਿਸ ਪੈਟਰੀਆਰਕਲ ਕੋਡਸ। ਅਦਰਵਾਈਜ਼ ਇਹਨਾਂ ਨੇ ਦਿਖਣਾ ਤਾਂ ਹੈ ਨਹੀਂ, ਇਹ ਕ੍ਰਿਪਲ ਕਰੀ ਜਾਂਦੀਆਂ ਨੇ ਜਨਰੇਸ਼ਨ ਆਫਟਰ ਜਨਰੇਸ਼ਨ, ਜਨਰੇਸ਼ਨ ਆਫਟਰ ਜਨਰੇਸ਼ਨ। ਸੋ ਇਟ ਵਿਲ ਕੀਪ ਔਨ ਕ੍ਰਿਪਲਿੰਗ। ਸੋ we'll have to leave this bystander approach. That's all. Thank you, Puneet. Mr. Aujla, Narji. ਜੀ ਮੈਂ ਜਲਦੀ ਨਾਲ 2-3 ਪੁਆਇੰਟ ਰੇਜ਼ ਕਰਨਾ ਚਾਹੁੰਦਾ ਕਿ ਤਾਂ ਜਿਹੜਾ ਮੋਤਾ ਸਾਹਿਬ ਨੇ ਕਿਹਾ ਬਹੁਤ ਵਧੀਆ ਪੁਆਇੰਟ ਰੇਜ਼ ਕੀਤਾ ਕਿ ਜਦੋਂ ਸਾਡੇ ਤੇ ਗੋਰਿਆਂ ਨੇ ਰਾਜ ਕੀਤਾ, ਇੱਕ ਤਾਂ ਬਰੇਵ ਵਾਲੀ ਗੱਲ ਸਾਡੀ ਕਮਿਊਨਿਟੀ ਦੇ ਵਿੱਚ ਬਹੁਤ ਆ ਗਈ। ਉਹ ਜ਼ਿਆਦਾ ਫਿਰ ਮਰਦਾਂ ਤੇ ਹੀ, ਬੰਦੇ ਤੇ ਹੀ ਜ਼ਿਆਦਾ ਲਾਗੂ ਹੁੰਦੀ ਹੈ। ਉਹਦੇ ਤਰੀਕੇ ਨਾਲ ਮੈਂ ਇੱਕ ਹੋਰ ਦੇਖਦਾ, ਜੇ ਔਰਤ ਦਾ ਰੰਗ ਪੱਕਾ ਹੈ ਜਾਂ ਥੋੜ੍ਹਾ ਜਿਹਾ ਕਾਲਾ ਰੰਗ ਹੈ, ਉਹਨੂੰ ਕਿੰਨੀਆਂ ਮੁਸ਼ਕਲਾਂ ਦੇ ਵਿੱਚ ਹੀ ਲੰਘਣਾ ਪੈਂਦਾ, ਬਹੁਤ ਜ਼ਿਆਦਾ। ਇੱਕ ਸਾਨੂੰ ਇਹ ਤੋੜਨ ਦੀ ਲੋੜ ਹੈ ਕਿ ਕਾਲੇ ਰੰਗ ਤੇ ਗੱਲ ਨੂੰ ਅਸੀਂ ਕਾਲੇ ਕਾਨੂੰਨ ਬਣ ਗਏ ਜੀ, ਅਸੀਂ ਕਾਲਾ ਦਿਵਸ ਮਨਾ ਰਹੇ ਹਾਂ ਜੀ, ਅਸੀਂ ਇਹ ਗੱਲ ਨੂੰ ਵੀ ਤੋੜਨ ਦੀ ਲੋੜ ਹੈ। ਕਾਲੇ ਨੂੰ ਅਸੀਂ ਮਾੜੇ ਨਾਲ ਪ੍ਰੈਫਰੈਂਸ ਦੇ ਰਹੇ ਹਾਂ ਫਿਲਮਾਂ ਦੇ ਵਿੱਚ, ਕਿਉਂਕਿ ਉਸ ਕਿਸਮ ਦੀਆਂ ਐਕਟਰੈਸ ਦਿਖਾਈਆਂ ਜਾਂਦੀਆਂ ਨੇ ਜਾਂ ਐਡਾਂ ਦੇ ਵਿੱਚ ਕੁੜੀਆਂ ਉੱਦਾਂ ਦੀਆਂ ਦਿਖਾਈਆਂ ਜਾਂਦੀਆਂ ਨੇ। ਇੱਕ ਤਾਂ ਸਾਨੂੰ ਇਸ ਗੱਲ ਤੇ ਵੀ ਕਿਤੇ ਨਾ ਕਿਤੇ ਗੱਲ ਚਲਾਉਣੀ ਚਾਹੀਦੀ ਹੈ ਵੀ ਜਿਹੜਾ ਰੰਗਾਂ ਦਾ ਭੇਦਭਾਵ ਰੱਖਿਆ ਜਾਂਦਾ ਹੈ ਉਹ ਵੀ ਕਿਹੜੀ ਗੱਲ 'ਚੋਂ ਬਣਾਇਆ ਗਿਆ, ਉਹ ਵੀ ਸਾਡੇ ਦਿਮਾਗਾਂ 'ਚ ਭਰਿਆ ਹੋਇਆ। ਮੈਂ ਇਸ ਕਰਕੇ ਗੱਲ ਕਰ ਰਿਹਾ ਵੀ ਜਿਹੜੇ ਬੰਦੇ ਐਸੀ ਗੱਲ ਕਰਦੇ ਨੇ, ਬਹੁਤ ਲੋਕ ਦੇਖੇ ਨੇ ਵੀ ਜਿਹੜੇ ਕਹਿੰਦੇ ਅਸੀਂ ਔਰਤਾਂ, ਕੁੜੀਆਂ ਤੇ ਮੁੰਡਿਆਂ ਨੂੰ ਬਰਾਬਰ ਰੱਖਦੇ ਹਾਂ, ਪਰ ਜਦੋਂ ਕਿਤੇ ਤੁਸੀਂ ਵੈਂਕਟ ਹਾਲ 'ਚ ਚਲੇ ਜਾਓ ਨਾ, ਉੱਥੇ ਤੁਸੀਂ ਕੁੜੀਆਂ ਨੂੰ ਦਾਰੂ ਪੀਂਦੀਆਂ ਦੇਖ ਲਓ, ਵੱਡੇ ਵੱਡੇ ਲੇਖ ਲਿਖਣਗੇ, ਉਹ ਕਹਿਣਗੇ ਜੀ ਸਾਡੀ ਨੀਂਦ ਹਰਾਮ ਹੋ ਗਈ, ਸਾਨੂੰ ਲੱਗਿਆ ਕੁੜੀਆਂ ਵੀ ਦਾਰੂ ਪੀ ਰਹੀਆਂ ਨੇ। ਜਿਹੜੀ ਅਸੀਂ ਗੱਲ ਕਰਦੇ ਨਾ ਬਾਹਰ ਸਾਰਾ ਕੁਝ ਠੀਕ ਹੈ, ਬਾਹਰ ਸਾਰਾ ਕੁਝ ਠੀਕ ਨਹੀਂ, ਹਾਲਾਂਕਿ ਦਾਰੂ ਮੁੰਡੇ ਵੀ ਪੀਂਦੇ ਹੁੰਦੇ ਆ। ਮੈਂ ਬਿਲਕੁਲ ਇਸ ਗੱਲ ਦੇ ਹੱਕ 'ਚ ਨਹੀਂ ਹੈਗਾ ਨਸ਼ਿਆਂ ਦੇ। ਮੇਰਾ ਇੱਕ ਪੁਆਇੰਟ ਆ ਫਰਕ ਦਾ, ਵੀ ਉਹਨਾਂ ਨੂੰ ਐਂ ਲੱਗਣ ਲੱਗ ਜਾਂਦਾ ਵੀ ਕੁੜੀ ਦਾਰੂ ਪੀਤੀ 'ਚ ਕਾਰ ਚਲਾਉਂਦੀ ਫੜੀ ਗਈ, ਮਤਲਬ ਉਹਦਾ ਵੀ ਡਰਾਈਵਿੰਗ ਲਾਇਸੈਂਸ ਚਲਿਆ ਗਿਆ, ਵੀ ਕੁੜੀਆਂ ਵੀ ਆਹ ਕਰਨ ਲੱਗ ਗਈਆਂ। ਐਸੀ ਜਾਣੀ ਹਰ ਗੱਲ ਨੂੰ ਸਾਡੇ ਦਿਮਾਗਾਂ ਦੇ ਵਿੱਚ ਪੂਰੀ ਤਰ੍ਹਾਂ ਜੇ ਇਹ ਗੱਲ
ਕਲੀਅਰ ਨਹੀਂ ਹੈਗੀ, ਜਿਹੜੀ ਕੱਢਣ ਦੀ ਲੋੜ ਆ। ਜਿਵੇਂ ਕਈ ਵਾਰੀ ਕਿਸੇ ਦੇ 2 ਮੁੰਡੇ ਨੇ, ਉਹ ਏਦਾਂ ਹੀ ਥਿੰਕ ਕਰਦਾ ਉਹ ਯਾਰ ਮੈਨੂੰ ਕੀ ਪਰਵਾਹ ਹੈ, ਕਈ ਵਾਰੀ 2 ਪੈਗ ਲਾ ਕੇ ਜਦ ਤਾਂ ਮੁੰਡੇ ਨੇ ਕਿਹੜਾ ਕੁੜੀ ਵਿਆਹਣੀ ਹੈ। ਵੀ ਸਾਡੇ ਇਸ ਕਿਸਮ ਦੇ ਬਹੁਤ ਸਾਰੇ ਪੁਆਇੰਟ ਨੇ ਜਿਹੜੇ ਅਸੀਂ ਗੱਲ ਕਰ ਰਹੇ ਹੁੰਦੇ ਹਾਂ, ਪਰ ਅੰਦਰ ਸਾਡੇ ਦਿਮਾਗਾਂ 'ਚ ਉਸ ਕਿਸਮ ਦੀ ਕਲੈਰਿਟੀ ਨਹੀਂ ਹੁੰਦੀ। ਅਸੀਂ ਕਹਿੰਦੇ ਹੋਏ ਵੀ ਇਸ ਗੱਲ ਨੂੰ ਬਹੁਤ ਲੈਂਦੇ ਹਾਂ ਵੀ ਯਾਰ ਕੁੜੀਆਂ ਦਾਰੂ ਪੀਣ ਲੱਗ ਗਈਆਂ, ਇਹਨਾਂ ਦੀ ਬਾਰ ਅਲੱਗ ਖੋਲ੍ਹਤੀ। ਹਾਲਾਂਕਿ ਉਹ ਜੇ ਅਸੀਂ ਬਰਾਬਰ ਹੀ ਗਿਣਦੇ ਹਾਂ, ਫਿਰ ਜੇ ਬਾਕੀ ਦਾਰੂ ਪੀਂਦੇ ਨੇ, ਅਸੀਂ ਨਹੀਂ ਕਹਿੰਦੇ ਕੋਈ ਵੀ ਪੀਂਦੇ। ਮੇਰਾ ਇਹ ਸਵਾਲ ਨਹੀਂ, ਮੇਰਾ ਸਵਾਲ ਹੈ ਵੀ ਸਾਨੂੰ ਬਹੁਤ ਚੰਗਾ ਲੱਗਦਾ, ਅਸੀਂ ਬੜੇ ਮਸਾਲੇ ਲਾ ਲਾ ਕੇ ਫਿਰ ਮੱਛੀ ਵਾਂਗੂ ਤਲਦੇ ਹਾਂ ਜੀ ਉਹਨੂੰ ਗੱਲ ਨੂੰ, ਫਿਰ ਅਸੀਂ ਵੀ ਇਹ ਬਹੁਤ ਵੱਡੀ ਗੱਲ ਹੋ ਗਈ, ਉਹ ਕੀ ਹੋ ਰਿਹਾ ਸਮਾਜ 'ਚ। ਸੋ ਇਹ ਗੱਲਾਂ ਸਾਨੂੰ ਵੱਧ ਕਲੀਅਰ ਹੋਣ ਦੀ ਲੋੜ ਹੈ। Yeah, first of all, I agree with Puneet that she said कि जो भी चीज है गल्ला करन तो नहीं होता, तुसी जाके implement भी करना होता है। And I can stand very tall in this regard कि I had seen few injustices with my mom, so I made sure that कि मैं अपनी life जो वो चीज implement नहीं करा। But just to have a two-face discussion on this debate, and I'm glad हरिंदर ਤੁਸੀਂ ਮੈਨੂੰ ਮੌਕਾ ਦਿੱਤਾ ਕਿ ਬਲਦੇਵ ਸਰ ਤੋਂ ਪਹਿਲਾਂ ਮੈਂ ਬੋਲ ਰਿਹਾ, so that he gets that point. So I would like, I don't know how much time is left, but talking about the patriarchy and masculine and the aggressive nature of, if I can use the word Sardar, I mean, it's okay Harinder, yeah. So but I have seen in my life, I practically, that when you people board a bus and the ladies, when they see one Sardar in the bus, they said we are safe, ਅਸੀਂ ਇੱਕਦਮ ਸੇਫ ਆ, ਹੁਣ ਅਸੀਂ ਬਿਲਕੁਲ ਜਾ ਸਕਦੇ ਹਾਂ, ਹੁਣ ਸਾਨੂੰ ਕੋਈ ਪ੍ਰੋਬਲਮ ਨਹੀਂ ਆ ਕਿਉਂਕਿ ਸਾਡੇ ਨਾਲ ਇੱਕ ਸਰਦਾਰ ਜੀ ਟਰੈਵਲ ਕਰ ਰਹੇ ਆ। ਜਾਂ ਕਿਤੇ ਕੋਈ ਲੇਡੀ ਫਸ ਜਾਂਦੀ ਆ, ਔਰ ਮੈਂ ਮੁੰਬਈ ਚ ਲੋਕਲ ਟ੍ਰੇਨ ਦੀ ਗੱਲ ਕਰਦਾ ਆ ਜਿੱਥੇ ਬਹੁਤ ਰਸ਼ ਹੁੰਦਾ ਆ, ਉਹ ਲੋਕਲ ਟ੍ਰੇਨ ਚ ਜੇ ਲੇਡੀਜ਼ ਗਲਤੀ ਨਾਲ ਮੈਨ ਕੰਪਾਰਟਮੈਂਟ ਚ ਆ ਵੀ ਜਾਂਦੀ ਹੈ, ਜੈਂਟਸ ਕੰਪਾਰਟਮੈਂਟ ਚ, ਜੇ ਉਹ ਇੱਕ ਸਰਦਾਰ ਨੂੰ ਦੇਖ ਲੈਂਦੀ ਆ, ਉਹ ਕਹਿੰਦੀ ਆਈ ਐਮ ਸੇਫ, ਹੁਣ ਮੈਨੂੰ ਕੋਈ ਪ੍ਰੋਬਲਮ ਨਹੀਂ ਆ, ਉਹ ਆਊਗੀ, ਭਈਆ ਆਪ ਹੋ, ਸਰਦਾਰ ਜੀ ਭਾਈ ਆਪ ਹੋ, ਮੁਝੇ ਕੋਈ ਪ੍ਰੋਬਲਮ। ਤਾਂ ਅਸੀਂ ਕਿੱਥੇ ਕੁ ਤਾਈਂ aren't we too critical about our society, and are we blowing it out of proportion in this regard? ਜਾਂ ਅਸੀਂ ਕਿੱਥੇ ਕੁ ਤਾਈਂ ਸਾਡੀ ਸੋਸਾਇਟੀ ਨੂੰ, ਸਾਡੇ men ਨੂੰ ਜਾਂ ਸਾਡੇ ਕਲਚਰ ਨੂੰ ਕ੍ਰਿਟੀਕਲ ਕਿੱਦਾਂ ਦੇਖ ਸਕਦੇ ਹਾਂ, ਔਰ ਕਿੱਥੇ ਕਿੰਨੀ ਹੱਦ ਤੱਕ ਦੇਖ ਸਕਦੇ ਹਾਂ? ਪ੍ਰੋਬਲਮਸ ਆਰ ਦੇयर, I agree, Harjeet has pointed out very good points, I have noted them down and this is very very nice points, but ਅਸੀਂ ਕਿੰਨਾ ਕ੍ਰਿਟੀਕਲ ਹੋਈਏ, because there has to be an elastic limit, beyond that you stretch it, it's going to break. So ਉਹ ਵੀ ਧਿਆਨ 'ਚ ਸਾਨੂੰ ਰੱਖਣਾ ਪੈਣਾ ਕਿ ਅਸੀਂ ਉਹਨੂੰ ਕਿੰਨਾ ਆਪਣੀ ਸੋਸਾਇਟੀ 'ਚ ਇੰਪਲੀਮੈਂਟੇਸ਼ਨ ਕਿਸ ਹੱਦ ਤੱਕ ਕਰ ਸਕਦੇ ਹਾਂ। That's it, thank you. ਥੈਂਕ ਯੂ ਗਾਰਥ, ਤੁਹਾਡਾ ਸਵਾਲ ਬਹੁਤ ਡੂੰਘਾ ਆ, ਪਰ ਮੈਂ ਚਾਹੂੰਗਾ ਬਲਦੇਵ ਜੀ ਇਹਦਾ ਜਵਾਬ ਦੇਣ, ਐਂਡ ਜਿਹੜੇ ਬਾਕੀ ਕਮੈਂਟ ਵੀ ਹੈਗੇ ਆ ਜਿਸ ਤਰ੍ਹਾਂ ਹਰਜੀਤ ਜੀ ਨੇ ਕੀਤੇ ਹੈਗੇ ਆ, then he can answer your question. ਮੇਰਾ ਖਿਆਲ 'ਚ ਇੱਕ ਚੀਜ਼ ਤਾਂ ਇਹ ਬਹੁਤ ਕਲੀਅਰ ਆ ਕਿ ਜਦੋਂ ਤੱਕ ਆਪਾਂ ਪੈਟਰੀਆਰਕੀ ਦੇ ਸਟਰਕਚਰਸ ਨੂੰ ਡੀਕਨਸਟਰਕਟ ਨਹੀਂ ਕਰਦੇ, ਉਦੋਂ ਤੱਕ ਮੇਰਾ ਖਿਆਲ 'ਚ ਇਹ ਜਾਣੀ ਇਹ ਇੱਕ ਸਮਾਜ ਦੇ ਵਿੱਚ ਇਹ ਡਿਸਕਸ਼ਨ ਦਾ ਟੌਪਿਕ ਨਹੀਂ ਬਣਨਾ। ਸੋ ਜਿਹੜੀ ਡੀਕਨਸਟਰਕਸ਼ਨ ਪੈਟਰੀਆਰਕੀ ਦੇ ਸਮਾਜਿਕ ਸੰਸਥਾਵਾਂ 'ਚ ਆ ਜਾਂ ਧਾਰਮਿਕ ਸੰਸਥਾਵਾਂ 'ਚ ਆ, ਉਹਨਾਂ ਤੋਂ ਪੈਟਰੀਆਰਕੀ ਨੇ ਇੱਕ ਹਵਾ ਕ੍ਰੀਏਟ ਕੀਤਾ ਹੋਇਆ ਵੀ ਇਹਨੂੰ ਟੱਚ ਨਹੀਂ ਕਰਨਾ, ਇਹਦਾ ਤੁਸੀਂ ਕ੍ਰਿਟਿਸਿਜ਼ਮ ਨਹੀਂ ਕਰ ਸਕਦੇ। ਸੋ ਜਿਹੜੀਆਂ ਆਪਣੀਆਂ ਸਟਰਕਚਰਸ ਪੈਦਾ ਕੀਤੇ ਹੋਏ ਆ, ਉਹ ਸਟਰਕਚਰਸ ਪੈਟਰੀਆਰਕਲ ਸਟਰਕਚਰਸ ਆ। ਸੋ ਜੇ ਤੁਸੀਂ ਦੇਖੋਗੇ ਕਿ ਸਮਾਜ ਦੇ ਵਿੱਚ ਜਦੋਂ ਇਕੁਐਲਿਟੀ ਦੀ ਆਪਾਂ ਗੱਲ ਕਰਦੇ ਹਾਂ, ਤਾਂ ਤੁਸੀਂ ਕਿਸੇ ਆਰਗੇਨਾਈਜੇਸ਼ਨ ਨੂੰ ਤੁਸੀਂ ਐਨਾਲਾਈਜ਼ ਕਰੋਗੇ ਤਾਂ ਤੁਸੀਂ ਓਵਰਵੈਲਮਿੰਗਲੀ ਦੇਖੋਗੇ ਕਿ ਸੁਸਾਇਟੀਜ਼ ਜਿਹੜੀਆਂ ਕ੍ਰੀਏਟ ਕੀਤੀਆਂ ਜਾਂ ਜਿਹੜੀਆਂ ਰਿਲੀਜੀਅਸ ਇੰਸਟੀਟਿਊਸ਼ਨਸ ਆ, ਉਹ ਵੀ ਸਾਰੀਆਂ ਮੇਲ ਡੋਮੀਨੇਟਡ ਹੀ ਆ। ਅਗਰ ਤੁਸੀਂ ਸੋਸ਼ਲ ਸਟਰਕਚਰਸ ਵੀ ਦੇਖੋਗੇ, ਉਹ ਵੀ ਮੇਲ ਡੋਮੀਨੇਟਡ ਆ। ਅਗਰ ਤੁਸੀਂ ਆਰਟਸ ਐਂਡ ਕਲਚਰ 'ਚ ਵੀ ਗੱਲ ਕਰੋਗੇ, ਉਹਦੇ 'ਚ ਵੀ ਮੇਲ ਡੋਮੀਨੇਟਡ ਆ, ਰਾਈਟ। ਸੋ ਮੇਰਾ ਜਿੱਥੇ ਤੱਕ ਖਿਆਲ ਆ ਕਿ ਜਿਹੜੇ ਸਟਰਕਚਰਸ ਆ, ਉਹਨਾਂ 'ਚ ਵੀ ਕ੍ਰਿਟੀਕਲ
ਸਪੇਸਿਸ ਕ੍ਰੀਏਟ ਨਹੀਂ ਕੀਤੀਆਂ ਗਈਆਂ, ਡਿਲਿਬਰੇਟ ਅਟੈਂਪਟ ਨਹੀਂ ਕੀਤੀ ਗਈ ਕਿ ਅਸੀਂ ਜਾਣੀ ਆਪ ਪਿੱਛੇ ਹੋ ਕੇ ਅਸੀਂ ਕ੍ਰੀਏਟ ਕਰਾਂਗੇ ਕਿ ਸਾਡੀਆਂ ਜਿਹੜੀਆਂ ਵਿਮਨ ਆ 50% ਆਫ ਦਾ ਪਾਪੂਲੇਸ਼ਨ, ਉਹਨਾਂ ਦੀ ਇਕੁਅਲ ਰਿਪਰੈਜ਼ੈਂਟੇਸ਼ਨ ਹੋਣੀ ਚਾਹੀਦੀ ਹੈ ਸਾਡੀਆਂ ਆਰਗੇਨਾਈਜੇਸ਼ਨਸ ਦੇ ਵਿੱਚ। ਉਹ ਜਿਹੜੀਆਂ ਉਹ ਲੈਕ ਆਫ ਬਿਯੋਂਡ ਕ੍ਰਿਟੀਕਲ ਐਨਾਲਿਸਿਸ ਆ, ਕੁਛ ਚੀਜ਼ਾਂ ਆਪਾਂ ਨੂੰ ਬਿਯੋਂਡ ਕ੍ਰਿਟੀਕਲ ਐਨਾਲਿਸਿਸ ਕਰ ਦਿੱਤਾ ਗਿਆ, ਆਪਾਂ ਨੂੰ ਉਹਨਾਂ ਚੀਜ਼ਾਂ ਤੇ ਆਪਾਂ ਡਿਸਕਸ਼ਨ ਡਿਬੇਟਸ ਉਹਨਾਂ ਦਾ ਐਨਾਲਿਸਿਸ ਹੀ ਨਹੀਂ ਕਰ ਪਾਉਂਦੇ ਕਿ ਕਿਸ ਤਰੀਕੇ ਨਾਲ ਤੁਹਾਡੀਆਂ ਜਿਹੜੀਆਂ ਇਹ ਇੰਸਟੀਟਿਊਸ਼ਨਸ ਆ ਉਹ 50% ਆਫ ਦੀ ਪਾਪੂਲੇਸ਼ਨ ਨੂੰ ਇੱਕ ਕਿਸਮ ਦਾ ਸਾਈਡ ਤੇ ਰੱਖ ਰਹੀਆਂ। ਆਪਾਂ ਉਹਦੇ ਤੇ ਕਿੰਤੂ ਪਰੰਤੂ ਕਰਦੇ ਹੀ ਨਹੀਂ, ਕਰ ਹੀ ਨਹੀਂ ਸਕਦੇ। ਉਹ ਬਹੁਤ ਜ਼ਿਆਦਾ ਪ੍ਰੋਬਲਮੈਟਿਕ ਹੋ ਜਾਂਦਾ। ਆਲ ਆਫ ਏ ਸਡਨ ਲੋਕਾਂ ਨੂੰ ਉਸ ਚੀਜ਼ ਨੂੰ ਇਹ ਸੁਣਨਾ ਵੀ ਉਹਨਾਂ ਵਾਸਤੇ ਇੱਕ ਕਿਸਮ ਦਾ ਮਰਨ ਦੇ ਬਰਾਬਰ ਹੋ ਜਾਂਦਾ। ਸੋ that's one issue that we need to really ਆਉਣ ਵਾਲੇ ਟਾਈਮ 'ਚ ਥੋੜਾ ਜਿਹਾ ਇਹਦੇ ਤੇ ਐਨਾਲਾਈਜ਼ ਕਰਾਂਗੇ। ਜਿਹੜੀਆਂ ਚੀਜ਼ਾਂ ਤੇ ਡਿਸਕਸ਼ਨ ਹੋ ਸਕਦੀ ਆ, ਆਰਟ ਐਂਡ ਕਲਚਰ 'ਚ ਡਿਸਕਸ਼ਨ ਹੋ ਸਕਦੀ ਆ, ਸਪੋਰਟਸ ਦੇ ਵਿੱਚ ਡਿਸਕਸ਼ਨ ਹੋ ਸਕਦੀ ਆ, ਜਿਹੜੀਆਂ ਚੀਜ਼ਾਂ 'ਚ ਡਿਸਕਸ਼ਨ ਹੋ ਸਕਦੀ ਆ, ਕੀ ਆਪਾਂ ਉਹਨਾਂ ਦੀਆਂ ਆਰਗੇਨਾਈਜੇਸ਼ਨਸ ਦੇ ਨਾਲ ਮਿਲ ਕੇ ਇਸ ਚੀਜ਼ ਬਾਰੇ ਗੱਲ ਕਰ ਸਕਦੇ ਆ ਕਿ ਕੀ ਤੁਸੀਂ ਸੋਚਦੇ ਹੋ ਕਿ ਆਪਣੀਆਂ 50% ਆਫ ਦੀ ਜਿਹੜੀ ਪਾਪੂਲੇਸ਼ਨ ਆ ਉਹਨਾਂ ਵਾਸਤੇ ਬੈਟਰ ਆਪਾਂ ਜਾਣੀ ਲਾਈਫ ਸਟਾਈਲ ਕ੍ਰੀਏਟ ਕਰਕੇ ਜਾਈਏ ਕਿ ਸਾਡੀਆਂ ਜਿਹੜੀਆਂ ਵਿਮਨ ਆ, ਸਾਡੀਆਂ ਜਿਹੜੀਆਂ ਕੁੜੀਆਂ, ਉਹਨਾਂ ਵਾਸਤੇ ਇਕੁਅਲ ਅਪਰਚੂਨਿਟੀ ਹੋਵੇ ਮੁੰਡਿਆਂ ਦੇ ਬਰਾਬਰ ਸਪੋਰਟਸ ਦੇ ਵਿੱਚ, ਆਰਟ ਐਂਡ ਕਲਚਰ, ਆਰਟ ਐਂਡ ਲਿਟਰੇਚਰ ਦੇ ਵਿੱਚ, ਤੇ ਇਹੋ ਜਿਹੀਆਂ ਜਿਹੜੀਆਂ ਚੀਜ਼ਾਂ ਉਹਦੇ ਵਿੱਚ ਇਕੁਅਲ ਅਪਰਚੂਨਿਟੀ ਹੋਵੇ। ਕੀ ਆਪਾਂ ਇਹਨਾਂ ਚੀਜ਼ਾਂ ਨੂੰ ਲੈ ਕੇ ਜਿਹੜੀਆਂ ਐਗਜ਼ਿਸਟਿੰਗ ਆਰਗੇਨਾਈਜੇਸ਼ਨਸ ਆ ਉਹਨਾਂ ਦੇ ਵਿੱਚ ਆਪਾਂ ਡਿਸਕਸ਼ਨ ਕਰ ਸਕਦੇ ਹਾਂ। ਇੱਕ ਇਹ ਚੀਜ਼ ਸੀ। ਸੈਕੰਡ ਚੀਜ਼ ਮੇਰਾ ਖਿਆਲ 'ਚ ਜਿਹੜੀ ਕ੍ਰਿਟੀਕਲ ਡਿਸਕਸ਼ਨਸ ਆ, ਮਤਲਬ ਕਿ ਇੱਕ ਪਰਟੀਕੂਲਰ ਟੌਪਿਕ ਨੂੰ ਲੈ ਕੇ ਉਹਦੇ ਤੇ ਵਿਚਾਰ ਵਟਾਂਦਰਾ ਕਰਨਾ ਤੇ ਉਸ ਚੀਜ਼ ਨੂੰ ਨਾਰਮਲਾਈਜ਼ ਕਰਨਾ ਵੀ ਇਟ ਇਜ਼ ਓਕੇ ਟੂ ਡਿਸਕਸ ਐਂਡ ਡਿਬੇਟ ਐਂਡ ਲੁੱਕ ਐਟ ਦ ਮੈਨੀਫੈਸਟੇਸ਼ਨਸ ਆਫ ਇਟ, ਉਹ ਮੇਰਾ ਖਿਆਲ 'ਚ ਆਪਾਂ ਨੂੰ ਉਹ ਇੱਕ ਪ੍ਰਥਾ ਸ਼ੁਰੂ ਕਰਨੀ ਪਊਗੀ। We would have to start, it is okay for men to talk about it. It's okay ਜੇ ਮਤਲਬ ਕਿ ਅਸੀਂ ਕਿਸ ਤਰੀਕੇ ਦੇ ਆਪਣੇ ਕੈਨੇਡਾ ਦੇ ਵਿੱਚ ਬੱਚੇ ਚਾਹਨੇ ਆ, ਚਾਹੇ ਉਹ ਕੁੜੀਆਂ ਚਾਹੇ ਮੁੰਡੇ, let's have a discussion on it, let's have some debates on it. ਮੇਰਾ ਜਿੱਥੇ ਤੱਕ ਖਿਆਲ ਆ ਕਿ ਉਹ ਕਿਉਂਕਿ ਸਾਡਾ ਉਹ ਕਨਸੈਪਟ ਨਹੀਂ ਚੱਲਿਆ, ਇਸ ਕਰਕੇ ਅਸੀਂ ਪੈਟਰੀਆਰਕੀ ਦੇ ਸਟਰਕਚਰਸ ਨੂੰ ਕ੍ਰਿਟੀਕ ਨਹੀਂ ਕਰ ਸਕੇ। ਅਸੀਂ ਧਰਮ ਨੂੰ ਵੀ ਬਾਹਰ ਕੱਢਤਾ ਵੀ ਅਸੀਂ ਕ੍ਰਿਟੀਕ ਨਹੀਂ ਕਰ ਸਕਦੇ, ਅਸੀਂ ਕਿੰਤੂ ਪਰੰਤੂ ਕਰ ਹੀ ਨਹੀਂ ਸਕਦੇ ਵੀ ਜੇ ਔਰਤਾਂ ਨੂੰ ਬਰਾਬਰਤਾ ਮਿਲੀ ਆ ਤੇ ਤੁਸੀਂ ਔਰਤਾਂ ਕੋਈ ਵੀ ਪੂਰੇ ਕੈਨੇਡਾ ਦੇ ਅਗਰ ਆਪਾਂ ਧਾਰਮਿਕ ਅਦਾਰਿਆਂ ਨੂੰ ਦੇਖ ਲਈਏ, ਕਿੰਨੀਆਂ ਕੁ ਔਰਤਾਂ ਜਿਹੜੀਆਂ ਕਿ ਧਾਰਮਿਕ ਅਦਾਰੇ ਦੀਆਂ ਪ੍ਰੈਜ਼ੀਡੈਂਟ ਆ ਜਾਂ ਡੋਮੀਨੇਟ ਕਰਦੀਆਂ ਕਮੇਟੀ, ਦ ਗਵਰਨਿੰਗ ਕਮੇਟੀ। ਸੋ ਕੀ ਉਹ ਪੈਟਰੀਆਰਕਲ ਇਸ਼ੂਜ਼ ਨਹੀਂ ਗਏ? ਉਹ ਪੈਟਰੀਆਰਕਲ ਇਸ਼ੂਜ਼ ਆ, ਪਰ ਜਦੋਂ ਉਹਨਾਂ ਨੂੰ ਡਿਸਕਸ ਕਰਾਂਗੇ ਉਹ ਆਲ ਆਫ ਏ ਸਡਨ ਫੰਡਾਮੈਂਟਲਿਜ਼ਮ 'ਚ ਕਨਵਰਟ ਹੋ ਕੇ ਲੜਾਈ ਹੋਣ ਤੇ ਜਾਣੀ ਹੋ ਜਾਂਦਾ, ਕਿਉਂਕਿ ਦੇ ਆਰ ਬਿਯੋਂਡ ਟੱਚੇਬਿਲਿਟੀ। ਸੋ ਜਿਹੜੀ ਪੈਟਰੀਆਰਕੀ ਆ ਉਹਨੇ ਇਟਸੈਲਫ ਇੱਕ ਫੀਅਰ ਕ੍ਰੀਏਟ ਕੀਤਾ ਹੋਇਆ ਕਿ ਤੁਸੀਂ ਸਾਨੂੰ ਡੀਕਨਸਟਰਕਟ ਨਹੀਂ ਕਰ ਸਕਦੇ, ਅਸੀਂ ਤੁਹਾਨੂੰ ਇੱਕ ਸਰਟਨ ਚੀਜ਼ਾਂ ਤੱਕ ਹੀ ਅਲਾਉ ਕਰ ਸਕਦੇ ਹਾਂ ਗੱਲ ਕਰਨਾ, ਪਰ ਤੁਸੀਂ ਡੀਕਨਸਟਰਕਟ ਨਹੀਂ ਕਰ ਸਕਦੇ। ਜੇ ਤੁਸੀਂ ਬਾਹਲਾ ਬੋਲੋਗੇ ਤਾਂ ਅਸੀਂ ਤੁਹਾਡੇ ਅਗੇਂਸਟ ਸਰਟਨ ਜਾਨੀ ਲੇਬਲਸ ਲਗਾ ਦਾਂਗੇ ਵੀ ਤੁਸੀਂ ਆਏ ਹੋ, ਤੁਸੀਂ ਉਹ, ਤੇ ਦੇਅਰਫੋਰ ਯੂ ਕੈਂਟ ਟਾਕ ਅਬਾਊਟ ਇਟ। ਇੱਕ ਤਾਂ ਮੇਰਾ ਖਿਆਲ 'ਚ ਇਹ ਚੀਜ਼ ਬਹੁਤ ਇੰਪੋਰਟੈਂਟ ਆ ਕਿ ਵੀ ਨੀਡ ਟੂ ਹੈਵ ਸਮ ਡਿਸਕਸ਼ਨ ਔਨ ਇਟ ਕਿ ਜਿਹੜੀਆਂ ਜੇ ਆਪਣੀ ਸੁਸਾਇਟੀ ਦੇ ਵਿੱਚ ਕੁੜੀਆਂ ਨੂੰ ਵਿਜ਼ਿਬਿਲਿਟੀ ਹੈ ਨਹੀਂ ਗੀ, ਵੀ ਉਹ ਦੇਖਦੀਆਂ ਹੀ ਨਹੀਂ ਕਿਤੇ, ਨਾ ਉਹ ਧਾਰਮਿਕ ਅਦਾਰਿਆਂ ਤੇ ਕੋਈ ਜਨਾਨੀ ਨੂੰ ਲੀਡਰਸ਼ਿਪ ਰੋਲ 'ਚ ਦੇਖਦੀਆਂ, ਨਾ ਉਹ ਕਿਸੇ ਕਲਚਰਲ ਐਸਪੈਕਟ ਤੋਂ ਕਿਸੇ ਵਿਮਨ ਨੂੰ ਲੀਡਰਸ਼ਿਪ ਪੋਜੀਸ਼ਨ 'ਚ ਦੇਖਦੀਆਂ। ਸੋ ਜਦੋਂ ਉਹ ਇਹੋ ਜਿਹੀਆਂ ਜਿਹੜੀਆਂ ਵਿਜ਼ਿਬਿਲਿਟੀ ਰੋਲ ਮਾਡਲਸ ਵਿਮਨ ਦੇ ਨਹੀਂ ਆਉਂਦੇ, I think that absence of it itself is problematic in our community and we need to figure that one out. ਉਹ ਆਪਾਂ ਨੂੰ ਫਿਗਰ ਆਊਟ ਕਰਨਾ ਪੈਣਾ ਕਿ ਉਸ ਨੂੰ ਆਦਮੀ ਕਿਵੇਂ ਆਪਣੀ ਪਾਵਰ ਨੂੰ ਡੀਕਨਸਟਰਕਟ ਕਰਨ। ਜੇ ਪਾਵਰ ਦੇ ਨਾਲ ਪ੍ਰਿਵਿਲੇਜ ਆਉਂਦੀ ਆ
ਤਾਂ ਉਸ ਪ੍ਰਿਵਿਲੇਜ ਨੂੰ ਆਪਾਂ ਆਪਣੀ ਬੈਟਰਮੈਂਟ ਲਈ ਤਾਂ ਯੂਜ਼ ਕਰਦੇ ਹਾਂ, ਪਰ ਕਿਸੇ ਦੀ ਬੈਟਰਮੈਂਟ ਨੂੰ ਐਨਹੈਂਸ ਕਰਨ ਵਾਸਤੇ ਅਸੀਂ ਆਪਣੀ ਪ੍ਰਿਵਿਲੇਜ ਤੇ ਪਾਵਰ ਨੂੰ ਯੂਜ਼ ਨਹੀਂ ਕੀਤਾ। ਸੋ ਮੈਨ ਇਹ ਨਹੀਂ ਕਹਿੰਦੇ ਵੀ ਮੈਂ ਪ੍ਰਿਵਿਲੇਜਡ ਪੋਜੀਸ਼ਨ ਤੇ ਹਾਂ, therefore I'm gonna hand over my power and privilege to my partner ਜਾਂ my female members in my family ਜਾਂ ਉਹ। ਸੋ ਉਹ ਜਿਹੜੀ ਆ ਇੱਕ ਅੰਡਰਸਟੈਂਡਿੰਗ ਆ ਪਾਵਰ ਐਂਡ ਪ੍ਰਿਵਿਲੇਜ ਦੀ, ਕਿ ਅਸੀਂ ਪਾਵਰ ਕਿਵੇਂ ਯੂਜ਼ ਕਰ ਸਕਦੇ ਹਾਂ ਕਿਸੇ ਹੋਰ ਨੂੰ ਐਮਪਾਵਰ ਕਰਨ ਦਾ, ਉਹ ਜਿਹੜਾ ਡਿਸਕੋਰਸ ਆ ਮੇਰਾ ਖਿਆਲ 'ਚ ਉਸ ਨੂੰ ਆਪਾਂ ਨੂੰ ਡਿਸਕਸ ਕਰਨਾ ਜ਼ਰੂਰੀ ਆ ਆਪਣੀ ਕਮਿਊਨਿਟੀ ਦੇ ਵਿੱਚ। ਵਰਨਾ ਤਾਂ ਮੈਨ ਤਾਂ ਪਾਵਰਫੁਲ ਹੈਗੇ ਹੀ ਆ, ਮੈਨ ਕੈਨ ਸਾਇਲੈਂਸ ਐਵਰੀਬਾਡੀ, ਮੈਨ ਕੈਨ ਕ੍ਰੀਏਟ ਕੰਡੀਸ਼ਨਸ ਕਿ ਸਾਡੀਆਂ ਵਿਮਨ ਸਪੋਰਟਸ ਟੂਰਨਾਮੈਂਟ ਤੇ ਨਾ ਆਣ, ਸਿਰਫ ਬੰਦੇ ਹੀ ਆਣ। ਦੇ ਕੈਨ ਕ੍ਰੀਏਟ ਦੋਜ਼ ਕੰਡੀਸ਼ਨਸ। ਕਿਵੇਂ ਕੰਡੀਸ਼ਨ ਕ੍ਰੀਏਟ ਕਰ ਸਕਦੇ ਆ? ਉੱਥੇ ਸ਼ਰਾਬ ਪੀ ਕੇ ਗਾਲਾਂ ਕੱਢਣ ਲੱਗ ਜਾਣ, ਆਪੇ ਹੀ ਜਨਾਨੀਆਂ ਨਹੀਂ ਆਉਣਗੀਆਂ। ਐਂਡ ਟੂ ਅ ਸਰਟਨ ਐਕਸਟੈਂਟ ਇਟ ਹੈਪਨਸ। ਬਹੁਤ ਵਾਰੀ ਜਨਾਨੀਆਂ ਪਹਿਲਾਂ ਪੁੱਛ ਲੈਂਦੀਆਂ ਵੀ ਇਹ ਪਰਿਵਾਰਿਕ ਸ਼ੋਅ ਆ, ਜਦੋਂ ਗਾਣ ਵਜਾਉਣ ਵਾਲੇ ਵੀ ਆਉਂਦੇ ਆ, ਕਿਉਂਕਿ ਉਹਨਾਂ ਨੂੰ ਪਤਾ ਵੀ ਜੇ ਉੱਥੇ ਹੰਗਾਮਾ ਹੋਊਗਾ ਤਾਂ ਕੋਈ ਨਾ ਕੋਈ ਜਿਹੜੀ ਸੈਗਮੈਂਟ ਆਫ ਦੀ ਪਾਪੂਲੇਸ਼ਨ ਉਹਨੇ ਸ਼ਰਾਬ ਪੀ ਕੇ ਉੱਥੇ ਭੰਗੜਾ ਪਾਣਾ, ਫਿਰ ਉੱਥੇ ਸਿਕਿਉਰਿਟੀ ਗਾਰਡ ਆ ਜਾਣਗੇ, ਫਿਰ ਤੂੰ ਮੈਂ ਹੋ ਜੂਗੀ। ਸੋ ਫਿਰ ਬੈਟਰ ਆ ਕੇ ਅਸੀਂ ਨਾ ਹੀ ਜਾਈਏ, ਉੱਥੇ ਕੀ ਕਰਾਂਗੇ ਇੰਜੋਏਮੈਂਟ ਕਰਨ ਤੇ। ਸੋ ਆ ਜਿਹੜੀਆਂ ਉਹ ਪੈਟਰੀਆਰਕਲ ਕੰਸਟਰਕਟ ਹੋ ਜਾਂਦੇ ਆ, ਉਹ ਡਿਸਇਨਹਿਬਿਟ ਕਰ ਦਿੰਦੀਆਂ ਜਨਾਨੀਆਂ ਨੂੰ ਪਾਰਟਿਸਿਪੇਟ ਕਰਨ ਦੇ। ਸੋ ਸਪੋਰਟਸ ਦੇ ਵਿੱਚ ਵੀ ਆਪਾਂ ਨੇ ਨਹੀਂ ਆਉਣ ਦਿੱਤਾ। ਜਦੋਂ ਆਪਣੇ ਟੂਰਨਾਮੈਂਟਸ ਹੁੰਦੇ ਆ, ਕਿੰਨੇ ਪਰਸੈਂਟ ਆਦਮੀ ਹੁੰਦੇ ਆ ਤੇ ਕਿੰਨੇ ਪਰਸੈਂਟ ਔਰਤਾਂ ਹੁੰਦਾ? ਕੀ 90-10 ਦੀ ਰੇਸ਼ੋ ਆ? ਹੋ ਸਕਦਾ ਕਿਸੇ ਜਗ੍ਹਾ ਤੇ 80-20 ਦੀ ਰੇਸ਼ੋ ਹੋਵੇ, ਪਰ ਇਦੋਂ ਜ਼ਿਆਦਾ ਤਾਂ ਮੈਨੂੰ ਨਹੀਂ ਲੱਗਦਾ ਰੇਸ਼ੋ ਹੁੰਦੀ ਹੈ ਜਨਾਨੀਆਂ ਦੀ ਵਰਸਸ ਮੈਨ ਜਦੋਂ ਸਪੋਰਟਸ ਟੂਰਨਾਮੈਂਟ ਹੁੰਦੇ ਆ। ਜੇ ਆਪਾਂ ਕਿਸੇ ਗਾਣ ਵਜਾਉਣ ਵਾਲੇ ਨੂੰ ਵੀ ਦੇਖ ਲਈਏ, ਫਰਜ਼ ਕਰ ਲਓ ਉਹ ਜਿਹੜਾ ਕਿਹੜਾ ਹੈਗਾ ਇੱਕ ਯਾਰ ਦਲਜੀਤ ਦੋਸਾਂਝ ਅਗਰ ਇੱਥੇ ਆ ਜਾਵੇ, ਹਾਊ ਮੈਨੀ would, ਅਗਰ ਆਪਾਂ ਟੋਟਲ ਜੈਂਡਰ ਬੇਸ ਤੇ ਆਪਾਂ ਐਨਾਲਿਸਿਸ ਕਰੀਏ, would not men outnumber women in that hall? ਸੋ ਉਹ ਜਿਹੜੀ ਮੇਰੇ ਖਿਆਲ 'ਚ ਉਹ ਜਿਹੜੀਆਂ ਪੈਟਰੀਆਰਕਲ ਕੰਸਟਰਕਟ ਬਣਿਆ ਹੋਇਆ, ਉਸ ਚੀਜ਼ ਤੇ ਨੰਬਰ 1 ਤਾਂ ਡਿਸਕਸ਼ਨ ਨਹੀਂ ਹੋਈ, ਨੰਬਰ 2 ਸਾਡੇ ਕੋਲੇ ਐਕਸਪੀਰੀਅੰਸ ਨਹੀਂਗਾ ਡੀਕਨਸਟਰਕਟ ਕਰਨ ਦਾ, ਨੰਬਰ 3 ਅਸੀਂ ਅਲਟਰਨੇਟਿਵ ਕੁਝ ਨਹੀਂ ਕ੍ਰੀਏਟ ਕਰਕੇ ਦੇ ਸਕੇ ਜਿੱਥੇ ਕਿ ਕੋਈ ਗੱਲਬਾਤ ਹੋ ਸਕੇ। ਮੇਰੇ ਖਿਆਲ 'ਚ 3 ਚੀਜ਼ਾਂ ਦੇ ਉੱਤੇ ਆਉਣ ਵਾਲੇ ਟਾਈਮ ਦੇ ਉੱਤੇ ਆਪਾਂ ਨੂੰ ਕੁਝ ਕਰਨਾ ਪਊਗਾ। ਐਂਡ ਹਾਊ, ਉਹ ਫਿਰ ਬਾਅਦ ਦੀਆਂ ਗੱਲਾਂ ਵੀ ਆਪਾਂ ਕਿਵੇਂ ਬੈਠ ਕੇ ਸੋਚਾਂਗੇ, ਕਿਵੇਂ ਕੰਸਟਰਕਟ ਕਰਾਂਗੇ। ਪਰ ਮੇਰਾ ਖਿਆਲ 'ਚ ਇਹ 3 ਚੀਜ਼ਾਂ ਬਹੁਤ ਇੰਪੋਰਟੈਂਟ ਆ। ਇਹਦੇ ਉੱਤੇ ਥੋੜੀ ਜਿਹੀ ਹੋਰ ਜਾਨੀ ਡਿਸਕਸ਼ਨ ਕਰਨਾ ਤੇ ਇਹਦੇ ਤੇ ਦੇਣਾ, ਅਦਰਵਾਈਜ਼ ਇਹ ਡੀਕਨਸਟਰਕਟ ਨਹੀਂ ਹੋਣਾ। ਔਰ ਅਸੀਂ ਆਪਣੀ ਪਾਵਰ ਐਂਡ ਪ੍ਰਿਵਿਲੇਜ ਨੂੰ ਆਈਡੈਂਟੀਫਾਈ ਕਰਕੇ ਅਸੀਂ ਇਹਨੂੰ ਪੋਜ਼ਿਟਿਵਲੀ ਨਹੀਂ ਯੂਜ਼ ਕਰ ਸਕਦੇ। ਸਾਨੂੰ ਪਤਾ ਵੀ ਅਸੀਂ ਪ੍ਰਿਵਿਲੇਜਡ ਪੋਜੀਸ਼ਨ ਤੇ ਆ, ਸੋ ਅਸੀਂ ਚੁੱਪ ਕਰਕੇ ਉਸੇ ਤਰ੍ਹਾਂ ਹੀ ਕੰਮ ਕਰੀ ਜਾਂਦੇ ਹਾਂ। ਪ੍ਰਿਵਿਲੇਜਡ ਪੋਜੀਸ਼ਨ ਵਾਲੇ ਸਾਨੂੰ ਪਤਾ ਵੀ ਨਹੀਂ ਲੱਗਦਾ ਵੀ ਅਸੀਂ ਕਿਸੇ ਨੂੰ ਹਾਰਮ ਪਹੁੰਚਾਤਾ। ਦੋਜ਼ ਵਿਲ ਬੀ ਸਮ ਆਫ ਦੀ ਥਿੰਗਸ ਦੈਟ ਆਈ ਐਮ ਥਿੰਕਿੰਗ ਵਟ ਵੀ ਨੀਡ ਟੂ ਡੂ। ਥੈਂਕ ਯੂ ਬਲਦੇਵ ਜੀ। ਆਕਾਸ਼, ਤੁਹਾਡਾ ਕੋਈ ਕੁਐਸਚਨ? ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ, ਮੈਨੂੰ ਮੌਕਾ ਮਿਲਿਆ ਇਸ ਕਾਨਫਰੰਸ ਦਾ ਹਿੱਸਾ ਬਣਨ ਵਾਸਤੇ। ਮੇਰਾ ਸਿਰਫ ਇੱਕ ਸਵਾਲ ਆ, ਮੈਂ ਜ਼ਿਆਦਾ ਟਾਈਮ ਹੀ ਲਵਾਂਗਾ ਜੀ, ਆਪਣੇ ਕੋਲ ਟਾਈਮ ਬਹੁਤ ਘੱਟ ਰਹਿ ਗਿਆ। ਬਲਦੇਵ ਮੁੱਤਾ ਸਾਹਿਬ ਨੇ ਬਹੁਤ ਵਧੀਆ ਐਕਸਪਲੇਨ ਕੀਤਾ ਸਾਰਾ ਇਸ ਇਸ਼ੂ ਜਿਹੜਾ ਹੈਗਾ, ਤੇ ਜਿੱਥੇ ਤੱਕ ਮੈਂ ਸਮਝਦਾ ਆਪਾਂ ਸਭ ਨੂੰ ਪਤਾ ਕਿ ਇਹ ਇਸ਼ੂ ਹੈਗਾ ਆਪਣੇ, ਇਹ ਜਿਹੜੀ ਆਪਣੀ ਮਾਨਸਿਕਤਾ ਹੈ ਜਿਹਦੇ ਤੇ ਦਿਖਾਇਆ ਗਿਆ ਕਿ ਵੀ ਬੰਦੇ ਜ਼ਿਆਦਾ ਤਾਕਤਵਰ ਨੇ, ਉਹ ਸਾਰਾ ਇਸ਼ੂ ਹੈਗਾ। ਮੈਂ ਉਹਦੇ ਤੇ ਕੁਝ ਨਹੀਂ ਬੋਲਾਂਗਾ। ਮੇਰਾ ਸਿਰਫ ਇੱਕ ਸਵਾਲ ਆ, ਤੇ ਉਹ ਮੇਰਾ ਸਵਾਲ ਹੈਗਾ ਪੁਨੀਤ ਦੇ ਲਈ ਆ। ਮੈਂ ਸਿਰਫ ਇਹ ਸਮਝਣਾ ਚਾਹੁੰਦਾ ਤੇ ਇਹ ਜਾਣਨਾ ਚਾਹੁੰਦਾ ਕਿ ਇੱਕ ਔਰਤ ਇਸ ਵਿਸ਼ੇ ਤੇ ਕੀ ਸੋਚਦੀ ਆ, ਤੇ ਉਹ ਸੈਂਸਿਟਿਵਿਟੀ ਜਿਹੜੀ ਆਪਾਂ ਚਾਹੁੰਦੇ ਆ, ਕਿ ਜਿਹੜਾ ਆਪਾਂ ਰੇਜ਼ ਕਰਨਾ ਚਾਹੁੰਦੇ, ਜਿਵੇਂ ਮੈਂ ਯੰਗਸਟਰ ਆ ਕਿ ਕੱਲ ਨੂੰ ਮੈਂ ਵੀ ਇੱਕ ਪੇਰੈਂਟ ਬਣਨਾ, ਤੇ ਉਹ ਇੱਕ ਔਰਤ ਜਿਵੇਂ ਜਿਸ ਤਰ੍ਹਾਂ ਦੇ ਪੁਨੀਤ ਨੇ ਗੱਲਾਂ ਕਹੀਆਂ, ਉਹ ਮੇਰੇ ਦਿਲ ਤੇ ਬਹੁਤ ਡੂੰਘੀਆਂ ਗਈਆਂ, ਤੇ ਉਹ ਮੈਨੂੰ ਸੋਚਣ ਤੇ ਮਜਬੂਰ ਕਰ ਦਿੱਤਾ ਗਿਆ ਕਿ ਜੋ ਮੈਂ ਦੇਖਿਆ ਆਪਣੀ ਲਾਈਫ ਦੇ ਵਿੱਚ, ਜਿੱਦਾਂ ਵੀ ਹੋਇਆ। ਮੈਂ ਇੱਕ ਇਹੋ ਜਿਹੇ ਪਰਿਵਾਰ ਤੋਂ ਜਿੱਥੇ ਔਰਤਾਂ ਉੱਪਰ ਰਹੀਆਂ ਮਰਦਾਂ ਤੋਂ, ਬਟ ਸਟਿਲ ਆਲੇ ਦੁਆਲੇ ਤੇ ਜਿੰਨਾ ਮੇਰੇ ਤੇ ਅਸਰ ਪਿਆ ਕਿ ਜਿੱਥੇ ਔਰਤਾਂ ਨੂੰ ਹਮੇਸ਼ਾ ਦਬਾਇਆ ਗਿਆ, ਉਹਨਾਂ ਨੂੰ ਕਿਤੇ ਬੋਲਣ ਦੀ ਕੋਈ ਮਤਲਬ ਉਹਨਾਂ ਵਾਸਤੇ ਰਾਹ ਹੀ ਨਹੀਂ ਹੈ ਬੋਲਣ ਦਾ। ਬੋਲਣਾ ਤਾਂ ਤੁਹਾਡੇ ਲਈ ਐਗਜ਼ਿਸਟ ਨਹੀਂ ਕਰਦਾ। ਤੇ ਮੈਂ ਸਿਰਫ ਪੁਨੀਤ ਤੋਂ ਇਹ ਜਾਣਨਾ ਚਾਹੁੰਦਾ ਕਿ ਉਹ ਕਿਸ ਤਰ੍ਹਾਂ ਦੇਖਦੀ ਹੈ ਆਪਣੀ ਲਾਈਫ ਦੇ ਵਿੱਚ, ਕਿ ਉਹ ਸੈਂਸਿਟਿਵਿਟੀ ਕਿੱਦਾਂ ਇੱਕ ਬੰਦੇ ਦੇ ਵਿੱਚ ਪੈਦਾ ਕੀਤੀ ਜਾਵੇ, ਉਹਨੂੰ ਰੇਜ਼ ਕਰਦੇ ਹੋਏ। ਸਿਰਫ ਮੈਂ ਇਹ ਜਾਣਨਾ ਚਾਹੁੰਦਾ ਉਹਦਾ ਪੁਆਇੰਟ ਆਫ ਵਿਊ
ਇਸ ਵਿਸ਼ੇ ਤੇ ਕੀ ਆ? ਥੈਂਕ ਯੂ। Thank you, Akash. I would like to answer, yeah. ਮੈਨੂੰ ਤਾਂ ਪਹਿਲਾਂ ਇਹੀ ਬੜੀ ਖੁਸ਼ੀ ਹੋਈ ਹੈ, ਕਿਸੇ ਨੇ ਪੁੱਛਿਆ ਔਰਤ ਕੀ ਸੋਚਦੀ ਹੈ, ਮੈਟਰ ਕਰਦਾ ਹੈ, ਡਸ ਦੈਟ ਮੈਟਰ? ਪਹਿਲੀ ਵਾਰ ਕੁਐਸਚਨ ਆਇਆ ਵੀ ਤੁਸੀਂ ਕੀ ਸੋਚਦੇ ਹੋ ਇਹਨਾਂ ਚੀਜ਼ਾਂ ਬਾਰੇ, ਤੇ ਤੁਸੀਂ ਕੀ ਸੋਚਦੇ ਹੋ ਇਹਨਾਂ ਦੇ ਇੰਪੈਕਟ ਕੀ ਹੁੰਦੇ ਨੇ ਵੂਮਨ ਦੇ ਉੱਤੇ, ਤੇ ਇਹਨਾਂ ਨੂੰ ਡੀਕਨਸਟਰਕਟ ਕਿਵੇਂ ਕੀਤਾ ਜਾ ਸਕਦਾ, ਇਹਨਾਂ ਨੂੰ ਰਿਮੂਵ ਕਿਵੇਂ ਕੀਤਾ ਜਾ ਸਕਦਾ। ਸੋਚਣ ਦੇ ਦੋ ਤਰੀਕੇ ਹੁੰਦੇ ਨੇ। ਜਦੋਂ ਵੀ ਕਿਸੇ ਵੀ ਕਿਸਮ ਦੀ ਕੋਈ ਵੀ ਐਟਰੋਸਿਟੀ ਜਾਂ ਕੋਈ ਵੀ ਟਰਾਮਾ ਟ੍ਰੈਜੇਡੀਜ਼ ਕਿਸੇ ਜੈਂਡਰ ਏਜ ਗਰੁੱਪ ਕਿਸੇ ਨੂੰ ਵੀ ਦਿੱਤੀਆਂ ਜਾਂਦੀਆਂ ਨੇ, ਜਾਂ ਤਾਂ ਉਹਨੂੰ ਇੰਟਰਨਲਾਈਜ਼ ਕਰੂਗਾ ਤੇ ਜਾਂ ਫਿਰ ਉਹਨੂੰ ਟੋਟਲ ਰੈਬੈਲ ਕਰੂਗਾ। ਜੇ ਉਹਨੂੰ ਇੰਟਰਨਲਾਈਜ਼ ਮੋਸਟਲੀ ਆਪਣੀਆਂ ਜਿੰਨੀਆਂ ਵੂਮਨ ਨੇ ਉਹਨੂੰ ਇੰਟਰਨਲਾਈਜ਼ ਕੀਤਾ ਹੋਇਆ ਜੋ ਹੈਗਾ, ਜਿਵੇਂ ਹੈਗਾ ਇੱਥੇ ਕਿੰਨੀਆਂ ਵੂਮਨ ਨੇ ਹੱਥ ਖੜੇ ਕਰਕੇ ਪੁੱਛ ਲਓ, ਮਨਜੀਤ ਜੀ ਰਾਤ ਨੂੰ ਜੋ ਜਾ ਕੇ ਬਣਾਉਣਾ ਤੁਸੀਂ ਪੁੱਛੋਗੇ ਹਸਬੈਂਡ ਨੂੰ ਕੀ ਖਾਣਾ ਜੀ, ਆਪਣੀ ਮਰਜ਼ੀ ਨਾਲ ਤੁਸੀਂ ਆਪਣੀ ਕਿਚਨ 'ਚ ਕੁਝ ਆਪਦੇ ਲਈ ਬਣਾਉਂਦੇ ਨਹੀਂ ਖਾਣ ਨੂੰ। ਛੋਟੀ ਜਿਹੀ ਐਗਜ਼ਾਮਪਲ ਹੈ। ਟਰੂ? No, it's not true, Puneet. ਨਹੀਂ ਮੈਂ ਇੰਡੀਵਿਜੂਅਲ ਨਹੀਂ ਕਹਿ ਰਹੀ, ਇੰਡੀਵਿਜੂਅਲ ਨਹੀਂ ਕਹਿ ਰਹੀ, ਨਹੀਂ ਵੈਸੇ ਜਨਰਲ ਗੱਲ ਕਰ ਰਹੀ ਹਾਂ। ਮੇਰੇ ਮਦਰ ਇਦਾਂ ਕਰਦੇ ਨੇ। ਹਾਂ, ਸਾਡੇ ਘਰ 'ਚ ਮੈਨੂੰ ਲੱਗਦਾ ਬਹੁਤ ਗੱਲਾਂ ਟੋਟਲੀ ਡਿਫਰੈਂਟ ਨੇ, ਹਨਾ। ਕਿਉਂਕਿ ਮੈਂ ਇੱਥੇ 2 ਮਿੰਟ ਲੈਣਾ ਚਾਹੂੰਗੀ, ਬਿਕੋਜ਼ ਜਦੋਂ ਮੇਰੇ ਜਿਹੜੇ ਫਾਦਰ ਸੀਗੇ, ਹਨਾ, ਸਾਡੇ ਘਰ ਦਾ ਮਾਹੌਲ ਏਦਾਂ ਦਾ ਸੀਗਾ ਕਿ ਮੇਰੇ ਫਾਦਰ ਨੇ ਮੈਨੂੰ ਬਹੁਤ ਜ਼ਿਆਦਾ ਖੁੱਲ੍ਹ ਦਿੱਤੀ ਹੋਈ ਸੀਗੀ। ਉਹਨਾਂ ਨੂੰ ਇਹ ਲੱਗਦਾ ਸੀ ਕਿ ਕੁੜੀਆਂ ਦਾ ਪੜ੍ਹਨਾ ਬਹੁਤ ਜ਼ਿਆਦਾ ਜ਼ਰੂਰੀ ਆ, ਕਿਉਂਕਿ ਇਹਨਾਂ ਨੇ ਅੱਗੇ ਜਾ ਕੇ ਆਪਣੇ ਨਵਾਂ ਘਰ ਵਸਾਉਣਾ, ਹਨਾ, ਆਪਣੇ ਬੱਚਿਆਂ ਨੂੰ ਵੀ ਪਰਵਰਿਸ਼ ਕਰਨੀ, ਉਹਨਾਂ ਨੂੰ ਵੀ ਪੜ੍ਹਾਉਣਾ ਲਿਖਾਉਣਾ। ਉਸ ਕਰਕੇ ਮੇਰੇ ਫਾਦਰ ਨੂੰ ਬਹੁਤ ਵਾਰ ਮੇਰੇ ਚਾਚੇ ਤਾਇਆਂ ਤੋਂ ਬਹੁਤ ਕੁਝ ਸੁਣਨਾ ਪਿਆ। ਉਹ ਕਹਿੰਦੇ ਹੁੰਦੇ ਸੀ ਕਿ ਤੂੰ ਆਪਣੀ ਕੁੜੀ ਨੂੰ ਬਿਨਾਂ ਗੱਲ ਤੋਂ ਐਵੇਂ ਅੱਗੇ ਕੀਤਾ ਹੋਇਆ, ਜਦ ਕਿ ਕੱਲ ਨੂੰ ਆਪਾਂ ਨੂੰ ਮੁੰਡਿਆਂ ਦੀ ਲੋੜ ਹੈ, ਹਨਾ, ਕਿ ਜੇ ਤੁਹਾਡਾ ਮੁੰਡਾ ਠੀਕ ਪੜ੍ਹਿਆ ਲਿਖਿਆ ਹੋਊਗਾ, ਉਹਨੂੰ ਚੰਗੀ ਨੌਕਰੀ ਮਿਲੂ, ਤੁਹਾਡਾ ਫਾਇਦਾ ਹੋਊਗਾ। ਬਟ ਮੇਰੇ ਡੈਡ ਨੇ ਇਸ ਗੱਲ ਵੱਲ ਨਹੀਂ ਧਿਆਨ ਦਿੱਤਾ, ਹਨਾ। ਫਿਰ ਸੈਕਿੰਡ ਆਪਾਂ ਗੱਲ ਕੀਤੀ ਸੀ ਸਪੋਰਟਸ ਦੀ। ਮੈਨੂੰ ਇੱਥੇ ਦੱਸਣ 'ਚ ਸ਼ਾਇਦ ਮਾਣ ਹੀ ਮਹਿਸੂਸ ਕਰੂੰਗੀ, ਮੈਂ ਖੁਦ 5 ਕਿ 6 ਟਾਈਮ ਨੈਸ਼ਨਲ ਪਲੇਅਰ ਹਾਂ ਬਿਕੋਜ਼ ਆਫ ਮਾਈ ਡੈਡ। ਮੇਰੇ ਡੈਡ ਨੂੰ ਹੁੰਦਾ ਸੀਗਾ ਕਿ ਮੇਰੀ ਬੇਟੀ ਅਗਰ ਪੜ੍ਹਾਈ 'ਚ ਚੰਗੀ ਹੈ, ਇਹਨੂੰ ਖੇਡਣਾ ਵੀ ਚਾਹੀਦਾ, ਹਨਾ, ਤੇ ਫੁੱਟਬਾਲ ਤੇ ਹੈਂਡਬਾਲ 'ਚ ਮੈਂ ਨੈਸ਼ਨਲ ਪਲੇਅਰ ਹਾਂ। ਐਂਡ ਆਫਟਰ ਦੈਟ ਜਦੋਂ ਮੇਰਾ ਵਿਆਹ ਹੋਇਆ ਪੁਨੀਤ, ਹਨਾ, ਤੇ ਮੈਂ ਕਹਿੰਦੀ ਹਾਂ ਕਿ ਸ਼ਾਇਦ ਜਿੱਦਾਂ ਮੇਰੀ ਜਿਹੜੀ ਮਦਰ ਸੀਗੀ, ਉਹ ਇਹਨਾਂ ਨੇ ਮੈਨੂੰ ਇਹੀ ਸਿਖਾਇਆ ਸੀਗਾ ਕਿ ਘਰ ਦਾ ਸਾਰਾ ਕੰਮ ਕਰਨਾ ਤੇਰੀ ਜ਼ਿੰਮੇਵਾਰੀ ਹੈ। ਮੈਂ ਘਰ 'ਚ ਇਹੀ ਕੁਝ ਦੇਖਿਆ ਸੀਗਾ, ਹਨਾ। ਜਿਹੜੇ ਕੁਐਸਚਨ ਦੀ ਤੁਸੀਂ ਉਹਨੇ ਗੱਲ ਕੀਤੀ ਹੈ, ਮੇਰੀ ਮਮ ਏਦਾਂ ਕਰਦੇ ਸੀਗੇ। ਉਹਨਾਂ ਨੇ ਹਮੇਸ਼ਾ ਜਿਹੜੀ ਵੀ ਚੀਜ਼ ਬਣਾਉਣੀ ਪਹਿਲਾਂ ਮੇਰੇ ਫਾਦਰ ਨੂੰ ਪੁੱਛਣਾ ਕਿ ਤੁਸੀਂ ਆਹ ਖਾਓਗੇ ਜੀ, ਆਪਾਂ ਬਣਾ ਲਈਏ ਜੀ ਅੱਜ, ਹਨਾ। ਮੈਂ ਇਸ ਮਾਹੌਲ 'ਚੋਂ ਆਈ। ਬਟ ਜਦੋਂ ਮੇਰਾ ਵਿਆਹ ਹੋ ਗਿਆ, ਹਨਾ, ਮੇਰਾ ਜਿਹੜਾ ਸਹੁਰਾ ਪਰਿਵਾਰ ਸੀ ਉਹ ਟੋਟਲੀ ਡਿਫਰੈਂਟ ਸੀਗਾ। ਉੱਥੇ ਕੀ ਹੋਇਆ ਕਿ ਮੇਰੇ ਜਿਹੜੇ ਹਸਬੈਂਡ ਨੇ, ਹਨਾ, ਉਹ ਘਰ ਦਾ ਕੰਮ ਬਹੁਤ ਕਰਦੇ ਸੀਗੇ, ਤੇ ਮੈਨੂੰ ਬੜਾ ਅਜੀਬ ਲੱਗਦਾ ਹੁੰਦਾ ਸੀਗਾ ਵੀ ਮੁੰਡਾ ਘਰ ਦਾ ਕੰਮ ਕਰੇ ਜਾਂ ਮੇਰਾ ਘਰ ਵਾਲਾ, ਮੇਰਾ ਏਦਾਂ ਹਸਬੈਂਡ ਮੇਰੇ ਨਾਲ ਕੰਮ ਕਰਨ ਨੂੰ ਕਹਿ ਰਹੇ ਆ ਕਿ ਲਿਆ ਮੈਂ ਤੁਹਾਡੇ ਨਾਲ ਆਹ ਕਰਾ ਦਾਂ, ਮੈਂ ਆਹ ਕਰਾ ਦਾਂ। ਮੈਨੂੰ ਅਜੀਬ ਲੱਗਦਾ ਸੀ ਕਿਉਂਕਿ ਮੈਂ ਉਹ ਕੋਈ ਚੀਜ਼ਾਂ ਦੇਖੀਆਂ ਨਹੀਂ ਸੀ ਘਰੇ ਆਪਣੇ, ਹਨਾ। ਤੇ ਮੈਂ ਆਪਣੀ ਮਦਰ ਇਨ ਲਾ ਨੂੰ ਕਈ ਵਾਰੀ ਕਿਹਾ ਵੀ ਨਹੀਂ, ਇਹ ਕੰਮ ਮੇਰੇ ਆ, ਮੈਂ ਕਰਨੇ ਆ, ਕਿਉਂਕਿ ਮੇਰੀ ਮੰਮੀ ਨੇ ਮੈਨੂੰ ਏਦਾਂ ਸਿਖਾਇਆ ਸੀਗਾ, ਹਨਾ। ਬਟ ਮੇਰੇ ਮਦਰ ਇਨ ਲਾ ਨੇ ਇਹੀ ਕਹਿਣਾ ਕਿ ਨਹੀਂ, ਮੈਂ ਆਪਣੇ ਮੁੰਡਿਆਂ ਨੂੰ ਇਹ ਕੰਮ ਸਿਖਾਏ ਆ, ਤੂੰ ਇਹਨਾਂ ਨੂੰ ਕਰ ਲੈਣ ਦੇ। ਜੇ ਇਹਨਾਂ ਦੀ ਆਦਤ ਵਿਗੜ ਗਈ, ਇਹਨਾਂ ਨੇ ਤੇਰਾ ਨਾ ਸਾਥ ਦਿੱਤਾ ਕੰਮ ਦੇ ਵਿੱਚ, ਹਨਾ, ਤੈਨੂੰ ਇਕੱਲੀ ਨੂੰ ਬਹੁਤ ਔਖਾ ਹੋਊਗਾ। ਉਹ ਚੀਜ਼ਾਂ ਮੇਰੇ ਲਈ ਬਹੁਤ ਨਵੀਆਂ ਸੀਗੀਆਂ ਤੇ ਮੈਨੂੰ ਔਖਾ ਵੀ ਲੱਗਦਾ ਹੁੰਦਾ ਸੀਗਾ ਕਿ ਜਦੋਂ ਮੈਂ ਇਹਨਾਂ ਨੂੰ ਕਹਿਣਾ ਕਿ ਨਹੀਂ ਤੁਸੀਂ ਇਹਨਾਂ ਨੇ ਕਹਿਣਾ ਨਹੀਂ ਮੈਂ ਕਰੂੰਗਾ, ਮੈਂ ਕਹਿੰਦੀ ਸੀ ਨਹੀਂ ਮੈਂ ਆਪ ਕਰਨਾ। ਤੇ ਬਾਕੀ ਮੇਰੇ 2 ਬੇਟੇ ਨੇ। ਮੈਂ ਜਿੱਥੇ ਤੱਕ ਮੈਂ ਸਮਝਦੀ ਹਾਂ, ਹਨਾ, ਮੈਂ ਇਹ ਨਹੀਂ ਕਹਿੰਦੀ ਕਿ ਮੈਂ ਬਹੁਤ ਕੋਈ ਖਾਸ ਪਰਵਰਿਸ਼ ਕੀਤੀ ਮੁੰਡਿਆਂ ਦੀ, ਵੀ ਮੈਂ ਉਹਨਾਂ ਨੂੰ ਕੁਝ ਖਾਸ ਦੁਨੀਆ ਨਾਲੋਂ ਵੱਖਰੇ ਕੋਈ ਉਹਨਾਂ ਨੂੰ ਗੁਣ ਦਿੱਤੇ ਨੇ। ਬਟ ਮੈਨੂੰ ਇਸ ਗੱਲ ਤੇ ਮਾਣ ਹੈ, ਹਨਾ, ਕਿ ਮੇਰੇ ਮੁੰਡਿਆਂ 'ਚ ਮੈਂ ਇੱਕ ਕੁਆਲਿਟੀ ਜ਼ਰੂਰ ਕਰਨ ਦੀ ਕੋਸ਼ਿਸ਼ ਕੀਤੀ ਹੈ ਜੋ ਮੇਰੇ ਸ਼ਾਇਦ ਮੈਂ ਭਰਾ 'ਚ ਕਦੀ ਨੋਟ ਨਹੀਂ ਕੀਤੀ। ਮੈਂ ਆਪਣੇ ਬੱਚਿਆਂ ਨੂੰ ਇੰਨਾ ਸਿਖਾਇਆ ਕਿ ਚਾਹੇ ਉਹ ਕਿਸੇ ਦੀ ਧੀ ਭੈਣ ਹੈ, ਚਾਹੇ ਕੋਈ ਵੀ ਹੈ, ਹਨਾ, ਜਿੱਥੇ ਔਰਤ ਦਾ ਆਪਾਂ ਕਰਦੇ ਹਾਂ, ਨਾਮ ਲੈਂਦੇ ਹਾਂ, ਤੁਸੀਂ ਉਹਦਾ ਸਤਿਕਾਰ ਹੀ ਕਰਨਾ ਆ। ਤੁਸੀਂ ਕਦੀ ਆਪਣੇ ਆਪ ਉੱਥੇ ਨਾਲ ਉਹਦੇ ਨਾਲ ਕੋਈ ਏਦਾਂ ਦਾ ਕੋਈ ਕੰਪੀਟੀਸ਼ਨ ਕਰਨਾ, ਕਿਉਂਕਿ ਮੇਰੇ ਘਰ 'ਚ ਮਾਹੌਲ ਏਦਾਂ ਦਾ ਸੀਗਾ, ਮੇਰਾ ਬ੍ਰਦਰ ਕਰਦਾ ਸੀਗਾ, ਹਨਾ। ਉਹ ਚੀਜ਼ਾਂ ਤੇ ਮੈਨੂੰ ਮਾਣ ਆ ਕਿ ਮੇਰੇ ਬੱਚੇ ਏਦਾਂ ਨਹੀਂ ਹੈਗੇ, ਹਨਾ। ਹੋਰ ਬਾਕੀ ਜਿਸ ਤਰ੍ਹਾਂ ਹੁੰਦੀਆਂ, ਚਲੋ ਮੈਂ ਇਹ ਨਹੀਂ ਕਹਿੰਦੀ ਕਿ ਸਾਰੇ ਗੁਣ ਹੀ ਨੇ, ਕਈ ਛੋਟੀ ਮੋਟੀ ਗੱਲਾਂ ਵੀ ਹੁੰਦੀਆਂ ਨੇ ਘਰਾਂ ਦੇ ਵਿੱਚ, ਹਨਾ। ਬਟ ਉੱਥੇ ਮੈਨੂੰ ਇੱਕ ਹੋਰ ਗੱਲ ਮੇਰੇ ਪੇਰੈਂਟਸ ਤੋਂ ਵੱਖਰੀ ਕੀ ਮਿਲੀ ਮੈਨੂੰ ਸਹੁਰੇ ਪਰਿਵਾਰ 'ਚ, ਜਿਸ ਤਰ੍ਹਾਂ ਤੁਸੀਂ ਪੁਨੀਤ ਹੁਣੇ ਗੱਲ ਕੀਤੀ ਸੀਗੀ ਕਿ ਪੈਟਰੀਆਰਕੀ ਦੀ ਗੱਲ ਕਰਦੇ ਹੋ। ਮੇਰੇ ਜਦੋਂ ਮੈਂ ਸਹੁਰੇ ਪਰਿਵਾਰ 'ਚ ਆਈ, ਮੇਰੇ ਨਾਮ ਤੇ ਜ਼ਮੀਨ ਜਾਇਦਾਦ ਕੀਤੀ ਗਈ। ਉਹ ਸਾਡੇ ਪਰਿਵਾਰ 'ਚ ਛੱਡੋ, ਮੇਰੇ ਲਈ ਇੱਕ ਬਹੁਤ ਵੱਡੀ ਅਹਿਮ ਗੱਲ ਸੀਗੀ। ਮੈਂ ਜਦੋਂ ਆਪਣੇ ਪੇਕੇ ਪਰਿਵਾਰ 'ਚ ਦੱਸਿਆ, ਕਿਸੇ ਨੂੰ ਸੱਚ ਨਹੀਂ ਸੀ ਆਈ ਇਹ ਗੱਲ। ਉਹ ਲੱਗਦੇ ਸੀਗੇ ਕਿ ਸ਼ਾਇਦ ਮੈਂ ਝੂਠ ਬੋਲਦੀ ਹਾਂ। ਬਟ ਤੁਸੀਂ ਬਿਲੀਵ ਕਰੋ, ਮੈਂ ਆਪਣੇ ਸਾਰੇ ਡਾਕੂਮੈਂਟਸ ਪੇਪਰ ਲੈ ਕੇ ਆਪਣੇ ਪੇਕੇ ਪਰਿਵਾਰ ਗਈ। ਮੈਂ ਜਾ ਕੇ ਦਿਖਾਇਆ ਕਿ ਆਹ ਦੇਖੋ, ਆਹ ਹੁੰਦਾ ਕੁੜੀਆਂ ਦਾ ਸਤਿਕਾਰ, ਧੀਆਂ ਦਾ ਸਤਿਕਾਰ, ਹਨਾ, ਜਿਹੜਾ ਕਿ ਸਾਡੇ ਪਰਿਵਾਰ 'ਚ ਅੱਜ ਤੱਕ ਨਹੀਂ ਹੈਗਾ। ਮੈਂ ਬਹੁਤ ਕੋਸ਼ਿਸ਼ ਕਰਦੀ ਹਾਂ ਉਹਨਾਂ ਨੂੰ ਸਮਝਾਉਣ ਦੀ, ਪਰ ਨਹੀਂ ਸਮਝਦੇ, ਹਨਾ। ਜਿਸ ਤਰ੍ਹਾਂ ਉਹ ਚੱਲਦਾ ਆ ਰਿਹਾ।
ਤੇ ਬਾਕੀ ਰਹੀ ਖਾਣ ਪੀਣ ਦੀ ਗੱਲ, ਉੱਥੇ ਮੈਂ ਹੀ ਮੇਰਾ ਹੀ ਦਬਦਬਾ ਆ, ਮੇਰਾ ਹੀ ਸਭ ਕੁਝ ਹੈ, ਮੈਂ ਜੋ ਬਣਾਉਂਗੀ ਸਾਰੇ ਖੁਸ਼ ਹੋ ਕੇ ਖਾਂਦੇ ਆ। ਇਹ ਇਡੀਓਸਿੰਕ੍ਰੈਟਿਕ ਆ ਮਨਜੀਤ, ਮੈਂ ਤੁਹਾਨੂੰ ਟਿੱਪਣੀ ਨਹੀਂ ਸੀ ਕੀਤੀ, ਮੈਂ ਵੈਸੇ ਗੱਲ ਕਰਦੀ ਹਾਂ। ਨਹੀਂ ਮੋਸਟਲੀ ਗੱਲ ਸਹੀ ਹੈ। ਮੋਸਟਲੀ ਕੀ ਹੋ ਰਿਹਾ, ਵਮਨ ਕੋਲ ਇੰਨੀ ਰਾਈਟ ਤਾਂ ਹੈ ਨਹੀਂ ਵੀ ਆਪਣੀ ਮਰਜ਼ੀ ਦਾ ਘਰੇ ਬਣਾ ਲਓ ਉੱਠ ਕੇ। ਇਹਦੇ ਤੋਂ ਮੇਰਾ ਮਤਲਬ ਇਹ ਸੀ, ਮੈਂ ਸਿੰਪਲ ਤਰੀਕੇ ਨਾਲ ਕਹਿ ਰਹੀ ਸੀ ਵੀ ਜਿਹੜੀ ਡਿਸੀਜਨ ਮੇਕਿੰਗ ਹੈ ਨਾ, ਉਹ ਵਮਨ ਕੋਲ ਨਹੀਂ ਹੈਗੀ। ਤੁਸੀਂ ਆਪਣੇ ਲਿਟਰੇਚਰ ਦੇ ਵਿੱਚ ਚਲੇ ਜਾਓ, ਉੱਥੇ ਜਿਹੜੀ ਵਮਨ ਹੋਊਗੀ ਨਾ, ਜਿਹੜੀ ਆ ਪੈਟਰੀਆਰਕਲ ਕੋਡਸ ਨੇ ਇਹਨਾਂ ਨੂੰ ਬ੍ਰੇਕ ਕਰਨ ਦੀ ਕੋਸ਼ਿਸ਼ ਕਰੂਗੀ। ਉਹ ਕਿਹੜੇ ਕੋਡਸ ਨੇ? whether I want to have a child or not, a woman ਦਾ ਡਿਸੀਜਨ ਹੈ। ਆਪਣੀ ਮਰਜ਼ੀ ਦਾ ਲਾਈਫ ਪਾਰਟਨਰ ਚੁਣਨਾ, ਬੈਠ ਕੇ ਸਮੋਕ ਕਰਨਾ, ਡਰਿੰਕ ਕਰਨਾ, ਐਕਸਟਰਾ ਮੈਰਿਟਲ ਅਫੇਅਰ ਕਰਨਾ, ਬੰਦੇ ਆਮ ਹੀ ਕਰ ਲੈਂਦੇ ਨੇ। ਜੋ ਕਿ ਵਮਨ ਕਰ ਲੈ ਬੜਾ ਮਸਾਲਾ ਲੱਗਦਾ ਉਹਦਾ, ਤੇ ਕਰਦੇ ਵਮਨ ਨਾਲ ਹੀ ਨੇ। ਤਾਂ ਉਹਦੇ ਚ ਕੀ ਹੁੰਦਾ ਵੀ ਉਹ ਵਮਨ ਨੂੰ ਨਾ ਐਂਡ ਦੇ ਵਿੱਚ ਜਾਂ ਉਹਨੂੰ ਮਾਰ ਦਿੰਦੇ ਨੇ। ਕਿਉਂ? ਕਿਉਂਕਿ ਅਸੀਂ ਜਦੋਂ ਸੀਟ ਤੋਂ ਉੱਠਣਾ ਨਾ, ਸਾਡੇ ਦਿਮਾਗ ਦੇ ਵਿੱਚ ਇੱਕ ਕੌਨਸੋਨੈਂਸ ਆਊਗੀ। ਅਸੀਂ ਡਿਸੋਨੈਂਸ ਲੈ ਕੇ ਨਹੀਂ ਉੱਠਣਾ ਵੀ ਆਹ ਕੀ ਫਿਲਮ ਬਣਾਈ ਹੈ, ਜਨਾਨੀਆਂ ਇਹਦੇ ਚ ਕੀ ਕਰਦੀਆਂ ਫਿਰਦੀਆਂ ਨੇ। ਇਹ ਫੀਲਿੰਗ ਲੈ ਕੇ ਉੱਠਣ ਨਹੀਂ ਦਿੰਦੇ ਫਿਲਮ ਮੇਕਰ ਸਾਨੂੰ। ਉਹਨੂੰ ਜਾਂ ਤਾਂ ਮਾਰੋਗੇ, ਜਾਂ ਸੁਸਾਈਡ ਕਰਾਓਗੇ ਉਹਦੇ ਤੋਂ, ਜਾਂ ਉਹ ਡਿਪਰੈਸ਼ਨ ਚ ਚਲੀ ਜਾਊਗੀ, ਜਾਂ ਸੁਧਰ ਕੇ ਸੂਟ ਪਾ ਕੇ ਐਂਡ ਚ ਆ ਜਾਊਗੀ। ਇਹ ਸਾਡਾ ਇੱਕ ਬਲੀਫ ਹੈ, ਇਹ ਸਾਡੀ ਸੋਸਾਇਟੀ ਦਾ ਬਲੀਫ ਹੈ ਵੀ ਜਿਹੜੀ ਵੂਮਨ ਹੈ ਨਾ, ਅਸੀਂ ਇਹਦੇ ਲਈ ਗਾਈਡਲਾਈਨ ਸੈੱਟ ਕੀਤੀਆਂ ਨੇ। ਬੰਦੇ ਦੀ ਕੋਈ ਗਾਈਡਲਾਈਨ ਨਹੀਂ ਹੈਗੀ। ਜੇ ਬੰਦਾ ਸਿਗਰਟ ਪੀਂਦਾ ਹੈ, ਬੰਦਾ ਡਰਿੰਕ ਕਰਦਾ, ਐਕਸਟਰਾ ਮੈਰਿਟਲ ਅਫੇਅਰ ਕਰਦਾ, ਫਿਰ ਕੀ ਹੋ ਗਿਆ? ਜੱਟਾਂ ਦੇ ਹੋ ਹੀ ਜਾਂਦੇ ਨੇ। ਤੇ ਇੱਥੋਂ ਤੱਕ ਕਿ ਵੀ ਉਹਦੇ ਪਿੱਛੇ ਵੀ ਜਨਾਨੀ ਨੂੰ ਬਲੇਮ ਕਰਦੇ। ਐਸਕੇਪਿਜ਼ਮ ਹੈ ਇਹ, ਮੇਲ ਪੈਟਰੀਆਰਕੀ ਦਾ ਐਸਕੇਪਿਜ਼ਮ ਹੈ। ਜਿਹੜੀ ਚੀਜ਼ ਆਪ ਤੋਂ ਸਿੱਧੀ ਨਹੀਂ ਤੁਰੀ ਨਾ, ਉਹਦੇ ਪਿੱਛੇ ਜਨਾਨੀ ਦਾ ਨਾਂ ਲਾ ਦੇਣਾ। ਆਮ ਵੈਰੀ ਗਲੈਡ ਮਨਜੀਤ, ਤੁਹਾਨੂੰ ਇੰਨਾ ਓਪਨ ਮਾਹੌਲ ਮਿਲਿਆ। ਮੈਂ ਨਹੀਂ ਦੇਖਿਆ, ਮੈਂ ਨਹੀਂ ਦੇਖਿਆ ਇਹ, ਅਫਕੋਰਸ ਨਹੀਂ ਦੇਖਿਆ। ਤੇ ਇਹਦੇ ਚ ਕੀ ਹੈ ਵੀ ਇਹ ਜਿਹੜੇ ਜੈਂਡਰ ਕੋਡਸ ਨੇ ਨਾ, ਇਹਨਾਂ ਨੂੰ ਅਸੀਂ ਸੈਂਕਸ਼ਨ ਕਰਤਾ ਹੋਇਆ ਹੈ। ਧਰਮ ਬਣ ਗਏ ਨੇ, ਰਿਲੀਜਨ ਬਣ ਗਏ ਨੇ, ਇੰਨੇ ਜ਼ਿਆਦਾ ਡੀਪ ਬਣ ਗਏ ਨੇ। ਉਹ ਡੀਪ ਬਣਨ ਦੇ ਨਾਲ ਜਿਵੇਂ ਸਵੇਰੇ ਉੱਠ ਕੇ ਰੱਬ ਦਾ ਨਾਂ ਲੈ ਲਿਆ ਨਾ, ਉਹ ਜਿਹੀ ਸਾਰੀ ਜ਼ਿੰਦਗੀ ਇਹ ਕੋਡਸ ਨੂੰ ਅਬੇ ਕਰ ਲਿਆ। ਮੈਂ ਕਿਵੇਂ ਬੋਲੂੰਗੀ, ਮੈਂ ਤਾਂ ਜਨਾਨੀ ਆ, ਬੰਦਿਆਂ ਚ ਜਨਾਨੀਆਂ ਦਾ ਕੀ ਕੰਮ, ਆਮ ਸੁਣੀਆਂ ਨੇ ਮੈਂ ਇਹ ਗੱਲਾਂ ਜਨਾਨੀਆਂ ਕਹਿੰਦੀਆਂ। ਡਿਸੀਜਨ ਤਾਂ ਬੰਦੇ ਹੀ ਲੈਂਦੇ ਹੁੰਦੇ ਨੇ। ਫਿਰ ਇਹ ਸਾਰੀਆਂ ਚੀਜ਼ਾਂ ਡੀਪ ਰੂਟਡ ਹੋ ਕੇ ਪਹਿਲੀ ਗੱਲ ਤਾਂ ਇਹ ਅਪਰੂਵ ਹੋ ਗਈਆਂ। ਬੰਦਿਆਂ ਨੇ ਵੀ ਅਪਰੂਵ, ਬੰਦਿਆਂ ਨੇ ਤਾਂ ਕਰਨੀ ਸੀ ਅਪਰੂਵ, ਕਿਉਂਕਿ ਅਸੀਂ ਤਾਂ ਜੀ ਬਣਾਈਆਂ ਨੇ। ਜਨਾਨੀਆਂ ਨੇ ਅਪਰੂਵ ਕਰਕੇ ਇੰਟਰਨਲਾਈਜ਼ ਕਰ ਲਿਆ। ਐਂਡ ਯੂ ਡੇਅਰ ਟੂ ਬ੍ਰੇਕ them, you dare to try to change them or go against them, you are a vamp। ਤੂੰ ਵੈਂਪ ਹੈ, ਤੂੰ ਕਲੇਸ਼ੋ ਹੈ। ਤੇ ਐਂਡ ਚ ਜਾਂ ਤਾਂ ਤੂੰ ਹੁਣ ਮਰ, ਜਾਂ ਤੈਨੂੰ ਡਿਵੋਰਸ ਮਿਲੂਗਾ, ਜਾਂ ਤੂੰ ਡਿਪਰੈਸ਼ਨ ਚ ਜਾਏਂਗੀ। ਤੂੰ ਹੈਪੀਨੈਸ ਡਿਜ਼ਰਵ ਕਰਦੀ ਹੋਈ ਨਹੀਂ। ਦਿਸ ਇਜ਼ ਵਾਟ ਇਜ਼ ਹੈਪਨਿੰਗ ਟੂ ਅ ਰਿਬੈਲ ਵੂਮਨ। ਦੋ ਹੀ ਹੋਣਗੀਆਂ ਨਾ, ਜਾਂ ਇੰਟਰਨਲਾਈਜ਼ ਕਰ ਲਓ ਜਾਂ ਜੋ ਹੈ ਚੱਲਣ ਦੋ ਜਿਵੇਂ ਦੀ। ਤੇ ਜੇ ਰਿਬੈਲ ਕਰੋਗੇ ਤੇ ਤੇਰੇ ਲਈ ਤਾਂ ਫਿਰ ਸਾਡੇ ਲੇਬਲ ਤਿਆਰ ਨੇ। ਮੈਂ ਜਦੋਂ ਆਪਣੀ PhD ਫੈਮਿਨਿਜ਼ਮ ਦੇ ਉੱਤੇ ਕੀਤੀ ਸੀ ਨਾ, ਸਿਰਫ ਟਾਈਟਲ ਚੂਜ਼ ਕਰਨ ਤੇ, ਸਿਰਫ ਫੈਮਿਨਿਜ਼ਮ ਦਾ ਟਾਈਟਲ ਚੂਜ਼ ਕੀਤਾ ਸੀ। ਆਹ ਕੀ ਟੌਪਿਕ ਚੂਜ਼ ਕਰ ਲਿਆ? ਚੰਗੇ ਘਰਾਂ ਦੀਆਂ ਜਨਾਨੀਆਂ ਇਹੋ ਜਿਹੇ ਟੌਪਿਕ ਨਹੀਂ ਚੂਜ਼ ਕਰਦੀਆਂ ਹੁੰਦੀਆਂ। ਤੁਹਾਨੂੰ ਸਮਝ ਜਦੋਂ ਹੈ ਨਹੀਂ, ਆਪ ਹੀ ਆਪਣੇ ਆਪ ਨੂੰ ਤੁਸੀਂ ਚੰਗਾ ਘਰ ਕਹਿ ਲਿਆ, ਆਪ ਹੀ ਤੁਸੀਂ ਲਿਮਿਟ ਦੇ, ਮਤਲਬ ਜਿਹੜਾ ਬੰਦਾ ਕਰ ਰਿਹਾ ਉਹਨੂੰ ਪਿਕ ਕਰ ਲੈਣ ਦੋ, ਜੋ ਨਹੀਂ ਕਰਨਾ। ਇੰਨੀ ਵੀ ਰਾਈਟ ਨਹੀਂ ਦਿੰਦੇ, ਇੰਨੀ ਵੀ ਰਾਈਟ ਨਹੀਂ ਦਿੰਦੇ। ਫਿਰ ਜੇ ਇਹਨਾਂ ਕੋਡਸ ਨੂੰ ਬ੍ਰੇਕ ਕਰੋਗੇ ਤੁਸੀਂ, ਵੀ ਤੂੰ ਬਾਹਰੋਂ ਮੇਰੇ ਨਾਲ ਹੀ ਤੂੰ ਆਇਆ, ਮੈਂ ਵੀ ਤੇਰੇ ਨਾਲ ਹੀ ਅੰਦਰ ਵੜੀ ਆ, ਚਾਹ ਦਾ ਕੱਪ ਆਪੇ ਬਣਾ ਲਿਆ ਆਪਣਾ। ਇਹਨੂੰ ਤਾਂ ਜੀ ਅਕਲ ਨਹੀਂ ਹੈਗੀ। ਸ਼ੀ ਇਜ਼ ਨੋਟ ਮੈਰਿਜ ਮਟੀਰੀਅਲ, ਸ਼ੀ ਨੀਡਸ ਟੂ ਬੀ ਪੁੱਟ ਟੂ ਹਰ ਪਲੇਸ। ਬਸ ਫਿਰ ਇਹਨੂੰ ਠੀਕ ਕਰਾਂਗੇ। ਇਹਦੇ ਤੇ ਪਹਿਲਾਂ ਲੇਬਲ ਲਾਓ, ਫਿਰ ਇਹਨੂੰ ਵਾਪਸ ਉਸ ਢਾਂਚੇ ਚ, ਉਸ ਸਾਂਚੇ ਦੇ ਵਿੱਚ ਲੈ ਕੇ ਆਓ। ਜੇ ਸਾਂਚੇ ਚ ਵੜਦੀ ਹੈ ਤਾਂ ਠੀਕ ਹੈ, ਨਹੀਂ ਤਾਂ ਫਿਰ break her up। So this is what is happening। ਯਾਰ ਐਜੂਕੇਸ਼ਨ ਅਵੇਅਰਨੈਸ ਇਹਦਾ ਹੱਲ ਹੈ। ਤੇ ਦੈਨ ਅਗੇਨ ਇੱਕ ਹੋਰ ਮੈਨੂੰ ਬੜੀ ਗੱਲ ਚੁੱਭਦੀ ਹੁੰਦੀ ਹੈ, ਜਿਹੜਾ ਕਹਿ ਦਿੰਦੇ ਨੇ ਜਨਾਨੀਆਂ ਆਪਣੀ ਉਹਦੀ ਆਪ ਰਿਸਪੋਂਸਿਬਲ ਨੇ, ਜਨਾਨੀ ਦੀ ਦੁਸ਼ਮਣ ਹੈ। ਜਨਾਨੀ ਦੀ ਦੁਸ਼ਮਣ ਨਹੀਂ ਹੈਗੀ। ਇਹ ਦੁਸ਼ਮਣੀ ਹੈਗੀ ਹੈ ਤੁਹਾਡੀ ਜਿਹੜੀ ਸੈੱਟ ਕੀਤੇ ਹੋਏ ਟ੍ਰੈਡੀਸ਼ਨਸ ਨੇ, ਕਨਵੈਨਸ਼ਨਸ ਨੇ, ਕਲਚਰ ਨੇ, ਸਟੀਰੀਓਟਾਈਪਿੰਗ ਹੈ, ਕੰਡੀਸ਼ਨਿੰਗ ਹੈ। ਇਹ ਦੁਸ਼ਮਣ ਹੈ। ਇਹਦੇ ਚ ਇਹੀ ਪ੍ਰੋਬਲਮ ਆਉਂਦੀ ਹੈ ਜਦੋਂ ਅਸੀਂ ਇੱਥੇ ਵੀ ਐਸਕੇਪਿਜ਼ਮ ਪਾ ਦਿੰਦੇ ਹਾਂ। ਸਾਡੇ ਤੋਂ ਇਕੁਇਟੀ ਤਾਂ ਦਿੱਤੀ ਨਹੀਂ ਗਈ, ਇਕੁਐਲਿਟੀ ਤਾਂ ਦਿੱਤੀ ਨਹੀਂ ਗਈ। ਐਂ ਕਰੋ ਫਿਰ ਜਨਾਨੀ ਦੀਆਂ ਸਾਰੀਆਂ ਪ੍ਰੋਬਲਮ ਦੂਜੀ ਜਨਾਨੀ ਦੇ ਗੱਲ ਪਾ ਦਿਓ। ਵੈਰੀ ਈਜ਼ੀ, ਇਟਸ ਵੈਰੀ ਈਜ਼ੀ। ਦਿਸ ਇਜ਼ ਦ ਪ੍ਰੋਬਲਮ। ਕਰਦੇ ਨੇ ਤਾਂ ਥੈਂਕ ਯੂ ਆਈ ਗੈਟ ਇਮੋਸ਼ਨਲ, ਸੌਰੀ। ਸਾਡਾ ਸਵਾਲ ਫਿਰ ਉੱਥੇ ਹੀ ਖੜਾ ਆ। ਸਾਡਾ ਸਵਾਲ ਇਹ ਹੈਗਾ ਕਿ ਤੁਸੀਂ ਕੀ ਚਾਹੁੰਦੇ ਆ ਕਿ ਬੰਦਾ ਸੈਂਸਿਬਲ, ਸੁਹਿਰਦ ਤੇ ਰਿਸਪੌਂਸਿਬਲ ਕਿੱਦਾਂ ਬਣੇ। ਆਕਾਸ਼ ਦਾ ਜਿਹੜਾ ਸਵਾਲ ਸੀ, ਉਸ ਤੋਂ ਬਾਅਦ ਫਿਰ ਮੈਂ ਅਮਨਦੀਪ ਜਾਵਾਂਗਾ, ਫਿਰ 2-3 ਹੋਰ ਸਵਾਲ ਨੇ। ਸੋ ਸਾਡਾ ਸਵਾਲ ਫਿਰ ਉੱਥੇ ਤੁਹਾਡੇ ਤੱਕ ਇਹੀ ਆ। ਅਨਲਰਨ ਕਰੋ ਜੋ ਸਿਖਾਇਆ ਗਿਆ ਬਚਪਨ ਤੋਂ। ਸੋ ਅਨਲਰਨਿੰਗ ਇਜ਼ ਦ ਫਰਸਟ ਸਟੈਪ ਟੂਵਰਡਸ ਲਰਨਿੰਗ।
ਜਿੰਨੀ ਡੀਪ ਰੂਟਡ ਕੰਡੀਸ਼ਨਿੰਗ ਹੋਈ ਹੈ ਇਹਨੂੰ ਐਲੀਮੀਨੇਟ ਕੰਟਰੋਲ Z ਮਾਰ ਕੇ ਇਹਨੂੰ ਸ਼ਿਫਟ ਡਿਲੀਟ ਕਰਨਾ ਪੈਣਾ ਹੈ। ਦੈਨ ਯੂ ਬਿਗਿਨ ਵਿਦ ਲਰਨਿੰਗ ਨਿਊ ਨੋਰਮਸ ਤੇ ਫਿਰ ਜਦੋਂ ਦੋਨੋਂ ਜੈਂਡਰ ਬਰਾਬਰ ਹੋ ਗਏ ਨਾ ਫਿਰ ਉੱਥੋਂ ਸ਼ੁਰੂ ਕਰਨੀ ਪੈਣੀ ਹੈ ਸੋਸਾਇਟੀ। ਆਫ ਕੋਰਸ ਪਹਿਲਾਂ ਤਾਂ ਵਾਈ ਆਰ ਗੁੱਡਮੈਨਸ ਵੈਬਿਨਾਰ ਲਾਓ हर मंडे आके every first Monday second Monday of every month, so we have lots of discussion ਜਿਹੜੀ ਹੈਗੀ ਹੈ ਇਹ ਬੜੀਆਂ ਚੀਜ਼ਾਂ ਦਾ ਹੱਲ ਹੈ। And then ਪੁਨੀਤ ਆਕਾਸ਼ ਤੁਸੀਂ ਹੁਣ ਤੁਹਾਡੀ ਜਿਹੜੀ ਅਟੈਂਡੈਂਸ ਆ ਉਹ ਰੈਗੂਲਰ ਹੋ ਗਈ ਆ। ਆਈ ਹੋਪ ਤੁਹਾਨੂੰ ਤੁਹਾਡਾ ਆਨਸਰ ਮਿਲਿਆ ਹੋਵੇਗਾ। ਸੋ ਨਾਓ ਮੈਂ ਅਮਨਦੀਪ ਜੀ ਤੁਸੀਂ ਕਾਫੀ ਦੇਰ ਤੋਂ ਹੋਲਡ ਤੇ ਹੋ। ਮੈਂ ਤਾਂ ਆਕਾਸ਼ ਨੂੰ ਐਡਮਾਇਰ ਕਰਨਾ ਕਿ ਇਹਨੇ ਬੜਾ ਵਧੀਆ ਸਵਾਲ ਪੁੱਛਿਆ ਜੀ। ਔਰ ਪੁਨੀਤ ਆਈ ਅਪਰੀਸ਼ੀਏਟ ਮਨਜੀਤ ਕੰਗ੍ਰੈਚੁਲੇਸ਼ਨਸ ਕਿ ਤੁਸੀਂ ਯੂਨੀਕ ਹੋ ਪਰ ਜਿਹੜਾ ਇਹ ਸਟਰਗਲ ਹੈ ਨਾ ਇਹ ਕੰਟੀਨਿਊ ਆ। ਸੋ ਆਕਾਸ਼ ਤੁਹਾਡੇ ਲਈ ਤੁਸੀਂ ਆਪਣੀ ਲਾਈਫ ਦੇ ਵਿੱਚ ਬਹੁਤ ਯੰਗ ਆ ਤੇ ਤੁਹਾਨੂੰ ਇਹ ਸਵਾਲ ਉੱਠਿਆ ਤੁਹਾਡੇ ਦਿਮਾਗ ਦੇ ਵਿੱਚ, ਮੈਂ ਤੁਹਾਨੂੰ 2 ਟਿਪਸ ਦਿੰਨੀ ਆ ਤੇ ਤੁਸੀਂ ਇਹਨੂੰ ਆਪਣੀ ਲਾਈਫ ਦੇ ਵਿੱਚ ਇੰਪਲੀਮੈਂਟ ਕਰਿਓ। ਜਿਹੜੀ ਵੀ ਤੁਹਾਡੀ ਲਾਈਫ ਦੇ ਵਿੱਚ ਵੂਮਨ ਹੈ, ਚਾਹੇ ਤੁਹਾਡੀ ਸਿਸਟਰ ਆ, ਤੁਹਾਡੀ ਮਦਰ ਆ, ਮਾਸੀ ਆ, ਜਾਂ ਤੁਹਾਡੀ ਗਰਲਫ੍ਰੈਂਡ ਆ, ਜਾਂ ਤੁਹਾਡੀ ਲਾਈਫ ਪਾਰਟਨਰ ਆ, ਜੋ ਵੀ ਆ, ਰਾਈਟ। ਸੋ ਉਹਦੇ ਵਿੱਚ ਨਾ ਇੱਕ ਤਾਂ ਤੁਸੀਂ ਓਪਨ ਕਮਿਊਨੀਕੇਸ਼ਨ ਰੱਖੋ। ਜਦੋਂ ਤੁਹਾਨੂੰ ਲੱਗਦਾ ਵੀ ਇਹ ਸਪਾਰਕਸ ਫਲਾਈ ਹੋਣ ਲੱਗ ਗਏ, ਵੀ ਇੱਕ ਧਿਰ ਔਖੀ ਹੋ ਗਈ, ਤਾਂ ਉਹਦੇ ਵਿੱਚ ਤੁਸੀਂ ਜੇ ਤਾਂ ਤੁਹਾਡੇ ਮਨੋਂ ਨਿਕਲਦਾ ਵੀ ਇਹਨੂੰ ਕਾਰਨ ਪੁੱਛਿਆ ਜਾਵੇ ਵੀ ਕੀ ਹੋਇਆ ਜਾਂ ਇਹੋ ਜਿਹਾ ਮੌਕਾ ਲੱਭ ਕੇ। ਦੂਸਰਾ, ਜਦੋਂ ਤੁਸੀਂ ਵੂਮਨ ਦੀ ਰਿਸਪੈਕਟ ਕਰਦੇ ਆ ਨਾ, ਜੇ ਤਾਂ ਤੁਸੀਂ ਫੋਰਸਫੁਲੀ ਕਰਦੇ ਆ ਵੀ ਜੇ ਇਹਦੀ ਰਿਸਪੈਕਟ ਨਾ ਕੀਤੀ ਤਾਂ ਰੌਲਾ ਪੈ ਜਾਊ, ਇਹਦਾ ਮਤਲਬ ਤੁਸੀਂ ਰਿਸਪੈਕਟ ਨਹੀਂ ਕਰਦੇ। ਜੇ ਤੁਸੀਂ ਇਸ ਲਈ ਰਿਸਪੈਕਟ ਕਰਦੇ ਆ ਕਿ ਤੁਹਾਡੇ ਦਿਲੋਂ ਉੱਠਦੀ ਆ, ਤੁਸੀਂ ਉਹਨੂੰ ਮਹਿਸੂਸ ਕਰਦੇ ਆ, ਤੁਸੀਂ ਉਹਨੂੰ ਸ਼ਬਦਾਂ ਵਿੱਚ ਲੈ ਕੇ ਆਉਂਦੇ ਆ, ਤੁਹਾਡੇ ਵਿਚਾਰ ਵੀ ਉਵੇਂ ਦੇ ਬਣਦੇ ਨੇ, ਇਹਦਾ ਮਤਲਬ ਤੁਸੀਂ ਵੂਮਨ ਦੀ ਰਿਸਪੈਕਟ ਕਰਦੇ ਆ। ਪਰ ਜੇ ਤੁਸੀਂ ਇਹੀ ਉਹ ਚਾਹੁੰਦੀ ਹੈ ਕਿ ਮੈਂ ਰਿਸਪੈਕਟ ਦੇਵਾਂ ਤੇ ਮੈਂ ਰਿਸਪੈਕਟ ਲਵਾਂ, ਹੋਰ ਕੁਛ ਨਹੀਂ ਹੁੰਦਾ। ਔਰ ਮੈਨੂੰ ਨਹੀਂ ਲੱਗਦਾ, ਚਾਹੇ ਆਦਮੀ ਵੀ ਆ, ਹਰ ਕੋਈ ਚਾਹੁੰਦਾ ਆ, ਹਿਊਮਨ ਨੇਚਰ ਆ ਵੀ ਤੁਹਾਡਾ ਸਤਿਕਾਰ ਹੋਵੇ, ਤੁਸੀਂ ਸਤਿਕਾਰ ਦਿਓ, ਕਿਉਂਕਿ ਲੜਾਈ ਤੇ ਝਗੜਾ ਕਿਸੇ ਨੂੰ ਵੀ ਚੰਗਾ ਨਹੀਂ ਲੱਗਦਾ। ਇਹ ਤੁਸੀਂ ਆਪਣੇ ਆਪ ਨੂੰ ਹਰ ਆਦਮੀ ਪੁੱਛ ਸਕਦਾ ਵੀ ਜੇ ਮੇਰੀ ਲਾਈਫ ਦੇ ਵਿੱਚ ਕੋਈ ਵੂਮਨ ਹੈ, ਕਿ ਮੈਂ ਫੋਰਸਫੁਲੀ ਰੱਖੀ ਹੋਈ ਆ, ਕਿ ਮੈਨੂੰ ਇਹ ਚੰਗੀ ਨਹੀਂ ਲੱਗਦੀ ਪਰ ਮੈਨੂੰ ਇਹਦੇ ਨਾਲ ਰਹਿਣਾ ਪੈਣਾ, ਇਹ ਦੁਨੀਆ ਦਾ ਇੱਕ ਦਸਤੂਰ ਆ ਵੀ ਮੈਂ ਹੁਣ ਇਹਦੇ ਨਾਲ ਵਿਆਹਿਆ ਹੋਇਆ, ਜੇ ਮੈਂ ਪਾਸੇ ਹੋਇਆ ਲੋਕ ਕੀ ਕਹਿਣਗੇ। ਸੋ ਇਹਦਾ ਮਤਲਬ ਯੂ ਆਰ ਨਾਟ ਰਿਸਪੈਕਟਿੰਗ ਦੈਟ ਵੂਮਨ, ਯੂ ਆਰ ਦੇਅਰ ਫॉर द ਸੇਕ ਆਫ ਬੀਇੰਗ ਦੇਅਰ, ਲੋਕਾਂ ਨੂੰ ਖੁਸ਼ ਕਰਨ ਲਈ। ਪਰ ਜੇ ਤੁਹਾਨੂੰ ਲੱਗਦਾ ਵੀ ਚੱਲ ਕੋਈ ਗੱਲ ਨਹੀਂ, ਲੜਾਈ ਹੋ ਗਈ ਤੇ ਆਪਾਂ ਗੱਲਬਾਤ ਕਰ ਲੈਂਦੇ ਆ, ਇਹਦਾ ਮਤਲਬ ਇਹ ਹੈਲਦੀ ਰਿਲੇਸ਼ਨਸ਼ਿਪ ਆ। ਸੋ ਦੈਟਸ ਆਲ। ਥੈਂਕ ਯੂ ਅਮਨਦੀਪ। ਮੇਰਾ ਨਾਮ ਬਾਦਲ ਸਿੰਘ ਹੈ ਜੀ, ਮੈਂ ਐਡਮਿੰਟਨ ਤੋਂ ਜੀ ਵੈਲਕਮ ਜੀ। ਥੈਂਕ ਯੂ ਜੀ। ਤਾਂ ਪਹਿਲੀ ਵਾਰੀ ਮੈਂ ਜੁਆਇਨ ਕੀਤਾ ਜੀ, ਪਰ ਬਹੁਤ ਜਿਹੜੀ ਇਨਫੋਰਮੇਸ਼ਨ ਹੈਗੀ ਹੈ ਜੀ, ਜਿਹੜੀ ਚੰਗੀ ਇਨਫੋਰਮੇਸ਼ਨ ਹੈ, ਜਿਹੜੀ ਮੈਨੂੰ ਲੱਗਦਾ ਹੈਗਾ ਕਿ ਜਿਹੜੇ ਇਸ ਪਲੇਟਫਾਰਮ ਤੇ ਹੀ ਮਿਲ ਸਕਦੀ ਹੈ, ਸ਼ਾਇਦ ਹੋਰ ਕੋਈ ਪਲੇਟਫਾਰਮ ਨਹੀਂ ਹੈਗਾ ਜਿੱਥੇ ਇੰਨੀ ਓਪਨਲੀ ਹਰ ਬੰਦਾ ਆਪਣੀ ਗੱਲ ਕਰ ਸਕੇ। ਤਾਂ ਮੇਰਾ ਜਿਹੜੀ ਸੋ ਫਾਰ ਤੱਕ ਜਿੰਨਾ ਕੁ ਮੈਂ ਸੁਣਿਆ ਸਮਝਿਆ ਜੀ, ਮੈਨੂੰ ਉਹਦੇ ਬਾਰੇ ਮੇਰਾ ਪੁਆਇੰਟ ਆਫ ਵਿਊ ਇਹ ਆ ਇੱਕ ਕਿ ਬਿਲਕੁਲ ਜਿਹੜੀ ਆਪਾਂ ਜਦੋਂ ਗੱਲ ਕਰਦੇ ਹੈਗੇ ਆ ਜੀ, ਜਿਹੜੇ ਵੂਮੈਨਸ ਨੂੰ ਐਮਪਾਵਰ ਕਰਨਾ ਜਾਂ ਜਿਹੜੀ ਸਮਾਜ ਦੇ ਵਿੱਚ ਬਰਾਬਰੀ ਨਹੀਂ ਹੈਗੀ, ਧਾਰਮਿਕ ਬਰਾਬਰੀ ਨਹੀਂ ਹੈਗੀ, ਤਾਂ ਜਿਹੜੀਆਂ ਸਾਡੀਆਂ ਪਰਿਵਾਰਾਂ ਦੇ ਵਿੱਚ ਕਿੱਦਾਂ ਕਦੀ ਸੋਚ ਆ, ਕਿੱਦਾਂ ਕਦੀਆਂ ਗੱਲਾਂ ਬਾਤਾਂ ਹੁੰਦੀਆਂ, ਉਹ ਸਾਰੀਆਂ ਚੀਜ਼ਾਂ ਰਾਈਟ ਜਿੰਨੀਆਂ ਕਿ ਵੀ ਹੁਣ ਤੱਕ ਸਾਰੇ ਜਣਿਆਂ ਨੇ ਕੀਤੀਆਂ। ਮੈਨੂੰ ਇੱਕ ਚੀਜ਼ ਇਹ ਲੱਗ ਰਹੀ ਹੈਗੀ ਆ ਕਿਤੇ ਨਾ ਕਿਤੇ ਕਿ ਜਿਹੜੀ ਅਸੀਂ ਇੱਕ ਵੂਮਨਸ ਜਿਹੜੀ ਕਹਿ ਲਓ ਕਿ ਇੱਦਾਂ ਨਹੀਂ ਹੈਗਾ ਵੀ ਜੇ ਆਪਾਂ ਇੱਕ ਪਹਿਲਾਂ ਹੁਣ ਇਹ ਚੀਜ਼ ਕਰ ਰਹੇ ਹੈਗੇ ਆ ਕਿ ਅਸੀਂ ਔਰਤਾਂ ਦੇ ਲਈ ਇਹ ਚੀਜ਼ ਹੈਗੀ ਆ ਵੀ ਇਹ ਗਲਤ ਹੋ ਰਿਹਾ ਆ, ਉਹਨਾਂ ਨੂੰ ਐਮਪਾਵਰ ਕਰਨਾ ਆ। ਐਮਪਾਵਰ ਕਰਨਾ ਇੱਕ ਚੀਜ਼ ਹੈਗੀ ਆ, ਬਰਾਬਰਤਾ ਚਾਹੁੰਦੇ ਆ ਅਸੀਂ ਕਿ ਉਹ ਚੀਜ਼ ਇਹ ਆ ਵੀ ਉਹਨਾਂ ਨੂੰ ਆਈ ਡੋਂਟ ਨੋ ਕਿ ਪਹਿਲਾਂ ਕਹਿ ਲਓ ਕਿ ਹੁਣ ਪਹਿਲਾਂ ਜਿਹੜੇ ਬੰਦੇ ਜ਼ਿਆਦਾ ਪਾਵਰਫੁਲ ਰਹੇ ਆ, ਹੁਣ ਉਹ ਜਿਹੜੀ ਬਰਾਬਰਤਾ ਵੀ ਜਿਹੜੀ ਹੈਗੀ ਆ ਉਹ ਏਦਾਂ ਦੀ ਹੈਗੀ ਆ ਵੀ ਜਿਹੜਾ ਕੁਛ ਬੰਦਾ ਕਰਦਾ ਆ ਉਹੀ ਕੁਛ ਹੀ ਲੇਡੀ ਨੇ ਕਰਨਾ। ਏਦਾਂ ਦੀ ਬਰਾਬਰਤਾ ਚਾਹੀਦੀ ਆ ਕਿ ਬਰਾਬਰਤਾ ਏਦਾਂ ਦੀ ਚਾਹੀਦੀ ਹੈਗੀ ਕਿ ਪ੍ਰਮਾਤਮਾ ਨੇ ਬੰਦੇ ਨੂੰ ਬੰਦੇ ਦੇ ਕੰਮਾਂ ਕਰਨ ਦੇ ਲਈ ਸਿਰਜਿਆ ਹੈਗਾ ਆ,
ਪ੍ਰਮਾਤਮਾ ਨੇ ਲੇਡੀਜ਼ ਨੂੰ ਕੁਛ ਉਹਨਾਂ ਦੇ ਐਸੀਆਂ ਕੁਦਰਤੀ ਜਿਹੜੀਆਂ ਪ੍ਰਮਾਤਮਾ ਨੇ ਉਹਨਾਂ ਨੂੰ ਗੋਡ ਗਿਫਟਡ ਹੈਗੀਆਂ ਚੀਜ਼ਾਂ ਜਿਹੜੀਆਂ ਲੇਡੀਜ਼ ਹੀ ਕਰ ਸਕਦੀਆਂ, ਉਹ ਬੰਦਾ ਨਹੀਂ ਕਰ ਸਕਦਾ। ਤਾਂ ਮੈਨੂੰ ਲੱਗਦਾ ਵੀ ਇਹ ਚੀਜ਼ ਏਦਾਂ ਕਿਤੇ ਨਹੀਂ ਕਿ ਇੱਕ ਜਿੱਦ ਤੇ ਜਾਂ ਇੱਕ ਏਦਾਂ ਦੀ ਉਹ ਚੀਜ਼ ਡਿਵੈਲਪ ਹੋ ਰਹੀ ਹੈ ਕਿ ਅਸੀਂ ਹਰੇਕ ਉਹ ਕੰਮ ਕਰਕੇ ਹੀ ਸਾਨੂੰ ਉਹ ਚੀਜ਼ ਲੱਗ ਰਹੀ ਹੈਗੀ ਹੈ ਕਿ ਜਦੋਂ ਆਹ ਕੰਮ ਜਿਹੜਾ ਬੰਦਾ ਕਰਦਾ ਆ, ਇਹ ਕੰਮ ਜਿੰਨਾ ਚਿਰ ਲੇਡੀਜ਼ ਨਹੀਂ ਕਰੇਗੀ ਤਾਂ ਬਰਾਬਰਤਾ ਨਹੀਂ ਹੈਗੀ। ਸੋ ਇਹੀ ਮੇਰਾ ਕਮੈਂਟ ਸੀਗਾ ਜੀ। ਯਾ ਥੈਂਕ ਯੂ। ਤੁਹਾਡਾ ਸਵਾਲ ਵੀ ਬਹੁਤ ਵਧੀਆ। ਟਾਈਮ ਥੋੜਾ ਘੱਟ ਹੈ ਪਰ ਮੈਂ ਥੋੜਾ ਜਿਹਾ ਇਹਦੇ ਤੇ ਤੁਹਾਨੂੰ ਦੱਸ ਦਵਾਂ ਜਿਹੜਾ ਸਾਡਾ ਮੇਨ ਮਕਸਦ ਆ ਇਹਨਾਂ ਵੈਬਿਨਾਰਸ ਦਾ, ਇਹ ਸੈਮੀਨਾਰ ਦਾ, ਇਸ ਪਲੇਟਫਾਰਮ ਦਾ ਜੀ, ਉਹ ਹੈਗਾ ਰਿਲੇਸ਼ਨਸ਼ਿਪ ਦੇ ਵਿੱਚ ਬਰਾਬਰਤਾ, ਨੈਗੋਸ਼ੀਏਸ਼ਨ, ਫੇਅਰਨੈਸ, ਓਨੈਸਟੀ, ਟਰਸਟ, ਰਾਈਟ। ਜਦੋਂ ਇਹ ਚੀਜ਼ਾਂ ਤੁਸੀਂ ਰਿਸਪੈਕਟ, ਇਹ ਜਦੋਂ ਰਿਲੇਸ਼ਨਸ਼ਿਪ ਦੇ ਵਿੱਚ ਆਉਂਦੀਆਂ ਨੇ ਫਿਰ ਉਹ ਜੈਂਡਰ ਦਾ ਮਾਇਨਾ ਨਹੀਂ ਰਹਿੰਦਾ ਹੈਗਾ। ਸਾਡਾ ਇਹ ਹੈਗਾ ਕਿ ਜਿੱਥੇ ਕਿਤੇ ਔਰਤ ਨਾਲ ਜਾਂ ਮਰਦ ਨਾਲ ਇਨਇਕੁਐਲਿਟੀ ਹੋ ਰਹੀ ਹੈ ਰਿਲੇਸ਼ਨਸ਼ਿਪ ਦੇ ਵਿੱਚ, ਜਾਂ ਟਰਸਟ ਦੇ ਇਸ਼ੂ ਹੈਗੇ ਆ, ਜਾਂ ਰਿਲੇਸ਼ਨਸ਼ਿਪ ਫੇਅਰ ਨਹੀਂ ਹੈਗਾ, ਜਾਂ ਅਸੀਂ ਬੱਚਿਆਂ ਤੇ ਇੰਪੈਕਟ ਉਹਦਾ ਗਲਤ ਪਾ ਰਹੇ ਹੈਗੇ ਆ, ਉਹਨਾਂ ਚੀਜ਼ਾਂ ਨੂੰ ਸਮੂਥ ਕਰਨ ਵਾਸਤੇ ਜਿਹੜੇ ਬੰਦੇ ਇਹ ਦੇਖਦੇ ਹੈਗੇ ਆ ਕਿ ਔਰਤਾਂ ਦੇ ਨਾਲ ਜਾਂ ਕਿਸੇ ਵੀ ਇਨਸਾਨ ਦੇ ਨਾਲ ਵਧੀਕੀ ਹੋ ਰਹੀ ਹੈ ਰਿਲੇਸ਼ਨਸ਼ਿਪ ਦੇ ਵਿੱਚ, ਉਹਨੂੰ ਜਾਣਬੁੱਝ ਕੇ ਦੇਖਦੇ ਹੋਏ ਵੀ ਉਹ ਇਗਨੋਰ ਕਰਦੇ ਹੈਗੇ ਆ, ਉਹਨਾਂ ਨੂੰ ਬੋਲਣਾ ਚਾਹੀਦਾ। ਸੋ ਉਹਦਾ ਪਲੇਟਫਾਰਮ ਹੈ। ਸੋ ਇਹਦੇ 'ਚ ਇਹੋ ਜਿਹੀ ਬਰਾਬਰਤਾ ਨਹੀਂ ਕਿ ਜੇ ਮੇਲ ਆ ਕਰਦੇ ਆ ਤਾਂ ਮੈਂ ਵੀ ਕਰਾਂ। ਯੈਸ, ਜੇ ਕਿਸੇ ਬੰਦੇ ਦੀ ਕਪੈਸਿਟੀ ਆ, ਜੇ ਕਿਸੇ ਬੰਦੇ 'ਚ ਸਕਿੱਲ ਹੈਗਾ, ਜੇ ਕਿਸੇ ਬੰਦੇ ਦੀ ਸਟਰੈਂਥ ਹੈ, ਉਹਦੇ 'ਚ ਵਿਜ਼ਡਮ ਆ, opportunities are there, anybody can avail। ਹਾਂਜੀ। ਸੋ ਇਹ ਹੈ ਸਿਰਫ ਜਿਹੜਾ ਨੌਨ ਵਾਇਲੈਂਸ, ਰਿਸਪੈਕਟ ਫॉर ਰਿਲੇਸ਼ਨਸ਼ਿਪ, ਤੇ ਉਹਦਾ ਹੀ ਅੱਜ ਦਾ ਟੌਪਿਕ ਸੀਗਾ ਕਿ ਜਿਹੜੇ ਕਿਤੇ ਸਾਡੇ ਬੇਸ਼ੱਕ ਉਹ ਪੈਟਰੀਆਰਕੀ ਕਰਕੇ ਹੋਣ ਜਾਂ ਉਹ ਕਿਤੇ ਸਾਨੂੰ ਖਾਸ ਕਰਕੇ ਪਰਿਵਾਰਕ ਆਲੇ ਦੁਆਲੇ ਤੋਂ ਜਾਂ ਸਾਨੂੰ ਆਪਣੇ ਕਲਚਰ ਤੋਂ ਮਿਲੀਆਂ ਚੀਜ਼ਾਂ ਹੈਗੀਆਂ, ਉਹਨਾਂ ਦੇ ਵਿੱਚ ਜਿੱਥੇ ਕਿਤੇ ਗਲਤ ਤਰੀਕੇ ਦੇ ਨਾਲ ਮੇਨ ਡੋਮੀਨੇਸ਼ਨ ਦੂਸਰੇ ਬੰਦੇ ਦੀ ਆਇਡੈਂਟੀਟੀ ਦੇ ਉੱਤੇ ਸੱਟ ਮਾਰਦੀ ਆ, ਉਹ ਨਹੀਂ ਹੋਣੀ ਚਾਹੀਦੀ। ਸੋ ਇਹ ਟੌਪਿਕ ਆ, ਇਹਦੇ ਤੇ ਅਸੀਂ ਡਿਸਕਸ਼ਨ ਕਰ ਰਹੇ ਹਾਂ। ਆਈ ਹੋਪ ਤੁਹਾਨੂੰ ਇਹਦੇ 'ਚ ਕਲੈਰਿਟੀ ਹੋਈ ਹੋਵੇਗੀ। ਜੀ ਜੀ ਜੀ, ਨਹੀਂ ਬਿਲਕੁਲ, ਥੈਂਕ ਯੂ ਜੀ। ਮੈਂ ਜ਼ਿਆਦਾ ਟਾਈਮ ਨਹੀਂ ਲਵਾਂਗਾ ਪਰ ਪਲੀਜ਼ ਕੰਟੀਨਿਊ ਕਰੋ। ਥੈਂਕ ਯੂ ਜੀ। ਸੋ ਮਨਜਿੰਦਰ, ਦੈਨ ਫਿਰ ਮੈਂ ਲਾਸਟ ਕਮੈਂਟ ਬਲਦੇਵ ਜੀ ਤੋਂ ਲੈ ਕੇ ਫਿਰ ਮੈਂ ਇਜਾਜ਼ਤ ਚਾਹੂੰਗਾ ਸਾਰਿਆਂ ਤੋਂ। ਯੈਸ ਪਲੀਜ਼, ਸੌਰੀ ਮੈਂ ਕਮੈਂਟ ਬਹੁਤ ਛੋਟਾ ਰੱਖਾਂਗੀ ਟਾਈਮ ਦੀ ਕੰਸਟ੍ਰੇਂਟ ਨੂੰ ਅੰਡਰਸਟੈਂਡ ਕਰਦੇ ਹੋਏ, ਬਟ ਮੈਂ ਆਈ ਜਸਟ ਵਾਂਟ ਟੂ ਐਂਡ ਔਨ ਅ ਗੁੱਡ ਨੋਟ ਕਿ ਚੇਂਜ ਆ ਰਹੀ ਹੈ, ਰਾਈਟ। ਜੇ ਅੱਜ ਅਸੀਂ ਇੱਥੇ 23 ਪਾਰਟਿਸਿਪੈਂਟਸ ਬੈਠੇ ਹਾਂ, ਆਈ ਕੰਪਲੀਟਲੀ ਰੈਜ਼ੋਨੇਟ ਵਿਦ ਮਨਜੀਤ ਜੀ। ਮੇਰਾ ਵੀ ਇਹੀ ਬੈਕਗਰਾਉਂਡ ਰਿਹਾ ਹੈ। ਮੈਂ ਆਪਣੇ ਮੇਰੇ ਪੇਰੈਂਟਸ ਨੇ ਮੈਨੂੰ ਰੇਜ਼ ਨਹੀਂ ਕੀਤਾ, ਮੇਰੇ ਮਾਮਾ ਜੀ ਔਰ ਮੇਰੇ ਮਾਮੀ ਜੀ ਨੇ ਮੈਨੂੰ ਰੇਜ਼ ਕੀਤਾ ਹੈ, ਰਾਈਟ। ਤੇ ਮੇਰੀ ਮਦਰ ਨੇ ਜਦੋਂ ਡੋਮੈਸਟਿਕ ਵਾਇਲੈਂਸ ਦਾ ਸ਼ਿਕਾਰ ਹੋਏ ਤਾਂ ਉਹਨਾਂ ਦੇ ਫਾਦਰ ਨੇ ਸਟੈਂਡ ਲਿਆ ਆਪਣੀ ਬੇਟੀ ਲਈ ਕਿ ਤੂੰ ਹੈਲਥ ਨਹੀਂ ਰਹੇਂਗੀ, ਤੂੰ ਸਾਡੇ ਨਾਲ ਆ ਕੇ ਰਹੇਂਗੀ। ਔਰ ਇਸ ਗੱਲ ਨੂੰ ਅੱਜ 30 ਸਾਲ ਹੋ ਚੁੱਕੇ हैं ਕਿ ਮੇਰੀ ਮਦਰ ਆਪਣੇ ਪੇਰੈਂਟਸ ਦੇ ਨਾਲ ਰਹਿ ਰਹੇ ਹੈ, ਆਪਣੇ ਬ੍ਰਦਰ ਨੇ ਉਹਨਾਂ ਨੇ ਰੇਜ਼ ਕੀਤਾ ਹੈ। ਤੇ ਮੈਂ ਬੀਇੰਗ ਅ ਗਰਲ ਔਰ ਜਦ ਕਿ ਉਹਨਾਂ ਦੀ ਡਾਟਰ ਨਾ ਹੁੰਦੇ ਹੋਏ ਮੈਨੂੰ ਫੁੱਲੀ ਛੁੱਟ ਸੀ ਕਿ ਮੈਂ ਪ੍ਰੋਫੈਸ਼ਨ ਆਪਣੀ ਐਜੂਕੇਸ਼ਨ, ਆਪਣਾ ਪ੍ਰੋਫੈਸ਼ਨ ਬਾਈ ਚੋਇਸ ਮੈਨੂੰ ਪੂਰੀ ਬਿਲਕੁਲ ਸਹੀ ਕਿ ਰਿਲੇਟਿਵ ਨੇ ਬਹੁਤ ਸਨਬ ਕੀਤਾ ਕਿ ਜੀ ਇਹਦੀ ਜਲਦੀ ਵਿਆਹ ਕਰ ਦੋ, ਬਸ 10ਵੀਂ ਪੜ੍ਹਾ ਦੋ, 12ਵੀਂ ਪੜ੍ਹਾ ਕੇ ਇਹਨੂੰ ਵਿਆਹ ਕਰ ਦੋ। ਤਾਂ ਉਹਨਾਂ ਨੂੰ ਲੱਗਿਆ ਕਿ ਨਹੀਂ, ਇਹਦੇ 'ਚ ਪੋਟੈਂਸ਼ੀਅਲ ਹੈ, ਜਿੰਨੀ ਇਹਦੀ ਕਪੈਸਿਟੀ ਹੈ ਉੱਥੇ ਤੱਕ ਪੜ੍ਹੇਗੀ। ਤੇ ਉਸ ਤੋਂ ਬਾਅਦ ਰੱਬ ਦੀ ਮਿਹਰ ਰਹੀ ਕਿ ਜਦੋਂ ਮੈਂ ਇਨ-ਲॉज ਵੱਲ ਵੀ ਆਈ, ਹੁਣ ਵੀ ਅੱਜ ਦੀ ਡੇਟ ਵਿੱਚ ਮੈਨੂੰ ਹੁਣ ਜੇ ਮੈਂ ਬੈਠੀ ਹਾਂ ਰਾਤੀ 8 ਵਜੇ ਤੱਕ ਵੀ ਤਾਂ ਮੈਨੂੰ ਨਹੀਂ ਟੈਨਸ਼ਨ। ਜੇ ਮੇਰੇ ਮਦਰ ਇਨ-ਲॉ, ਮੇਰੇ ਹਸਬੈਂਡ ਇਹ ਚੀਜ਼ ਰੀਅਲਾਈਜ਼ ਕਰਦੇ ਆ ਕਿ ਜੇ ਮੈਂ ਕਿਸੇ ਕੰਮ ਵਿੱਚ ਸਟਕ ਅਪ ਹਾਂ ਤਾਂ ਇਹ ਉਹਨਾਂ ਦੀ ਵੀ ਓਨੀ ਹੀ ਜ਼ਿੰਮੇਵਾਰੀ ਹੈ ਕਿ ਮੇਰੀ ਬੇਟੀ ਨੇ ਰੋਟੀ ਖਾਣੀ ਹੈ ਜਾਂ ਘਰ ਵਿੱਚ ਡਿਨਰ ਬਣਨਾ ਹੈ। ਤਾਂ ਇੱਕ ਛੋਟੀ ਜਿਹੀ ਰਿਕੁਐਸਟ ਹੈ ਜਿੰਨੇ ਵੀ ਇੱਥੇ ਮੇਲ ਮੈਂਬਰ ਸੁਣ ਰਹੇ ਹੈ ਇਹ ਚੀਜ਼ ਕਿ ਐਟਲੀਸਟ ਆਪਣੇ ਜੋ ਵੀ ਤੁਹਾਡੀ ਲਾਈਫ ਵਿੱਚ ਜਿੰਨੇ ਵੀ ਤੁਹਾਡੇ ਆਪਣੇ ਫੀਮੇਲਸ ਹੈਗੀਆਂ ਤੁਹਾਡੀ ਲਾਈਫ ਵਿੱਚ, ਚਾਹੇ ਉਹ ਤੁਹਾਡੀ ਸਿਸਟਰ ਹੈ, ਚਾਹੇ ਉਹ ਤੁਹਾਡੀ ਆਂਟ ਹੈ, ਚਾਹੇ ਉਹ ਤੁਹਾਡੇ ਮਦਰ ਹੈ, ਚਾਹੇ ਉਹ ਤੁਹਾਡਾ ਪਾਰਟਨਰ ਹੈ, ਉਹਨਾਂ ਲਈ ਥੋੜਾ ਜਿਹਾ ਅਗਰ ਤੁਸੀਂ ਸਟੈਂਡ ਅਪ ਕਰੋਗੇ, ਉਹਨਾਂ 'ਚ ਥੋੜੀ ਜਿਹੀ ਹਿੰਮਤ ਪਾਓਗੇ ਤਾਂ ਉਹ ਆਪਣੇ ਲਈ ਸਟੈਂਡ ਅਪ ਕਰ ਪਾਉਣਗੀਆਂ ਅੱਗੇ ਜਾ ਕੇ, ਰਾਈਟ। ਤੇ ਐਟਲੀਸਟ ਉਹਨਾਂ ਨੂੰ ਅਸੀਂ ਇਹ ਸਪੋਰਟ ਦੇ ਸਕੀਏ ਕਿ ਹਾਂ ਜੇ ਇੱਕ ਆਦਮੀ ਤੁਹਾਡੀ ਲਾਈਫ ਵਿੱਚ ਤੁਹਾਡੇ ਲਈ ਨਹੀਂ ਖੜਾ ਹੋ ਰਿਹਾ ਤਾਂ ਦੂਸਰਾ ਆਦਮੀ ਹੈ ਤੁਹਾਡੇ ਲਈ ਜੋ ਤੁਹਾਡੀ ਸਪੋਰਟ ਕਰ ਸਕਦਾ ਹੈ। ਉਸ ਤੋਂ ਬਾਅਦ ਉਹ ਆਪ ਇੰਨੀਆਂ ਕੈਪੇਬਲ ਹੋ ਜਾਣਗੀਆਂ ਕਿ ਉਹ ਆਪਣੇ ਲਈ ਖੜੀਆਂ ਹੋ ਸਕਣ ਔਰ ਆਪਣੀ ਆਵਾਜ਼ ਉਠਾ ਸਕਣ, ਰਾਈਟ। ਐਂਡ ਇੱਕ ਜੇ ਅਸੀਂ ਕ੍ਰਿਟਿਸਿਜ਼ਮ ਤੇ ਆਈਏ ਤਾਂ
ਚੇਂਜ ਆ ਰਹੀ ਹੈ ਡੈਫੀਨਿਟਲੀ ਥੋੜਾ ਜਿਹਾ ਆਪਾਂ ਨੂੰ ਪੋਜ਼ਿਟਿਵ ਹੋਣਾ ਪਏਗਾ ਆਈ ਥਿੰਕ ਤੇ ਬਟ ਪਰਸੈਂਟੇਜ ਚੇਂਜ ਲੈਸ ਹੈ ਤੇ ਹੋਰ ਇਸ ਚੀਜ਼ ਨੂੰ ਜੇ ਅਸੀਂ ਅੱਗੇ ਵਧਾਵਾਂਗੇ ਤਾਂ ਇਹ ਅੱਜ ਜੇ ਅਸੀਂ ਦੋ ਬੰਦੇ ਏਦਾਂ ਦੇ ਬੈਠੇ ਆ ਸਾਹਮਣੇ ਹੋ ਸਕਦਾ ਹੈ ਅਗਲੀ 10 ਸਾਲਾਂ ਬਾਅਦ ਇੱਥੇ ਵੀ ਫੀਮੇਲਸ ਤੁਹਾਨੂੰ ਏਦਾਂ ਦੀਆਂ ਮਿਲਣਗੀਆਂ ਜਿਹੜੀਆਂ ਸੇਮ ਐਕਸਪੀਰੀਐਂਸਸ ਸ਼ੇਅਰ ਕਰਨਗੀਆਂ ਥੈਂਕ ਯੂ ਵੈਰੀ ਮਚ ਥੈਂਕ ਯੂ ਮਨਜਿੰਦਰ ਤੁਹਾਡੀ ਜੋ ਤੁਸੀਂ ਪਰਸਨਲ ਸ਼ੇਅਰਿੰਗ ਕੀਤੀ ਹੈ ਵੀ ਰਿਸਪੈਕਟ ਯੂਰ ਫੀਲਿੰਗ ਐਂਡ ਅਸੀਂ ਕਦਰ ਕਰਦੇ ਹੈਗੇ ਆ ਕਿ ਤੁਹਾਡੇ ਜੋ ਵੀ ਤੁਸੀਂ ਫੀਲਿੰਗ ਸ਼ੇਅਰ ਕੀਤੀਆਂ ਆਪਣੇ ਐਕਸਪੀਰੀਅੰਸ ਸ਼ੇਅਰ ਕੀਤੇ ਹੈਗੇ ਆ ਸੋ ਬਹੁਤ ਇੰਪੋਰਟੈਂਟ ਮੈਸੇਜ ਆ ਸੋ ਬਲਦੇਵ ਜੀ ਸੋ ਲਾਸਟ ਕਮੈਂਟ ਦੈਨ ਆਪਾਂ ਫਿਰ ਅੱਜ ਦਾ ਜਿਹੜਾ ਇਹ ਵੈਬਿਨਾਰ ਆ ਉਹਨੂੰ ਫਿਰ ਆਪਾਂ ਜੇ ਕਿਸੇ ਦਾ ਲਾਸਟ ਕਮੈਂਟ ਹੋਏਗਾ ਕੋਈ ਕੁਐਸਚਨ ਹੋਏਗਾ ਉਸ ਤੋਂ ਬਾਅਦ ਬੰਦ ਕਰ ਸੋ ਇੱਕ ਤਾਂ ਮੇਰਾ ਖਿਆਲ 'ਚ ਆਪਾਂ ਜਿਹੜੀ ਇਸ ਚੀਜ਼ ਤੇ ਮੈਨੂੰ ਲੱਗਦਾ ਆਪਾਂ ਕਨਕਲੂਜਨ ਤੇ ਪਹੁੰਚੇ ਹਾਂ ਕਿ ਵੀ ਨੀਡ ਟੂ ਆਲਟਰ ਆਵਰ ਪੇਰੈਂਟਿੰਗ ਟੂ ਬॉयਜ਼ ਵੀ ਆਪਾਂ ਨੂੰ ਥੋੜ੍ਹੀ ਜਿਹੀ ਤਬਦੀਲੀ ਲਿਆਉਣੀ ਪਊਗੀ ਆਪਣੇ ਮੁੰਡਿਆਂ ਦੀ ਪਰਵਰਿਸ਼ ਦੇ ਵਿੱਚ ਸੋ ਇੱਕ ਤਾਂ ਇਸ ਚੀਜ਼ ਤੇ ਆਪਾਂ ਅੱਜ ਦਾ ਵਿਸ਼ਾ ਸੀਗਾ ਆਪਾਂ ਨੂੰ ਮੇਰਾ ਖਿਆਲ 'ਚ ਇਸ ਚੀਜ਼ ਦੇ ਉੱਤੇ ਹੁਣ ਕਿਸ ਤਰ੍ਹਾਂ ਦੀ ਪਰਵਰਿਸ਼ ਹੋਣੀ ਚਾਹੀਦੀ ਹੈ ਕਿਹੜੇ ਇਸ਼ੂਜ਼ ਨੂੰ ਆਪਾਂ ਟੈਕਲ ਕਰਨਾ ਚਾਹੀਦਾ ਕਿਵੇਂ ਟੈਕਲ ਕਰਨਾ ਚਾਹੀਦਾ ਮੇਰਾ ਖਿਆਲ 'ਚ ਉਸ ਚੀਜ਼ ਤੇ ਇੱਕ ਮੈਂ ਐਕਸ਼ਨ ਆਈਟਮ ਹੈਗੀ ਆ ਕਿ ਉਸ ਚੀਜ਼ ਤੇ ਪਹਿਲਾਂ ਆਪਾਂ ਇੱਕ ਡਿਸਕਸ਼ਨ ਪੇਪਰ ਲਿਖੀਏ ਉਹ ਜਿਹੜਾ ਡਿਸਕਸ਼ਨ ਪੇਪਰ ਆ ਫਿਰ ਉਸ ਤੇ ਸਮ ਟਾਈਮ ਲੇਟਰ ਔਨ ਅਗਸਤ ਸਤੰਬਰ ਅਕਤੂਬਰ ਦੇ ਵਿੱਚ ਆਪਾਂ ਇੱਕ ਸੈਮੀਨਾਰ ਕਰੀਏ ਹੋ ਸਕਦਾ ਉਦੋਂ ਤੱਕ ਖੁੱਲ੍ਹ ਜਾਵੇ ਹੋ ਸਕਦਾ ਉਦੋਂ ਤੱਕ ਨਾ ਖੁੱਲ੍ਹੇ ਕੋਵਿਡ ਦੂਰ ਨਾ ਹੋਵੇ ਫਿਰ ਆਪਾਂ ਜਾਣੀ ਇਹਦੇ ਤੇ ਜ਼ੂਮ ਤੇ ਕਰਾਂਗੇ ਉਦੋਂ ਫਿਰ ਆਪਾਂ ਇੱਕ ਕਾਨਫਰੰਸ ਰੱਖੀਏ ਇੱਕ ਦਿਨ ਦੀ ਕਾਨਫਰੰਸ ਰੱਖੀਏ ਉਹਦੇ 'ਚ ਆਪਾਂ 2-2 ਘੰਟੇ ਬਾਅਦ ਆਪਾਂ ਬ੍ਰੇਕ ਦੇ ਕੇ ਆਪਾਂ ਫਿਰ ਜੁਆਇਨ ਕਰ ਲਈਏ ਮੇਰਾ ਜਿੱਥੇ ਤੱਕ ਖਿਆਲ ਆ ਕਿ ਉਹ ਜਿਹੜਾ ਅੱਜ ਦਾ ਆਪਣਾ ਟੌਪਿਕ ਆ ਇਹਦਾ ਐਕਸ਼ਨ ਆਈਟਮ ਇਹ ਆ ਕਿ ਹੁਣ ਆਪਾਂ ਇਸ ਚੀਜ਼ ਨੂੰ ਤਾਂ ਮੰਨਦੇ ਹਾਂ ਕਿ ਮੁੰਡਿਆਂ ਦੀ ਪਰਵਰਿਸ਼ ਡਿਫਰੈਂਟ ਹੋਣੀ ਚਾਹੀਦੀ ਹੈ ਇਹ ਤਾਂ ਆਪਾਂ ਨੇ ਐਸਟੈਬਲਿਸ਼ ਕਰ ਲਿਆ ਹੁਣ ਹੈਗਾ ਕਿ ਵੀ ਇਹਦੇ ਤੇ ਇੱਕ ਡਿਸਕਸ਼ਨ ਪੇਪਰ ਲਿਖ ਕੇ ਆਪਾਂ ਸਾਰੇ ਉਸ ਡਿਸਕਸ਼ਨ ਪੇਪਰ ਨੂੰ ਪੜ੍ਹ ਕੇ ਆਪਾਂ ਉਹਦੇ ਤੇ ਐਗਰੀ ਕਰਕੇ ਫਿਰ ਆਪਾਂ 2 ਮਹੀਨੇ ਲਾ ਕੇ ਉਹਦੇ ਤੇ ਦੱਬ ਕੇ ਆਪਾਂ ਐਡਵਰਟਾਈਜ਼ਮੈਂਟ ਕਰੀਏ ਭਾਵੇਂ ਨਿਊਜ਼ ਪੇਪਰਾਂ 'ਚ ਆਪਾਂ ਨੂੰ ਐਡਸ ਲੈਣੀਆਂ ਪੈਣ ਰੇਡੀਓ ਤੇ ਆਪਾਂ ਨੂੰ ਬੋਲਣਾ ਪਵੇ ਉਸ ਤੋਂ ਬਾਅਦ ਆਪਾਂ ਇੱਕ ਦਿਨ 'ਚ ਜਿਹੜਾ ਆਪਣਾ 500 ਲੋਕਾਂ ਦਾ ਜ਼ੂਮ ਅਕਾਊਂਟ ਆ ਉਹਦੇ ਥਰੂ ਆਪਾਂ ਵੈਬੀਨਾਰ ਕਰੀਏ ਤੇ ਜੇ ਪਰਸਨਲੀ ਹੋ ਜਾਵੇ ਤਾਂ ਉਹ ਫਿਰ ਬਹੁਤ ਵਧੀਆ ਹੋਊਗਾ ਪਰ ਜੇ ਉਦੋਂ ਤੱਕ ਨਾ ਉਹਨਾਂ ਨੇ ਅਲਾਓ ਕੀਤਾ ਜਾਂ ਕੋਈ ਲਿਮਿਟ ਰੱਖੀ ਫਿਰ ਆਪਾਂ ਜ਼ੂਮ ਤੇ ਕਰ ਲਵਾਂਗੇ ਸੋ ਮੇਰਾ ਜਿੱਥੇ ਤੱਕ ਖਿਆਲ ਆ ਕਿ ਇੱਕ ਐਕਸ਼ਨ ਆਈਟਮ ਮੈਂ ਸੋਚਦਾ ਵੀ ਇਹ ਕੀਤੀ ਜਾਵੇ ਕਿਉਂਕਿ ਫਿਰ ਨਹੀਂ ਤਾਂ ਗੱਲਾਂ ਬਾਤਾਂ ਹੀ ਫਿਰ ਵੀ ਤਾਂ ਗੱਲਾਂ ਬਾਤਾਂ ਹੀ ਰਹਿ ਜਾਣਗੀਆਂ ਜੇ ਆਪਾਂ ਕੋਈ ਕੰਕਰੀਟ ਐਕਸ਼ਨ ਨਾ ਕੀਤਾ ਇੱਕ ਤਾਂ ਇਹ ਸੀਗਾ ਮੇਰਾ ਸੈਕੰਡ ਚੀਜ਼ ਇਹ ਹੈਗੀ ਆ ਮੇਰਾ ਜਿੱਥੇ ਤੱਕ ਖਿਆਲ ਆ ਕਿ ਜਿਹੜੀ ਪੈਟਰੀਆਰਕੀ ਦੀਆਂ ਇੰਸਟੀਟਿਊਸ਼ਨਲ ਡੀਕਨਸਟਰਕਟ ਕਰਨਾ ਉਹਦੇ ਉੱਤੇ ਮੇਰਾ ਖਿਆਲ 'ਚ ਆਪਾਂ ਕੋਈ ਖੋਜ ਕੀਤੀ ਜਾਵੇ ਉਹਦੇ ਤੇ ਮੇਰਾ ਖਿਆਲ 'ਚ ਥੋੜਾ ਜਿਹਾ ਸਾਈਡ ਤੇ ਆਪਾਂ ਕੋਈ ਮੈਨੂੰ ਹਜੇ ਐਗਜ਼ੈਕਟਲੀ ਨਹੀਂ ਪਤਾ ਕਿਵੇਂ ਕਰਨਾ ਪਰ ਜਿਹੜੀਆਂ ਇੰਸਟੀਟਿਊਸ਼ਨਸ ਕ੍ਰੀਏਟ ਹੋਈਆਂ ਉਹ ਇੰਸਟੀਟਿਊਸ਼ਨਸ ਹੁਣ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਕੈਨੇਡਾ ਦੀ ਜਿਹੜੀ RCMP ਇੱਕ ਆਰਗੇਨਾਈਜੇਸ਼ਨ ਆ ਰਾਇਲ ਕੈਨੇਡੀਅਨ ਮਾਊਂਟਡ ਪੁਲਿਸ RCMP ਉਹਦੇ ਵਿੱਚ ਉਹਨਾਂ ਦੀ ਆਰਗੇਨਾਈਜੇਸ਼ਨ ਦੇ ਵਿੱਚ ਫੀਮੇਲ RCMP ਆਫੀਸਰਸ ਦਾ ਸੈਕਸ਼ੂਅਲ ਅਬਿਊਜ਼ ਹੁੰਦਾ ਔਰ ਪਿਛਲੇ 15 ਸਾਲਾਂ ਤੋਂ ਜਿਹੜੀਆਂ ਫੀਮੇਲ RCMP ਆਫੀਸਰਸ ਆ ਉਹਨਾਂ ਨੇ ਕੰਪਲੇਂਟ ਕੀਤੀ ਆ ਔਰ ਫੈਡਰਲ ਗਵਰਨਮੈਂਟ ਨੇ ਰੈਕਗਨਾਈਜ਼ ਕੀਤਾ ਔਰ ਫੈਡਰਲ ਗਵਰਨਮੈਂਟ ਨੇ ਟ੍ਰੇਨਿੰਗ ਲਈ ਪੈਸੇ ਦਿੱਤੇ ਆ ਉਹਨਾਂ ਨੇ ਪਾਲਿਸੀਜ਼ ਨੂੰ ਸਟਰੈਂਥਨ ਕੀਤਾ ਤੇ ਉਹ ਪਿਛਲੇ ਸਾਲ ਦੀ ਇੱਕ ਹੋਰ ਰਿਪੋਰਟ ਆਈ ਆ ਕਿ ਉਸ ਨਾਲ ਕੁਝ ਵੀ ਫਰਕ ਨਹੀਂ ਪਿਆ ਉਹ ਸਾਰੀਆਂ ਟ੍ਰੇਨਿੰਗ ਕਰਨ ਦੇ ਬਾਵਜੂਦ ਮੈਨੇਜਮੈਂਟ ਨੂੰ ਵੀ ਤੁਸੀਂ ਇਹਨਾਂ ਕੁੜੀਆਂ ਦੀ ਸੁਣਵਾਈ ਕਰੋ ਉਹਦੇ 'ਚ ਡੱਕਾ ਫਰਕ ਨਹੀਂ ਪਿਆ ਸੋ ਮੈਨੂੰ ਲੱਗਦਾ ਕਿ ਜਿਹੜੀਆਂ ਇੰਸਟੀਟਿਊਸ਼ਨਸ ਆ ਜਦ ਤੱਕ ਇੰਸਟੀਟਿਊਸ਼ਨਸ ਨੂੰ ਡੀਕਨਸਟਰਕਟ ਕਰਨ ਦਾ ਕੁਝ ਆਪਣੇ ਕੋਲੇ ਆਉਂਦਾ ਨਹੀਂ ਕੁਝ ਸਾਹਮਣੇ ਚੀਜ਼ਾਂ ਨਹੀਂ ਆਉਂਦੀਆਂ ਉਦੋਂ ਤੱਕ ਮੈਨੂੰ ਲੱਗਦਾ ਕੁਝ ਨਹੀਂ ਹੋਣਾ
ਉਹ ਕਿਵੇਂ ਕਰਨਾ ਉਹਦੇ ਬਾਰੇ ਹਜੇ ਮੈਂ 100% ਕਲੀਅਰ ਨਹੀਂਗਾ, ਲੇਕਿਨ ਮੈਨੂੰ ਲੱਗਦਾ ਕਿ ਉਹਦੇ ਬਾਰੇ ਆਪਾਂ ਨੂੰ ਗੱਲ ਸ਼ੁਰੂ ਜ਼ਰੂਰ ਕਰਨੀ ਚਾਹੀਦੀ ਆ ਕਿ ਆਪਾਂ ਜਿਹੜੀਆਂ ਚੀਜ਼ਾਂ ਤਾਂ ਬਹੁਤ ਕੰਟਰੋਵਰਸ਼ਲ ਆ ਉਹਨਾਂ ਤੋਂ ਨੂੰ ਹਜੇ ਟੈਂਪਰੇਰੀਲੀ ਪਾਸੇ ਰੱਖ ਲਈਏ, ਪਰ ਜਿਹੜੀਆਂ ਚੀਜ਼ਾਂ ਨਾਰਮਲਾਈਜ਼ ਕਰਦੀਆਂ, ਜਿਹੜੀਆਂ ਬੰਦੇ ਉਸ ਨਾਰਮਲਾਈਜ਼ ਦੀਆਂ, ਜਿਵੇਂ ਸਪੋਰਟਸ ਦੀਆਂ ਆਰਗੇਨਾਈਜੇਸ਼ਨਸ ਹੋ ਗਈਆਂ, ਕਲਚਰਲ ਆਰਗੇਨਾਈਜੇਸ਼ਨਸ ਹੋ ਗਈਆਂ, ਆਰਟ ਐਂਡ ਰਿਲੇਟਡ ਦੇ ਨਾਲ ਕਲਚਰਲ ਆਰਗੇਨਾਈਜੇਸ਼ਨਸ ਹੋ ਗਈਆਂ, ਉਹਨਾਂ ਦੀ ਜਿਹੜੀਆਂ ਮੈਨੇਜਮੈਂਟ ਕਮੇਟੀਜ਼ ਆ ਉਹਨਾਂ ਦੇ ਨਾਲ ਮੇਰਾ ਖਿਆਲ 'ਚ ਗੱਲ ਕਰਕੇ ਇਸ ਚੀਜ਼ ਦਾ ਉਹਨਾਂ ਤੱਕ ਇਹ ਮੈਸੇਜ ਪਹੁੰਚਾਉਣਾ ਚਾਹੀਦਾ ਕਿ ਅਗਰ ਤੁਸੀਂ ਆਰਗੇਨਾਈਜ਼ ਕਰਦੇ ਹੋ ਬਹੁਤ ਵਧੀਆ, ਤੁਸੀਂ ਚੰਗਾ ਕੰਮ ਕਰਦੇ ਹੋ, ਪਰ ਕਦੇ ਤੁਸੀਂ ਸੋਚਿਆ ਕਿ ਤੁਸੀਂ ਤੁਹਾਡੀਆਂ ਆਰਗੇਨਾਈਜ਼ਿੰਗ ਐਸ ਕਮੇਟੀ ਦੇ ਵਿੱਚ ਸਾਰੇ ਆਦਮੀ ਹੋਈ ਆ ਤੇ ਜਾਂ ਇੱਕ ਅੱਧੀ ਜਾਂ ਦੋ ਔਰਤਾਂ ਹੀ ਹੁੰਦੀਆਂ, ਤੇ ਓਵਰ ਡੋਮੀਨੈਂਟ ਜਿਹੜੇ ਥਾਟ ਪ੍ਰੋਸੈਸ ਜਾਂ ਸਟਰਕਚਰਸ ਜਾਂ ਡਿਸਕਸ਼ਨ ਹੁੰਦੀ ਆ ਉਹ ਫਰਮ ਏ ਮੇਲ ਪਰਸਪੈਕਟਿਵ ਹੁੰਦੀ ਆ। ਉਹ ਮੇਰਾ ਖਿਆਲ 'ਚ ਜਿਹੜੀਆਂ ਚੀਜ਼ਾਂ ਉਹਦੇ ਉੱਤੇ ਕੰਮ ਕਰਨਾ ਬਹੁਤ ਜ਼ਰੂਰੀ ਆ, ਵਰਨਾ ਤਾਂ ਫਿਰ ਇਹ ਡੀਕਨਸਟਰਕਟ ਕਦੇ ਹੋਣਾ ਹੀ ਨਹੀਂ, ਇਹ ਸਿਸਟਮ ਇਸੇ ਤਰ੍ਹਾਂ ਚੱਲੀ ਜਾਣਾ। ਸੋ ਉਹ ਚੀਜ਼ਾਂ ਤੇ ਮੇਰਾ ਖਿਆਲ 'ਚ ਕੰਮ ਹੋਣਾ ਚਾਹੀਦਾ। ਪਰ ਮੇਰਾ ਖਿਆਲ 'ਚ ਅੱਜ ਦੇ 'ਚ ਮੈਨੂੰ ਇਹ ਲੱਗਿਆ ਕਿ ਆਪਾਂ ਪਹਿਲਾਂ ਬੱਚਿਆਂ ਦੀ ਪਰਵਰਿਸ਼ ਦੇ ਉੱਤੇ ਕੰਮ ਕਰਨਾ ਸ਼ੁਰੂ ਕਰੀਏ ਤੇ ਬਾਕੀ ਦਾ ਥੋੜਾ ਨਾਲ ਦੀ ਨਾਲ ਆਪਾਂ ਆਪਣੇ ਆਪ ਨੂੰ ਥੋੜਾ ਜਿਹਾ ਹੋਰ ਤਾਕਤਵਰ ਕਰੀਏ, ਥੋੜਾ ਜਿਹਾ ਹੋਰ ਆਪਾਂ ਸੁਹਿਰਦ ਹੋਈਏ ਕਿ ਕਿਸ ਤਰੀਕੇ ਨਾਲ ਜਿਹੜੀਆਂ ਐਗਜ਼ਿਸਟਿੰਗ ਆ ਉਹਨਾਂ ਨੂੰ ਆਪਾਂ ਚੇਂਜ ਕਰਨ ਦੀ ਕੋਸ਼ਿਸ਼ ਕਰੀਏ। ਸੋ ਜੇ ਆਪਣੇ ਕੋਲੇ ਫਰਜ਼ ਕਰ ਲਓ ਸੌਕਰ ਦੀਆਂ ਜਿਹੜਾ ਆਰਗੇਨਾਈਜ਼ਿੰਗ ਆ ਜਾਂ ਆਰਟ ਐਂਡ ਲਿਟਰੇਚਰ ਦੀ ਆ, ਜੇ ਉਹਨਾਂ ਦੀ ਮੈਨੇਜਮੈਂਟ ਕਮੇਟੀ ਕਵੇ ਵੀ ਓਕੇ ਅਸੀਂ ਸਟੈਪ ਡਾਊਨ ਕਰਦੇ ਹਾਂ ਤੇ ਅਸੀਂ ਚਾਹੁੰਦੇ ਹਾਂ ਵੀ ਜਿੰਨੀਆਂ ਵੂਮਨ ਪੋਇਟਸ ਆ ਤੇ ਰਾਈਟਰਸ ਆ ਉਹਨਾਂ ਨੂੰ ਅਸੀਂ ਟਾਈਮ ਦਿੰਦੇ ਹਾਂ ਵੀ ਤੁਸੀਂ ਆ ਕੇ ਇਹਨੂੰ ਲੀਡ ਕਰੋ, ਅਸੀਂ ਕੰਡੀਸ਼ਨਸ ਕ੍ਰੀਏਟ ਕਰਦੇ ਹਾਂ ਵੀ ਤੁਹਾਨੂੰ ਹੋਣ। that is something that should be coming in our community, ਮੇਰਾ ਜਿੱਥੇ ਤੱਕ ਖਿਆਲ ਆ। ਲੇਕਿਨ ਉਹਦੇ ਵਾਸਤੇ ਆਪਾਂ ਨੂੰ ਥੋੜਾ ਜਿਹਾ ਹੋਰ ਸੋਚਣਾ ਪਊਗਾ ਕਿ ਉਹ ਕਿਵੇਂ ਹੋਣਾ ਚਾਹੀਦਾ, ਕਿਸ ਤਰ੍ਹਾਂ ਹੋਣਾ ਚਾਹੀਦਾ, ਉਹਦੇ 'ਚ ਕੀ ਪਰਸਪੈਕਟਿਵ ਹੋਣੀ ਚਾਹੀਦੀ। ਉਹ ਮੈਨੂੰ ਹਜੇ 100% ਕਲੈਰਿਟੀ ਨਹੀਂ ਗੀ ਵੀ ਕਿਵੇਂ ਕਰਨਾ, ਪਰ ਇਹਦੇ ਬਾਰੇ 100% ਕਲੈਰਿਟੀ ਆ ਕਿ ਆਪਾਂ ਇੱਕ ਡਿਸਕਸ਼ਨ ਪੇਪਰ ਲਿਖੀਏ, ਸਾਰੇ ਜਣੇ ਉਹਨੂੰ ਅਪਰੂਵ ਕਰੀਏ, ਫਿਰ ਉਸ ਤੋਂ ਬਾਅਦ ਇੱਕ ਸੈਮੀਨਾਰ, ਵਰਕਸ਼ਾਪ ਜਾਂ ਕਾਨਫਰੰਸ ਦੇ ਤੌਰ ਤੇ ਆਪਾਂ ਕੁਝ ਕਰੀਏ। That's what I'm thinking. Thank you ਜੀ। ਥੈਂਕ ਯੂ ਜੀ, ਥੈਂਕ ਯੂ ਬਲਦੇਵ ਜੀ। ਆਪਾਂ ਡੈਫੀਨੇਟਲੀ ਅਸੀਂ ਇਹ ਪੁਆਇੰਟ ਨੋਟ ਕਰ ਲਿਆ ਐਂਡ ਇਹਦੇ ਉੱਤੇ ਕੰਮ ਕਰਾਂਗੇ ਸਾਰੇ ਹੀ ਕਲੈਕਟਿਵਲੀ। ਅਸੀਂ ਕੋਈ ਲਾਸਟ ਮਿੰਟ ਕੋਈ ਕੁਐਸਚਨ ਔਰ ਕੋਈ ਕਮੈਂਟ, ਦੈਨ ਫਿਰ ਆਪਾਂ ਅੱਜ ਦਾ ਜਿਹੜਾ ਇਹ ਵੈਬਿਨਾਰ ਆ ਉਹਨੂੰ ਕਰਦੇ ਹਾਂ। ਕੋਈ ਕਿਸੇ ਦਾ ਕੋਈ ਥਾਟ ਹੋਵੇ, ਕੋਈ ਕੁਐਸਚਨ? ਹਰਿੰਦਰ, ਵਾਸ ਅ ਵੈਰੀ ਗੁੱਡ ਸੈਸ਼ਨ, ਤੁਸੀਂ ਬੜਾ ਵਧੀਆ ਫੈਸਿਲਿਟੇਟ ਕੀਤਾ ਔਰ ਪਾਰਟਿਸਿਪੇਸ਼ਨ ਵੀ ਬਹੁਤ ਅੱਛੀ ਸੀ। ਥੈਂਕ ਯੂ। ਥੈਂਕ ਯੂ ਅਮਨਦੀਪ। ਓਕੇ ਜੀ, ਥੈਂਕ ਯੂ। ਫਿਰ ਆਪਾਂ ਨੈਕਸਟ ਮੰਥ ਮਿਲਦੇ ਹਾਂ ਜੀ। ਇਨ ਦਾ ਮੀਨ ਟਾਈਮ ਵਿੱਚ ਜਿਹੜੀਆਂ ਸਾਡੀਆਂ 1-2 ਮੀਟਿੰਗ ਹੋਣਗੀਆਂ ਉਹਨਾਂ ਦੇ ਵਿੱਚ ਮੈਂ ਜਿਹੜੇ ਵੀ ਕੋਈ ਇੰਟਰਸਟਡ ਨੇ ਆਪਣੇ ਤੌਰ ਦੇ ਉੱਤੇ ਕੋਈ ਆਪਣੇ ਸੁਜੈਸ਼ਨਸ ਵਾਸਤੇ, ਤੁਸੀਂ ਪੁਨੀਤ ਤੁਸੀਂ ਈਮੇਲ ਇੱਥੇ ਚੈਟ ਦੇ ਵਿੱਚ ਦੇ ਦਿਓ, ਪੁਨੀਤ ਨੂੰ ਕੰਟੈਕਟ ਕਰ ਸਕਦੇ ਆ। ਦੈਨ ਫਿਰ ਆਪਾਂ ਉਹ ਕਿਉਂਕਿ 1 ਮੰਥ ਬਾਅਦ ਇਹ ਵੈਬਿਨਾਰ ਹੁੰਦਾ, ਬਟ ਇਨ ਦਾ ਮੀਨ ਟਾਈਮ ਕੋਈ ਸੁਜੈਸ਼ਨ ਨੇ ਜਾਂ ਕੋਈ ਤੁਸੀਂ ਕੋਈ ਮੀਟਿੰਗ ਅਟੈਂਡ ਕਰਨੀ ਆ ਜਾਂ ਕੋਈ ਕਿਸੇ ਕਿਸਮ ਦੇ ਕੋਈ ਇਸ਼ੂ ਡਿਸਕਸ ਕਰਨੇ ਹੈ, ਯੂ ਆਰ ਮੋਸਟ ਵੈਲਕਮ।